ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਸਤਿਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਗ ਧਾਰ। ਦੋਹਰਾ ਮੁਕਤਾ ਪੰਕਤ ਸਰਸੁਤੀ, ਗੁਰ ਜਸ ਗੁਣ ਪੁਰਵਾਏ। ਪਹਿਰੇ ਉਰਦਵੈ ਲੋਕ ਮੈਂ, ਸੋਭਾ ਹੋਇ ਅਧਿਕਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਮੁਕਤਾ ਪੰਕਤ ਸਰਸੁਤੀ, ਗੁਰ ਜਸ ਗੁਣ ਪੁਰਵਾਏ। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਉਤਰਾਰਧ ਧਿਆਏ 16ਵਾਂ। ਕਵੀ ਸੰਤੋਖ ਸਿੰਘ ਜੀ ਮੰਗਲ ਦੇ ਵਿੱਚ ਮੰਗਲ ਕਰਦੇ ਹਨ ਉਹ ਗੁਰਸਿੱਖ ਦਾ, ਉਹ ਗੁਰੂ ਦੇ ਪਿਆਰੇ ਦਾ, ਜਿਹਦੇ ਕਰਕੇ ਗੁਰੂ ਦਾ ਸਿੱਖ ਜਿਹੜਾ ਹੈ ਬੜੀ ਸੋਭਾ ਪਾਉਂਦਾ ਹੈ। ਗੁਰੂ ਦਾ ਸਿੱਖ ਜਿਹੜਾ ਹੈ ਸੰਸਾਰ ਦੇ ਵਿੱਚ ਉਹਦੀਆਂ ਜੋ ਉਹਦੇ ਕਰਮ ਹੁੰਦੇ ਹਨ, ਸ੍ਰਿਸ਼ਟ ਕਰਮਾਂ ਨੂੰ ਯਾਦ ਕਰਕੇ ਉਹਦੀ ਸੋਭਾ ਲੋਕ ਜੁਗਾਂ ਜੁਗਾਂ ਤੱਕ ਕਰਦੇ ਹਨ। ਕਵੀ ਸੰਤੋਖ ਸਿੰਘ ਜੀ ਇੱਥੇ ਬਹੁਤ ਸੋਹਣਾ ਉਦਾਹਰਣ ਬਣ ਕੇ ਇਹ ਜਿਹੜੀ ਹੈ ਗੁਰਸਿੱਖ ਦੀ ਕਮਾਈ ਨੂੰ ਦੱਸਦੇ ਹਨ। ਮੁਕਤਾ ਪੰਕਤ ਸਰਸੁਤੀ, ਗੁਰ ਜਸ ਗੁਣ ਪੁਰਵਾਏ। ਜੋ ਵੀ ਗੁਰਸਿੱਖ ਜੋ ਗੁਰੂ ਦਾ ਜਸ ਹੈ, ਗੁਰੂ ਦੀ ਪ੍ਰੇਸ ਹੈ, ਉਸ ਨੂੰ ਧਾਗਾ ਬਣਾਉਂਦਾ ਹੈ, ਉਸ ਨੂੰ ਇੱਕ ਤ੍ਰਿਟ ਬਣਾ ਕੇ ਬਾਣੀ ਰੂਪ ਮੋਤੀਆਂ ਨੂੰ ਉਹਦੇ ਵਿੱਚ ਜਿਹੜਾ ਹੈ ਪਰੋਦਾ ਹੈ। ਸੋ ਉਹ ਗੁਰਸਿੱਖ ਜੋ ਗੁਰੂ ਜਸ ਰੂਪੀ ਧਾਗੇ ਵਿੱਚ ਗੁਰਬਾਣੀ ਰੂਪ ਮੋਤੀਆਂ ਨੂੰ ਜਿਹੜਾ ਹੈ ਉਹਨਾਂ ਨੂੰ ਪਰੋ ਕਰਕੇ ਉਹਨਾਂ ਦੀ ਇੱਕ ਸੁੰਦਰ ਜਿਹੜਾ ਹੈ ਹਾਰ ਬਣਾਉਂਦਾ ਹੈ। ਐਸਾ ਗੁਰਸਿੱਖ ਜਿਹੜਾ ਹੈ ਐਸੇ ਜਿਹੜੇ ਹੈ ਹਾਰ ਨੂੰ ਆਪਣੇ ਗਲੇ ਦੇ ਵਿੱਚ ਪਾਉਂਦਾ ਹੈ। ਮਤਲਬ ਕਿ ਸਵਾਸ ਸਵਾਸ ਉਹ ਸਵਾਸਾਂ ਦੇ ਧਾਗੇ ਦੇ ਵਿੱਚ ਸਿਮਰਨ ਰੂਪੀ ਮੋਤੀਆਂ ਨੂੰ ਪਰੋ ਕਰਕੇ ਆਪਣੇ ਜੀਵਨ ਦੇ ਵਿੱਚ ਕੇਵਲ ਤੇ ਕੇਵਲ ਪਰਮਾਤਮਾ ਦੀ ਹੀ ਭਗਤੀ ਨਾਮ ਸਿਮਰਨ ਕਰਦਾ ਹੈ। ਪਹਿਰੇ ਉਰਦਵੈ ਲੋਕ ਮੈਂ, ਸੋਭਾ ਹੋਇ ਅਧਿਕਾਏ। ਐਸਾ ਹਾਰ ਜਿਹੜਾ ਹੈ ਗੁਰਸਿੱਖ ਸਿਰਫ ਇੱਕ ਲੋਕ ਨਹੀਂ, ਦੋ ਲੋਕਾਂ ਵਿੱਚ ਆਪਣੇ ਗਲੇ ਵਿੱਚ ਪਹਿਨਦਾ ਹੈ, ਜਿਹਦੇ ਕਰਕੇ ਬਹੁਤ ਸਾਰੀ ਉਸਦੀ ਸੋਭਾ ਇਸ ਸੰਸਾਰ ਵਿੱਚ ਵੀ ਹੁੰਦੀ ਹੈ ਤੇ ਪਰਲੋਕ ਵਿੱਚ ਵੀ ਹੁੰਦੀ ਹੈ। ਗੁਰਸਿੱਖਾਂ ਦੀ ਜਿਹੜੀ ਹੈ ਐਸੀ ਸੋਭਾ ਨੂੰ ਬਣਾਉਣ ਵਾਲੇ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਹਨ, ਜਿਨ੍ਹਾਂ ਦੀ ਕਥਾ ਆਪ ਜੀ ਅੱਗੇ ਸੁਣੋ ਜੀ। ਸ੍ਰੀ ਬਾਲਾ ਸੁੰਦਰ ਵਾਚ ਚੌਪਈ, ਸੁਣੀਏ ਸ੍ਰੀ ਅੰਗਦ ਸੁਖ ਕਾਰਨ। ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਹਨ, ਹੇ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ, ਸੁੱਖਾਂ ਦੇ ਕਾਰਨ। ਗਮਨੇ ਆਗੇ ਨਰਕ ਨਿਵਾਰਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜੋ ਨਰਕਾਂ ਤੋਂ ਬਚਾਉਣ ਵਾਲੇ ਨੇ, ਜੋ ਨਰਕਾਂ ਨੂੰ ਦੂਰ ਕਰਨ ਵਾਲੇ ਨੇ, ਜੋ ਨਰਕਾਂ ਤੋਂ ਆਪਣੇ ਗੁਰਸਿੱਖਾਂ ਨੂੰ ਜਿਹੜਾ ਹੈ ਦੂਰ ਰੱਖਣ ਵਾਲੇ ਹਨ, ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਗੇ ਚੱਲਣਾ ਕੀਤਾ। ਰੂਮ ਵਿਲਾਇਤ ਜਹਾਂ ਮਹਾਨਾ। ਕਿੱਥੇ ਪਹੁੰਚੇ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ? ਉਹ ਰੂਮ ਦੇਸ਼ ਹੈ। ਸੋ ਰੂਮ ਦੇਸ਼ ਦੇ ਬਾਰੇ ਵਿਚਾਰ ਇਹ ਵੀ ਹੈ ਕਿ ਜੋ ਯੂਰਪ ਦੇ ਵਿੱਚ ਰੋਮ ਹੈ, ਜੋ ਅੱਜ ਕੱਲ੍ਹ ਆਪਾਂ ਰੋਮ ਕਰਕੇ ਜਾਣਦੇ ਹਾਂ, ਜਾਂ ਇਸ ਦਾ ਦੂਜਾ ਖਿਆਲ ਵੀ ਹੈ ਜੋ ਅਨਾਤੋਲਿਆ ਹੈ, ਜੋ ਕਿ ਤਰਕੀ ਹੈ, ਉੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪਹੁੰਚੇ ਹਨ। ਪਾਤਸ਼ਾਹ ਕਾਰੂ ਤਹਿ ਥਾਨਾ। ਉੱਥੇ ਕੌਰੂ ਬਾਦਸ਼ਾਹ ਜਾਂ ਕਾਰੂ ਲਿਖਿਆ ਹੈ। ਸੋ ਕੌਰੂ ਬਾਦਸ਼ਾਹ ਉਸ ਸਥਾਨ ਦਾ ਰਾਜਾ ਸੀ। ਸੋ ਇਹ ਕੌਰੂ ਬਾਦਸ਼ਾਹ ਜਿਹੜਾ ਹੈ ਇਹ ਹਮੀਦ ਕਾਰੂ ਸੀਗਾ। ਇਹ ਤੋਂ ਪਹਿਲਾਂ ਵੀ ਇੱਕ ਕੌਰੂ ਬਾਦਸ਼ਾਹ ਹੋਇਆ ਜੋ ਮੋਸਸ ਸੀਗਾ, ਜਾਂ ਇਹਨੂੰ ਨਬੀ ਮੂਸਾ ਵੀ ਕਹਿੰਦੇ ਹਨ। ਸੋ ਕਹਿੰਦੇ ਉਹ ਮੋਸਸ ਦਾ ਚਾਚੇ ਦਾ ਪੁੱਤਰ ਸੀਗਾ ਕੌਰੂ, ਜਿਸ ਦਾ ਰਾਜ ਸੀਗਾ, ਜਿਹਨੇ 40 ਗੰਜ ਜਾਂ 45 ਗੰਜ ਜਿਹੜਾ ਹੈ ਉਹਨੇ ਜਿਹੜਾ ਹੈ ਪ੍ਰਾਪਰਟੀ ਵੈਲਥ ਨੂੰ ਇਕੱਠਾ ਕੀਤਾ ਹੋਇਆ ਸੀ। ਸੋ ਉਹ ਕੌਰੂ ਜਿਹੜਾ ਸੀਗਾ ਉਸ ਦਾ ਰਾਜ ਸੀਗਾ। ਸੋ ਇਹ ਕੌਰੂ ਇੱਕ ਅੱਲ ਵੀ ਹੈ ਤੇ ਇੱਕ ਟਾਈਟਲ ਵੀ ਹੈ। ਸੋ ਜਿਹੜਾ ਵੀ ਰਾਜਾ ਬਣਦਾ ਸੀ ਉਹਨੂੰ ਕੌਰੂ ਕਿਹਾ ਜਾਂਦਾ ਸੀ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਉੱਥੇ ਪਹੁੰਚੇ, ਉਹ ਸੀਗਾ ਜੀ ਕੌਰੂ, ਹਮੀਦ ਕੌਰੂ। ਸੋ ਉਸ ਵੇਲੇ ਦੇ ਕਈ ਰਾਜੇ ਹਨ ਜਿਹੜੇ ਕਿ ਵੱਡੇ ਰਾਜੇ ਮੰਨੇ ਜਾਂਦੇ ਹਨ। ਸੋ ਇੱਕ ਤਾਂ ਬਾਬਰ ਹੋਇਆ, ਦੂਜਾ ਹੋਇਆ ਸੀ ਸਲੀਮ, ਤੇ ਤੀਜਾ ਇਸਮਾਇਲ। ਸੋ ਇਹ ਸਾਰੇ ਰਾਜੇ ਹੋਏ ਹਨ ਉਸ ਸਮੇਂ ਦੇ ਵੱਡੇ, ਜਿਨ੍ਹਾਂ ਨੂੰ ਰਾਜੇ ਕਿਹਾ ਜਾਂਦਾ ਸੀਗਾ। ਉਹਨਾਂ ਦੇ ਵਿੱਚੋਂ ਹਮੀਦ ਜਿਹੜਾ ਰਾਜਾ ਸੀ ਇਹ ਵੀ ਬਹੁਤ ਜ਼ਿਆਦਾ ਧਨੀ
ਤੇ ਇਹ ਤਰਕੀ ਦਾ ਰਾਜਾ ਸੀ। ਤਹਾਂ ਜਾਏ ਦੇਖਿਓ ਪੁਰ ਭਾਰੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਥੇ ਪਹੁੰਚ ਕਰਕੇ ਰੂਮ ਦੇ ਵਿੱਚ ਉਹ ਸਾਰੇ ਦੇਸ਼ ਨੂੰ ਜੋ ਭਾਰੀ ਵਸਿਆ ਹੋਇਆ ਹੈ ਦੇਖਿਆ। ਮਹਾਰੰਕ ਬਸ ਹੈ ਨਰ ਨਾਰੀ। ਪਰ ਇੱਕ ਗੱਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਬਜ਼ਰਵ ਕੀਤੀ ਕਿ ਰਾਜਾ ਤਾਂ ਬੜਾ ਧਨੀ ਹੈ, ਕਿਉਂਕਿ ਫਿਰਆਉਨ ਵੀ ਹੋਇਆ ਬਹੁਤ ਸਾਰੇ ਸਾਲ ਪਹਿਲਾਂ, ਤੇ ਇਹ ਕੌਰੂ ਜਿਹੜਾ ਸੀਗਾ ਮੋਸਸ ਦਾ ਚਾਚੇ ਦਾ ਪੁੱਤਰ, ਉਹ ਵੀ ਬੜਾ ਧਨੀ ਸੀ, ਤੇ ਇਹ ਹਮੀਦ ਕਰੂ ਵੀ ਕੋਈ ਘੱਟ ਧਨੀ ਨਹੀਂ ਸੀਗਾ। ਬਹੁਤ ਸਾਰਾ ਧਨ ਇਹਨੇ ਇਕੱਠਾ ਕੀਤਾ ਹੋਇਆ ਸੀ। ਪਰ ਇਸ ਦੀ ਨਗਰੀ ਵਿੱਚ ਜੋ ਰਹਿਣ ਵਾਲੇ ਸਨ, ਜੋ ਪ੍ਰਜਾ ਹੈ, ਉਹ ਬਹੁਤ ਗਰੀਬ ਸੀਗੀ, ਹੱਦ ਤੋਂ ਪਰੇ ਗਰੀਬ ਸੀ। ਕਿਸੇ ਕੋਲ ਕੋਈ ਪੈਸਾ ਨਹੀਂ ਸੀ। ਕਰਤ ਕਰਤ ਸਭ ਦਿਵਸ ਬਤਾਵਤ। ਕਰਤ ਕਰਤ ਕਹਿੰਦੇ ਕੰਮ ਤਾਂ ਬਹੁਤ ਕਰਦੇ ਹਨ, ਬਹੁਤ ਮਜ਼ਦੂਰੀ ਕਰਦੇ ਹਨ, ਪਰ ਪੱਲੇ ਉਹਨਾਂ ਦੇ ਪੈਸਾ ਨਹੀਂ ਪੈਂਦਾ। 2 ਵਕਤ ਦੀ ਰੋਟੀ ਵੀ ਮਸਾਂ ਹੀ ਵਿਚਾਰੇ ਕੱਢਦੇ ਸਨ। ਸੋ ਜੋ ਉਹ ਬੀਜਦੇ ਸਨ ਉਹੀ ਉਹ ਜਿਹੜਾ ਹਨ ਵੱਢ ਕੇ ਖਾਂਦੇ ਸਨ। ਉਹਨਾਂ ਨੂੰ ਹੋਰ ਕੋਈ ਤਰੀਕਾ ਉਹਨਾਂ ਦਾ ਇਨਕਮ ਦਾ ਨਹੀਂ ਸੀ, ਕਿਉਂਕਿ ਕੈਸ਼ ਫਲੋ ਉਸ ਮੁਲਕ ਦੇ ਵਿੱਚ ਬਿਲਕੁਲ ਹੀ ਨਹੀਂ ਸੀ। ਦਰਬ ਨਾ ਪਾਸ ਸਦਾ ਦੁਖ ਪਾਵਤ। ਦੇਖੋ, ਦਰਬ ਮਾਇਆ ਉਹਨਾਂ ਦੇ ਕੋਲ ਕਿਤੇ ਵੀ ਉਹਨਾਂ ਦੇ ਹੱਥ ਨਹੀਂ ਲੱਗਦੀ ਸੀ, ਇਸ ਕਰਕੇ ਉਹ ਬੜਾ ਦੁੱਖ ਪਾਇਆ ਕਰਦੇ ਸਨ। ਸੰਤ ਅਤਿਥ ਕੀ ਸੇਵ ਨਾ ਕਰੇ। ਇਸ ਕਰਕੇ ਕੰਗਾਲੀ ਦੇ ਵਿੱਚ ਕੰਗਾਲਤਾ ਉਹਨਾਂ ਵਿੱਚ ਆ ਗਈ ਹੈ। ਕੋਈ ਪੈਸਾ ਉਹਨਾਂ ਦੇ ਹੱਥ ਨਹੀਂ ਲੱਗਦਾ, ਨਾ ਉਹਨਾਂ ਦੀ ਕੋਈ ਸੇਵਿੰਗ ਹੈ। ਸੋ ਇਸ ਕਰਕੇ ਸੰਤਾਂ ਦੀ ਜਾਂ ਅਤਿਥਾਂ ਦੀ ਉਹ ਕੋਈ ਸੇਵਾ ਕਰਨ ਜੋਗੇ ਹੈ ਹੀ ਨਹੀਂ ਸੀ, ਨਾ ਹੀ ਕੋਈ ਕਰਦਾ ਸੀ, ਕਿਉਂਕਿ ਉਹਨਾਂ ਦਾ ਆਪਣਾ ਹੀ ਦੁੱਖ ਬਹੁਤ ਵੱਡਾ ਸੀ। ਭੂਪ ਪ੍ਰਜਾ ਏਕੈ ਅਨਹਰੇ। ਦੇਖੋ, ਭੂਪ ਪ੍ਰਜਾ ਕਹਿੰਦੇ, ਭੂਪ ਰਾਜਾ ਤੇ ਪ੍ਰਜਾ ਕਹਿੰਦੇ ਇੱਕੋ ਜਿਹੇ ਸਨ। ਕਿਉਂਕਿ ਬਾਦਸ਼ਾਹ ਜਿਹੜਾ ਹੈ ਉਹ ਕੋਈ ਪੈਸਾ ਨਹੀਂ ਕੱਢਦਾ ਸੀ, ਤੇ ਪ੍ਰਜਾ ਕੋਲ ਹੱਥ ਵਿੱਚ ਕੋਈ ਪੈਸਾ ਨਹੀਂ ਆਉਂਦਾ ਸੀ। ਜੋ ਰਾਜੇ ਕੋਲ ਸੀ ਉਹਦੇ ਮਹਿਲਾਂ ਦੇ ਵਿੱਚ ਹੀ ਸੀਮਤ ਹੋ ਕੇ ਰਹਿ ਜਾਂਦਾ ਸੀ। ਪ੍ਰਜਾ ਕੋਲ ਕੋਈ ਪੈਸਾ ਨਹੀਂ ਆਉਂਦਾ ਸੀ। ਇਸ ਕਰਕੇ ਪ੍ਰਜਾ ਨੂੰ ਨਾ ਕੋਈ ਰਾਜਾ ਆਪਣੇ ਵੱਲੋਂ ਕੁਝ ਦਿੰਦਾ ਸੀ ਤੇ ਲੈ ਜ਼ਰੂਰ ਲੈਂਦਾ ਸੀ। ਇਸ ਕਰਕੇ ਭੂਪ ਰਾਜਾ ਹੈ ਤੇ ਪ੍ਰਜਾ ਹੈ, ਦੋਨੋਂ ਦਾ ਹੀ ਹਾਲਾਤ ਬੁਰੇ ਸਨ। ਤਾਂ ਜਾਂ ਇਹ ਵੀ ਕਹਿ ਲਈਏ ਕਿ ਰਾਜਾ ਤਾਂ ਬਹੁਤ ਧਨੀ ਸੀਗਾ ਤੇ ਪ੍ਰਜਾ ਉਨੀਓ ਹੀ ਜ਼ਿਆਦਾ ਗਰੀਬ ਸੀ। ਸਿਰੇ ਪਰਮੇਸ਼ਰ ਨਾਮ ਨਾ ਲਈ। ਇਸ ਕਰਕੇ ਕਹਿੰਦੇ ਉਹ ਮੁਲਕ ਦੇ ਵਿੱਚ, ਰੂਮ ਦੇ ਵਿੱਚ ਕਹਿੰਦੇ ਕੋਈ ਵੀ ਬੰਦਾ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਸੀ। ਕਿਸੇ ਜਿਹੜਾ ਹੈ ਪਰਮੇਸ਼ਰ ਦਾ ਨਾਮ ਜਪਣ ਕਰਕੇ ਨਾ ਰਾਜਾ ਜਪਦਾ ਸੀ, ਨਾ ਉਹ ਜੀ ਪ੍ਰਜਾ ਜਪਦੀ ਸੀ। ਕਿਸੇ ਕੋਲ ਵੀ ਪਰਮਾਤਮਾ ਦੀ ਭਗਤੀ ਉਹ ਨਹੀਂ ਕਰਦੇ ਸਨ। ਉਹ ਆਪਣੀ ਲੋੜ ਅਨੁਸਾਰ ਦੇਵਤਿਆਂ ਦੀਆਂ ਮੂਰਤੀਆਂ ਬਣਾ ਕੇ ਤਾਂ ਪੂਜ ਲੈਂਦੇ ਸਨ, ਪਰ ਪਰਮੇਸ਼ਰ ਦਾ ਨਾਮ ਕੋਈ ਵੀ ਨਹੀਂ ਜਪਦਾ ਸੀ। ਦੋਹੂ ਲੋਕ ਦੁੱਖ ਪਾਵਹਿ ਤੇ। ਇਸ ਕਰਕੇ ਇਹ ਰਾਜਾ ਤੇ ਇਹ ਪ੍ਰਜਾ ਰੂਮ ਦੇ ਦੋਨਾਂ ਲੋਕਾਂ ਵਿੱਚ ਦੁੱਖ ਪਾਉਂਦੇ ਸਨ। ਜਿਉਂਦਿਆਂ ਜੀ ਵੀ ਦੁੱਖ ਪਾਉਂਦੇ ਹਨ ਤੇ ਮਰ ਕੇ ਤਾਂ ਅੱਗੇ ਨਰਕ ਹੀ ਮਿਲਨੇ ਹਨ, ਕਿਉਂ ਨਾਮ ਤਾਂ ਨਹੀਂ ਜਪਿਆ ਪਰਮੇਸ਼ਰ ਦਾ। ਤਿੰਨ ਕੋ ਸੁਖ ਦੇਨੇ ਕੇ ਹੇਤਾ। ਦੇਖੋ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਸੁਖ ਦੇਣ ਵਾਸਤੇ, ਉਹਨਾਂ ਦੇ ਦੁੱਖਾਂ ਨੂੰ ਕੱਟਣ ਵਾਸਤੇ ਸਤਿਗੁਰੂ ਜੀ ਪਹੁੰਚੇ ਹਨ। ਪੁਰ ਪਰਵਸੇ ਬੇਦੀ ਕੁਲ ਕੇਤਾ। ਬੇਦੀ ਦੇ ਕੁਲ ਦੇ ਦੀਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਪੁਰ ਦੇ ਵਿੱਚ, ਰੋਮ ਵਿੱਚ ਪਹੁੰਚ ਗਏ ਹਨ। ਕਾਰੂ ਕੇਰ ਦੁਰਗ ਜਹ ਭਾਰੀ। ਮਹਾਰਾਜ ਜੀ ਸਿੱਧੇ ਜਿਹੜਾ ਹੈ ਉੱਥੇ ਗਏ ਜਿੱਥੇ ਕਾਰੂ ਦਾ ਫੋਰਟ ਸੀਗਾ ਜਾਂ ਉਸਦਾ ਪੈਲਸ ਸੀਗਾ। ਉਹ ਵੱਡੇ ਪੈਲਸ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਾਣਾ ਕੀਤਾ। ਤਿਸ ਕੇ ਬੈਠੇ ਜਾਏ ਅਗਾਰੀ। ਮਹਾਰਾਜ ਉਸ ਪੈਲਸ ਦੇ ਅੱਗੇ ਜਾ ਕੇ ਬੈਠ ਗਏ। ਬ੍ਰਿੰਦ ਹੋਤੇ ਦਰ ਪਰ ਦਰਵਾਨਾ। ਦੇਖੋ, ਉਹ ਰਾਜੇ ਦੇ ਦਰਬਾਰ ਦੇ ਸਾਹਮਣੇ, ਉਹਦੇ ਦਰਵਾਜ਼ੇ ਦੇ ਸਾਹਮਣੇ ਲੋਕਾਂ ਦੀ ਭੀੜ ਲੱਗੀ ਹੋਈ ਸੀ। ਬਹੁਤ ਸਾਰੇ ਲੋਕ ਉੱਥੇ ਦਰਵਾਜ਼ੇ ਤੇ ਖੜੇ ਕੁਝ ਮੰਗਣ ਵਾਸਤੇ ਉਡੀਕ ਰਹੇ ਸਨ, ਤਰਲੇ ਕੱਢ ਰਹੇ ਸਨ। ਜਿਹੜੇ ਹਨ ਉਹ ਲੋਕ ਬੜੇ ਦੁਖੀ ਹੋ ਕੇ ਰਾਜੇ ਦੇ ਦਰਬਾਰ ਤੇ ਬੈਠੇ ਸਨ ਦਰਵਾਜ਼ੇ ਤੇ। 300 ਸ੍ਰੀ ਗੁਰ ਬਚਨ ਬਖਾਨਾ। 300 ਤੇ ਉਸ ਦਰਵਾਜ਼ੇ ਦੇ ਉੱਤੇ ਗਾਰਡ ਵੀ ਬੜੇ ਲੱਗੇ ਹੋਏ ਸਨ, ਕਿਉਂਕਿ ਉਹਨੂੰ ਡਰ ਸੀਗਾ ਰਾਜੇ ਨੂੰ ਵੀ ਕੋਈ ਅੰਦਰ ਨਾ ਆ ਜਾਵੇ। ਤਾਂ ਉਹ ਦਰਵਾਜ਼ੇ ਤੇ ਜਿਹੜੇ ਗਾਰਡਸ ਖੜੇ ਸਨ, ਦਰਵਾਜ਼ੇ ਤੇ ਗਾਰਡ ਕਰਨ ਵਾਲੇ, ਉਹਨਾਂ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ, ਕੈਸੋ ਹੈ ਪਤ ਸਾਹ ਵਿਲਾਇਤ। ਸਤਿਗੁਰਾਂ ਨੇ ਗੁਰੂ ਨਾਨਕ ਸਾਹਿਬ ਜੀ ਨੇ ਪੁੱਛਿਆ ਕਿ ਤੁਹਾਡਾ ਜਿਹੜਾ ਬਾਦਸ਼ਾਹ ਹੈ ਇਹ ਵਿਲਾਇਤ ਆਮ ਕਰਕੇ ਉਹ ਧਰਤੀ ਦੇ ਹਿੱਸੇ ਨੂੰ ਕਹਿ ਦਿੰਦੇ ਹਨ ਜੋ ਯੂਰਪ ਵੱਲ ਹੈ। ਕਹਿੰਦੇ ਇਹ ਵਿਲਾਇਤ ਦੇ ਵਿੱਚ ਤੁਹਾਡਾ ਰਾਜਾ ਕੈਸਾ ਹੈ? ਕੇਤਕ ਦੇਤ ਫਕੀਰ ਖਰਾਇਤ। ਕਹਿ ਲਗੇ ਇਹ ਕੋਈ ਖਰਾਇਤ ਜਾਂ ਕੋਈ ਡੋਨੇਸ਼ਨ ਦਿੰਦਾ ਹੈ
ਕੋਈ ਸੰਤਾਂ ਮਹਾਪੁਰਸ਼ਾਂ ਨੂੰ, ਫਕੀਰਾਂ ਨੂੰ, ਗਰੀਬਾਂ ਨੂੰ ਇਹ ਕੁਝ ਡੋਨੇਸ਼ਨ ਜਾਂ ਚੈਰਿਟੀ ਕਰਦਾ ਹੈ ਕਿ ਨਹੀਂ ਕਰਦਾ? ਕੈਸੋ ਨਿਆਓ ਪ੍ਰਜਾ ਕੋ ਕਰੇ। ਦੂਜਾ ਸਵਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤਾ ਕਿ ਨਿਆਓ, ਉਹ ਜਸਟਿਸ ਕੈਸਾ ਹੈ? ਉਹ ਨਿਆਏ ਜਸਟਿਸ ਕਰਦਾ ਹੈ ਕਿ ਨਹੀਂ ਕਰਦਾ? ਕਰੁਣਾ ਕਿਤਕ ਹਿਰਦੈ ਮਹਿ ਧਰੇ। ਤੀਜਾ ਸਵਾਲ ਇਹ ਹੈ ਉਹਦੇ ਅੰਦਰ ਕਿੰਨੀ ਕੁ ਮਰਸੀ ਹੈ, ਕਿੰਨਾ ਕੁ ਤਰਸ ਕਰਦਾ ਹੈ, ਕਿੰਨੀ ਕੁ ਦਇਆ ਕਰਦਾ ਹੈ ਆਪਣੀ ਪ੍ਰਜਾ ਤੇ ਜਾਂ ਲੋੜਵੰਦਾਂ ਤੇ। ਸੁਨ ਦਰਵਾਨਨ ਗਿਰਾ ਉਚਾਰੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਹ ਤਿੰਨ ਸਵਾਲ ਸੁਣ ਕੇ ਜੋ ਦਰਵਾਨਨ ਸੀਗੇ, ਦੋ ਦਰਵਾਜ਼ੇ ਤੇ ਖੜਨ ਵਾਲੇ ਗਾਰਡ, ਉਹਨਾਂ ਨੇ ਕਿਹਾ ਅਤ ਪ੍ਰਜਾ ਇਨ ਕੀਨ ਦੁਖਾਰੀ। ਦੇਖੋ ਕਹਿੰਦੇ ਇਹ ਸਾਡਾ ਰਾਜਾ ਜਿਹੜਾ ਹੈ ਇਹਨੇ ਪ੍ਰਜਾ ਨੂੰ, ਜਿਹੜੇ ਹਨ ਸਾਡੇ ਜਿਹੜੇ ਸਿਟੀਜ਼ਨ ਸਨ, ਉਹਨਾਂ ਨੂੰ ਬੜਾ ਦੁੱਖ ਦਿੱਤਾ ਹੋਇਆ ਹੈ। ਇਹ ਬੜਾ ਦੁੱਖ ਦਿੰਦਾ ਹੈ, ਸੁੱਖ ਤਾਂ ਇਹ ਨਹੀਂ ਦਿੰਦਾ। ਕਾਰੂ ਅਤ ਜ਼ੁਲਮੀ ਪਤ ਸਾਹ। ਦੇਖੋ ਉਸਦਾ ਨਾਂ ਕਾਰੂ ਹੈ। ਕਾਰੂ ਬਾਦਸ਼ਾਹ ਹੈ ਸਾਡਾ ਤੇ ਬੜਾ ਜ਼ੁਲਮੀ ਹੈ, ਟਾਇਰੈਂਟ ਹੈ, ਬੜਾ ਲੋਕਾਂ ਨੂੰ ਦੁੱਖ ਦੇਣ ਵਾਲਾ, ਜ਼ੁਲਮ ਕਰਨ ਵਾਲਾ ਰਾਜਾ ਹੈ। ਕਿਰਪਨ ਵਿਸਾਲ ਰਹਿ ਧਨ ਚਾਹੇ। ਦੇਖੋ ਇੰਨਾ ਜਿਹੜਾ ਹੈ ਇਹ ਕੰਜੂਸ ਹੈ, ਬਹੁਤ ਜ਼ਿਆਦਾ ਕੰਜੂਸ ਹੈ। ਇਹ ਕੋਈ ਪੈਸਾ ਨਹੀਂ ਕੱਢਦਾ, ਕਿਸੇ ਨੂੰ ਕੁਝ ਵੀ ਨਹੀਂ ਦੇਣ ਵਾਲਾ, ਤੇ ਫਿਰ ਰਹਿ ਧਨ ਚਾਹੇ, ਹਮੇਸ਼ਾ ਧਨ ਚਾਹੁੰਦਾ ਹੈ ਵੀ ਮੇਰੇ ਕੋਲ ਵੈਲਥ ਆ ਜਾਵੇ, ਤੇ ਕਿਸੇ ਨੂੰ ਦੇਣ ਨੂੰ ਤਿਆਰ ਨਹੀਂ, ਖਰਚਣ ਵਾਸਤੇ ਤਿਆਰ ਨਹੀਂ ਹੈਗਾ। ਰੰਚਕ ਦਾਨ ਕਿਸੂ ਨਹਿ ਦੇਈ। ਦੇਖੋ ਲੋਕਾਂ ਨੂੰ ਦਾਨ ਦੀ ਗੱਲ ਕੀ ਕਰਦੇ ਹਾਂ, ਕਹਿੰਦੇ ਰੰਚਕ ਵੀ, ਥੋੜਾ ਜਿਹਾ ਵੀ ਕਿਸੇ ਨੂੰ ਦਾਨ ਇਹ ਨਹੀਂ ਕਰਦਾ। ਪ੍ਰਜਾ ਸਰਬ ਲੂਟ ਇਨ ਲਈ। ਤੇ ਉਲਟਾ ਇਹ ਪ੍ਰਜਾ ਨੂੰ ਲੁੱਟਦਾ ਹੈ, ਇਹ ਲੂਟਿੰਗ ਕਰਦਾ ਹੈ। ਜਿਹਦੇ ਕੋਲ ਵੀ ਇਹਦੀ ਪ੍ਰਜਾ ਕੋਲ ਕੋਈ ਇੱਕ ਪੈਸਾ ਵੀ ਆ ਜਾਵੇ ਉਹਨੂੰ ਜਾ ਕੇ ਲੁੱਟ ਲੈਂਦਾ ਹੈ। ਇਸ ਕੋ ਭਰਾਤ ਹਰੂਨ ਹੈ ਜੋ। ਦੇਖੋ ਕਹਿੰਦੇ ਇਸ ਦਾ ਭਰਾ ਜਾਂ ਇਹਦੇ ਰਿਸ਼ਤੇ ਦੇ ਵਿੱਚ ਜਾਂ ਇਹਦੀ ਜਨਰੇਸ਼ਨ ਵਿੱਚ ਇੱਕ ਹਾਰੂਨ ਸੀਗਾ। ਹਾਰੂਨ, ਤੇ ਜਿਹੜਾ ਹਾਰੂਨ ਸੀਗਾ ਇਹ ਜਿਹੜਾ ਹੈ ਮੋਸਸ ਦਾ ਭਰਾ ਮੰਨਿਆ ਗਿਆ ਹੈ। ਕਹਿੰਦੇ ਉਹੀ ਜਨਰੇਸ਼ਨ ਤੋਂ ਇਹ ਆਇਆ ਹੈ ਹਾਰੂਨ, ਤੇ ਜਿਵੇਂ ਇੰਗਲਿਸ਼ ਵਿੱਚ ਐਰਨ ਕਹਿੰਦੇ ਹਨ। ਕਹਿੰਦੇ ਇਹ ਉਹਦਾ ਭਰਾ ਸੀਗਾ ਮੋਸਸ ਦਾ, ਕਹਿੰਦੇ ਉਸੇ ਦੀ ਕੁਲ ਵਿੱਚੋਂ ਇਹ ਆਇਆ ਹੈ। ਦਰਬ ਗੰਜ 40 ਕੇਸੋ। ਦੇਖੋ ਇਹਦੇ ਕੋਲ ਜਿਹੜਾ ਹੈ ਉਹਦੇ ਕੋਲ 40 ਗੰਜ ਸੀਗੇ। 40 ਗੰਜ, ਜਿਹੜਾ ਗੰਜ ਇੱਕ ਮੈਸ਼ਰਮੈਂਟ ਹੈ ਧਨ ਦਾ। ਕਈ ਇਹਨਾਂ ਨੂੰ ਸਟੋ ਹਾਊਸ ਕਹਿ ਦਿੰਦੇ ਨੇ ਵੀ ਧਨ ਦੇ ਸਟੋ ਹਾਊਸ ਨੇ। ਕਈ ਜਿਹੜੇ ਹਨ ਇਹਨੂੰ ਕਹਿੰਦੇ ਨੇ ਵੀ ਹਿਪਸ ਆਫ ਵੈਲਥ, ਵੀ ਗੋਲ ਜਿਹੜਾ ਹਨ ਗੋਲ ਦੇ ਹਿਪਸ ਜਾਂ ਢੇਰ ਜਿਹੜੇ ਹਨ ਉਹਨੂੰ ਗੰਜ ਕਿਹਾ ਜਾਂਦਾ ਹੈ। ਕਹਿੰਦੇ 40 ਹੈ ਇਹਦੇ ਕੋਲ। ਇਨ ਕੀਨੇ 45 ਗੰਜ। ਦੇਖੋ ਇਹ ਹਮੀਦ ਕਰੂੰ ਜਿਹੜਾ ਅੱਜ ਦਾ ਰਾਜਾ ਹੈ ਇਹਦੇ ਕੋਲ 35 ਹੈ। ਹਰੂਨ ਕੋਲ 40 ਸੀ, ਇਹਦੇ ਕੋਲ 35, 35 ਗੰਜ ਇਹਦੇ ਕੋਲ ਹਨ। ਸਰਬ ਵਿਲਾਇਤ ਮਾਇਆ ਸੰਝ। ਦੇਖੋ ਸਰਬ ਵਿਲਾਇਤ, ਸਾਰੇ ਵਿਲਾਇਤ ਦੇ ਵਿੱਚ ਇਹਨੇ ਸਾਰੀ ਮਾਇਆ ਇਕੱਠੀ ਕਰ ਲਈ। ਮਤਲਬ ਕਿ ਜਿੰਨੀ ਵੀ ਮਾਇਆ ਹੈ ਇਹਦੇ ਜਿੰਨੀ ਕਿਸੇ ਕੋਲ ਵੀ ਨਹੀਂ ਹੈ। ਯੂਰਪ ਦਾ ਸਾਰਾ ਹੀ ਧਨ ਇਹਦੇ ਕੋਲ ਹੈ। ਦੋਹਰਾ ਦਾਦ ਪੁਕਾਰਨਾ ਸੁਨਹਿ ਕਛ ਲੇਵਹਿ ਧਨ ਖੁਸਵਾਏ। ਕਹਿਣ ਲੱਗੇ ਇਉਂ ਕਰਕੇ ਜਿਹੜਾ ਹੈ, ਕਹਿੰਦੇ ਇਨਸਾਫ ਇਹ ਬਿਲਕੁਲ ਨਹੀਂ ਕਰਦਾ, ਇਨਸਾਫ ਇਹਦੇ ਕੋਲ ਹੈ ਨਹੀਂ। ਤੇ ਕਹਿੰਦੇ ਨਾ ਇਹ ਕਿਸੇ ਦੀ ਫਰਿਆਦ, ਕਿਸੇ ਦੀ ਬੇਨਤੀ ਨੂੰ ਸੁਣਦਾ ਹੈ। ਦਇਆਹੀਨ ਦੁਖ ਦੇਹ ਸਭ ਮਾਨਤ ਬਾਤ ਨਾ ਕਾਏ। ਤੇ ਫਿਰ ਕਹਿੰਦੇ ਜਿਹਦੇ ਕੋਲ ਹੋਵੇ ਉਹਦੇ ਕੋਲ ਖੋਹ ਲੈਂਦਾ ਹੈ। ਇਸ ਕਰਕੇ ਕਹਿੰਦੇ ਦਇਆਹੀਨ ਹੈ, ਇਹਦੇ ਕੋਲ ਦਇਆ ਹੈ ਨਹੀਂ, ਇਹਦੇ ਕੋਲ ਮਰਸੀ ਹੈ ਨਹੀਂ, ਬਿਲਕੁਲ ਵੀ ਕਿਸੇ ਦੀ ਗੱਲ ਨਹੀਂ ਮੰਨਦਾ। ਚੌਪਈ ਦੇਸ਼ ਵਿਲਾਇਤ ਸਗਰੇ ਲੋਕਾ। ਇਹ ਦੇਸ਼ ਵਿਲਾਇਤ ਵਿੱਚ ਸਾਰੇ ਲੋਕ ਜਿਹੜੇ ਰਹਿਣ ਵਾਲੇ ਹਨ ਰਹਿ ਦੁਖੀ ਨਿਤ ਧਰ ਔਰ ਸੋਕਾ। ਬੜੇ ਦੁਖੀ ਹੋ ਕੇ ਰਹਿੰਦੇ ਹਨ, ਹਰ ਰੋਜ਼ ਬੜਾ ਸੋਕ ਉਹਨਾਂ ਨੂੰ ਬਣਿਆ ਰਹਿੰਦਾ ਹੈ, ਕਿਉਂਕਿ ਉਹਨਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ। ਕਿਤੇ ਗ੍ਰਾਮ ਕਰ ਗਏ ਉਜਾਰਾ। ਦੇਖੋ ਸਾਡੇ ਮੁਲਕ ਦੇ ਵਿੱਚ ਕਿੰਨੇ ਵਿਲੇਜ ਹਨ, ਕਿੰਨੇ ਗ੍ਰਾਮ ਪਿੰਡ ਹਨ ਜਿਹੜੇ ਉਜੜ ਗਏ, ਜਿਹੜੇ ਬਿਲਕੁਲ ਹੀ ਲੋਕ ਛੱਡ ਕੇ ਹੋਰ ਕਿਤੇ ਜਾ ਕੇ ਮਾਈਗ੍ਰੇਟ ਕਰ ਗਏ, ਖਾਲੀ ਕਰ ਗਏ ਇਹ ਮੁਲਕ ਨੂੰ। ਕਈ ਪਿੰਡ ਉਜੜ ਗਏ, ਕੇਤਕ ਮਰ ਗਏ ਕਰਤ ਪੁਕਾਰਾ। ਤੇ ਕਈ ਵਿਚਾਰੇ ਪੁਕਾਰ ਕਰਦੇ ਕਰਦੇ ਇਹਦੇ ਦਰਵਾਜ਼ੇ ਤੇ ਖੜ ਕੇ ਮਰ ਹੀ ਗਏ। ਉਹ ਤਾਂ ਖਤਮ ਹੀ ਹੋ ਗਏ, ਕਈ ਜਨਰੇਸ਼ਨਸ ਖਤਮ ਹੋ ਗਈਆਂ। ਸੁਣ ਕਰ ਤਿਨ ਤੇ ਕਿਰਪਾ ਨਿਦਾਨਾ। ਉਹਨਾਂ ਤੋਂ ਇਹ ਗੱਲ ਸੁਣ ਕੇ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪੁਨ ਬੂਝੇ ਸੋ ਦਰਵਾਨਾ। ਮਹਾਰਾਜ ਨੇ ਫਿਰ ਉਹ ਦਰਵਾਜ਼ੇ ਤੇ ਖੜਿਆਂ ਨੂੰ ਪੁੱਛਿਆ ਕੈਸੇ ਦਰਬ ਕੀਨ ਇਕ ਠਾਈ। ਕਹਿ ਲਗੇ ਪਰ ਇਹਨੇ ਇਹ ਦਰਬ ਕਿਵੇਂ ਇਕੱਠਾ ਕੀਤਾ? ਇਹਦੇ ਕੋਲ ਇੰਨਾ 35 ਗੰਜ ਜਿਹੜਾ ਹੈ ਇਹਦੇ ਕੋਲ ਕਿਵੇਂ ਆ ਗਿਆ? ਕਿਸ ਤਰ੍ਹਾਂ ਆ ਗਿਆ? ਕਿਸ ਤਰ੍ਹਾਂ ਨੇ ਇੱਕ ਥਾਂ ਤੇ ਇਕੱਠਾ ਕਰ ਲਿਆ? ਰਾਖਤ ਹੈ ਨਰ ਅਧਿਕ ਦੁਰਾਈ। ਤੇ ਫਿਰ ਇਹ ਲੁਕੋ ਕੇ ਰੱਖਦਾ ਹੈ।
ਜੇ ਕਿਤੇ ਲੋਕਾਂ ਨੂੰ ਪਤਾ ਲੱਗ ਜਾਵੇ ਤਾਂ ਲੋਕਾਂ ਨੇ ਲੁੱਟ ਕੇ ਲੈ ਜਾਣਾ ਹੈ। ਇਹ ਲੁਕੋ ਕੇ ਕਿੱਥੇ ਰੱਖਦਾ ਹੈ? ਕਿਹੜਾ ਇਹਦਾ ਸੇਫ ਹਾਊਸ ਹੈ ਜਾਂ ਇਹਦਾ ਸੇਫ ਕਿੱਥੇ ਹੈ ਜਿੱਥੇ ਇਹ ਸਾਰਾ ਧਨ ਇਕੱਠਾ ਕਰਕੇ ਰੱਖਿਆ ਹੈ? ਹੋਏ ਇਕੇਲੇ ਗੱਡ ਹੈ ਧਰਮੈ। ਤੇ ਕਹਿੰਦੇ ਹੋਏ ਇਕੱਲੇ, ਫੇ ਮਤਲਬ ਕਿ ਜੇ ਇਹਦੇ ਕੋਲ ਇੰਨਾ ਧਨ ਇਹਦੇ ਕੋਲ ਸੇਫ ਪਿਆ ਹੈ, ਮਤਲਬ ਕਿ ਇਹਨੇ ਫਿਰ ਧਰਤੀ ਨੂੰ ਗੱਡ ਕੇ ਇਕੱਲੇ ਨੇ ਵਿੱਚ ਪਾਇਆ ਹੋਗਾ। ਜੇ ਕਿਸੇ ਹੋਰ ਨੇ ਦੇਖ ਲਿਆ ਤਾਂ ਉਹ ਲੁੱਟ ਕੇ ਲੈ ਜਾਏਗਾ ਨਾ। ਕਹਿੰਦੇ ਜੇ ਇਹਨੇ ਆਪਣਾ ਧਨ ਬਚਾ ਕੇ ਰੱਖਿਆ, ਮਤਲਬ ਇਹ ਇਕੱਲੇ ਨੇ ਟੋਆ ਪੁੱਟਿਆ ਹੋਣਾ ਹੈ, ਡਿੱਗ ਕੀਤੀ ਹੋਣੀ ਹੈ ਤੇ ਉਹਦੇ ਵਿੱਚ ਆਪਣਾ ਧਨ ਪਾ ਕੇ ਬੰਦ ਕਰਤਾ। ਨਿਸ ਦਿਨ ਬਸਿਓ ਰਹਿਤ ਸੋ ਔਰ ਮੈਂ। ਤੇ ਫਿਰ ਕਹਿੰਦੇ ਰਾਤ ਦਿਨ ਉਹੀ ਧਨ ਦੇ ਬਾਰੇ ਇਹ ਸੋਚਦਾ ਰਹਿੰਦਾ ਹੋਣਾ ਵੀ ਕੋਈ ਕੱਢ ਕੇ ਨਾ ਲੈ ਜਾਵੇ, ਕੋਈ ਲੁੱਟ ਕੇ ਨਾ ਲੈ ਜਾਵੇ, ਤੇ ਉਹੀ ਧਨ ਦੇ ਬਾਰੇ ਇਹ ਦਿਨ ਰਾਤ ਸੋਚਦਾ ਵੀ ਰਹਿੰਦਾ ਹੋਊਗਾ ਆਪਣੇ ਹਿਰਦੇ ਵਿੱਚ। ਕੌਣ ਰੀਤ ਕਰ ਇਨਹਿ ਸਕੇਲੀ। ਕਹਿੰਦੇ ਹੁਣ ਮੈਨੂੰ ਇਹ ਦੱਸੋ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਇਹਨੇ ਇਕੱਠਾ ਕਿਵੇਂ ਕੀਤਾ? ਕਿਵੇਂ ਇਹਨੇ ਇੰਨਾ ਧਨ ਜਿਹੜਾ ਇਕੱਠਾ ਕਰ ਲਿਆ, ਇੰਨਾ ਵੈਲਥ ਕਿਵੇਂ ਇਕੱਠਾ ਕੀਤਾ? ਆਵਤ ਜਾਤੀ ਹੋਤ ਦੁਹੇਲੀ। ਕਹਿਣਗੇ ਆਵਤ ਜਾਤੀ ਹੋਤ ਦੁਹੇਲੀ, ਇਹੀ ਧਨ ਹੈ ਜਿੱਦਿਆਂ ਆਉਂਦਿਆਂ ਵੀ ਬੰਦੇ ਨੂੰ ਜਿਹੜਾ ਹੈ ਕਹਿੰਦੇ ਆਉਂਦਿਆਂ ਜਾਂਦਿਆਂ ਦੁੱਖ ਹੁੰਦਾ ਹੈ। ਇਹ ਧਨ ਐਸੀ ਚੀਜ਼ ਹੈ ਜਿਹੜਾ ਕਿ ਜੇ ਕਮਾਇਆ ਜਾਵੇ ਉਦੋਂ ਵੀ ਦੁੱਖ ਪਾਉਣਾ ਪੈਂਦਾ ਹੈ। ਜਦੋਂ ਇਹ ਧਨ ਜਿਹੜਾ ਆਪਣੇ ਤੋਂ ਖੁੱਸ ਜਾਵੇ, ਚਲਿਆ ਜਾਵੇ ਤਾਂ ਵੀ ਦੁੱਖ ਹੁੰਦਾ ਹੈ। ਕਹਿੰਦੇ ਇਹ ਧਨ ਆਉਣ ਵਾਸਤੇ ਵੀ ਦੁੱਖ ਝੱਲਣਾ ਪੈਂਦਾ ਹੈ। ਜਦੋਂ ਇਹ ਚਲਿਆ ਜਾਂਦਾ ਤਾਂ ਦੁਖੀ ਬੰਦੇ ਨੂੰ ਕਰ ਛੱਡਦਾ ਹੈ। ਸੋ ਇਸ ਕਰਕੇ ਕਹਿੰਦੇ ਇਹ ਆਉਂਦਾ ਜਾਂਦਾ ਧਨ ਦੁਖੀਓ ਕਰਦਾ ਹੈ। ਤਬ ਦਰਵਾਨਨ ਬੈਨ ਬਖਾਨਾ। ਉਸ ਵੇਲੇ ਦਰਵਾਜ਼ੇ ਤੇ ਖੜੇ ਹੋਏ ਗਾਰਡਸ ਨੇ ਇਹ ਦੱਸਿਆ, ਸੁਨੋ ਬਾਤ ਦਰਵੇਸ਼ ਮਹਾਨਾ। ਇਹ ਦਰਵੇਸ਼ ਗੁਰੂ ਨਾਨਕ ਸਾਹਿਬ ਨੂੰ ਮਹਾਰਾਜ ਨੂੰ ਦਰਵੇਸ਼ ਕਹਿੰਦੇ ਨੇ। ਹੇ ਦਰਵੇਸ਼ ਦੇ ਦਰ ਤੇ ਪੁਕਾਰ ਕਰਨ ਵਾਲਾ। ਫਕੀਰ ਨੂੰ ਸੰਤ ਨੂੰ ਦਰਵੇਸ਼ ਕਿਹਾ ਜਾਂਦਾ ਹੈ। ਕਹਿੰਦੇ ਸੁਣੋ ਸੰਤ ਜੀ, ਇੱਕ ਸਮੇਂ ਕਾਰੂ ਜੋ ਰਾਈ। ਕਹਿਣ ਲੱਗੇ ਸਾਡਾ ਇੱਕ ਸਮੇਂ ਦੀ ਗੱਲ ਹੈ ਕਿ ਇਹ ਸਾਡਾ ਰਾਜਾ ਜਿਹੜਾ ਕਾਰੂ ਹੈ, ਇਸਨੇ ਇਸ ਤਰ੍ਹਾਂ ਕੀਤਾ। ਨਿਜ ਵਜ਼ੀਰ ਸਭ ਲੀਨ ਬੁਲਾਏ। ਇਹਨੇ ਆਪਣੇ ਸਾਰੇ ਵਜ਼ੀਰ ਮਿਨਿਸਟਰ ਕੋਲ ਸੱਦ ਲਏ। ਬੂਝਨ ਕੀਨੇ ਬਚਨ ਕਠੋਰਾ। ਉਹਨਾਂ ਨੂੰ ਇਕੱਠੇ ਕਰਕੇ ਪੁੱਛਣ ਲੱਗਿਆ ਤੇ ਪੁੱਛਣ ਦਾ ਤਰੀਕਾ ਵੀ ਬੜਾ ਕਠੋਰ ਸੀਗਾ, ਕਰੂਅਲੀ, ਬੜੇ ਹਾਸ਼ਲੀ ਇਹਨੇ ਸਾਰਿਆਂ ਨੂੰ ਪੁੱਛਿਆ ਹੈ ਕਿ ਨਹੀਂ ਧਨ ਔਰ ਹੈ ਠੌਰਾ। ਆਪਣੇ ਵਜ਼ੀਰਾਂ ਨੂੰ ਪੁੱਛਦਾ ਹੈ ਕਿ ਮੇਰੀ ਕੰਟਰੀ ਦੇ ਵਿੱਚ ਜਾਂ ਮੇਰੇ ਆਲੇ ਦੁਆਲੇ ਕਿਸੇ ਵੀ ਥਾਂ ਤੇ ਕੋਈ ਧਨ ਬਾਕੀ ਰਹਿ ਗਿਆ ਕਿ ਨਹੀਂ ਰਹਿ ਗਿਆ? ਕਿਸੇ ਕੋਲ ਹੈ ਜਿਹਦੇ ਕੋਲ ਕੋਈ ਗੋਲਡ ਕਾਇਨ ਪਿਆ ਹੋਵੇ, ਕੋਈ ਸਿਲਵਰ ਕਾਇਨ ਰਹਿ ਗਿਆ ਹੋਵੇ? ਹੈ ਕਿਸੇ ਕੋਲ? ਕਹਿੰਦੇ ਹੈ ਕੋਈ ਜਿਹਦੇ ਕੋਲ ਥੋੜਾ ਬਹੁਤਾ ਕਿਤੇ ਧਨ ਪਿਆ ਹੋਵੇ ਜਿਹੜਾ ਹਜੇ ਮੈਂ ਨਹੀਂ ਲੁੱਟਿਆ, ਲੁੱਟਣ ਤੋਂ ਬਚ ਗਿਆ ਹੋਵੇ। ਹੋਰ ਵਿਲਾਇਤ ਮੈਂ ਕਿਤ ਬਾਚੋ। ਹਾਂ, ਕਹਿਣ ਲੱਗੇ ਜਾਂ ਵਿਲਾਇਤ ਦੇ ਵਿੱਚ, ਯੂਰਪ ਦੇ ਵਿੱਚ ਜਾਂ ਕਿਹੜੇ ਮੁਲਕ ਦੇ ਵਿੱਚ ਵੀ ਦੱਸੋ ਜਿੱਥੇ ਕੋਈ ਮਾਇਆ ਹੋਵੇ ਜਿਹੜੀ ਮੈਂ ਜਾ ਕੇ ਲੁੱਟ ਲਿਆਵਾਂ। ਦੇਹੋ ਬਤਾਏ ਬੈਨ ਕੇ ਹਿਸਾਚੋ। ਕਹਿਣ ਲੱਗੇ ਇਹ ਸੱਚੀ ਗੱਲ ਮੈਨੂੰ ਤੁਸੀਂ ਦੱਸ ਦਿਓ, ਹੁਣੇ ਚੰਗੀ ਤਰ੍ਹਾਂ ਮੈਨੂੰ ਸਮਝਾ ਕੇ ਸਾਰੀ ਗੱਲ ਦੱਸੋ। ਦੋਹਰਾ ਸੁਨ ਵਜ਼ੀਰ ਡਰ ਅਰਜ ਖੇ ਕਹੂੰ ਰਜਤਪਨ ਨਾਹੇ। ਉਸ ਵੇਲੇ ਇਹ ਡਰੇ ਹੋਏ ਵਜ਼ੀਰ ਜਿਹੜੇ ਮਿਨਿਸਟਰ ਸਨ, ਇਹ ਬੜੇ ਡਰਦੇ ਸਨ ਕੌਰੋਂ ਤੋਂ, ਕਿਉਂਕਿ ਬੜਾ ਜ਼ਾਲਮ ਰਾਜਾ ਸੀ ਨਾ, ਇਹ ਕਿਸੇ ਦੀ ਪਰਵਾਹ ਨਹੀਂ ਕਰਦਾ ਸੀ। ਉਸ ਵੇਲੇ ਕਹਿੰਦੇ ਕਹੂੰ ਰਜਤਪਨ ਨਾਹੇ, ਔਰ ਵਜ਼ੀਰਾਂ ਨੇ ਕਹਿਤਾ ਹੱਥ ਜੋੜ ਕੇ, ਹੇ ਕਾਰੂ ਹੋਰ ਕੋਈ ਧਨ ਨਹੀਂ ਰਹਿ ਗਿਆ, ਸਾਰਾ ਹੀ ਤੂੰ ਲੁੱਟ ਲਿਆ, ਤੇਰੇ ਘਰ ਵਿੱਚ ਆ ਗਿਆ, ਬਾਹਰ ਕੋਈ ਵੀ ਧਨ ਨਹੀਂ ਬਚਿਆ। ਸਰਦ ਮੇਘ ਜਲ ਹੀਨ ਜਿਉ ਤਿਉ ਲਖ ਦੇਸਨ ਮਾਹੇ। ਦੇਖੋ ਕਹਿੰਦੇ ਜਿਵੇਂ ਸਰਦ ਰੁੱਤ ਹੁੰਦੀ ਹੈ, ਜਿਵੇਂ ਵਿੰਟਰ ਦੇ ਵਿੱਚ ਕਹਿੰਦੇ ਬੱਦਲ ਨਹੀਂ ਹੁੰਦੇ, ਕਹਿੰਦੇ ਇਸ ਤਰ੍ਹਾਂ ਕਰਕੇ ਤੂੰ ਮੰਨ ਲਾ ਵੀ ਤੇਰੇ ਦੇਸ਼ ਵਿੱਚ ਕੋਈ ਧਨ ਨਹੀਂ ਰਿਹਾ। ਚੌਪੇ ਏਕ ਰਜਤਪਨ ਸਗਰੇ ਦੇਸਾ। ਕਹਿਣਗੇ ਇੱਕ ਵੀ ਜੇ ਗੋਲਡ ਕਾਇਨ ਜਾਂ ਤੈਨੂੰ ਕੋਈ ਐਸਾ ਸਿਲਵਰ ਕਾਇਨ ਜਿਹੜਾ ਹੈ ਤੈਨੂੰ ਮਿਲ ਜਾਵੇ, ਜਾਂ ਬ੍ਰੌਂਜ਼ ਕਾਇਨ ਵੀ ਮਿਲ ਜਾਵੇ, ਤੂੰ ਲੱਭ ਕੇ ਦੇਖ ਲਾ, ਜਿਉ ਪਾਏ ਨਾ ਕਹੂੰ ਨਰੇਸਾ। ਤੈਨੂੰ ਕਿਤੇ ਨਹੀਂ ਮਿਲੇਗਾ। ਕਹਿੰਦੇ ਕੋਈ ਵੀ ਨਹੀਂ ਛੱਡਿਆ, ਸਾਰੇ ਤੇਰੇ ਕੋਲ ਆ ਗਏ ਹਨ। ਸੁਨ ਕਾਰੂ ਨਿਜ ਸੁਤਾ ਬੁਲਾਏ। ਉਸ ਵੇਲੇ ਕੌਰੂ ਬਾਦਸ਼ਾਹ ਨੇ ਕੀ ਕੀਤਾ? ਦੇਖੋ ਐਡਾ ਨੀਚ ਰਾਜਾ ਸੀ ਇਹ। ਕਰੂ ਨੇ ਉਸ ਵੇਲੇ ਇੱਕ ਵਜ਼ੀਰ ਨੂੰ ਭੇਜਿਆ, ਕਹਿੰਦਾ ਮੇਰੀ ਪੁੱਤਰੀ ਨੂੰ, ਆਪਣੀ ਧੀ ਨੂੰ, ਉਹਦੀ ਡਾਟਰ ਨੂੰ ਉਹਨੇ ਬੁਲਾਇਆ ਕੋਲੇ। ਕਹਿਓ ਇਸੇ ਕੋ ਵੇਚੋ ਜਾਏ। ਉਹਨੇ ਵਜ਼ੀਰ ਨੂੰ ਕਿਹਾ, ਆਪਣੀ ਲੜਕੀ ਦਾ ਹੱਥ ਫੜ ਕੇ, ਆਪਣੀ ਡਾਟਰ ਦਾ ਹੱਥ ਫੜ ਕੇ ਕਿਹਾ ਕਿ ਆਪਣੇ ਵਜ਼ੀਰ ਨੂੰ ਕਹਿੰਦਾ ਇਹਨੂੰ ਬਾਜ਼ਾਰ ਲੈ ਜਾ ਤੇ ਇਹਨੂੰ ਜਾ ਕੇ ਵੇਚ ਦੇ, ਉੱਥੇ ਇਹਦੀ ਸੇਲ ਲਾ ਦੇ, ਉੱਥੇ ਵੇਚ ਦੇ ਕਿਸੇ ਨੂੰ, ਮੇਰੀ ਧੀ ਨੂੰ। ਏਕ ਰਜਤਪਨ ਜੋ ਨਰ ਦੇਵੈ। ਦੇਖੋ ਇਹਨੂੰ ਵੇਚਣਾ, ਮੇਰੀ ਧੀ ਨੂੰ ਵੇਚ, ਇਹਦੀ ਕੀਮਤ, ਇਹਦੀ ਵੈਲਿਊ ਕੀ ਹੈ? ਇੱਕ ਗੋਲਡ ਕਾਇਨ। ਕਹਿੰਦੇ ਇੱਕ ਗੋਲਡ ਕਾਇਨ ਦੇ ਬਦਲੇ ਜਾ ਕੇ ਮੇਰੀ ਧੀ ਨੂੰ ਵੇਚ ਕੇ ਆ ਜਾ। ਦੇਖੋ 35 ਗੰਜ ਉਹਦੇ ਕੋਲ ਪਿਆ ਹੈ, ਕਿੰਨਾ ਧਨ ਉਹਦੇ ਕੋਲ ਪਿਆ ਹੈ। ਪਰ ਹੁਣ ਉਹਨੇ ਇਹ ਪਤਾ ਕਰਨਾ ਸੀ ਵੀ ਕੋਈ ਰਹਿ ਗਿਆ ਕਿ ਨਹੀਂ ਰਹਿ ਗਿਆ। ਉਹਨੇ ਆਪਣੀ ਪੁੱਤਰੀ ਨੂੰ ਵੇਚਣ ਵਾਸਤੇ ਵਜ਼ੀਰ ਦੇ ਹੱਥ ਫੜਾਈ, ਕਹਿੰਦਾ ਇਹਨੂੰ ਜਾ ਕੇ ਵੇਚ ਤੇ ਇੱਕ ਰਜਤਪਨ,
ਇੱਕ ਇੱਕ ਗੋਲ ਕੋਇਨ ਨਾਲ ਇਹਨੂੰ ਵੇਚਣਾ ਹੈ। ਸੋ ਪਤ ਸਾਹ ਸੁਤਾ ਕੋ ਲੇਵੈ। ਸੋ ਕਹਿੰਦੇ ਸੋ ਪਾਤਸ਼ਾਹ ਸੁਤਾ ਕੋ ਲੈਵੈ। ਕਹਿੰਦੇ ਉਹ ਵਜ਼ੀਰ ਕੀ ਕਰਦਾ ਵਿਚਾਰਾ, ਉਹਨੇ ਤਾਂ ਹੁਕਮ ਮੰਨਣਾ ਸੀ ਨਾ। ਉਹਨੇ ਕਾਰੂਨ ਦੀ ਜਿਹੜੀ ਹਨ ਸਾਹਿਬਜ਼ਾਦੀ ਜਿਹੜੀ ਉਹਦੀ ਸੀਗੀ ਉਹਦੀ ਲੜਕੀ, ਉਹਦਾ ਹੱਥ ਫੜ ਕੇ ਲੈ ਗਿਆ ਜੀ। ਅਸ ਕਹਿ ਠਾਂਡੀ ਕੀਨ ਬਜ਼ਾਰੂ। ਉਹਨੇ ਕੀ ਕੀਤਾ, ਜਾ ਕੇ ਬਾਜ਼ਾਰ 'ਚ ਵਿਚਾਰੀ ਨੂੰ ਖੜੀ ਕਰਤਾ ਵੇਚਣ ਵਾਸਤੇ, ਫੌਸੇਲ ਲਾਤੀ ਵਿਚਾਰੀ। ਚੰਦ ਬਦਨ ਜਹ ਲੋਚਨ ਚਾਰੂ। ਦੇਖੋ ਉਹ ਜਿਹੜੀ ਲੜਕੀ ਸੀ ਕਹਿੰਦੀ ਉਹਦਾ ਚੰਦ ਬਦਨ ਬਹੁਤ ਗੋਰੀ ਸੀਗੀ, ਚੰਦ ਵਰਗਾ ਉਸਦਾ ਬਦਨ ਸੁੰਦਰ ਸੀਗਾ ਤੇ ਬੜੇ ਸੋਹਣੀਆਂ ਉਹਦੀਆਂ ਅੱਖਾਂ ਸੀਗੀਆਂ ਵਿਚਾਰੀ ਦੀਆਂ। 14 ਸਾਲ ਬਾਲ ਇੱਕ ਆਇਓ। ਦੇਖੋ ਉਸ ਵੇਲੇ ਇੱਕ 14 ਸਾਲ ਦਾ ਬਾਲਕ ਆਇਆ, ਇੱਕ ਨੌਜਵਾਨ ਆਇਆ ਜਿਹਦੀ ਉਮਰ ਸੀ 14 ਇਅਰਸ 올ਡ ਦੀ। 14 ਸਾਲ ਦਾ ਬਾਲਕ ਉੱਥੇ ਆਇਆ ਦੇਖਣ ਵਾਸਤੇ, ਬਾਜ਼ਾਰ ਆਇਆ। ਵੇਖ ਸਰੂਪ ਮਨ ਰਹਿਓ ਲੁਭਾਇਓ। ਉਹਨੇ ਜਦੋਂ ਇਹ ਜਿਹੜੀ ਹੈ ਕੌਰਨ ਦੀ ਪੁੱਤਰੀ ਵੱਲ ਦੇਖਿਆ ਤੇ ਉਹ ਦੇਖ ਕੇ ਉਹਦਾ ਮਨ ਲੁਭਾਈ ਮਨ ਹੋ ਗਿਆ। ਕਹਿੰਦਾ ਬੜੀ ਸੁੰਦਰ ਹੈ, ਮੈਂ ਹੀ ਵਿਆਹ ਲੈਂਦਾ ਇਹਨੂੰ, ਮੈਂ ਹੀ ਖਰੀਦ ਲੈਂਦਾ ਹਾਂ। ਮਾਤ ਸਮੀਪ ਗਇਓ ਤਾਂ ਬਤਾਇਓ। ਉਹ 14 ਸਾਲ ਦਾ ਬਾਲਕ ਭੱਜਿਆ ਗਿਆ ਆਪਣੀ ਮਾਂ ਦੇ ਕੋਲ। ਮੈਂ ਆਤੁਰ ਅਸ ਬਚਨ ਅਲਾਇਓ। ਬਹੁਤ ਆਤੁਰ ਹੋਇਆ, ਇੱਕ ਤਾਂ ਭੱਜਿਆ ਆਇਆ, ਸਾਹ ਦੇ ਨਾਲ ਸਾਹ ਨਾ ਮਿਲੇ, ਉੱਧਰ ਬੜਾ ਦੁਖੀ ਜਾ ਹੋ ਕੇ ਮਾਂ ਨੂੰ ਕਹਿੰਦਾ ਹੈ, ਜਨਨੀ ਏਕ ਰਜਤਪਨ ਜੀ ਦੀ। ਕਹਿੰਦੇ ਮਾਤਾ ਜੀ ਮੈਨੂੰ ਇੱਕ ਗੋਲ ਕੋਇਨ ਦੇ ਦੇ, ਮੈਨੂੰ ਇੱਕ ਰਜਤਪਨ ਦੇ ਦੇ ਹੁਣੇ। ਪਾਤਸ਼ਾਹ ਕੀ ਤਨਿਆ ਲੀਜੈ। ਦੇਖੋ ਪਾਤਸ਼ਾਹ ਜੀ ਦੀ ਜਿਹੜੀ ਹੈ, ਸਾਡਾ ਪਾਤਸ਼ਾਹ ਕਰੂੰ, ਉਹਦੀ ਲੜਕੀ ਜਿਹੜੀ ਹੈ ਫੌਜ ਸੇਲ ਹੈ ਤੇ ਉਹ ਲੱਗੀ ਹੋਈ ਆ ਸ਼ਹਿਰ ਦੇ ਵਿੱਚ, ਤੇ ਕਹਿੰਦਾ ਮੈਨੂੰ ਇੱਕ ਤੂੰ ਗੋਲ ਕੋਇਨ ਰਜਪਨ ਦੇ ਦੇ, ਮੈਂ ਇਹ ਗੋਲ ਕੋਇਨ ਲੈ ਕੇ ਉਹਨੂੰ ਖਰੀਦ ਕੇ ਲਿਆਉਣਾ ਹਾਂ ਘਰੇ। ਸੁੰਦਰ ਰੂਪ ਹੈ ਜਿਸ ਕੇਰਾ। ਕਹਿਣ ਲੱਗੇ ਮਾਤਾ ਜੀ ਉਹ ਤਾਂ ਬੜੀ ਸੁੰਦਰ ਹੈ, ਬਹੁਤ ਸੋਹਣੀ ਹੈ ਦੇਖਣ ਵਾਸਤੇ, ਤੇ ਜਿਹੜਾ ਹੈ ਇੱਕ ਗੋਲ ਕੋਇਨ ਨਾਲ ਮੈਨੂੰ ਖਰੀਦ ਕੇ ਨਾਲ ਮੈਨੂੰ ਮਿਲ ਜਾਣੀ ਹੈ, ਕਿਉਂ ਛੱਡਣੀ ਹੈ ਮਾਤਾ ਜੀ, ਇਹ ਚੰਗਾ ਡੀਲ ਹੈ ਮੇਰੇ ਵਾਸਤੇ, ਮੈਂ ਖਰੀਦ ਕੇ ਲਿਆਉਣਾ ਹਾਂ। ਇਹ ਸੌਦੇ ਮਹਿ ਲਾਭ ਕਨੇਰਾ। ਦੇਖੋ ਇਹ ਸੌਦੇ ਵਿੱਚ ਬਹੁਤ ਲਾਭ ਹੈ, ਬਹੁਤ ਜ਼ਿਆਦਾ ਮੈਨੂੰ ਫਾਇਦਾ ਹੋਵੇਗਾ। ਸੁਨ ਸੁਤ ਏਕ ਰਜਤਪਨ ਨਾਹੀ। ਸੋ ਮਾਂ ਕਹਿਣ ਲੱਗੀ, ਕਹਿੰਦੇ ਪੁੱਤਰ ਸੁਣ, ਮੇਰੇ ਕੋਲ ਇੱਕ ਰਜਤਪਨ, ਮੇਰੇ ਕੋਲ ਇੱਕ ਗੋਲ ਕੋਇਨ ਮੈਂ ਤੈਨੂੰ ਕਿੱਥੋਂ ਦਵਾਂ, ਮੇਰੇ ਕੋਲ ਹੈ ਨਹੀਂ। ਖੋਜੋ ਸਗਰੇ ਦੇਸ ਜੈ ਮਾਹੀ। ਦੇਖੋ ਕਹਿੰਦੀ ਤੂੰ ਮੇਰੇ ਕੋਲ ਤਾਂ ਕੀ ਭਾਲਦਾ ਹੈ, ਜਿਹੜਾ ਹਨ ਆਪਣੇ ਬੱਚੇ ਨੂੰ ਕਹਿੰਦੇ, ਆਪਣੇ ਲੜਕੇ ਨੂੰ ਕਹਿੰਦੀ ਤੂੰ ਤਾਂ ਸਾਰਾ ਰੂਮ ਦੇਸ਼ ਘੁੰਮ ਲਾ, ਤੈਨੂੰ ਉੱਥੇ ਨਹੀਂ ਮਿਲਣਾ ਕੋਈ। ਜੇਕਰ ਮੋਲ ਨਾ ਪਾਸ ਹਮਾਰੇ। ਜੇ ਕਹਿੰਦੀ ਮੁੱਲ ਹੀ ਨਹੀਂ ਆਪਣੇ ਕੋਲ ਦੇਣ ਵਾਸਤੇ, ਤਾਂ ਫਿਰ ਸੌਦੇ ਕੋ ਲੈਣ ਉਚਾਰੇ। ਫਿਰ ਸੌਦਾ ਆਪਾਂ ਕਿਵੇਂ ਲਵਾਂਗੇ ਪੁੱਤਰ, ਜੇ ਆਪਣੇ ਕੋਲ ਗੋਲ ਕੋਇਨ ਹੀ ਨਹੀਂ ਹੈਗਾ ਖਰੀਦਣ ਵਾਸਤੇ, ਉਹ ਪੈਸਾ ਹੀ ਨਹੀਂ ਹੈਗਾ, ਤਾਂ ਆਪਾਂ ਲਵਾਂਗੇ ਕਿਵੇਂ। ਸੋ ਕਿਉਂ ਸੋਚਦਾ ਤੂੰ ਐਸੀ ਗੱਲ। ਤਬ ਹੱਠ ਗਹਿਓ ਸੋ ਬਾਲ ਬਿਸਾਲਾ। ਪਰ ਉਹ ਬੱਚੇ ਨੇ ਜਿਹੜਾ ਸੀ, ਉਹ ਲੜਕੇ ਨੇ, ਨੌਜਵਾਨ ਨੇ ਹੱਠ ਫੜ ਲਿਆ, ਬੜਾ ਸਟਾਬਨ ਸੀਗਾ। ਉਹ ਕਹਿੰਦਾ ਕਹੈ ਕੇ ਲੈ ਦੀਜੋ ਤਤਕਾਲਾ। ਕਹਿਣ ਲੱਗੇ ਮੈਨੂੰ ਦੇ ਦੇ, ਮੈਂ ਲੈ ਕੇ ਹੀ ਆਉਣਾ, ਮੈਂ ਨਹੀਂ ਛੱਡਦਾ। ਉਹ ਜਿਹੜੀ ਹਨ ਰਾਜੇ ਦੀ ਪੁੱਤਰੀ ਨੂੰ ਮੈਂ ਖਰੀਦਣਾ ਹੀ ਖਰੀਦਣਾ ਹੈ। ਨਾ ਤੁਰ ਨਹੀਂ ਜੀਵਨਾ ਮੇਰੋ। ਫੇਰ ਕਹਿੰਦਾ ਮਾਂ ਜੇ ਤੂੰ ਮੈਨੂੰ ਨਾ ਦਿੱਤਾ, ਮੈਂ ਤੇਰੇ ਸਾਹਮਣੇ ਮਰ ਜਾਣਾ, ਮੈਂ ਵੀ ਨਹੀਂ ਫੇਰ ਜਿਉਂਦਾ ਰਹਿਣਾ ਹੁਣ। ਗਿਰਿਓ ਧਰਨ ਪਰ ਥਾਏ ਕੁਮੇਰੋ। ਕੀ ਹੋਇਆ ਉਸ ਵੇਲੇ, ਉਹ ਲੜਕਾ ਜਿਹੜਾ ਹੈ ਇੱਕ ਜਿਹੜਾ ਹਨ ਇੱਕ ਟਵਿਸਟ ਜੀ ਲੈ ਕੇ ਧਰਤੀ ਤੇ ਡਿੱਗ ਪਿਆ। ਇੱਕ ਜਿਹੜਾ ਹਨ ਇੱਕ ਵਾਰੀ ਘੁੰਮ ਕੇ ਜੇ ਡਿੱਗ ਪਿਆ ਜੀ ਧਰਤੀ ਤੇ, ਬੇਹੋਸ਼ ਜਾ ਹੋ ਗਿਆ। ਜਨਨੀ ਰੋਏ ਚਿੰਤ ਬਹੁ ਕਰਹੀ। ਉਹਦੀ ਮਾਂ ਵਿਚਾਰੀ ਰੋਣ ਲੱਗੀ ਕਿ ਮੇਰਾ ਪੁੱਤਰ ਹੀ ਨਾ ਮਰ ਗਿਆ ਹੋਵੇ, ਇਹਨੂੰ ਕੀ ਹੋ ਗਿਆ ਹੁਣ। ਵਿਚਾਰੀ ਬਹੁਤ ਰੋਈ ਤੇ ਉਹਨੂੰ ਫਿਕਰ ਵੀ ਬਹੁਤ ਹੈ। ਕਹਿ ਕੇ ਸੁਤ ਕੋ ਹਾਥ ਉਚਰਹੀ। ਉਸ ਵੇਲੇ ਆਪਣੇ ਪੁੱਤਰ ਦਾ ਉਸਨੇ ਹੱਥ ਵਿੱਚ ਹੱਥ ਲੈ ਕੇ ਉਸਨੂੰ ਜਿਹੜਾ ਹਨ ਖਿੱਚ ਕੇ ਠਾਇਆ ਤੇ ਕਿਹਾ, ਜਬ ਤਬ ਪਿਤਾ ਧਰਨ ਦਫਨਾਇਓ। ਕਹਿੰਦੀ ਪੁੱਤਰ ਸੁਣ, ਕਹਿੰਦੀ ਜਦੋਂ ਤੇਰੇ ਪਿਤਾ ਨੂੰ ਨਾ ਆਪਾਂ ਦਫਨਾਇਆ ਸੀਗਾ, ਆਪਾਂ ਬਰੀਡ ਕੀਤਾ ਸੀਗਾ, ਜਦੋਂ ਉਹ ਮਰਿਆ ਉਹਨੂੰ ਬਰੀਡ ਕੀਤਾ ਧਰਤੀ ਦੇ ਵਿੱਚ, ਗ੍ਰੇਵਯਾਰਡ ਦੇ ਵਿੱਚ, ਤਾਂ ਉਸ ਵੇਲੇ ਏਕ ਰਜਤ ਪਨ ਤਹ ਮੁਖ ਪਾਇਓ। ਕਹਿੰਦੇ ਇੱਕ ਗੋਲ ਕੋਇਨ ਤੇਰੇ ਪਿਤਾ ਦੇ ਮੂੰਹ ਵਿੱਚ ਪਾਈ ਸੀਗੀ, ਤੇਰੇ ਪਿਤਾ ਦੇ ਮੂੰਹ ਵਿੱਚ ਇੱਕ ਗੋਲ ਕੋਇਨ ਪਾ ਕੇ ਤੇ ਉਹਨੂੰ ਦਫਨਾਇਆ ਸੀ। ਹੁਣ ਦੇਖੋ ਇਹ ਰੀਤ ਜਿਹੜੀ ਹੈ, ਇਹਨੂੰ ਚੈਰਨਸ ਓਬੋਲ ਕਹਿੰਦੇ ਹਨ। ਚੈਰਨ ਓਬੋਲ ਜਿਹੜੀ ਹੈ ਉਹ ਐਸੀ ਇੱਕ ਰੀਤ ਹੈ ਜਿਹਦੇ ਕਰਕੇ ਮਰੇ ਹੋਏ ਬੰਦੇ ਦੇ ਮੂੰਹ ਦੇ ਵਿੱਚ ਇੱਕ ਗੋਲ ਕੋਇਨ ਪਾਈ ਜਾਂਦੀ ਹੈ। ਤੇ ਇਹ ਪੁਰਾਤਨ ਇੱਕ ਬਿਲੀਫ ਹੈ ਜੋ ਗ੍ਰੀਕ ਤੇ ਲਾਟਿਨ ਦੇ ਵਿੱਚ ਇਹ ਮੰਨੀ ਜਾਂਦੀ ਹੈ। ਕਹਿੰਦੇ ਜਿਹੜਾ ਓਬੋਲ ਹੁੰਦੀ ਆ ਉਹ ਕੋਇਨ ਨੂੰ ਓਬੋਲ ਕਹਿੰਦੇ ਨੇ। ਚੈਰਨ ਜਿਹੜਾ ਹੈ ਉਹਨੂੰ ਕਹਿੰਦੇ ਹਨ ਫੈਰੀਮੈਨ, ਜਿਹੜਾ ਕਿ ਬੋਟ ਚਲਾ ਕੇ ਬੰਦੇ ਨੂੰ ਇੱਕ ਨਦੀ ਦੇ ਕੰਢੇ ਤੋਂ ਲੈ ਕੇ ਦੂਜੇ ਤੱਕ ਪਹੁੰਚਾਉਂਦਾ ਹੈ। ਤੇ ਚੈਰਨ ਜਿਹੜਾ ਹੈ ਇਹਨਾਂ ਨੇ ਮੰਨਿਆ ਕਿ ਇਹ ਦੁਨੀਆ ਨੂੰ ਅਗਲੀ ਦੁਨੀਆ ਨਾਲ ਜਿਹੜਾ ਹੈ ਉਹ ਜੋੜਦਾ ਹੈ, ਉਹ ਲੈ ਕੇ ਜਾਂਦਾ ਹੈ। ਮਤਲਬ ਕਿ ਇਹ ਦੁਨੀਆ ਤੋਂ ਜਿਹੜਾ ਬੰਦਾ ਮਰਦਾ ਹੈ ਉਹਨੂੰ ਲੈ ਕੇ ਪਰਲੋਕ ਵਿੱਚ ਲੈ ਕੇ ਜਾਂਦਾ, ਉਹਨੂੰ ਚੈਰਨ ਕਹਿੰਦੇ ਨੇ। ਤੇ ਕਹਿੰਦੇ ਇਹ ਗੋਲ ਕੋਇਨ ਜਿਹੜੀ ਪਾਈ ਜਾਂਦੀ ਸੀਗੀ ਉਹ ਮਰੇ ਹੋਏ ਮੂੰਹ ਦੇ ਵਿੱਚ, ਉਸ ਨੂੰ ਬ੍ਰਾਈਬ ਦੇਣ ਵਾਸਤੇ ਹੁੰਦਾ ਸੀਗਾ। ਉਹਦੇ ਵਾਸਤੇ ਮਤਲਬ ਵੀ ਕਿਰਾਇਆ ਹੈ,
ਉਹ ਚੈਰਨ ਉਹ ਫੈਰੀਮੈਨ ਨੂੰ ਦੇਣ ਵਾਸਤੇ ਕਿ ਇਹ ਦੁਨੀਆ ਤੋਂ ਉਹਨੂੰ ਅਗਲੀ ਦੁਨੀਆ ਤੇ ਪਹੁੰਚਾਉਣ ਵਾਸਤੇ। ਜੇ ਐਸਾ ਨਹੀਂ ਕਰਦੇ ਸਨ, ਉਹ ਮੰਨਦੇ ਸਨ ਇਹ ਗੱਲ ਨੂੰ ਕਿ ਬੰਦਾ ਫਿਰ ਭੂਤ ਬਣ ਕੇ ਉੱਥੇ ਹੀ ਫਿਰਦਾ ਰਹਿੰਦਾ ਹੈ, ਉਹ ਬੰਦੇ ਦਾ ਜਿਹੜਾ ਹੈ ਗਤੀ ਨਹੀਂ ਹੁੰਦੀ, ਉਸਦੀ ਮੁਕਤੀ ਨਹੀਂ ਹੁੰਦੀ, ਉਹ ਪ੍ਰਲੋਕ ਤੱਕ ਨਹੀਂ ਪਹੁੰਚਦਾ। ਇਸ ਕਰਕੇ ਇਹ ਇੱਕ ਗੋਲਡ ਕੋਇਨ ਮੂੰਹ ਵਿੱਚ ਪਾਉਣਾ ਜਿਹੜਾ ਸੀਗਾ ਇਹ ਇੱਕ ਰੀਤੀ ਸੀ, ਤੇ ਇਹ ਰੀਤੀ ਕੌਰੂ ਨੂੰ ਨਹੀਂ ਦੱਸੀ ਗਈ ਸੀ, ਕਿਉਂਕਿ ਲੋਕਾਂ ਨੂੰ ਪਤਾ ਸੀ ਜੇ ਅਗਰ ਇਹਨੂੰ ਪਤਾ ਲੱਗ ਗਿਆ ਇਹਨੇ ਤਾਂ ਸਾਰੀਆਂ ਗ੍ਰੇਵਰੀਆਂ ਜਿਹੜੀਆਂ ਉਹ ਖੋਦ ਦੇਣੀਆਂ ਨੇ। ਇਸ ਕਰਕੇ ਗੱਲ ਲੁਕੋ ਕੇ ਰੱਖੀ ਹੋਈ ਸੀ। ਰਹਿ ਨਾ ਸਕਤ ਸੋ ਲੇਹੋ ਨਿਕਾਸੇ। ਕਹਿਣਗੇ ਜੇ ਤੂੰ ਨਹੀਂ ਰਹਿ ਸਕਦਾ ਪੁੱਤਰ ਤਾਂ ਫੇਰ ਜਾ ਕੇ ਆਪਣੇ ਪਿਤਾ ਦੀ ਗ੍ਰੇਵ ਜਿਹੜੀ ਹੈ ਉਸਦੀ ਜਿਹੜੀ ਮੜੀ ਹੈ ਉਹਨੂੰ ਜਾ ਕੇ ਖੋਦ ਲਾ, ਉਹਨੂੰ ਡਿੱਗ ਕਰ ਲਾ ਤੇ ਆਪਣੇ ਪਿਤਾ ਦੇ ਮੂੰਹ ਵਿੱਚ ਪਾਈ ਹੋਈ ਉਹ ਗੋਲਡ ਕੋਇਨ ਕੱਢ ਲਾ ਜਾ ਕੇ। ਫਿਰ ਕਿਉਂ ਸੁਨ ਬਾਲਕ ਭਇਓ ਹੁਲਾਸੇ। ਇਹ ਗੱਲ ਸੁਣ ਕੇ ਉਹ ਬਾਲਕ ਬੜਾ ਖੁਸ਼ ਹੋਇਆ, ਛਾਲਾ ਮਾਰਦਾ ਹੋਇਆ ਗ੍ਰੇਵਯਾਰਡ ਨੂੰ ਚਲਿਆ ਗਿਆ। ਜਹਾਂ ਪਿਤਾ ਕੀ ਗੌਰ ਬਤਾਈ। ਜਿੱਥੇ ਮਾਂ ਨੇ ਦੱਸਿਆ ਸੀ ਕਿ ਤੇ ਪਿਤਾ ਨੂੰ ਕਿੱਥੇ ਦਫਨਾਇਆ ਹੈ, ਕਿੱਥੇ ਦੱਬਿਆ ਹੈ, ਕਿੱਥੇ ਬਰਿਡ ਕੀਤਾ, ਉੱਥੇ ਪਹੁੰਚ ਗਿਆ। ਖੋਦਨ ਲੱਗਿਓ ਜਾਏ ਸੋ ਥਾਈ। ਉਹ ਥਾਂ ਨੂੰ ਇਹ ਖੋਦਣ ਲੱਗਿਆ, ਇਹ ਡਿਗਿੰਗ ਕਰਨ ਲੱਗਿਆ ਉਸ ਗ੍ਰੇਵ ਨੂੰ। ਖੋਦਨ ਲੱਗਿਓ ਜਾਏ ਸੋ ਥਾਈ। ਉਹ ਥਾਂ ਤੇ ਜਾ ਕੇ ਇਹਨੇ ਖੋਦਣਾ ਸ਼ੁਰੂ ਕਰ ਦਿੱਤਾ। ਤਹਤੇ ਤਤ ਛਨ ਲੀਨ ਨਿਕਾਸਾ। ਉਹਨੇ ਕੀ ਕੀਤਾ, ਆਪਣੇ ਪਿਤਾ ਦੇ ਮੂੰਹ ਵਿੱਚੋਂ ਉਹ ਗੋਲ ਕੋਇਨ ਜਿਹੜੀ ਹੈ ਉਹ ਕੱਢ ਲਈ ਜੀ। ਹੁਣ ਚਲਿਓ ਬਾਜ਼ਾਰ ਹੈ ਹਿਰਦੈ ਹੁਲਾਸਾ। ਉਹ ਗ੍ਰੇਵ ਯਾਰਡ ਨੂੰ ਮੁੜ ਕੇ ਬੰਦ ਕਰਕੇ ਪਿਤਾ ਨੂੰ ਦਬਾ ਕੇ ਉਹਦੇ ਵਿੱਚ ਫੇਰ ਤੁਰ ਪਿਆ, ਗੋਲ ਕੋਇਨ ਲੈ ਕੇ ਪਹੁੰਚ ਗਿਆ ਜੀ ਸ਼ਹਿਰ ਵਿੱਚ। ਹੁਣ ਬੜੀ ਖੁਸ਼ੀ ਨਾਲ ਦੀਨ ਰਜਤ ਪਣ ਲੈ ਸੋ ਗਇਓ। ਉਹ ਇੱਕ ਗੋਲ ਕੋਇਨ ਜਿਹੜਾ ਹੈ ਉਸ ਗਾਰਡ ਨੂੰ ਫੜਾਇਆ, ਉਹ ਵਜ਼ੀਰ ਦੇ ਹੱਥ ਫੜਾਇਆ, ਕਹਿੰਦਾ ਲੈ ਫੜ ਇੱਕ ਗੋਲਡ ਕੋਇਨ, ਮੈਨੂੰ ਇਹ ਹੁਣ ਦੇ ਦੇ ਲੜਕੀ। ਹੁਣ ਸੁਧਕਾਰੂ ਸੁਨ ਬਿਸਮੈ ਭਇਓ। ਜਦੋਂ ਹੁਣ ਇਹ ਵਜ਼ੀਰ ਇੱਕ ਗੋਲਡ ਕੋਇਨ ਹੱਥ ਵਿੱਚ ਫੜ ਕੇ ਉਸ ਕਾਰੂ ਬਾਦਸ਼ਾਹ ਜੀ ਧੀ ਨੂੰ ਵੇਚ ਕੇ ਆ ਗਿਆ, ਤੇ ਜਦੋਂ ਉਹਦੇ ਮਹਿਲਾਂ ਵਿੱਚ ਪਹੁੰਚਿਆ ਤਾਂ ਉਸ ਵੇਲੇ ਇਹ ਖਬਰ ਜਿਹੜੀ ਸੀ ਕੌਰੂ ਬਾਦਸ਼ਾਹ ਨੂੰ ਦਿੱਤੀ। ਗਹਿ ਮੰਗਵਾਇਓ ਤੇ ਤਤ ਕਾਲਾ। ਕੌਰੂ ਬਾਦਸ਼ਾਹ ਜੀ ਨੂੰ ਜਦੋਂ ਪਤਾ ਲੱਗਿਆ ਵੀ ਹਜੇ ਵੀ ਮੇਰੀ ਕੰਟਰੀ ਵਿੱਚ ਕੋਈ ਗੋਲਡ ਕੋਇਨ ਜਾਂ ਸਿਲਵਰ ਕੋਇਨ ਬਚ ਗਏ ਹਨ, ਤਾਂ ਉਹ ਕਹਿੰਦਾ ਇਹ ਕਿਵੇਂ ਹੋ ਸਕਦਾ ਹੈ, ਇਹ ਨਹੀਂ ਹੋਣਾ ਚਾਹੀਦਾ, ਸਾਰੇ ਮੇਰੇ ਕੋਲ ਚਾਹੀਦੇ ਨੇ ਤੇ ਇਹ ਕਿਵੇਂ ਇਹਨਾਂ ਕੋਲ ਚਲੇ ਗਏ, ਇਹ ਬੰਦੇ ਨੂੰ ਕਿੱਥੋਂ ਮਿਲੇ ਹਨ। ਤੇ ਇਹਨੇ ਆਪਣੇ ਉਸੇ ਵੇਲੇ ਸੋਲਜਰਸ ਜਾਂ ਆਰਮੀ ਜਾਂ ਜਿਹੜੇ ਹਨ ਇਹਨਾਂ ਦੇ ਜਿਹੜੇ ਸਿਪਾਹੀ ਸੀ ਇਹਨੇ ਭੇਜ ਦਿੱਤੇ। ਕਹਿੰਦੇ ਉਹ ਲੜਕਾ ਜਿਹੜਾ ਦੇ ਕੇ ਗਿਆ ਗੋਲਡ ਕੋਇਨ ਮੇਰੀ ਧੀ ਨੂੰ ਲੈ ਕੇ ਗਿਆ ਘਰੇ, ਉਹਨੂੰ ਫੜ ਕੇ ਲਿਆਓ, ਉਹਨੂੰ ਅਰੈਸਟ ਕਰਕੇ ਲਿਆਓ। ਆਨ ਸਾਸਨਾ ਅਧੀਨ ਬਿਸਾਲਾ। ਤੇ ਲਿਆ ਕੇ ਉਹ ਲੜਕਾ ਜਿਹੜਾ 14 ਸਾਲ ਸੀਗਾ, ਪਹਿਲਾਂ ਤਾਂ ਉਹਨੂੰ ਕੁੱਟਿਆ ਮਾਰਿਆ, ਇੰਟੈਰੀਗੇਟ ਕੀਤਾ ਜੀ ਪੂਰਾ। ਕਹਤੇ ਲਿਆਇਓ ਸੱਚ ਬਤਾਵ। ਤੇ ਉਹਨੂੰ ਪੁੱਛਿਆ ਕਿ ਕਾਰੂਨ ਪੁੱਛਦਾ ਹੈ ਕਿ ਤੂੰ ਦੱਸ ਇਹ ਤੈਨੂੰ ਗੋਲਡ ਕੋਇਨ ਕਿੱਥੋਂ ਮਿਲ ਗਈ। ਹੁਣ ਮਾਰ ਹੈ ਤੁਰਤ ਜੇ ਕੂਰ ਅਲਾਵ। ਕਹਿਣਗੇ ਜੇ ਤੂੰ ਝੂਠ ਬੋਲਿਆ ਤਾਂ ਤੈਨੂੰ ਛੱਡਣਾ ਕੋਈ ਨਹੀਂ ਹੈਗਾ, ਤੈਨੂੰ ਇਸੇ ਵੇਲੇ ਮਾਰ ਦੇਣਾ ਹੈ। ਤਬ ਬਾਲਕ ਨੇ ਸੱਚ ਉਚਾਰਾ। ਉਸ ਵੇਲੇ ਉਸ ਬਾਲਕ ਨੇ ਸੱਚੀ ਗੱਲ ਦੱਸ ਦਿੱਤੀ। ਮੈਂ ਕਾਢਿਓ ਪਿਤ ਗੋਰ ਮਝਾਰਾ। ਮੈਂ ਤਾਂ ਆਪਣੀ ਪਿਤਾ ਦੀ ਮੜੀ ਵਿੱਚੋਂ ਗ੍ਰੇਵ ਦੇ ਵਿੱਚੋਂ ਕੱਢ ਕੇ ਲਿਆਇਆ ਹਾਂ। ਹਮਰੇ ਘਰ ਮੈਂ ਹੈ ਏਕ ਜੇ ਪਾਵ ਹੋ। ਕਹਿੰਦੇ ਇੱਕ ਜਿਹੜਾ ਹੈ ਹਮਰੇ ਘਰ, ਕਹਿਣਗੇ ਜੇ ਸਾਡੇ ਘਰ ਦੇ ਵਿੱਚ ਇੱਕ ਵੀ ਗੋਲਡ ਕੋਇਨ ਹੁੰਦੀ ਤਬ ਮੋਕੋ ਜਮ ਧਾਮ ਪਠਾਵ ਹੋ। ਤੇ ਫੇਰ ਤੂੰ ਮੈਨੂੰ ਮੇਰਾ ਬੇਸ਼ੱਕ ਜਿਹੜਾ ਮੈਨੂੰ ਮਾਰ ਦੇ, ਮੈਨੂੰ ਨਰਕਾਂ ਵਿੱਚ ਭੇਜ ਦੇ ਤੂੰ ਮਾਰ ਕੇ, ਜੇ ਮੈਂ ਝੂਠ ਬੋਲਦਾ ਹੋਵਾਂ। ਮੇਰੇ ਘਰ 'ਚ ਤਾਂ ਹੈ ਨਹੀਂ ਸੀ, ਮੈਂ ਤਾਂ ਜਾ ਕੇ ਆਪਣੇ ਪਿਤਾ ਦੀ ਗ੍ਰੇਵ ਵਿੱਚੋਂ ਕੱਢ ਕੇ ਲਿਆਂਦੀ ਹੈ। ਜਬ ਐਸੀ ਕਾਰੂ ਸੁਧ ਪਾਈ। ਜਦੋਂ ਐਸੀ ਗੱਲ ਦਾ ਪਤਾ ਲੱਗਿਆ ਕਰੂ ਬਾਦਸ਼ਾਹ ਨੂੰ, ਸਭ ਹੀ ਗੋਰਾ ਲੀਨ ਖੁਦਾਏ। ਦੇਖੋ ਐਡਾ ਇਹ ਕਮੀਨਾ ਸੁਭਾਅ ਵਾਲਾ ਬੰਦਾ ਸੀਗਾ, ਇਹਨੇ ਕੀ ਕੀਤਾ, ਸਾਰੀਆਂ ਗ੍ਰੇਵਯਾਰਡ ਪੁਟਾ ਦਿੱਤੀਆਂ, ਭੇਜ ਦਿੱਤੇ ਬੰਦੇ, ਕਹਿੰਦੇ ਕਹੀਆਂ ਲੈ ਕੇ, ਕਹਿੰਦੇ ਜਾ ਖੋਦੋ ਜਾ ਕੇ। ਜਿੰਨੀਆਂ ਗ੍ਰੇਵਯਾਰਡ ਸੀਗੀਆਂ ਰੂਮ ਦੀਆਂ ਸਾਰੀਆਂ ਇਹਨੇ ਕੱਢ ਮਾਰੀਆਂ। ਕਹਿੰਦੇ ਸਾਰਿਆਂ ਦੇ ਮਰੇ ਹੋਇਆਂ ਦੇ ਮੂੰਹ ਵਿੱਚ ਦੇਖੋ ਜੇ ਕੁਝ ਮਿਲਦਾ ਹੈ। ਕਹੂੰ ਕਹੂੰ ਤੇ ਪਾਇਓ ਸੋਈ। ਦੇਖੋ ਇਹਨੇ ਕਈ ਥਾਵਾਂ ਤੋਂ ਗੋਲਡ ਕੋਇਨਸ ਫੇ ਇਕੱਠੀਆਂ ਕੀਤੀਆਂ, ਮਰੇ ਹੋਇਆਂ ਦੇ ਮੂੰਹ ਵਿੱਚੋਂ ਵੀ ਇਹਨੇ ਨਾ ਛੱਡੀਆਂ। ਦੇਖੋ ਐਡਾ ਇਹ ਜਿਹੜਾ ਹੈ ਭੈੜਾ ਰਾਜਾ ਸੀਗਾ, ਇਹਨੇ ਕੋਈ ਵੀ ਗੋਲਡ ਕੋਇਨ ਨਾ ਛੱਡੀ। ਇਹ ਸਮ ਜ਼ੁਲਮੀ ਔਰ ਨਾ ਕੋਈ। ਉਹ ਗਾਡ ਕਹਿੰਦਾ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹਨੂੰ ਕਹਿੰਦੇ ਐਸਾ ਜ਼ੁਲਮੀ ਰਾਜਾ ਕਿਤੇ ਨਹੀਂ ਤੁਸੀਂ ਨਾ ਸੁਣਿਆ ਹੋਊਗਾ ਨਾ ਦੇਖਿਆ ਹੋਊਗਾ। ਦਰਵਾਨਨ ਤੇ ਸੁਨ ਗੁਣ ਖਾਨੀ। ਜਦੋਂ ਗੁਣ ਖਾਨੀ, ਗੁਨਾ ਦੇ ਖਾਨ, ਗੁਨਾ ਦੇ ਟ੍ਰੈਸ਼ਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸਾਰੀ ਗੱਲ ਸੁਣੀ ਉਸ ਗਟਸ ਤੋਂ। ਪੁੰਨ ਤਿਨ ਸੰਗ ਕਹੀ ਅਸਬਾਨੀ। ਮਹਾਰਾਜ ਨੇ ਫਿਰ ਉਸ ਗਟਸ ਨੂੰ ਇਹ ਗੱਲ ਕਹੀ, ਗੁਨਾਹਗਾਰ ਇਹ ਦੋਜਕ ਜਾਏ। ਮਹਾਰਾਜ ਨੇ ਬਚਨ ਕੀਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਕਹਿੰਦੇ ਗੁਨਾਹਗਾਰ ਹੈ, ਇਹ ਬਹੁਤ ਭੈੜਾ ਹੈ, ਇਹ ਕਲਪ੍ਰੀਟ ਹੈ, ਇਹ ਜਿਹੜਾ ਹੈ ਇਹ ਬਹੁਤ ਭੈੜਾ ਹੈ ਤੇ ਇਹ ਡੈਫੀਨਿਟਲੀ ਨਰਕਾਂ ਨੂੰ ਹੀ ਜਾਏਗਾ। ਹੈ ਸਦ ਹੈਫ ਜੋ ਕਰੀ ਕਮਾਏ। ਕਹਿਣ ਲੱਗੇ ਹੈ ਸਦ ਹੈ, ਕਹਿਣ ਲੱਗੇ ਬੜਾ ਅਫਸੋਸ ਹੈ,
ਬੜਾ ਜਿਹੜਾ ਹੈ ਦੁੱਖ ਹੁੰਦਾ ਹੈ ਸੁਣ ਕੇ ਕਿ ਐਸੀਆਂ ਭੈੜੀਆਂ ਭੈੜੀਆਂ ਗੱਲਾਂ ਇਹ ਕਰਦਾ ਹੈ ਰਾਜਾ ਹੋ ਕੇ, ਇਹ ਤਾਂ ਕਮੀਨਾ ਤੋਂ ਵੀ ਪਰੇ ਹੈ। ਕੋਈ ਕਹਿੰਦੇ ਵੀ ਜਿਹੜੇ ਕੋਲ ਪੈਸਾ ਵੀ ਨਾ ਹੋਵੇ ਉਹ ਵੀ ਐਸੀ ਗੱਲ ਨਹੀਂ ਕਰਦਾ ਜੈਸੀ ਇਹ ਕਰਦਾ ਹੈ। ਧ੍ਰਿਗ ਜੀਵਨ ਇਹ ਕੋ ਜਗ ਮਾਹੀ। ਇਸ ਕਰਕੇ ਇਸ ਦਾ ਜੀਵਨ ਧ੍ਰਿਗ ਹੈ, ਇੱਕ ਕਰਸ ਹੈ ਇਸ ਦਾ ਜੀਵਨ ਇਹਦੇ ਵਾਸਤੇ, ਕਿਉਂਕਿ ਇਹਦਾ ਜੀਵਨ ਕੇਵਲ ਤੇ ਕੇਵਲ ਇਹਦੀ ਕਮਾਈ ਜਿਹੜੀ ਇਹ ਕਰ ਰਿਹਾ ਨਰਕਾਂ ਨੂੰ ਜਾਣ ਵਾਲੀ ਹੈ। ਇਸ ਕਰਕੇ ਇਹਦਾ ਜੀਵਨ ਇੱਕ ਧ੍ਰਿਗ ਹੈ, ਜਿਹੜਾ ਕਰਸ ਹੈ। ਇਹ ਠਾ ਅਪਜਸ ਮਰ ਦੁਖ ਪਾਹੀ। ਦੇਖੋ ਇਹ ਥਾਂ ਦੇ ਵਿੱਚ ਲੋਕ ਹਰ ਰੋਜ਼ ਇਹਨੂੰ ਗਾਲਾਂ ਕੱਢਦੇ ਹੋਣਗੇ, ਮਾੜਾ ਚੰਗਾ ਕਹਿੰਦੇ ਹੋਣਗੇ, ਕਹਿੰਦੇ ਅਬਜਸ ਕਮਾਇਆ ਇਹਨੇ, ਰਾਜ ਕਰਕੇ ਵੀ ਰਾਜਾ ਬਣ ਕੇ ਵੀ ਇਹਨੂੰ ਜਸ ਨਾ ਮਿਲਿਆ, ਤੇ ਕਹਿੰਦੇ ਮਰ ਕੇ ਫਿਰ ਬੜੇ ਦੁੱਖ ਇਹਨੂੰ ਉਡੀਕ ਰਹੇ ਹਨ। ਪਰਵਤਗਾਰ ਜਹਾਂ ਦਰਗਾਹ। ਦੇਖੋ ਜਿੱਥੇ ਪਰਵਤਗਾਰ, ਜਿੱਥੇ ਪਰਮੇਸ਼ਰ ਵਾਹਿਗੁਰੂ ਦੀ ਦਰਗਾਹ ਹੈ ਵਿਸਾਲ ਖਤਾਵੰਦ ਤਾਹਾਂ। ਕਹਿੰਦੇ ਉੱਥੇ ਇੱਕ ਕਸੂਰਵਾਰ ਇਹਨੂੰ ਬਣਾਇਆ ਜਾਵੇਗਾ, ਇਹਨੂੰ ਗਿਲਟੀ ਕਰਕੇ ਤੇ ਇਹਨੂੰ ਵੱਡੀ ਸਜ਼ਾ ਦਿੱਤੀ ਜਾਵੇਗੀ। ਜਬ ਹੋਵੇ ਗੋ ਕਸ਼ਟ ਮਹਾਨਾ। ਜਦੋਂ ਇਹਨੂੰ ਉੱਤੇ ਕਸ਼ਟ ਹੋਵੇਗਾ, ਬੜਾ ਦੁੱਖ ਹੋਵੇਗਾ ਉੱਥੇ, ਜਦੋਂ ਇਹਨੂੰ ਸਜ਼ਾ ਪਨਿਸ਼ਮੈਂਟ ਮਿਲੇਗਾ, ਇਸ ਦੇ ਕਰਮਾਂ ਦਾ, ਕੀਤੇ ਹੋਏ ਕਰਮਾਂ ਦੀ ਸਜ਼ਾ ਇਹਨੂੰ ਮਿਲੇਗੀ। ਤਬ ਪਛਤਾਏ ਮੀਜ ਹੈ ਪਾਨਾ। ਫਿਰ ਉਸ ਵੇਲੇ ਇਹ ਪਛਤਾਏਗਾ, ਫਿਰ ਹੱਥਾਂ ਨੂੰ ਮਲੇਗਾ। ਹੱਥਾਂ ਨੂੰ ਮਲਣਾ ਹੁੰਦਾ ਵੀ ਜਦੋਂ ਬੰਦਾ ਰਿਗਰੈਟ ਕਰਦਾ ਹੈ ਤੇ ਕਰ ਕੁਝ ਨਹੀਂ ਸਕਦਾ, ਕਹਿੰਦੇ ਹੱਥਾਂ ਨੂੰ ਫਿਰ ਮਲੇਗਾ। ਜਿਹੜੀ ਮਾਇਆ ਕਰਕੇ ਇਹਨੇ ਪਾਪ ਕਮਾਇਆ ਉਹ ਮਾਇਆ ਤਾਂ ਇੱਥੇ ਛੱਡ ਜਾਣੀ ਹੈ, ਤੇ ਜਿਹੜਾ ਪਾਪ ਕੀਤਾ ਉਹ ਨਾਲ ਲੈ ਜਾਣਾ। ਇਸ ਕਰਕੇ ਹੱਥ ਮਲੇਗਾ ਖੜ ਕੇ ਉੱਥੇ। ਅਬ ਇੱਕ ਬਾਤ ਸੁਣੋ ਦਰਵਾਨੋ। ਕਹਿਣਗੇ ਦਰਵਾਨੋ ਸਾਡੀ ਇੱਕ ਗੱਲ ਸੁਣੋ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਸ ਗੱਟ ਨੂੰ, ਕਾਰੂ ਸੋ ਇਮ ਜਾਏ ਬਖਾਨੋ। ਕਹਿਣਗੇ ਜਾਓ ਤੁਸੀਂ ਕਾਰੂ ਕੋਲ, ਉਹਨੂੰ ਇਹ ਗੱਲ ਕਹੋ ਜਾ ਕੇ, ਇੱਕ ਫਕੀਰ ਤੁਮਰੇ ਦਰ ਆਇਓ। ਉਹਨੂੰ ਦੱਸੋ ਕਿ ਤੇਰੇ ਦਰਵਾਜ਼ੇ ਤੇ ਇੱਕ ਫਕੀਰ ਆਇਆ ਹੈ, ਇੱਕ ਸੰਤ ਆਇਆ ਹੈ, ਮੁਲਾਕਾਤ ਕਰ ਬੇਫਰਮਾਇਓ। ਉਹ ਤੁਹਾਨੂੰ ਮਿਲਣਾ ਚਾਹੁੰਦਾ ਹੈ, ਤੁਹਾਡੇ ਨਾਲ ਮੁਲਾਕਾਤ ਕਰਨੀ ਚਾਹੁੰਦਾ ਹੈ। ਜਾਚਨ ਕੀ ਰੰਚਕ ਨਹਿ ਚਾਹੀ। ਉਹ ਕੁਝ ਮੰਗਣ ਵਾਸਤੇ ਨਹੀਂ ਆਇਆ। ਉਹਨੂੰ ਇਹ ਵੀ ਗੱਲ ਪਹਿਲਾਂ ਹੀ ਦੱਸ ਦਿਓ, ਜੇ ਦੱਸ ਦਿੱਤਾ ਵੀ ਫਕੀਰ ਆਇਆ, ਉਹਨੇ ਸੋਚਣਾ ਕੁਝ ਮੰਗਣ ਵਾਸਤੇ ਆਇਆ, ਉਹਨੇ ਪਹਿਲਾਂ ਹੀ ਡਰ ਜਾਣਾ। ਕਹਿੰਦੇ ਇਹ ਨਾ ਦੱਸਿਓ, ਕਹਿੰਦੇ ਇਹੀ ਦੱਸਣਾ ਹੈ ਕਿ ਉਹ ਮੰਗਣ ਵਾਸਤੇ ਕੁਝ ਨਹੀਂ ਆਇਆ, ਮਿਲਨ ਪ੍ਰਯੋਜਨ ਬਨ ਕਛ ਨਾਹੀ। ਉਹ ਸਿਰਫ ਮਿਲਣ ਵਾਸਤੇ ਆਇਆ, ਇਸ ਕਰਕੇ ਤੇਰੇ ਦਰਵਾਜ਼ੇ ਤੇ ਖੜਾ ਹੈ। ਪਹਿਰ ਆਨ ਕਰ ਦਰਸ਼ਨ ਲੀਜੈ। ਕਹਿਣ ਲੱਗੇ ਕਾਰੂ ਨੂੰ ਕਹੋ ਕਿ ਵਾਰ ਆ ਕੇ ਸਾਨੂੰ ਆ ਕੇ ਮਿਲ ਪਵੇ ਇੱਥੇ। ਕਹਿੰਦੇ ਜਰਾ ਦਰਸ਼ਨ ਲੀਜੈ, ਆ ਕੇ ਸਾਡੇ ਦਰਸ਼ਨ ਲੈ ਲੈਣ ਆ ਕੇ ਇੱਥੇ। ਸੁਨੋ ਬਚਨ ਪੁਨ ਆਪ ਪਨੀਜੈ। ਕਹਿਣ ਲੱਗੇ ਸੁਣੋ ਬਚਨ ਪੁਨ ਆਪ ਪਨੀਜੈ। ਕੋਰੂ ਨੂੰ ਕਹਿ ਦਿਓ ਕਿ ਪਹਿਲਾਂ ਸਾਡੇ ਬਚਨ ਸੁਣ ਲੈਣ, ਫਿਰ ਆਪਦੇ ਦੱਸ ਦੇਣ। ਹਾਂਜੀ, ਗੁਰੂ ਨਾਨਕ ਸਾਹਿਬ ਜੀ ਨੇ ਇਹ ਸੁਨੇਹਾ ਉਸਦੇ ਗੜ ਦੇ ਹੱਥ ਭੇਜਿਆ। ਮ੍ਰਿਦੁਲ ਬਚਨ ਸ੍ਰੀ ਗੁਰ ਕੇ ਸੁਣ ਕੇ। ਮਹਾਰਾਜ ਦੇ ਇਹ ਮਿੱਠੇ ਬਚਨ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਬਚਨ ਹਨ ਨਾ, ਉਹਨਾਂ ਨੂੰ ਕੋਈ ਕਿਵੇਂ ਉਹਨਾਂ ਨੂੰ ਨਕਾਰ ਸਕਦਾ ਹੈ, ਕੌਣ ਉਹਨਾਂ ਨੂੰ ਜਿਹੜਾ ਹੈ ਅਣਸੁਣਿਆ ਕਰ ਸਕਦਾ ਹੈ। ਮਹਾਰਾਜ ਦੇ ਮਿੱਠੇ ਬਚਨ ਸੁਣ ਕਰਕੇ ਕੇ ਦਰਵਾਨ ਸੰਤ ਭਲ ਗੁਣ ਕੈ। ਉਹ ਦਰਵਾਨਨ ਜਿਹੜੇ ਸੀਗੇ ਗਾਰਡਸ ਜਿਹੜੇ ਹਨ, ਗੁਰੂ ਨਾਨਕ ਸਾਹਿਬ ਦੀ ਗੱਲ ਮੰਨ ਕੇ ਅੰਦਰ ਚਲੇ ਗਏ ਕੌਰੂ ਦੇ ਕੋਲ, ਤੇ ਉਹਨਾਂ ਨੇ ਇਹ ਵਿਚਾਰ ਕੀਤੀ ਕਿ ਇਹਦਾ ਸੰਤ ਆਏ ਚੰਗੇ ਗੁਣਾ ਵਾਲਾ ਹੈ। ਪਹੁੰਚੇ ਕਾਰੂ ਕੇਰ ਅਗਾਰੀ। ਉਹ ਜਾ ਕੇ ਪਹੁੰਚ ਗਏ ਜੀ ਕੌਰੂ ਬਾਦਸ਼ਾਹ ਦੇ ਕੋਲ। ਹੱਥ ਬੰਦ ਕੇ ਗਿਰਾ ਉਚਾਰੀ। ਹੱਥ ਬੰਨ ਕੇ ਹੱਥ ਜੋੜ ਕੇ ਬੇਨਤੀ ਕੀਤੀ ਕਾਰੂ ਨੂੰ। ਇੱਕ ਦਰਵੇਸ਼ ਅਪੂਰਬ ਆਵਾ। ਕੀ ਕਿਹਾ? ਕਹਿੰਦੇ ਇੱਕ ਦਰਵੇਸ਼ ਆਇਆ ਹੈ, ਇੱਕ ਸੰਤ ਆਇਆ ਹੈ ਅਪੂਰਬ, ਉਹ ਨਵਾਂ ਹੀ ਹੈ, ਕਿਤੇ ਨਹੀਂ ਉਹਨੂੰ ਦੇਖਿਆ, ਨਾ ਕਿਤੇ ਉਹ ਦੱਸ ਕੇ ਆਇਆ ਹੈ, ਉਹ ਇਸ ਤਰ੍ਹਾਂ ਹੀ ਆ ਗਿਆ ਹੈ, ਉਹਨੂੰ ਕਿਤੇ ਨਹੀਂ ਅਸੀਂ ਦੇਖਿਆ, ਨਵਾਂ ਹੈ। ਅਧਿਕ ਪ੍ਰਤਾਪਵਾਨ ਲਖ ਪਾਵਾ। ਪਰ ਇੱਕ ਗੱਲ ਹੈ, ਦਰਵਾਨਨ ਕਹਿੰਦੇ ਕੌਰੂ ਨੂੰ ਵੀ ਇਹ ਜਿਹੜਾ ਸੰਤ ਇਹ ਡਿਫਰੈਂਟ ਹੈ। ਇਹ ਸੰਤ ਜਿਹੜਾ ਹੈ ਇਹ ਪ੍ਰਤਾਪ ਵਾਲਾ ਹੈ, ਇਹਦੇ ਵਿੱਚ ਗਲੋਰੀ ਹੈ, ਗਲੋਰੀਅਸ ਲੁੱਕ ਹੈ ਇਸਦਾ, ਇਹਦੇ ਵਿੱਚ ਕੋਈ ਸ਼ਕਤੀ ਹੈ ਜੋ ਸਾਨੂੰ ਪਤਾ ਲੱਗਦੀ ਹੈ। ਮ੍ਰਿਦਲ ਬਚਨ ਜਿਹੇ ਨੀਕ ਸੁਭਾਅ। ਤੇ ਉਹਦੇ ਬਚਨ ਇੰਨੇ ਮਿੱਠੇ ਨੇ ਜੋ ਦਿਲ ਤੱਕ ਪਹੁੰਚਦੇ ਨੇ। ਕਹਿੰਦੇ ਉਹਦੇ ਬਚਨ ਬੜੇ ਹੀ ਜਿਹੜੇ ਹਨ ਪ੍ਰਭਾਵਸ਼ਾਲੀ ਹਨ, ਉਹਨਾਂ ਦੇ ਬਚਨ ਬੜੇ ਸੁੰਦਰ ਹਨ, ਤੇ ਸੁਭਾਅ ਕਹਿੰਦੇ ਬੜਾ ਨੀਕ, ਬੜਾ ਚੰਗੇ ਸੁਭਾਅ ਵਾਲਾ ਹੈ। ਸੁੰਦਰ ਰੂਪ ਸਭਨ ਮਨ ਭਾਉ। ਫੇਰ ਕਹਿੰਦੇ ਬੜੇ ਸੁੰਦਰ ਰੂਪ ਵਾਲਾ ਹੈ, ਉਹਦਾ ਰੂਪ ਵੀ ਬੜਾ ਸੁੰਦਰ ਹੈ, ਦੇਖਣ ਨੂੰ ਬਹੁਤ ਚੰਗਾ ਲੱਗਦਾ ਹੈ, ਮਨ ਨੂੰ ਵੀ ਭਾਉਂਦਾ ਹੈ। ਜਾਚਨ ਕੀ ਜਿਹੇ ਚਾਹ ਨਾ ਕਾਏ। ਦੇਖੋ ਕਹਿੰਦੇ ਕਾਰੂ ਨੂੰ ਕਹਿੰਦਾ ਹੈ ਗਾਟ, ਕਹਿੰਦਾ ਦੇਖੋ ਉਹ ਮੰਗਣ ਵਾਸਤੇ ਨਹੀਂ ਕੁਝ ਵੀ ਆਇਆ, ਰਾਵਰ ਕੋ ਮਿਲਨੋ ਫਰਮਾਏ। ਬਸ ਉਹਨੇ ਤੁਹਾਨੂੰ ਮਿਲਣਾ ਹੀ ਹੈ, ਬਸ ਮਿਲਣਾ ਹੀ ਹੈ, ਹੋਰ ਕੋਈ ਕੰਮ ਨਹੀਂ। ਇਉਂ ਸੁਨ ਕਾਰੂ ਦਰ ਪਰ ਆਇਓ। ਉਹ ਕਾਰੂ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਿਆ, ਦੇਖੋ ਗੁਰੂ ਨਾਨਕ
ਸੱਦੇ ਤੇ ਉਹ ਨਾ ਆਵੇ, ਉਹ ਚੱਲ ਕੇ ਆ ਗਿਆ ਜੀ। ਸ੍ਰੀ ਨਾਨਕ ਕੋ ਦਰਸ਼ਨ ਪਾਇਓ, ਆ ਕਰਕੇ ਉਹਨੇ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ। ਬੰਧਨ ਕਰ ਭਾ ਠਾਂਡ ਅਗਾਰੀ, ਬੰਦਨਾ ਕਰਕੇ ਮੱਥਾ ਟੇਕ ਕੇ ਹੱਥ ਜੋੜ ਕੇ ਅੱਗੇ ਖੜ ਗਿਆ ਕਾਰੂ। ਸੰਗ ਭੀਰ ਮਾਨਵ ਕੀ ਭਾਰੀ, ਤੇ ਕੀ ਹੋਇਆ ਜਦੋਂ ਕੌਰੂ ਬਾਹਰ ਆਇਆ, ਲੋਕਾਂ ਦੀ ਭੀੜ ਲੱਗੀ ਉੱਥੇ, ਸਾਰੇ ਲੋਕ ਦੇਖਣ ਵਾਸਤੇ ਆ ਗਏ। ਦੋਹਰਾ ਇਸ ਵਿਧੀ ਸ੍ਰੀ ਨਾਨਕ ਤਬੈ ਬੈਠੇ ਕਰ ਹੀ ਤਾਹੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਕੌਤਕ ਕੀਤਾ। ਮਹਾਰਾਜ ਨੇ ਉੱਥੇ ਬੈਠਿਆਂ ਹੀ ਬੈਠਿਆਂ ਐਸਾ ਕੀਤਾ ਉਹਨੂੰ ਸਮਝਾਉਣ ਵਾਸਤੇ। ਬੀਨ ਬੀਨ ਬਹੁਤ ਠੀਕ ਕਰੀ ਪਾਵੈ ਪਟ ਕੇ ਮਾਹੇ, ਮਹਾਰਾਜ ਨੇ ਕੀ ਕੀਤਾ, ਠੀਕਰੀਆਂ ਜਿਹੜੀਆਂ ਹੁੰਦੀਆਂ ਹੈ ਨਾ, ਜਿਨ੍ਹਾਂ ਨੂੰ ਟਾਇਲਸ ਦੇ ਪੀਸਸ ਵੀ ਕਹਿ ਦਿੰਦੇ ਨੇ, ਜਾਂ ਕੋਈ ਪੱਥਰ ਹੈ, ਸੋ ਪੱਥਰ ਜਿਹੜੇ ਹਨ ਉਹਨਾਂ ਨੂੰ ਠੀਕਰੀਆਂ ਨੂੰ ਪਾਤਸ਼ਾਹ ਜੀ ਇਕੱਠੇ ਕਰਨ ਲੱਗੇ। ਸੋ ਇਹ ਪੱਥਰ ਜਿਹੜੇ ਹੁੰਦੇ ਨੇ ਸੜਕਾਂ ਤੇ ਪਏ ਜਾਂ ਰਸਤੇ ਵਿੱਚ ਪਏ ਹੁੰਦੇ ਨੇ, ਉਹ ਯੂਸਲੈਸ ਹੁੰਦੇ ਨੇ, ਕੋਈ ਕੰਮ ਨਹੀਂ ਆਉਂਦੇ। ਮਹਾਰਾਜ ਉਹ ਠੀਕਰੀਆਂ ਨੂੰ ਇਕੱਠੀਆਂ ਕਰ ਕਰਕੇ ਪਾਤਸ਼ਾਹ ਜੀ ਆਪਣੀ ਝੋਲੀ ਵਿੱਚ ਪਾਉਣ ਲੱਗ ਗਏ, ਆਪਣੇ ਚੋਲੇ ਦੇ ਵਿੱਚ, ਚੋਲੇ ਦੇ ਕੱਪੜੇ ਦੇ ਵਿੱਚ ਪਾਉਣ ਲੱਗ ਗਏ। ਮਹਾਰਾਜ ਉੱਥੇ ਇਕੱਠੇ ਕਰਨ ਲੱਗ ਗਏ। ਚੌਪੇ ਦੇਖਤ ਕਾਰੂ ਗਿਰਾ ਉਚਾਰੇ, ਜਦੋਂ ਕਾਰੂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਐਸਾ ਠੀਕਰੀਆਂ ਇਕੱਠੀਆਂ ਕਰਦਿਆਂ ਨੂੰ ਦੇਖਿਆ, ਬੀਨ ਠੀਕਰੀ ਕਿਆ ਕਰ ਕਾਰੀ, ਕਾਰੂ ਨੇ ਇੱਕ ਗੱਲ ਪੁੱਛੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਕਹਿੰਦੇ ਤੂੰ ਇਹ ਠੀਕਰੀਆਂ ਕਿਉਂ ਇਕੱਠੇ ਕਰ ਰਹੇ ਹੋ? ਕਰੋ ਬਾਦ ਇਹ ਬੈਠੇ ਕਾਜੂ, ਕਹਿਣ ਲੱਗੇ, ਕਹਿੰਦੇ ਕਰੋ ਬਾਦ ਇਹ ਬੈਠੇ ਕਾਜੂ, ਇਹ ਜਿਹੜਾ ਵਿਅਰਥ ਜਾਂ ਜਿਹੜਾ ਯੂਸਲੈਸ ਕਰਮ ਤੁਸੀਂ ਕਿਉਂ ਕਰ ਰਹੇ ਹੋ? ਇਹ ਠੀਕਰੀਆਂ ਨੂੰ ਇਕੱਠੀਆਂ ਕਿਉਂ ਕਰ ਰਹੇ ਹੋ? ਇਹ ਕਿਸ ਕੰਮ ਆਉਣੀਆਂ ਹਨ? ਇਨ ਕੋ ਸੰਚ ਕਰੋ ਕਿਆ ਕਾਜੂ, ਇਹਨਾਂ ਨੂੰ ਇਕੱਠੀਆਂ ਕਰਕੇ ਤੁਸੀਂ ਕੀ ਕਰੋਗੇ? ਇੱਥੇ ਬੈਠੇ ਬੈਠੇ ਦੇਖੋ ਤੁਸੀਂ ਕੀ ਕੰਮ ਕਰ ਰਹੇ ਹੋ, ਕਿਉਂ ਠੀਕਰੀਆਂ ਇਕੱਠੀਆਂ ਕਰ ਰਹੇ ਹੋ? ਹਾਂਜੀ, ਤੇ ਇਹਨਾਂ ਦਾ ਕੀ ਸਰਨਾ ਹੈ, ਕੀ ਬਣਨਾ ਹੈ, ਇਹਨਾਂ ਦਾ ਕੀ ਯੂਸ ਹੈ? ਸੁਣ ਕੇ ਸ੍ਰੀ ਗੁਰ ਬੈਨ ਉਚਾਰੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਕਾਰੂ ਦੀ ਇਹ ਸਵਾਲ, ਇਹ ਜਿਹੜਾ ਹੈ ਉਸਦਾ ਜਿਹੜਾ ਆਬਜ਼ਰਵੇਸ਼ਨ ਦਾ ਕਮੈਂਟ ਸੁਣਿਆ, ਚਲੇ ਠੀਕਰੀ ਸੰਗ ਹਮਾਰੇ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਕਾਰੂ ਇਹ ਠੀਕਰੀਆਂ ਅਸੀਂ ਇਕੱਠੀਆਂ ਕਰ ਰਹੇ ਹਾਂ, ਇਹਨੂੰ ਅਸੀਂ ਨਾਲ ਲੈ ਕੇ ਜਾਣਾ ਹੈ। ਬੀਨ ਕਰੋ ਜਾਂ ਤੇ ਇਕਠਾਈ, ਕਹਿਣ ਲੱਗੇ ਇਸ ਕਰਕੇ ਅਸੀਂ ਇਹਨਾਂ ਨੂੰ ਇੱਕ ਥਾਂ ਤੇ ਇਕੱਠਿਆਂ ਕਰ ਰਹੇ ਹਾਂ, ਕਿਉਂਕਿ ਜਦੋਂ ਇਹਨਾਂ ਨੂੰ ਅਸੀਂ ਲੈ ਕੇ ਜਾਣਾ ਨਾ, ਅਸੀਂ ਇਕੱਠੀਆਂ ਕਰਕੇ ਸਾਨੂੰ ਇਕੱਠੀਆਂ ਹੋਣਗੀਆਂ, ਲਿਜਾਣੀਆਂ ਸੌਖੀਆਂ ਹੋ ਜਾਣੀਆਂ ਹਨ। ਪਰ ਲੋਕ ਕਹਿ ਮਹਿ ਕਾਜ ਸੇ ਆਏ, ਤੇ ਇਹ ਠੀਕਰੀਆਂ ਦਾ ਕੰਮ ਅਸੀਂ ਇਹ ਦੁਨੀਆ ਵਿੱਚ ਨਹੀਂ ਲੈਣਾ, ਅਸੀਂ ਪਰਲੋਕ ਵਿੱਚ ਲੈਣਾ, ਜਿੱਥੇ ਮਰ ਕੇ ਆਪਾਂ ਜਾਂਦੇ ਹਾਂ, ਜਿਹੜੀ ਨੈਕਸਟ ਵਰਲਡ ਹੈ ਜੋ ਡੈਥ ਤੋਂ ਬਾਅਦ ਆਉਂਦੀ ਹੈ, ਕਹਿੰਦੇ ਅਸੀਂ ਉੱਥੇ ਲੈ ਕੇ ਜਾਣਾ ਹੈ। ਵੀ ਵਾਂਟ ਟੇਕ ਦਿਸ, ਜਿਹੜਾ ਹਾਂ ਠੀਕਰੀਆਂ ਨੂੰ ਅਸੀਂ ਨੈਕਸਟ ਵਰਲਡ ਤੱਕ ਲੈ ਕੇ ਜਾਣਾ ਹੈ। ਇਹ ਦਰਵੇਸ਼ ਨਾ ਕਰੋ ਵਿਚਾਰੀ, ਤੇ ਉਸ ਕਾਰੂ ਗੁਰੂ ਨਾਨਕ ਸਾਹਿਬ ਜੀ ਨੂੰ ਹੈਰਾਨ ਜਾ ਹੋ ਕੇ ਕਹਿਣ ਲੱਗਾ, ਕਹਿੰਦਾ ਹੇ ਦਰਵੇਸ਼ ਤੁਸੀਂ ਵਿਚਾਰ ਨਹੀਂ ਕੀਤੀ, ਕੈਸ ਠੀਕਰੀ ਜਾਹੇ ਅਗਾਰੀ, ਕਹਿਣ ਲੱਗੇ ਇਹ ਠੀਕਰੀਆਂ ਤੁਹਾਡੇ ਨਾਲ ਕਿਵੇਂ ਜਾ ਸਕਦੀਆਂ ਮਰਨ ਤੋਂ ਬਾਅਦ? ਤੁਸੀਂ ਮਰ ਕੇ ਇਹਨਾਂ ਨੂੰ ਕਿਵੇਂ ਲੈ ਕੇ ਜਾਓਗੇ? ਇਹ ਸੰਗ ਕੀ ਇਹਾਂ ਰਹਾ ਹੈ, ਦੇਖੋ, ਕਹਿੰਦੇ ਕਾਰੂ ਦੇਖੋ ਕਿੰਨਾ ਸਿਆਣਾ ਸੀਗਾ, ਕਹਿੰਦਾ ਗੁਰੂ ਨਾਨਕ ਸਾਹਿਬ ਜੀ ਨੂੰ, ਕਹਿੰਦਾ ਇੱਥੇ ਤਾਂ ਮਰਨ ਤੋਂ ਬਾਅਦ ਸਰੀਰ ਵੀ ਇੱਥੇ ਦਫਨਾ ਦਿੱਤਾ ਜਾਂਦਾ ਹੈ, ਇਹ ਬੋਡੀ ਵੀ ਨਾਲ ਨਹੀਂ ਜਾਂਦੀ, ਤੁਹਾਡੀਆਂ ਠੀਕਰੀਆਂ ਇਹ ਸਟੋਨਸ ਕਿਵੇਂ ਤੁਹਾਡੇ ਨਾਲ ਜਾਣਗੇ ਅੱਗੇ? ਤ੍ਰਿਣ ਸਮਾਨ ਕਿਛ ਸੰਗ ਨਾ ਜਾਹੈ, ਦੇਖੋ ਕਹਿੰਦੇ ਅਗਲੀ ਦੁਨੀਆ ਵਿੱਚ ਇੱਕ ਤਿਰਣ, ਛੋਟਾ ਜਿਹਾ ਤਿਰਣ ਵੀ ਨਾਲ ਨਹੀਂ ਜਾਂਦਾ, ਇੱਕ ਛੋਟਾ ਜਿਹਾ ਜਿਹੜਾ ਹੈ ਘਾਹ ਦਾ ਜਿਹੜਾ ਹੈ ਇੱਕ ਪੀਸ ਵੀ ਨਹੀਂ ਨਾਲ ਜਾਂਦਾ। ਦੋਹਰਾ ਤੈ ਜ਼ੁਲਮੀ ਕਰ ਦੇ ਸਮੈ ਕੀਨ 45 ਗੰਜ, ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ, ਕਹਿੰਦੇ ਕਾਰੂ ਤੈਂ ਜ਼ੁਲਮੀ, ਕਹਿੰਦੇ ਹੇ ਤੂੰ ਤਾਂ ਬੜਾ ਜ਼ੁਲਮ ਕੀਤਾ, ਤੂੰ ਤਾਂ ਸਾਰੇ ਦੇਸ਼ ਰੂਮ ਦੇਸ਼ ਨੂੰ ਲੁੱਟ ਛੱਡਿਆ ਹੈ, ਤੇ ਤੂੰ ਕਹਿੰਦੇ 45 ਤੂੰ ਤਾਂ 45 ਗੰਜ ਇਕੱਠੇ ਕਰ ਲਏ। ਹਾਂਜੀ, ਸੋ ਦੇਖੋ ਜਦੋਂ ਤੱਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹਮੀਦ ਕਾਰੂ ਨੂੰ ਮਿਲੇ ਉਦੋਂ ਤੱਕ ਉਹਦੇ 45 ਗੰਜ ਹੋ ਚੁੱਕੇ ਸਨ, ਇੰਨੇ ਜ਼ਿਆਦੇ 45 ਹੋ ਚੁੱਕੇ ਸਨ, ਤੇ ਇੰਨੇ ਗੰਜ ਉਹਨੇ ਇਕੱਠੇ ਕਰ ਲਏ। ਪਹਿਲੇ ਕਾਰੂ ਦੇ 40 ਸਨ ਤੇ ਇਹਨੇ 45 ਇਕੱਠੇ ਕਰ ਲਏ, 45 ਇਕੱਠੇ ਕਰ ਲਏ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜੇ ਮੇਰੀਆਂ ਠੀਕਰੀਆਂ ਨਾਲ ਨਹੀਂ ਜਾਣੀਆਂ ਤਾਂ ਤੇਰੇ 45 ਗੰਜ ਜਿਹੜਾ ਵੈਲਥ ਹੈ ਇਹ ਕਿਵੇਂ ਜਾਏਗਾ ਨਾਲ? ਕਿਉਂ ਕਰ ਜਾਵਹਿ ਸੰਗ ਇਹ ਕੀਨ ਪਾਪ ਕੋ ਸੰਜ, ਕਹਿਣ ਲੱਗੇ ਫੇਰ ਕਾਰੂ ਤੂੰ ਕਿਉਂ ਪਾਪ ਕਰਦਾ, ਕਿਉਂ ਪਾਪ ਕਰਕੇ ਇੰਨੀਆਂ ਤੂੰ ਜਿਹੜੇ ਹਨ 45 ਗੰਜ ਤੂੰ ਵੈਲਥ ਇਕੱਠਾ ਕਰ ਲਿਆ, ਤੂੰ ਕਿਵੇਂ ਲੈ ਕੇ ਜਾਏਗਾ? ਜੇ ਮੈਂ ਇਹ ਠੀਕਰੀਆਂ ਨਹੀਂ ਲੈ ਕੇ ਜਾ ਸਕਦਾ, ਤੇਰੀਆਂ ਤਾਂ 45 ਗੰਜ ਬਹੁਤ ਜ਼ਿਆਦੇ ਨੇ, ਤੂੰ ਉਹਨਾਂ ਨੂੰ ਕਿਵੇਂ ਲੈ ਕੇ ਜਾਏਗਾ? ਚੌਪੇ ਤੇਰੋ ਬੜੋ ਭਰਾਤ ਜੋ ਭਇਆ, ਕਹਿਣ ਲੱਗੇ ਦੇਖ ਤੇਰੀ ਜਨਰੇਸ਼ਨ ਦੇ ਵਿੱਚ ਤੇ ਤੋਂ ਪਹਿਲਾਂ, ਇਸ ਕਰਕੇ ਮਹਾਰਾਜ ਨੇ ਭਰਾ ਕਿਹਾ ਹੈ ਵੀ ਤੇਰਾ ਜਿਹੜਾ ਵੱਡਾ ਸੀਗਾ ਉਹਨੇ 40 ਗੰਜ ਸੰਜ ਤੁਝ ਮੋਇਆ, ਕਹਿਣ ਲੱਗੇ ਉਹਨੇ 40 ਗੰਜ ਧਨ ਇਕੱਠਾ ਕੀਤਾ ਹੋਇਆ ਸੀ,
ਉਹਨੇ ਤਾਂ 40 ਗੰਜ 40 ਗੰਜ ਧਨ ਉਹਨੇ ਇਕੱਠਾ ਕਰ ਲਿਆ ਸੀ ਤੇ 40 ਗੰਜ ਇਕੱਠਾ ਕਰਕੇ ਹੀ ਮਰਿਆ ਹੈ। ਤਾਂ ਕਿ ਸੰਗ ਨਾ ਗਈ ਅਗਾਰੀ। ਦੇਖੋ ਉਹ ਵੀ ਛੱਡ ਕੇ ਚਲਿਆ ਗਿਆ, ਤਜ ਮੁਇਆ ਉਹ ਛੱਡ ਕੇ ਮਰ ਗਿਆ ਧਨ ਨੂੰ, ਧਨ ਇੱਥੇ ਹੀ ਰਹਿ ਗਿਆ, ਉਹ ਮਰ ਗਿਆ। ਤੇ ਕਹਿੰਦੇ ਤਾਂ ਕਿ ਸੰਗ ਨਾ ਗਈ ਅਗਾਰੀ, ਕਹਿਣਗੇ ਉਹਦੇ ਨਾਲ ਵੀ ਧਨ ਨਹੀਂ ਗਿਆ, ਤੇਰੇ ਅੱਖਾਂ ਦੇ ਸਾਹਮਣੇ ਹੈ ਜਿਹਨੂੰ ਤੂੰ ਸੰਭਾਲ ਲਿਆ ਹੈ। ਤੇ ਤੈ ਸੰਚੀ ਅਤ ਭਾਰੀ। ਹਾਂ ਤੇ ਕਹਿੰਦੇ ਉਹ ਤੋਂ ਉਹਨੇ ਤਾਂ 40 ਗੰਜ ਇਕੱਠਾ ਕੀਤਾ ਤੇ ਤੂੰ ਤਾਂ 45 ਕਰ ਲਿਆ, 45 ਕਰ ਲਿਆ, 5 ਗੰਜ ਤੇਰੇ ਵੱਧ ਹੋ ਗਏ ਤੇ ਉਹ ਨਹੀਂ ਲੈ ਕੇ ਗਿਆ, ਤੂੰ ਕਿਵੇਂ ਲੈ ਕੇ ਜਾਏਗਾ? ਤੇਰੇ ਸੰਗ ਸੋ ਕਿਉਂ ਕਰ ਜਾਵ ਹੈ। ਹਾਂ ਕਹਿਣਗੇ ਫਿਰ ਤੇ ਜੇ ਉਹਦੇ ਨਾਲ ਨਹੀਂ ਗਏ ਤਾਂ ਤੇਰੇ ਨਾਲ ਕਿਵੇਂ ਜਾਣਗੇ ਇਹ ਸਾਰਾ ਧਨ? ਦੋ ਜਗ ਪਰ ਹੈ ਮਹਾ ਦੁਖ ਪਾਵ ਹੈ। ਦੇਖੋ ਕਹਿੰਦੇ ਇਹ ਜਿਹੜਾ ਹਨ ਇਹ 45 ਗੰਜ ਇਕੱਠੇ ਕਰਨ ਵਾਸਤੇ ਜਿਹੜੇ ਤੂੰ ਪਾਪ ਕਮਾਏ ਹਨ ਉਹਦਾ ਤੇਰਾ ਹੈ ਫਲ, ਤੈਨੂੰ ਕੀ ਮਿਲਣਾ ਹੈ? ਤੂੰ ਨਰਕਾਂ ਨੂੰ ਜਾਏਗਾ। ਔਰ ਆਏ ਸਭ ਧਨ ਕੋ ਲੈ। ਕਹਿਣਗੇ ਔਰ ਕਹਿਣਗੇ ਜਦੋਂ ਤੂੰ ਮਰ ਗਿਆ ਤੇਰਾ ਇਹ 45 ਗੰਜ ਹੋਰ ਕਿਸੇ ਨੇ ਲੈ ਜਾਣਾ, ਇਹਦਾ ਮਾਲਕ ਹੋਰ ਕੋਈ ਬਣ ਜਾਏਗਾ ਤੇ ਤੇਰੇ ਤਾਂ ਕੰਮ ਨਹੀਂ ਆਏਗਾ ਪਰਲੋਕ ਵਿੱਚ। ਇਸ ਕਾਰਨ ਤੁਝ ਕੋ ਦੋਜਕ ਦੇ। ਹਾਂ ਕਹਿੰਦੇ ਜਿਹੜੇ ਪਾਪਾਂ ਦੇ ਕਰਕੇ ਤੂੰ ਇਹ 45 ਗੰਜ ਇਕੱਠਾ ਕੀਤਾ ਉਹ ਪਾਪਾਂ ਦਾ ਫਲ ਤੈਨੂੰ ਨਰਕ ਮਿਲਨੇ ਹਨ। ਕੌਣ ਕਾਜ ਤੇਰੇ ਤਬ ਆਵੈ। ਦੇਖੋ ਇਹ ਧਨ ਇਕੱਠੇ ਕਰਨ ਦੇ ਨਾਲ ਤੂੰ ਪਾਪ ਕੀਤੇ, ਪਾਪਾਂ ਦਾ ਫਲ ਤੈਨੂੰ ਦੁੱਖ ਮਿਲਣਾ ਹੈ, ਨਰਕਾਂ ਵਿੱਚ ਤੂੰ ਜਾਏਗਾ। ਤੇ ਇਹ ਜਿਹੜਾ ਧਨ ਤੇਰੇ ਕੀ ਕੰਮ ਆਇਆ? ਪਰ ਦੋਜਕ ਮਹਿ ਜਬ ਬਿਲ ਲਾਵ ਹੈ। ਜਦੋਂ ਤੂੰ ਦੋਜਕ ਨਰਕ ਵਿੱਚ ਪੈ ਕੇ ਚੀਕਾਂ ਮਾਰੇਗਾ ਉੱਥੇ ਜਿਹੜਾ ਹੈ ਤੂੰ ਜਿਹੜਾ ਹਨ ਬਿਲ ਲਾਵੇਂ, ਤੂੰ ਤਰਲੇ ਕੱਢੇਗਾ। ਜਬ ਤਨ ਤੇ ਹੋਏ ਪ੍ਰਾਣ ਨਿਆਰੇ। ਬਸ ਉਹ ਦਸ਼ਾ ਜਿਹੜੀ ਬਹੁਤੀ ਦੂਰ ਨਹੀਂ, ਬਸ ਇੱਕ ਵਾਰੀ ਤੇਰੇ ਸਰੀਰ ਚੋਂ ਪ੍ਰਾਣ ਜਿਹੜੇ ਹਨ, ਤੇਰੇ ਲਾਈਫ ਫੋਰਸਸ ਜਿਹੜੇ ਹਨ ਨਿਆਰੇ ਹੋ ਜਾਣ, ਤੇਰੇ ਤੋਂ ਦੂਰ ਹੋ ਜਾਣ, ਤੇਰੀ ਮੌਤ ਜਦੋਂ ਆ ਗਈ। ਪੂਰਬ ਨਰਲੇ ਦਰਬ ਸਮਾਰੇ। ਕਹਿਣ ਲੱਗੇ ਫਿਰ ਪੂਰਬ ਪਹਿਲਾਂ ਲੋਕ ਤੇਰਾ ਧਨ ਨੂੰ ਸੰਭਾਲੇਗਾ, ਤੇਰੇ ਸਰੀਰ ਮਰੇ ਹੋਏ ਸਰੀਰ ਨੂੰ ਤਾਂ ਬਾਅਦ ਵਿੱਚ ਹੀ ਸੰਭਾਲਦੇ ਨੇ, ਪਹਿਲਾਂ ਤਾਂ ਤੇਰਾ ਧਨ ਸੰਭਾਲਣਗੇ ਜਾ ਕੇ। ਕਹਿੰਦੇ ਤੈਨੂੰ ਨਹੀਂ ਕਿਸੇ ਨੇ ਵੀ ਪੁੱਛਣਾ, ਤੇਰੇ ਧਨ ਨੂੰ ਜਾ ਕੇ ਸੰਭਾਲਣਗੇ ਪਹਿਲਾਂ। ਦਫਨ ਕਰੈ ਤੁਝ ਕੋ ਪਛਾਤੀ। ਦੇਖੋ ਔਰ ਤੇਰਾ ਧਨ ਸੰਭਾਲ ਕੇ, ਤੇਰਾ ਧਨ ਲੁੱਟ ਕੇ ਬਾਅਦ ਵਿੱਚ ਹੀ ਤੈਨੂੰ ਦਫਨਾਉਣਗੇ। ਤੇਰੀ ਜਿਹੜੇ ਹਨ ਤੇਰੀ ਜਿਹੜਾ ਹਨ ਫਾਈਨਲ ਰਾਈਟਸ ਜਿਹੜੇ ਹੁੰਦੇ ਨੇ, ਹਾਂਜੀ ਜਿਹੜਾ ਤੇਰਾ ਜਿਹੜਾ ਹਨ ਦੱਬਣ ਦੀ ਜਿਹੜੀ ਕਿਰਿਆ ਹੈ, ਕ੍ਰੀਮੇਸ਼ਨ ਦੀ ਹੋਈ ਜਾਂ ਜਿਹੜੀ ਬਰੀਡ ਕਰਨ ਦੀ ਹੋਈ, ਉਹ ਤਾਂ ਬਾਅਦ 'ਚ ਕਰਨੀ ਹੈ। ਹਿਰਦੈ ਵਿਚਾਰ ਲੇਹੋ ਭਲ ਭਾਂਤੀ। ਇਸ ਕਰਕੇ ਤੂੰ ਚੰਗੀ ਤਰ੍ਹਾਂ ਹੈ ਕੌਰੂ ਆਪਣੇ ਮਨ ਵਿੱਚ ਇਹ ਗੱਲ ਦਾ ਵਿਚਾਰ ਕਰ ਲੈ, ਇਹ ਸੱਚ ਹੈ। ਜਹ ਕਹਿ ਦੇਖਾ ਸੁਨਾ ਰੁਪਈਆ। ਕਹਿਣਗੇ ਜਿੱਥੇ ਕਿਤੇ ਵੀ ਤੂੰ ਸੁਣਿਆ ਕੋਈ ਰੁਪਈਆ ਹੈਗਾ ਹੈ ਜਾਂ ਬਚ ਗਿਆ ਹੈ, ਕਰਿਓ ਜੋਰ ਤੈ ਲੀਨ ਖੁਸਈਆ। ਹਾਂ ਉਹੀ ਤੂੰ ਜਿਹੜਾ ਆਪਣਾ ਜ਼ੋਰ ਪਾ ਕੇ ਉਹੀ ਜਿਹੜਾ ਹੈ ਕਰੰਸੀ ਹੋਈ, ਚਾਹੇ ਉਹ ਗੋਲਡ ਕੋਇਨਸ ਹੋਏ, ਸਿਲਵਰ ਕੋਇਨਸ ਹੋਏ, ਤੂੰ ਜਾ ਕੇ ਲੁੱਟ ਲਏ ਹਨ, ਲੋਕਾਂ ਤੋਂ ਖੋਲੇ ਹਨ। ਕਲਮਲ ਪੁੰਜ ਕੀਨ ਸਭ ਗੰਜਾ। ਇਸ ਕਰਕੇ ਤੂੰ ਸਾਰੇ ਹੀ ਪਾਪਾਂ ਕਰਕੇ ਹੀ ਇਹ 45 ਗੰਜ ਤੂੰ ਇਕੱਠਾ ਕੀਤਾ ਹੈ। ਇਹ 45 ਗੰਜ ਤੇਰਾ ਪਾਪਾਂ ਦਾ ਫਲ ਹੈ। ਤੂੰ ਪਾਪ ਕਰਕੇ ਇੰਨਾ ਪੈਸਾ ਕਮਾਇਆ ਹੈ। ਸੰਗ ਨਾ ਚੱਲ ਹੀ ਰਾਖਤ ਸੰਜੰਗ। ਜੇ ਤੂੰ ਤਾਂ ਇਕੱਠਾ ਕਰਦਾ ਹੀ ਰਹਿ ਜਾਊਗਾ, ਪਰ ਇਹ ਧਨ ਨੇ ਤੇਰੇ ਨਾਲ ਨਹੀਂ ਜਾਣਾ। ਜਦੋਂ ਤੇਰੀ ਮੌਤ ਹੋਣੀ ਆ ਤੈਨੂੰ ਛੱਡ ਕੇ ਹੀ ਜਾਣਾ ਪੈਣਾ ਹੈ। ਇਹਨੇ ਤੇਰੇ ਨਾਲ ਨਹੀਂ ਜਾਣਾ, ਨਾ ਤੇਰੀ ਸਹਾਇਤਾ ਕਰਨੀ ਹੈ। ਜੇਕਰ ਚਾਹਤ ਆਪਨ ਨੀਕਾ। ਜੇ ਤੂੰ ਆਪਣਾ ਭਲਾ ਚਾਹੁੰਦਾ ਹੈ ਕਰੂ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੇ ਜੋ ਖਸੋਟਨ ਨਰ ਸਭ ਹੀ ਕਾ। ਤੇ ਇਹ ਲੁੱਟ ਮਾਰ ਨੂੰ ਤੂੰ ਖਤਮ ਕਰ ਦੇ, ਛੱਡ ਦੇ ਲੁੱਟ ਮਾਰ ਕਰਨੀ। ਤੂੰ ਜਿਹੜਾ ਹੈ ਸਾਰੇ ਲੋਕਾਂ ਦੀ ਜੋ ਲੁੱਟ ਮਾਰ ਕਰ ਰਿਹਾ ਹਾਂ ਇਹ ਛੱਡ ਦੇ, ਤੂੰ ਇਹ ਨਾ ਕਰਿਆ ਕਰ ਹੁਣ। ਮਾਨ ਬਚਨ ਜ਼ੁਲਮੀ ਪਰ ਹਰੀਏ। ਇਸ ਕਰਕੇ ਸਾਡਾ ਇੱਕ ਬਚਨ ਮੰਨ ਲਾ ਤੇ ਇਹ ਜ਼ੁਲਮ ਕਰਨਾ ਤੂੰ ਛੱਡ ਦੇ। ਜ਼ੁਲਮ ਨਾ ਕਰ ਕਿਸੇ ਨੂੰ ਦੁੱਖ ਨਾ ਦੇ। ਜੇ ਨਹਿ ਮਾਨੋ ਦੋਜਕ ਪਰੀਏ। ਜੇ ਤੂੰ ਸਾਡੀ ਗੱਲ ਨਹੀਂ ਮੰਨੇਗਾ ਹੇ ਕੌਰੂ, ਨਰਕਾਂ ਦੇ ਦਰਵਾਜ਼ੇ ਖੁੱਲੇ ਹਨ ਤੇਰੇ ਵਾਸਤੇ। ਕਈ ਕੋਸ ਅਗਨੀ ਕੇ ਮਾਹੀ। ਦੇਖੋ ਕਹਿੰਦੇ ਉਹ ਨਰਕ ਕੈਸਾ ਤੈਨੂੰ ਮਿਲਣਾ ਹੈ, ਗੁਰੂ ਨਾਨਕ ਸਾਹਿਬ ਜੀ ਇਹ ਵੀ ਦੱਸ ਰਹੇ ਨੇ। ਕਹਿੰਦੇ ਦੇਖੋ ਕਈ ਕੋਸ, ਕਈ ਮਾਈਲਸ, ਕਈ ਕਿਲੋਮੀਟਰਸ ਜਿਹੜੇ ਹਨ ਅੱਗ ਹੀ ਅੱਗ ਲੱਗੀ ਪਈ ਆ ਉੱਥੇ, ਜਿਹਦੇ ਵਿੱਚ ਤੂੰ ਜਾ ਕੇ ਸੜਨਾ ਹੈ। ਜੈ ਖੈਂਚ ਤੇ ਜਮਦੂਤ ਫਿਰਾਹੀ। ਤੇ ਉਹ ਅੱਗ ਦੇ ਵਿੱਚ ਤੂੰ ਬਚ ਨਹੀਂ ਸਕਦਾ, ਤੂੰ ਭੱਜ ਨਹੀਂ ਸਕਦਾ, ਕਿਉਂਕਿ ਜਮਦੂਤ ਖਿੱਚ ਕੇ ਤੈਨੂੰ ਅੱਗ ਵਿੱਚ ਦੀ ਲੈ ਕੇ ਜਾਣਗੇ, ਤੈਨੂੰ ਸਾੜਦੇ ਜਾਣਗੇ ਹਰ ਇੱਕ ਅੱਗ ਦੇ ਵਿੱਚ ਦੀ। ਦੋਹਰਾ ਦਰਸ਼ਨ ਕਰ ਪੁਨ ਬਚਨ ਸੁਨ, ਭਇਓ ਮੋਮ ਦਿਲ ਸੋਏ। ਦੇਖੋ ਕੌਰੂ ਨੇ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਪਾਤਸ਼ਾਹ ਜੀ ਦੇ ਬਚਨ ਉਹਨੇ ਸੁਣਨਾ ਕੀਤੇ ਆਪਣੇ ਕੰਨਾਂ ਦੇ ਨਾਲ, ਉਹਦਾ ਦਿਲ ਜਿਹੜਾ ਸੀ ਨਾ ਕਠੋਰ ਪੱਥਰ ਵਰਗਾ ਉਹ ਮੋਮ ਬਣ ਗਿਆ। ਉਹਦੇ ਮਨ ਦੇ ਵਿੱਚ ਅੱਜ ਦਇਆ ਆਈ, ਉਹਦੇ ਮਨ ਵਿੱਚ ਅੱਜ ਵਿਚਾਰ ਆਈ ਕਿ ਮੈਂ ਕਰਦਾ ਕੀ ਹਾਂ। ਉਹਨੂੰ ਅੱਜ ਰੀਅਲਾਈਜੇਸ਼ਨ ਹੋਇਆ, ਅਵੇਕਨਿੰਗ ਹੋਈ ਉਹਦੇ ਅੰਦਰੋਂ ਇਨਸਾਨੀਅਤ ਦੀ।
ਸੋ ਉਹ ਉੱਠਿਆ ਜੀ। ਆਗੇ ਸ੍ਰੀ ਗੁਰ ਕੇ ਤਬੈ ਬੋਲਿਓ ਅਜਾਜ ਹੋਏ। ਉਹਨੇ ਕੀ ਕੀਤਾ, ਹੱਥ ਜੋੜ ਲਏ ਸਤਿਗੁਰਾਂ ਦੇ ਸਾਹਮਣੇ, ਜਿਹੜਾ ਬੇਨਤੀ ਕਰਨ ਵਾਸਤੇ ਸਤਿਗੁਰਾਂ ਦੇ ਚਰਨਾਂ ਤੇ ਢਹਿ ਪਿਆ, ਡਿੱਗ ਪਿਆ ਇਹ ਕੌਰੂ। ਚੌਪੇ ਜਿਉ ਬੀਤੀ ਬੀਤੀ ਪਸਚਾਤੀ। ਪਾਤਸ਼ਾਹ ਜੀ ਜਿਉਂ ਬੀਤੀ, ਜੋ ਬੀਤ ਗਈ ਸੋ ਬੀਤ ਗਈ, ਜੋ ਪ੍ਰਾਣਾ ਮੇਤੋਂ ਪਾਪ ਹੋ ਗਏ ਸੋ ਹੋ ਗਏ। ਅਬ ਉਪਦੇਸ਼ ਦੇਹੋ ਭਲ ਭਾਂਤੀ। ਪਾਤਸ਼ਾਹ ਜੀ ਹੁਣ ਮੈਨੂੰ ਉਪਦੇਸ਼ ਦਿਓ, ਚੰਗੀ ਤਰ੍ਹਾਂ ਮੈਨੂੰ ਉਪਦੇਸ਼ ਦੇ ਦਿਓ, ਮੈਂ ਅੱਗੇ ਹੁਣ ਕੀ ਕਰਾਂ। ਜੋ ਨਿਸ਼ਚਾ ਹੋਏ ਪੰਥ ਖੁਦਾਏ। ਕਹਿਣਗੇ ਜੋ ਨਿਸ਼ਚਾ, ਕਹਿਣਗੇ ਜਿਹਦੇ ਕਰਕੇ ਮੇਰਾ ਫੇਥ, ਮੇਰਾ ਭਰੋਸਾ ਪਰਮਾਤਮਾ ਤੇ, ਪਰਮਾਤਮਾ ਦੇ ਰਸਤੇ ਦੇ, ਉਹ ਰਸਤਾ ਜੋ ਪਰਮਾਤਮਾ ਦੀ ਪ੍ਰਾਪਤੀ ਵਾਲਾ ਹੈ, ਉਹ ਖੁਦਾ ਨੂੰ ਮਿਲਣ ਵਾਲਾ, ਮਿਲਾਉਣ ਵਾਲਾ ਰਸਤਾ ਮੈਨੂੰ ਦੱਸ ਦਿਓ। ਸੋ ਬਿਦ ਦੀਜੈ ਮੁਝੈ ਬਤਾਏ। ਮਹਾਰਾਜ ਉਹ ਚੰਗੀ ਤਰ੍ਹਾਂ ਮੈਨੂੰ ਸਮਝਾ ਦਿਓ, ਮੈਨੂੰ ਉਪਦੇਸ਼ ਦੇ ਦਿਓ। ਰਹਿ ਸਦੀਵ ਈਰਖਾ ਮਨ ਮੈਂ। ਮਹਾਰਾਜ ਮੇਰੇ ਹਿਰਦੇ ਵਿੱਚ ਹਮੇਸ਼ਾ ਈਰਖਾ, ਐਨਵੀਓ ਰਹਿੰਦੀ ਹੈ, ਜੈਲਸੀ ਰਹਿੰਦੀ ਸੀ। ਜਾਂ ਤੇ ਰਹੋ ਮਗਨ ਮੈਂ ਧਨ ਮੈਂ। ਕਹਿਣਗੇ ਇਸ ਕਰਕੇ ਮੈਂ ਜਿਹੜਾ ਹਨ ਧਨ ਦੇ ਵਿੱਚ ਮਗਨ ਰਹਿੰਦਾ ਸੀ, ਮੈਂ ਧਨ ਦੇ ਵਿੱਚ ਆਪਣੇ ਆਪ ਨੂੰ ਹੀ ਗਵਾ ਲਿਆ, ਮੈਂ ਆਪਣੇ ਆਪ ਨੂੰ ਜਿਹੜਾ ਹੈ ਉਹਦੇ ਵਿੱਚ ਹੀ ਗਲਤਾਨ ਕਰ ਲਿਆ। ਮੇਰੇ ਵਾਸਤੇ ਧਨ ਹੀ ਧਨ, ਦਿਨ ਰਾਤ ਮੇਰੇ ਮਨ 'ਚ ਇਹੀ ਗੱਲਾਂ ਚੱਲਦੀਆਂ ਸਨ ਵੀ ਮੈਂ ਹੋਰ ਕਿਵੇਂ ਇਕੱਠਾ ਕਰ ਲਵਾਂ। ਕਿਸ ਵੇ ਦੇ ਲੋਭ ਨਾ ਮਨ ਤੇ ਜਾਏ। ਮਹਾਰਾਜ ਮੇਰੇ ਹਿਰਦੇ ਵਿੱਚ ਲੋਭ ਹੁੰਦਾ ਹੈ, ਜੋ ਇਕੱਠਾ ਕਰਨ ਦਾ ਹੁੰਦਾ ਹੈ। ਕਹਿੰਦੇ ਉਹ ਲੋਭ ਜਿਹੜਾ ਗ੍ਰੀਡ ਸੀਗਾ ਨਾ ਮਹਾਰਾਜ, ਉਹ ਨਹੀਂ ਮੇਰੇ ਅੰਦਰੋਂ ਜਾਂਦਾ। ਕਿਉਂ ਕਰ ਜਾਨੋ ਗੈਲ ਖੁਦਾਏ। ਮਹਾਰਾਜ ਇਸ ਕਰਕੇ ਮੈਂ ਪਰਮਾਤਮਾ ਦੇ ਰਸਤੇ ਨੂੰ ਜਾਣਿਆ ਨਹੀਂ। ਮੈਂ ਇਹ ਨਹੀਂ ਜਾਣਿਆ ਕਿ ਇਹ ਜੀਵਨ ਦਾ ਜਿਹੜਾ ਲਕਸ਼ ਕੀ ਹੈ, ਪਰਮਾਤਮਾ ਦੀ ਪ੍ਰਾਪਤੀ, ਤੇ ਬਾਕੀ ਦੁਨੀਆ ਤਾਂ ਝੂਠੀ ਹੈ। ਮੈਂ ਇਹ ਗੱਲ ਤੋਂ ਅਣਜਾਣ ਹੀ ਰਿਹਾ। ਕਿਰਪਾ ਧਾਰ ਅਬ ਕਰਹੁ ਉਚਾਰਾ। ਮਹਾਰਾਜ ਹੁਣ ਕਿਰਪਾ ਕਰਕੇ ਤੁਸੀਂ, ਮਹਾਰਾਜ ਕਿਰਪਾ ਕਰਕੇ ਹੁਣ ਉਹ ਉਪਦੇਸ਼ ਮੈਨੂੰ ਉਚਾਰਨ ਕਰਕੇ ਦੱਸੋ। ਕਿਰਪਾ ਦੇ ਘਰ ਵਿੱਚ ਆਜੋ ਸਤਿਗੁਰੂ ਜੀ। ਨਾ ਸਹਿ ਮਨ ਕੇ ਸਰਬ ਵਿਕਾਰ। ਜਿਹਦੇ ਕਰਕੇ ਮੇਰੇ ਹਿਰਦੇ ਦੇ ਜਿੰਨੇ ਵੀ ਵਿਕਾਰ ਹਨ ਉਹ ਸਾਰੇ ਨਸ ਜਾਣ, ਉਹ ਸਾਰੇ ਨਿਕਲ ਜਾਣ, ਚਲੇ ਜਾਣ। ਸੁਨ ਸ੍ਰੀ ਨਾਨਕ ਗਿਰਾ ਉਚਾਰੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਇਹ ਬੇਨਤੀ ਸੁਣੀ ਨਾ ਕੌਰੂ ਦੀ, ਦੇਨ ਨਸੀਹਤ ਸਭ ਸੁਖਕਾਰੀ। ਸਤਿਗੁਰਾਂ ਨੇ ਉਸ ਵੇਲੇ ਨਸੀਹਤ ਦੇਣ ਵਾਸਤੇ, ਉਹਨੂੰ ਐਡਵਾਈਸ ਦੇਣ ਵਾਸਤੇ, ਉਹਨੂੰ ਕੁਝ ਕੁ ਉਪਦੇਸ਼ ਦੇਣ ਵਾਸਤੇ, ਜਿਹਨੂੰ ਅਰਬਿਕ ਬੋਲੀ ਵਿੱਚ ਨਸੀਹਤ ਕਿਹਾ ਜਾਂਦਾ ਹੈ। ਸੋ ਨਸੀਹਤ ਵੀ ਕਿਹਾ ਜਾਂਦਾ ਹੈ ਜਾਂ ਨਸੀਹਤ ਹੈ। ਸੋ ਇਹ ਨਸੀਹਤ, ਐਡਵਾਈਸ ਉਹਨੂੰ ਦੇਣ ਵਾਸਤੇ, ਉਪਦੇਸ਼ ਦੇਣ ਵਾਸਤੇ ਸਤਿਗੁਰਾਂ ਨੇ ਉਸ ਵੇਲੇ ਇੱਕ ਨਸੀਹਤਨਾਮਾ ਸਤਿਗੁਰਾਂ ਨੇ ਉਚਾਰਨ ਕੀਤਾ। ਇਹ ਨਸੀਹਤਨਾਮਾ ਜਿਹੜਾ ਹੈ, ਇਹ ਨਸੀਹਤਨਾਮਾ ਉਹ ਸਮੇਂ ਦੀ ਜੋ ਅਰਬਿਕ ਭਾਸ਼ਾ ਹੈ, ਅਰਬਿਕ ਭਾਸ਼ਾ ਦੇ ਵਿੱਚ ਇਹ ਨਸੀਹਤਨਾਮਾ ਉਚਾਰਨ ਕੀਤਾ ਜਾਂਦਾ ਸੀ। ਜਿਹੜਾ ਰਾਜਾ ਹੋਇਆ ਨਾ ਇਸਮਾਇਲ ਇੱਕ, ਉਹਨੇ ਵੀ ਇੱਕ ਨਸੀਹਤਨਾਮਾ ਲਿਖਿਆ ਸੀਗਾ। ਸੋ ਉਹ ਸਮੇਂ ਦੀ ਇੱਕ ਜਿਹੜੀ ਹੈ ਐਸੀ ਰਵਾਇਤ ਸੀਗੀ ਜਿਹਦੇ ਵਿੱਚ ਨਸੀਹਤ ਦੇਣ ਵਾਸਤੇ, ਉਪਦੇਸ਼ ਦੇਣ ਵਾਸਤੇ ਇੱਕ ਨਾਮਾ ਲਿਖਿਆ ਜਾਂਦਾ ਸੀਗਾ। ਸੋ ਇਹ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮਾ ਲਿਖਿਆ ਹੈ, ਨਾਮਾ। ਸੋ ਦੇਖੋ ਉਹ ਵੀ ਇੱਕ ਜਿਹੜਾ ਹੈ ਉਹ ਔਰੰਗਜ਼ੇਬ ਨੂੰ ਗੁਰੂ ਗੋਬਿੰਦ ਸਿੰਘ ਨੇ ਲਿਖ ਕੇ ਦਿੱਤਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕੌਰੂ ਨੂੰ ਇੱਕ ਉਪਦੇਸ਼ ਦੇਣ ਵਾਸਤੇ, ਉਹਨੂੰ ਪਰਮਾਤਮਾ ਦੇ ਰਸਤਾ ਦਿਖਾਉਣ ਵਾਸਤੇ ਸਤਿਗੁਰਾਂ ਨੇ ਨਸੀਹਤਨਾਮਾ ਉਚਾਰਨ ਕੀਤਾ। ਇਹ ਨਸੀਹਤਨਾਮਾ ਜਿਹੜਾ ਹੈ ਇਹ ਐਸਾ ਹੈ ਕਿ ਇਹਦੇ ਵਿੱਚ ਉਪਦੇਸ਼ ਕੌਰੂ ਨੂੰ ਉਸ ਦੇ ਲੈਵਲ ਤੇ ਜਾ ਕੇ ਉਹਨੂੰ ਦੱਸਿਆ ਜਾਂਦਾ ਹੈ। ਉਹਦੀ ਭਾਸ਼ਾ ਵਿੱਚ ਉਹਦੇ ਜਿਹੜੇ ਹਨ ਉਸ ਦੇ ਪ੍ਰੋਬਲਮਸ ਨੂੰ ਅੱਗੇ ਰੱਖ ਕੇ ਉਹਨੂੰ ਉਪਦੇਸ਼ ਦਿੱਤਾ ਜਾਂਦਾ ਹੈ। ਜਿਵੇਂ ਕਹਿੰਦੇ ਐਸਾ ਵੀ ਹੈ, ਇਹ ਕੌਰੂ ਜਿਹੜਾ ਹੈ, ਇਹ ਜਿਹੜਾ ਹੈ ਆਪਾਂ ਨੂੰ ਪਹਿਲਾਂ ਕੀਤਾ ਵੀ ਇਹ ਪਹਿਲਾ ਕੌਰੂ ਹੋਇਆ ਮੋਸਸ ਦੇ ਟਾਈਮ ਦੇ ਵਿੱਚ। ਤੇ ਮੋਸਸ ਦੇ ਟਾਈਮ ਦੇ ਵਿੱਚ ਜਿਹੜਾ ਕੌਰੂ ਸੀਗਾ ਉਹਨੇ 40 ਗੰਜ ਇਕੱਠਾ ਕੀਤਾ। ਇੰਨਾ ਧਨ ਸੀ ਉਹਦੇ ਕੋਲ। ਇਹ ਜਿਵੇਂ ਇੱਕ ਰੇਸ ਲੱਗੀ ਹੋਈ ਸੀ ਵੀ ਕਿਹਦੇ ਕੋਲ ਜ਼ਿਆਦਾ ਧਨ ਹੁੰਦਾ ਹੈ। ਤੇ ਇਹਦੇ ਬਾਰੇ ਜਿਹੜਾ ਹੈ ਅਲ ਕੁਰਾਨ ਦੇ ਵਿੱਚ ਸੂਰਤ ਅਲ ਕਾਸਸ ਦੇ ਵਿੱਚ ਲਿਖਿਆ ਹੋਇਆ ਹੈ। ਇਸ ਦਾ ਕੌਰੂ ਦਾ ਨਾਂ ਵੀ ਆਉਂਦਾ ਹੈ। ਤੇ ਜਿਹੜਾ ਹੈ ਓਲਡ ਟੈਸਟਮੈਂਟ ਜਿਹੜੀ ਹੈ ਕੋਰਾ, ਉਹਦੇ ਵਿੱਚ ਕੋਰਾ ਦੱਸਿਆ ਹੈ, ਜਿਹਨੂੰ ਕ੍ਰੋਸਸ ਵੀ ਕਿਹਾ ਜਾਂਦਾ ਹੈ। ਤੇ ਇਹਨੂੰ ਜਿਹੜਾ ਹੈ ਉਹਦੇ ਬਾਰੇ ਜਿਹੜਾ ਹੈ ਇਹ ਸਾਰਾ ਉਪਦੇਸ਼ ਜਿਹੜਾ ਹੈ ਇਹਦੇ ਬਾਰੇ ਉੱਥੇ ਦੱਸਿਆ ਗਿਆ ਵੀ ਐਸੇ ਰਾਜੇ ਹੋਏ ਨੇ ਜਿਨ੍ਹਾਂ ਨੇ ਜ਼ੁਲਮ ਕੀਤਾ ਧਰਮ ਕਮਾਉਣ ਵਾਸਤੇ। ਸੋ ਐਸਾ ਜਿਹੜਾ ਹੈ ਇਹ ਨਸੀਹਤਨਾਮਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਤੇ ਇਹ ਨਸੀਹਤਨਾਮਾ ਗੁਰਬਾਣੀ ਵਿੱਚ ਨਹੀਂ ਆਉਂਦਾ, ਗੁਰਬਾਣੀ ਤੋਂ ਬਾਹਰ ਦੀ ਬਾਣੀ ਹੈ। ਤੇ ਮਹਾਰਾਜ ਨੇ ਇਹਨੂੰ ਉਚਾਰਨ ਕੀਤਾ ਜਿਹੜਾ ਕਿ ਉਸ ਸਮੇਂ ਵਿੱਚ ਰਿਕਾਰਡਡ ਹੋਇਆ। ਸੋ ਇਹ ਨਸੀਹਤਨਾਮਾ
ਜਿਹੜਾ ਹੈ ਇਹਦੇ ਵਿੱਚ ਸਿੱਧੇ ਪੱਧਰੇ ਜਿਹੜਾ ਉਪਦੇਸ਼ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਰਦੇ ਨੇ। ਵੈਰੀ ਪ੍ਰੈਕਟੀਕਲ ਉਪਦੇਸ਼ ਹੈ, ਉਹ ਆਪ ਜੀ ਸੁਣੋ ਹੁਣ। ਤਿਲੰਗ ਮਹੱਲ ਪਹਿਲਾ ਕੀਚੈ ਨੇਕ ਨਾਮੀ ਜੋ ਦੇਵੈ ਖੁਦਾਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਤਲੰਗ ਮਹੱਲਾ ਪਹਿਲਾ ਲਿਖਿਆ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਤਲੰਗ ਰਾਗ ਵਿੱਚ। ਸੋ ਉੱਥੇ ਜਿਹੜਾ ਹੈ ਮਹਾਰਾਜ ਕਹਿੰਦੇ ਹਨ, ਦੇਖੋ ਕੀਚੈ ਨੇਕ ਨਾਮੀ, ਕਹਿਣਗੇ ਹੇ ਕਾਰੂ ਤੂੰ ਨੇਕ ਨਾਮੀ ਕਰ, ਤੂੰ ਚੰਗੇ ਕਰਮ ਕਰ, ਉਹ ਕਰਮ ਕਰ ਜਿਹਦੇ ਵਿੱਚ ਨੇਕੀ ਹੋਵੇ, ਜਿਹਦੇ ਵਿੱਚ ਤੇਰਾ ਵੀ ਭਲਾ ਹੋਵੇ ਤੇ ਦੂਸਰੇ ਦਾ ਵੀ ਭਲਾ ਹੋਵੇ। ਤੂੰ ਉਹ ਕਾਰਜ ਉਹ ਕਰਮ ਕਰਨਾ ਕਰ ਜੋ ਦੇਵੇ ਖੁਦਾਏ। ਕਹਿਣਗੇ ਹੁਣ ਤੂੰ ਨੇਕ ਨਾਮੀ ਕਿਵੇਂ ਕਰਨੀ ਹੈ? ਤੂੰ ਉਹਦੇ ਨਾਲ ਕਰਨੀ ਹੈ ਜੋ ਚੀਜ਼ ਤੈਨੂੰ ਖੁਦਾ ਦਿੰਦਾ ਹੈ, ਜਿਹੜੀ ਚੀਜ਼ ਤੈਨੂੰ ਰੱਬ ਨੇ ਦਿੱਤੀ ਹੈ, ਪਰਮਾਤਮਾ ਨੇ, ਤੂੰ ਉਹ ਲੋਕਾਂ ਵਿੱਚ ਵੰਡ। ਜੇ ਤੈਨੂੰ ਰਾਜਾ ਬਣਾਇਆ ਤੂੰ ਪ੍ਰਜਾ ਦੀ ਸੇਵਾ ਕਰ, ਜੇ ਤੈਨੂੰ ਧਨ ਦਿੱਤਾ ਹੈ ਤਾਂ ਤੂੰ ਦੁਨੀਆ ਦੀ ਗਰੀਬੀ ਦੂਰ ਕਰ, ਦੁਨੀਆ ਦਾ ਦੁੱਖ ਦੂਰ ਕਰ। ਇਸ ਕਰਕੇ ਕੀਚੈ ਤੇਰਾ ਕੰਮ ਕੀ ਹੈ? ਤੂੰ ਕਰਨਾ ਹੈ, ਕਿਉਂਕਿ ਦੇਣ ਵਾਲਾ ਤਾਂ ਪਰਮਾਤਮਾ ਹੈ, ਧਨ ਤਾਂ ਹੈ ਪਰਮਾਤਮਾ ਦਾ, ਤੇਰਾ ਨਹੀਂ। ਤੇ ਤੇਰਾ ਕੰਮ ਕੀ ਹੈ? ਕੀਚੈ, ਤੇਰਾ ਕੰਮ ਸਿਰਫ ਕਰਨਾ ਹੈ। ਯੂ ਹੈਵ ਟੂ ਜਸਟ ਡੂ ਇਟ। ਉਹ ਧਨ ਤੇਰਾ ਨਹੀਂ, ਜਿਹੜਾ ਤੇਰੇ ਕੋਲ ਆ ਵੀ ਗਿਆ ਉਹ ਵੀ ਤੇਰਾ ਨਹੀਂ, ਜਿਹੜਾ ਤੂੰ ਦੇ ਦਿੱਤਾ ਉਹ ਵੀ ਤੇਰਾ ਨਹੀਂ। ਸੋ ਇਹ ਜਿਹੜਾ ਹੈ ਮਹਾਰਾਜ ਜੀ ਸਮਝਾਉਂਦੇ ਹਨ। ਸੋ ਕੀਚੇ ਨੇਕ ਨਾਮੀ, ਕਹਿੰਦੇ ਨੇਕ ਤੇ ਨਾਮੀ, ਨੇਕੀ ਕਰ ਉਹ ਪਰਮਾਤਮਾ ਦੇ ਨਾਮ ਤੇ, ਪਰਮਾਤਮਾ ਦਾ ਨਾਮ ਲੈ ਕੇ ਹੀ ਤੂੰ ਦਾਨ ਕਰ। ਤੂੰ ਇਹ ਨਾ ਕਿ ਤੂੰ ਕਰਦਾ ਹੈ, ਤੂੰ ਉਸ ਪਰਮਾਤਮਾ ਦੇ ਨਾਮ ਤੇ ਹੀ ਕਰ ਤੇ ਨਿਸ਼ਕਾਮ ਹੋ ਕੇ ਕਰ, ਸੈਲਫਲੈਸਲੀ ਉਹ ਧਨ ਨੂੰ ਤੂੰ ਵੰਡ। ਕਹਿੰਦੇ ਜੋ ਦੇਵੇ ਖੁਦਾਏ, ਕਿਉਂਕਿ ਖੁਦਾ ਦਾ ਦਿੱਤਾ ਧਨ ਹੈ, ਇਹ ਤੇਰਾ ਵੀ ਕੋਈ ਨਹੀਂ ਹੈਗਾ। ਜੋ ਦਿਸੈ ਜਿਮੀ ਪਰ, ਕਹਿੰਦੇ ਜੋ ਵੀ ਤੈਨੂੰ ਇਹ ਦੁਨੀਆ ਦੇ ਉੱਤੇ ਦਿਸ ਰਿਹਾ ਹੈ, ਇਹ ਜ਼ਮੀਨ ਤੇ ਦਿਸ ਰਿਹਾ ਹੈ, ਇਹ ਦੁਨੀਆ ਤੇ ਤੈਨੂੰ ਦਿਸ ਰਿਹਾ ਹੈ, ਸੋ ਹੋਸੀ ਫਨਾਏ। ਇਹ ਸਾਰਾ ਫਨਾ ਖਤਮ ਹੋ ਜਾਣਾ ਹੈ, ਇਹ ਸਾਰਾ ਡਿਸਟਰੋਏ ਹੋ ਜਾਣਾ ਹੈ, ਇਹ ਖਤਮ ਹੋ ਜਾਣਾ ਹੈ, ਇਹ ਰਹਿਣਾ ਕੋਈ ਨਹੀਂ ਹੈਗਾ। ਦਾਇਮ ਵਾ ਦੌਲਤ ਕਸੇ ਬੇਸੁਮਾਰ। ਦੇਖੋ ਦਾਇਮ ਵਾ ਦੌਲਤ, ਕਹਿੰਦੇ ਹਮੇਸ਼ਾ, ਕਹਿੰਦੇ ਹਮੇਸ਼ਾ ਜਿਹੜਾ ਦੌਲਤ ਦੇ ਨਾਲ ਆਪਣਾ ਪਿਆਰ, ਆਪਣਾ ਇੰਟਰਸਟ, ਆਪਣੀ ਰੁਚੀ ਬਣਾਈ ਰੱਖਣੀ ਹੈ। ਕਹਿੰਦੇ ਕਸੇ ਬੇਸੁਮਾਰ, ਕਸੇ ਕਹਿੰਦੇ ਕਸੇ ਰਹਿਣਾ, ਕਿ ਜਿਹੜਾ ਹਨ ਕਸੇ ਮੀਨਸ ਆਪਣੇ ਆਪ ਨੂੰ ਉਸ ਦੇ ਨਾਲ ਬੰਨ ਲੈਣਾ, ਟਾਈਡ ਅਪ ਕਰ ਲੈਣਾ। ਉਹ ਚੀਜ਼ ਨਾ ਤੂੰ ਆਪਣੇ ਆਪ ਨੂੰ ਬੰਨ ਲਿਆ, ਉਹ ਧਨ ਦੇ ਨਾਲ, ਉਸ ਦੇ ਲੋਭ ਦੇ ਨਾਲ, ਉਸ ਦੀ ਗ੍ਰਿਡ ਦੇ ਨਾਲ ਤੂੰ ਬੰਨ ਲਿਆ। ਤੇ ਕੀ ਬੰਨਿਆ? ਤੂੰ ਖਾਹਿਸ਼ ਰੱਖੀ ਕਿ ਤੇਰੇ ਕੋਲ ਬੇਸੁਮਾਰ ਹੋਵੇ। ਬੇਸੁਮਾਰ ਦਾ ਮਤਲਬ ਕਾਊਂਟਲੈਸ, ਤੇਰੇ ਕੋਲ ਇੰਨਾ ਧਨ ਹੋਵੇ ਜਿਹਦੀ ਗਿਣਤੀ ਨਾ ਕੀਤੀ ਜਾਵੇ। ਕਹਿੰਦੇ ਦਾਇਮ ਵਾ ਦੌਲਤ, ਕਹਿੰਦੇ ਦਾਇਮ ਤੇ ਪਰਮਾਤਮਾ ਦੇ ਘਰ ਦੇ ਵਿੱਚ ਜਿਹੜੀ ਦਾਇਮ ਹਮੇਸ਼ਾ ਹੀ ਦੌਲਤ ਰਹਿਣ ਵਾਲੀ ਹੈ। ਪਰਮਾਤਮਾ ਦੇ ਘਰ ਵਿੱਚ ਕੋਈ ਘਾਟਾ ਨਹੀਂ। ਕਸੇ ਬੇਸੁਮਾਰ, ਕਹਿਣਗੇ ਕਸੇ, ਕਹਿਣਗੇ ਉਹਦਾ ਜਿਹੜਾ ਹੈ ਬੇਸੁਮਾਰ, ਉਸਦੀ ਜਿਹੜੀ ਹੈ ਵੈਲਥ ਦੀ ਗਿਣਤੀ ਕੌਣ ਕਰ ਸਕਦਾ ਹੈ? ਪਰਮਾਤਮਾ ਦੇ ਘਰ ਵਿੱਚ ਤਾਂ ਬਹੁਤ ਜ਼ਿਆਦਾ ਧਨ ਹੈ। ਤੇਰੇ ਕੋਲ ਤਾਂ ਜਿਹੜਾ ਹੈ ਗਿਣਤੀ ਵਿੱਚ ਆ ਗਿਆ ਨਾ ਕਿ ਤੇਰੇ ਕੋਲ 35 ਗੰਜ ਹੈ, ਪਰ ਪਰਮਾਤਮਾ ਕੋਲ ਕਿੰਨਾ ਕਾ, ਕੌਣ ਇਹਦੀ ਗਿਣਤੀ ਕਰ ਸਕਦਾ? ਇਸ ਕਰਕੇ ਉਹ ਬੇਸੁਮਾਰ ਹੈ। ਤੂੰ ਭਰੋਸਾ ਰੱਖ ਕੇ ਪਰਮਾਤਮਾ ਦੇ ਘਰ ਵਿੱਚ ਧਨ ਦੀ ਕੋਈ ਘਾਟ ਨਹੀਂ, ਕਿਉਂਕਿ ਜਿੱਦਣ ਦੁਨੀਆ ਬਣੀ ਹੈ ਅੱਜ ਤੱਕ ਉਹ ਧਨ ਦਾ ਕੋਈ ਘਾਟਾ ਨਹੀਂ ਪਿਆ। ਸਾਰਿਆਂ ਨੂੰ ਆਪਣਾ ਆਪਣੇ ਸਮੇਂ ਦੇ ਵਿੱਚ ਧਨ ਮਿਲਦਾ ਹੈ ਤੇ ਸਾਰਿਆਂ ਨੇ ਖਰਚਿਆ ਵੀ ਹੈ, ਕਮਾਇਆ ਵੀ ਹੈ ਤੇ ਖਰਚਿਆ ਵੀ ਹੈ, ਲੁੱਟਿਆ ਵੀ ਹੈ ਤੇ ਜਿਹੜਾ ਹਨ ਦਿੱਤਾ ਵੀ ਹੈ। ਪਰ ਉਹ ਧਨ ਕਿਤੇ ਖਤਮ ਨਹੀਂ ਹੁੰਦਾ, ਕਿਉਂਕਿ ਦਾਇਮ ਉਹ ਘਰ ਪਰਮੇਸ਼ਰ ਦੇ ਘਰ ਵਿੱਚ ਤਾਂ ਹਮੇਸ਼ਾ ਹੀ ਮਾਇਆ ਜਿਹੜੀ ਹੈ, ਇਹ ਪੈਸਾ ਰਹਿਣ ਵਾਲਾ ਹੈ ਤੇ ਬੇਸੁਮਾਰ ਹੈ। ਨਾ ਰਹੇਂਗੇ ਕਰੋੜੀ, ਨਾ ਰਹੇਂਗੇ ਹਜ਼ਾਰ। ਇਸ ਕਰਕੇ ਦੁਨੀਆ ਵਿੱਚ ਨਾ ਤਾਂ ਕਰੋੜੀ ਉਹ ਹੁੰਦੇ ਨੇ, ਕਹਿੰਦੇ ਜਿਹੜਾ ਹਨ ਕਰੋੜ ਕੀ ਹੁੰਦਾ? 10 ਮਿਲੀਅਨ ਦਾ 1 ਕਰੋੜ ਬਣਦਾ ਹੈ। ਨਾ ਹਜ਼ਾਰਾਂ ਵਾਲੇ ਰਹਿਣਗੇ, ਨਾ ਉੱਥੇ ਮਿਲੀਅਨਸ ਇਹ ਰਹਿਣਗੇ, ਨਾ ਬਿਲੀਅਨਸ ਇਹ ਰਹਿਣਗੇ। ਉੱਥੇ ਕਿਸੇ ਨੇ ਨਹੀਂ ਰਹਿਣਾ, ਕੋਈ ਵੀ ਨਹੀਂ ਰਹਿੰਦਾ। ਮਾਇਆ ਤੇ ਆਪਣੀ ਮਾਲਕੀ ਪਾ ਕੇ ਬੰਦਾ ਨੰਗਾ ਹੀ ਤੁਰ ਜਾਏ, ਨਾਂਗੇ ਆਵਣ ਨਾਂਗੇ ਜਾਣਾ, ਕੋਈ ਨਾ ਰਹੇ ਰਾਜਾ ਰਹਿਣਾ, ਕੋਈ ਨਹੀਂ ਰਹਿੰਦਾ ਜੀ ਇੱਥੇ। ਦਮੜਾ ਤਿਸੀ ਕਾ ਜੋ ਖਰਚਾ ਅਰ ਖਾਏ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨਸੀਹਤ ਵਿੱਚ ਨਾਮੇ ਵਿੱਚ ਕਹਿੰਦੇ ਹਨ ਕਿ ਦੇਖੋ ਦਮੜਾ ਤਿਸੀ ਕਾ, ਦਮੜਾ ਪੈਸਾ ਉਸੇ ਦਾ ਹੁੰਦਾ ਹੈ ਜੋ ਉਹਨੂੰ ਖਰਚ ਲੈਂਦਾ ਹੈ ਜਾਂ ਉਹਨੂੰ ਖਾ ਲੈਂਦਾ ਹੈ। ਉਹੀ ਮਾਇਆ ਆਪਣੀ ਹੈ, ਜਿਹੜੀ ਰੱਖੀ ਹੁੰਦੀ ਹੈ ਨਾ ਉਹ ਆਪਣੀ ਨਹੀਂ, ਕਿਉਂਕਿ ਜਿੱਦਣ ਬੰਦਾ ਤੁਰ ਜਾਂਦਾ ਹੈ ਨਾ ਉਹ ਮਾਇਆ ਨੂੰ ਹੋਰ ਕੋਈ ਸੰਭਾਲ ਲੈਂਦਾ ਹੈ। ਜੀਵਨ ਕਾਲ ਦੇ ਵਿੱਚ, ਇਹ ਜੀਵਨ ਲਾਈਫ ਟਾਈਮ ਦੇ ਵਿੱਚ ਜਿੰਨਾ ਵੀ ਤੁਸੀਂ ਪੈਸਾ ਖਰਚ ਕਰ ਲਿਆ ਚਾਹੇ ਖਾ ਲਿਆ, ਉਹੀ ਤੁਹਾਡਾ ਹੈ,
ਉਹੀ ਤੁਹਾਡੇ ਹਿੱਸੇ ਆਇਆ ਹੈ। ਬਾਕੀ ਤਾਂ ਤੁਸੀਂ ਕੀ ਕੀਤਾ, ਤੁਸੀਂ ਕਿਸੇ ਵਾਸਤੇ ਇਕੱਠਾ ਕਰਕੇ ਰੱਖ ਦਿੱਤਾ। ਦੇਵੈ ਦਿਲਾਵੈ ਰਜਾਵੈ ਖੁਦਾਏ। ਦੇਖੋ, ਇੱਕ ਭਰੋਸਾ ਇਨਸਾਨ ਨੂੰ ਹਮੇਸ਼ਾ ਬਣਿਆ ਰਹਿਣਾ ਚਾਹੀਦਾ ਹੈ, ਕਿਉਂਕਿ ਧਨ ਦੇਣ ਵਾਲਾ ਵੀ ਪਰਮਾਤਮਾ ਹੈ ਤੇ ਕਹਿੰਦੇ ਰਜਾਉਣ ਵਾਲਾ, ਜੋ ਉਹ ਮਾਇਆ ਤੇ ਬਰਕਤ ਪਾ ਕੇ ਜਿਹੜੀ ਮਾਇਆ ਆਪਣੇ ਜੀਵਨ ਕਾਲ ਦੇ ਵਿੱਚ ਕੰਮ ਆ ਜਾਵੇ, ਉਹ ਮਾਇਆ ਜਿਹੜੀ ਉਹਨੂੰ ਰਜਾਵੈ ਕਹਿੰਦੇ ਹਾਂ, ਜੋ ਆਪਣੇ ਕੰਮ ਨੂੰ ਸਵਾਰਨ ਵਾਲੀ ਹੈ, ਜਿਹੜੀ ਮਾਇਆ ਕਰਕੇ ਆਪਾਂ ਨੂੰ ਸੁੱਖ ਮਿਲੇ। ਤੇ ਕਹਿੰਦੇ ਦੇਵੈ ਉਹ ਦਿੰਦਾ ਹੈ, ਦਿਲਾਵੇ ਜਾਂ ਕਿਸੇ ਤੋਂ ਦੁਆ ਦਿੰਦਾ ਹੈ। ਜੋ ਰਜਾਵੈ ਜੇ ਰਜਾ ਵੀ ਦਿੰਦਾ ਹੈ, ਕਈਆਂ ਨੂੰ ਕੰਟੈਨਮੈਂਟ ਦੇ ਦਿੰਦਾ ਹੈ, ਕਈਆਂ ਨੂੰ ਸੰਤੋਖ ਦੇ ਦਿੰਦਾ ਹੈ। ਉਹੀ ਖੁਦਾ ਹੈ ਜੋ ਦੇਵੇ ਹੈ, ਦਿੰਦਾ ਹੈ, ਦਿਲਾਉਂਦਾ ਹੈ ਤੇ ਆਪ ਰਜਾਵੈ ਰਜਾਉਂਦਾ ਵੀ ਹੈ। ਹੋਤਾ ਨਾ ਰਾਖੈ ਇਕੇਲਾ ਨਾ ਖਾਏ। ਦੇਖੋ, ਹੋਤਾ ਨਾ ਰਾਖੈ ਕਹਿਣਗੇ ਇਹ ਮਾਇਆ ਕਿਤੇ ਹੁੰਦੀ ਨਹੀਂ, ਇਹ ਮਾਇਆ ਐਸੀ ਇੱਕ ਇਲੂਸ਼ਨ ਹੈ। ਕਹਿੰਦੇ ਜਿਹੜਾ ਹੋਤਾ ਹੁੰਦਾ ਨਹੀਂ, ਜਿਹੜਾ ਨਾ ਰੱਖੈ ਇਹਨੂੰ ਕੋਈ ਰੱਖ ਵੀ ਨਹੀਂ ਸਕਦਾ। ਜਿਵੇਂ ਕੋਈ ਕਵੇ ਮੈਂ ਸੁਪਨੇ ਦੇ ਵਿੱਚ ਜੋ ਸੁਪਨਾ ਦੇਖਿਆ ਉਹਨੂੰ ਰੱਖ ਲਵਾਂ, ਨਹੀਂ ਰੱਖ ਸਕਦੇ। ਕਹਿੰਦੇ ਹੋਤਾ ਨਾ ਰੱਖੈ, ਇਹ ਹੁਣ ਨੰਨਾ ਜਿਹੜਾ ਦੇਲੀ ਦੀਪਕ ਹੈ, ਇਹ ਦੋਵੇਂ ਪਾਸੇ ਲੱਗਦਾ ਹੈ। ਹੋਤਾ ਨਾ ਹੁੰਦਾ ਨਹੀਂ, ਨਾ ਰੱਖੈ ਨਹੀਂ ਰੱਖਿਆ ਜਾਂਦਾ। ਤੇ ਕਹਿੰਦੇ ਇਕੱਲਾ ਨਾ ਖਾਏ, ਕੋਈ ਇਕੱਲਾ ਖਾ ਵੀ ਨਹੀਂ ਸਕਦਾ। ਕੋਈ ਕਿੰਨੇ ਕੁ ਮਾਇਆ ਖਾ ਲੇਗਾ, ਕੋਈ ਕਿੰਨੇ ਕੁ ਰੋਟੀਆਂ ਖਾ ਲੇਗਾ। ਥੋੜੋ ਜਿਹਦੇ ਕੋਲ ਜ਼ਿਆਦਾ ਪੈਸਾ ਉਹ ਜਿਹੜਾ ਹੈ ਸੋਨੇ ਦੀਆਂ ਰੋਟੀਆਂ ਖਾਏਗਾ, ਨਹੀਂ ਹੁੰਦਾ ਐਸਾ। ਤਹਿਕੀਕ ਦਿਲਦਾਨੀ ਵਹੀ ਪਿਸਤ ਜਾਏ। ਦੇਖੋ, ਤਹਿਕੀਕ ਦਿਲਦਾਨੀ, ਤਹਿਕੀਕ ਹੁੰਦਾ ਵੀ ਹਮੇਸ਼ਾ ਨਿਸ਼ਚੇ ਕਰਕੇ ਕੋਈ ਗੱਲ ਨੂੰ ਭਰੋਸੇ ਦੇ ਨਾਲ ਮੰਨ ਲੈਣਾ, ਕੋਈ ਚੀਜ਼ ਦੇ ਉੱਤੇ ਜਿਹੜਾ ਹੈ ਆਪਣਾ ਜਿਹੜਾ ਹੈ ਭਰੋਸਾ ਬੱਝਿਆ ਜਾਣਾ। ਕਹਿੰਦੇ ਤਹਿਕੀਕ ਦਿਲਦਾਨੀ, ਕਹਿਣਗੇ ਤੂੰ ਆਪਣੇ ਦਿਲ ਵਿੱਚ ਇੱਕ ਨਿਸ਼ਚੇ ਮਾਤਰ ਇੱਕ ਗੱਲ ਨੂੰ ਤੂੰ ਜਾਣਨਾ ਕਰ, ਜਿਹੜਾ ਹਨ ਅਨਡਾਊਟਫੁਲੀ ਬਿਲੀਫ ਇਨ ਵਨ ਥਿੰਗ। ਉਹ ਕੀ ਹੈ, ਵਹੀ ਭੀਸਤ ਜਾਏ, ਉਹੀ ਸਵਰਗਾਂ ਨੂੰ ਹੈਵਨ ਨੂੰ ਜਾਂਦੇ ਹਨ। ਕੀਚੈ ਤਵੱਜਿਆ ਨਾ ਕੀਚੈ ਗੁਮਾਨ। ਜਿਹੜੇ ਕਿ ਤਵੱਜਿਆ, ਜੋ ਕਿ ਕੀਚੈ, ਜੋ ਆਦਰ ਸਤਕਾਰ ਕਰਦੇ ਨੇ, ਜੋ ਸਤਕਾਰ ਰੈਸਪੈਕਟ ਕਰਦੇ ਨੇ, ਕਿਹਨੂੰ ਨਾ ਕੀਚੈ ਗੁਮਾਨ, ਉਹ ਹੰਕਾਰ ਨਹੀਂ ਕਰਦੇ। ਕਹਿੰਦੇ ਮਾਇਆ ਦਾ ਹੁਣ ਇੱਕ ਫਾਰਮੂਲਾ ਆ ਜੋ ਗੁਰੂ ਨਾਨਕ ਸਾਹਿਬ ਜੀ ਇੱਥੇ ਦੱਸ ਰਹੇ ਨੇ। ਕਹਿੰਦੇ ਕੀਚੇ ਤਵੱਜਿਆ, ਕਹਿੰਦੇ ਜੀ ਮਾਇਆ ਤੁਹਾਡੇ ਕੋਲ ਆ ਗਈ ਹੈ ਨਾ, ਤੁਹਾਡੇ ਕੋਲ ਕੁਝ ਜ਼ਿਆਦਾ ਮਾਇਆ ਹੈ, ਤਾਂ ਕਹਿੰਦੇ ਇਸ ਮਾਇਆ ਦਾ ਆਦਰ ਕਰੋ। ਮਾਇਆ ਦਾ ਆਦਰ ਕਰਨਾ ਇਹ ਨਹੀਂ ਹੁੰਦਾ ਵੀ ਉਹਨੂੰ ਇਕੱਠੀ ਕਰਕੇ ਰੱਖ ਲਓ। ਉਹਦਾ ਆਦਰ ਇਸ ਗੱਲ ਦੇ ਵਿੱਚ ਹੈ ਕਿ ਉਹਨੂੰ ਭਲਾਈ ਕਮਾਉਣ ਵਾਸਤੇ ਵਰਤੋ। ਜਿਹੜਾ ਪੈਸਾ ਤੁਹਾਡੇ ਕੋਲ ਪਿਆ ਉਹਦੀ ਕੋਈ ਵੈਲਿਊ ਨਹੀਂ, ਜਦੋਂ ਉਹ ਪੈਸਾ ਤੁਸੀਂ ਕਿਸੇ ਨੂੰ ਡੋਨੇਟ ਕਰਦੇ ਉਹਦਾ ਪੁੰਨ ਤੁਹਾਨੂੰ ਮਿਲ ਜਾਂਦਾ ਹੈ। ਸੋ ਇਸ ਕਰਕੇ ਕਹਿੰਦੇ ਕੀਜੇ ਤਵੱਜਿਆ, ਉਹਦਾ ਆਦਰ ਕਰੋ ਮਾਇਆ ਦਾ, ਕਿਉਂਕਿ ਮਾਇਆ ਕੈਸ਼ ਫਲੋ ਹੈ। ਜੇ ਮਾਇਆ ਇੱਕ ਪਾਸੇ ਪਈ ਰਵੇ ਤਾਂ ਉਹ ਬਹੁਤਾ ਕੰਮ ਨਹੀਂ ਕਰੇਗੀ, ਜੇ ਕੈਸ਼ ਫਲੋ ਹੋਵੇਗਾ ਤਾਂ ਉਹ ਮਾਇਆ ਚੱਲਦੀ ਹੈ। ਇਸ ਕਰਕੇ ਨਾ ਕੀਜੇ ਗੁਮਾਨ, ਮਾਇਆ ਤੇ ਕਿਤੇ ਗੁਮਾਨ ਹੰਕਾਰ ਨਹੀਂ ਕਰਨਾ ਚਾਹੀਦਾ। ਇਹ ਕਿਉਂਕਿ ਮਾਇਆ ਆਪਣੀ ਨਾ ਜਾਣੋ। ਨਾ ਰਹਿਸੀ ਇਹ ਦੁਨੀਆ ਨਾ ਰਹਿਸੀ ਦੀਵਾਨ। ਦੇਖੋ, ਨਾ ਇਹ ਦੁਨੀਆ ਰਹਿਣੀ ਹੈ ਅਖੀਰ ਕਰ, ਇਹ ਮਾਇਆ ਦੀ ਕੀ ਗੱਲ ਕਰਦੇ ਹਾਂ, ਇਹ ਧਰਤੀ ਵੀ ਨਹੀਂ ਰਹਿਣੀ, ਅਸਮਾਨ ਵੀ ਨਹੀਂ ਰਹਿਣਾ, ਇਹ ਦੁਨੀਆ ਨਹੀਂ ਰਹਿਣੀ, ਤੇ ਨਾ ਕੋਈ ਦੀਵਾਨ, ਕੋਈ ਰਾਜਾ ਰਹਿਣਾ ਹੈ, ਨਾ ਕੋਈ ਰਾਜੇ ਦਾ ਦੀਵਾਨ ਲੱਗਿਆ ਰਹਿਣਾ ਹੈ, ਨਾ ਕੋਈ ਦੀਵਾਨ ਜਿਹੜਾ ਹੈ ਬਾਕੀ ਰਹਿ ਜਾਣਾ, ਨਾ ਕਿਸੇ ਦਾ ਰਾਜ ਰਹਿਣਾ ਹੈ, ਨਾ ਇਹ ਦੁਨੀਆ ਰਹਿਣੀ ਹੈ, ਨਾ ਰਾਜ ਰਹਿਣੇ ਹਨ। ਹਾਥੀ ਵਾ ਘੋੜੇ ਵਾ ਲਸ਼ਕਰ ਹਜ਼ਾਰ। ਦੇਖੋ, ਜਿਹੜੇ ਹਾਥੀ ਹਨ, ਜਿਹੜੇ ਘੋੜੇ ਹਨ, ਐਲੀਫੈਂਟਸ ਹਨ, ਹਾਰਸਸ ਹਨ, ਜਾਂ ਜਿਹੜੀ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਆਮੀ ਹੈ ਵੱਡੀ, ਹੋਵੇਂਗੇ ਗਰਕ ਕੁਛ ਲਾਗੇ ਨਾ ਬਾਰ। ਦੇਖੋ, ਜਦੋਂ ਇਹ ਗਰਕ ਹੋਣਗੇ, ਜਦੋਂ ਇਹਨਾਂ ਨੂੰ ਜਿਹੜੀ ਹੈ ਧਰਤੀ ਸਵਾਲੂ ਕਰੇਗੀ, ਜਦੋਂ ਇਹਨਾਂ ਨੂੰ ਗਰਕ ਕਰੇਗੀ, ਜੋ ਆਪਣੇ ਵਿੱਚ ਇਹਨਾਂ ਨੂੰ ਡੇਗੇਗੀ, ਤਾਂ ਕਹਿੰਦੇ ਉਦੋਂ ਜਿਹੜਾ ਹੈ ਉਸ ਵੇਲੇ ਕਹਿੰਦੇ ਉਹ ਕੋਈ ਨਹੀਂ ਬਚੇਗਾ, ਕਿਸੇ ਨੇ ਵੀ ਨਹੀਂ ਬਚਣਾ, ਕਿਉਂਕਿ ਹੋਵੇਂਗੇ ਗਰਕ। ਇਹ ਗਰਕ ਹੋ ਜਾਣੇ ਨੇ, ਕੁਛ ਨਾ ਲੱਗੇ ਬਾਹਰ, ਕੋਈ ਦੇਰੀ ਨਹੀਂ ਲੱਗਣੀ। ਇਨ ਨੋ ਟਾਈਮ ਕਹਿੰਦੇ ਜਦੋਂ ਧਰਤੀ ਪਾੜ ਜਾਂਦੀ ਹੈ, ਬੰਦੇ ਵਿੱਚ ਡਿੱਗ ਪੈਂਦੇ, ਫਿਰ ਕੋਈ ਪਤਾ ਨਹੀਂ ਲੱਗਦਾ ਕਿੱਥੇ ਚਲੇ ਗਏ। ਦੁਨੀਆ ਕਾ دیਵਾਨਾ ਕਹੈ ਮੁਲਕ ਮੇਰਾ। ਦੇਖੋ, ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜਾ دیਵਾਨਾ ਪਾਗਲ ਹੈ, ਜਿਹੜਾ ਕਿ ਮਾਇਆ ਨੇ ਪਾਗਲ ਕੀਤਾ ਹੁੰਦਾ ਹੈ, ਮਾਇਆ ਧਾਰੀ ਨੂੰ دیਵਾਨਾ ਕਿਹਾ ਹੈ, ਮਾਇਆ ਧਾਰੀ ਅਤ ਅੰਨਾ ਬੋਲਾ। ਸੋ ਮਾਇਆ ਧਾਰੀ ਜਿਹੜਾ ਹੈ ਉਹ دیਵਾਨਾ, ਉਹ ਪਾਗਲ ਕਹਿੰਦਾ ਹੈ ਕਿ ਇਹ ਮੁਲਕ, ਇਹ ਕੰਟਰੀ ਮੇਰੀ ਹੈ, ਇਹ ਧਰਤੀ ਮੇਰੀ ਹੈ, ਇਹ ਸਰੀਰ ਮੇਰਾ, ਇਹ ਜਿਹੜਾ ਹੈ ਧਨ ਮੇਰਾ ਹੈ। ਆਈ ਮੌਤ ਸਿਰ ਪਰ ਨਾ ਮੇਰਾ ਨਾ ਤੇਰਾ। ਦੇਖੋ, ਜਦੋਂ ਮੌਤ ਸਿਰ ਤੇ ਆ ਜਾਂਦੀ ਹੈ, ਸਿਰ ਤੇ ਆਉਣ ਦਾ ਮਤਲਬ ਸਮੇਂ ਸਿਰ ਜਦੋਂ ਆ ਜਾਂਦੀ ਹੈ, ਮੌਤ ਨੇ ਆਪਣੇ ਸਮੇਂ ਸਿਰ ਆਈ ਜਾਣਾ ਹੈ, ਤੇ ਕੋਈ ਵੀ ਐਸਾ ਨਹੀਂ ਜਿਹੜਾ ਬਚ ਸਕਦਾ ਹੈ। ਸੋ ਮੌਤ ਜਦੋਂ ਸਿਰ ਤੇ ਆਉਂਦੀ ਹੈ, ਕਹਿੰਦੇ ਉਦੋਂ ਕੀ ਹੁੰਦਾ, ਨਾ ਮੇਰਾ ਨਾ ਤੇਰਾ, ਉੱਥੇ ਕੁਝ ਵੀ ਨਹੀਂ ਰਹਿ ਜਾਂਦਾ।
ਕੁਝ ਵੀ ਨਾ ਮੇਰਾ ਰਹਿੰਦਾ ਨਾ ਕੁਝ ਤੇਰਾ ਰਹਿ ਜਾਣਾ ਹੈ। ਉੱਥੇ ਤੇਰਾ ਮੇਰਾ ਮੁੱਕ ਜਾਂਦਾ ਹੈ, ਕਿਉਂਕਿ ਜੀਵਨ ਕਾਲ ਮੁੱਕ ਜਾਂਦਾ ਹੈ। ਜਦੋਂ ਜੀਵਨ ਮੁੱਕ ਜਾਂਦਾ ਹੈ ਉਦੋਂ ਜੀਵਨ ਦੇ ਨਾਲ ਜੁੜੀਆਂ ਚੀਜ਼ਾਂ ਸਾਰੀਆਂ ਛੁੱਟ ਜਾਂਦੀਆਂ ਹਨ। ਕੀਤੀ ਗਈ ਦੇਖ ਵਾਜੇ ਵਜਾਏ। ਦੇਖੋ ਤੂੰ ਆਪਣੇ ਅੱਖਾਂ ਦੇ ਨਾਲ ਕਿੰਨੀ ਦੁਨੀਆ ਜਾਂਦੀ ਮਰਦੀ ਹੋਈ ਦੇਖੀ ਹੈ, ਜੋ ਆਪਣੇ ਆਪਣੇ ਜੀਵਨ ਕਾਲ ਦੇ ਵਿੱਚ ਵਾਜੇ ਵਜਾ ਕੇ ਚਲੇ ਗਏ। ਮਤਲਬ ਵਾਜੇ ਵਜਾਉਣ ਦਾ ਇਹ ਹੁੰਦਾ ਹੈ ਉਹ ਆਪਣੀਆਂ ਚਲਾ ਕੇ ਚਲੇ ਗਏ। ਕੋਈ ਕਹਿੰਦਾ ਮੈਂ ਇਹ ਹਾਂ, ਕੋਈ ਉਹ ਹਾਂ, ਮਰ ਜਾਂਦੇ ਨੇ, ਮੁੱਕ ਜਾਂਦੇ ਨੇ, ਕੋਈ ਨਹੀਂ ਯਾਦ ਕਰਦਾ, ਚਲੇ ਜਾਂਦੇ ਨੇ। ਕਹਿੰਦੇ ਉਹ ਆਪਣੇ ਆਪਣੇ ਵਾਜੇ ਆਪਣੇ ਸਮੇਂ ਸਿਰ ਆਪਣਾ ਰਾਜ ਕਰਕੇ ਚਲੇ ਗਏ। ਵਹੀ ਇੱਕ ਰਹਿਸੀ ਜੋ ਸਾਚਾ ਖੁਦਾਏ। ਦੇਖੋ ਇੱਕੋ ਇੱਕ ਜਿਹੜਾ ਹਮੇਸ਼ਾ ਹੀ ਰਹਿਣ ਵਾਲਾ ਹੈ, ਵਹੀ ਇੱਕ ਰਹਿਸੀ, ਉਹੀ ਇੱਕ ਰਹਿਣ ਵਾਲਾ ਉਹ ਖੁਦਾ ਪਰਮਾਤਮਾ ਹੈ ਜੋ ਸੱਚਾ ਹੈ। ਸੱਚ ਇਹ ਹੈ ਕਿ ਉਹ ਸਮੇਂ ਸਿਰ ਨਹੀਂ ਬਦਲਦਾ, ਸਮੇਂ ਸਿਰ ਨਾਲ ਬਣਦਾ ਨਹੀਂ ਨਾ ਮੁੱਕਦਾ ਹੈ। ਉਹ ਸੱਚਾ ਪਰਮੇਸ਼ਰ ਜਿਹੜਾ ਹੈ, ਸਤ ਚੇਤਨ ਅਨੰਤ ਸਰੂਪ, ਉਹ ਪਰਮਾਤਮਾ ਜਿਹੜਾ ਖੁਦਾਏ ਹੈ ਉਹੀ ਰਹਿੰਦਾ ਹੈ। ਆਇਆ ਇਕੇਲਾ ਇਕੇਲਾ ਚਲਾਇਆ। ਦੇਖੋ ਆਇਆ ਬੰਦਾ ਇਕੱਲਾ ਹੈ ਤੇ ਇਕੱਲੇ ਨੂੰ ਹੀ ਲੈ ਕੇ ਚਲੀ ਜਾਂਦੀ ਹੈ ਮੌਤ ਇਹ ਦੁਨੀਆ ਤੋਂ। ਚੱਲਤੇ ਵਕਤ ਕੋਈ ਕਾਮ ਨਾ ਆਇਆ। ਦੇਖੋ ਚੱਲਣ ਵਕਤ, ਚੱਲਣ ਦਾ ਜਦੋਂ ਸਮਾਂ ਆਉਂਦਾ ਹੈ, ਕਹਿੰਦੇ ਕੋਈ ਕਾਮ ਨਾ ਆਇਆ। ਕੋਈ ਕਿਸੇ ਦੇ ਕੰਮ ਨਹੀਂ ਆਉਂਦਾ, ਕੋਈ ਕਿਸੇ ਵਾਸਤੇ ਯੂਸ ਵਿੱਚ ਨਹੀਂ ਆਉਂਦਾ, ਨਾ ਕੋਈ ਬਚਾ ਸਕਦਾ ਹੈ, ਨਾ ਕੋਈ ਕੁਝ ਕਹਿ ਸਕਦਾ ਹੈ। ਜਦੋਂ ਸਮਾਂ ਆ ਜਾਂਦਾ ਹੈ ਬੰਦੇ ਨੂੰ ਇਕੱਲਿਆਂ ਹੀ ਤੁਰਨਾ ਪੈ ਜਾਂਦਾ ਹੈ। ਉਸ ਵੇਲੇ ਨਾ ਮਾਇਆ ਕੰਮ ਆਉਂਦੀ ਆ, ਨਾ ਰਿਸ਼ਤੇਦਾਰ ਕੰਮ ਆਉਂਦੇ, ਨਾ ਧੀਆਂ ਪੁੱਤਰਾਂ ਕੰਮ ਆਉਂਦੇ ਨੇ, ਨਾ ਕੋਈ ਪ੍ਰਜਾ ਕੰਮ ਆਉਂਦੀ ਆ, ਨਾ ਫੌਜਾਂ ਕੰਮ ਆਉਂਦੀਆਂ ਨੇ, ਕੋਈ ਵੀ ਕੰਮ ਨਹੀਂ ਆਉਂਦਾ। ਸਭ ਕੁਝ ਯੂਸਲੈਸ ਹੋ ਜਾਂਦਾ ਜਦੋਂ ਮੌਤ ਆਉਂਦੀ ਹੈ। ਲੇਖਾ ਮੰਗੀਜੈ ਕਿਆ ਦੀਜੈ ਜਵਾਬ। ਦੇਖੋ ਜਿਹੜਾ ਧਨ ਤੋਂ ਇਕੱਠਾ ਕਰ ਲਿਆ ਪਾਪ ਕਰਕੇ, ਪਾਪਾਂ ਨਾਲ ਜਿਹੜਾ ਧਨ ਇਕੱਠਾ ਕੀਤਾ ਹੋਇਆ ਹੈ, ਇਹਦਾ ਲੇਖਾ ਤੈਨੂੰ ਦੇਣਾ ਪੈ ਜਾਣਾ ਹੈ। ਧਨ ਪਿੱਛੇ ਰਹਿ ਗਿਆ, ਉਹ ਤਾਂ ਹੋਰ ਕਿਸੇ ਨੇ ਸਾਂਭ ਲਿਆ, ਤੇ ਇੱਥੇ ਜਾ ਕੇ ਧਰਮਰਾਜ ਦੀ ਕਚਹਿਰੀ ਵਿੱਚ ਤੈਨੂੰ ਜਾ ਕੇ ਲੇਖਾ ਦੇਣਾ। ਜਿਹੜਾ ਧਰਮਰਾਜ ਜਦ ਲੇਖਾ ਮੰਗੇ ਤਾਂ ਕਿਆ ਮੁੱਖ ਲੈ ਕੇ ਜਾਏਗਾ ਤੂੰ? ਉਹਦੇ ਕੀ ਮੁੱਖ ਲੈ ਕੇ ਜਾਏਗਾ? ਕੀ ਤੂੰ ਮੂੰਹ ਜਾ ਕੇ ਦਿਖਾਏਗਾ ਉੱਥੇ ਧਰਮਰਾਜ ਕੋਲ, ਜਦੋਂ ਤੇਰੇ ਕੋਲ ਲੇਖਾ ਇਹ ਚੀਜ਼ ਦਾ ਤੈਨੂੰ ਅਕਾਊਂਟੇਬਲ ਤੈਨੂੰ ਕੀਤਾ ਗਿਆ, ਤੈਨੂੰ ਦੱਸਿਆ ਗਿਆ ਤੂੰ ਇਹ ਪਾਪ ਕੀਤਾ ਕਿਉਂ ਕੀਤਾ? ਦੱਸ ਭਾਈ ਤੇਰਾ ਕੀ ਰੀਜ਼ਨ ਹੈ? ਕੀ ਦੱਸੇਗਾ ਉੱਥੇ ਜਾ ਕੇ? ਕਿਆ ਦੀਜੈ ਜਵਾਬ? ਉੱਥੇ ਜਵਾਬ ਨਹੀਂ ਤੈਨੂੰ ਆਉਣਾ। ਤੋਬਾ ਪੁਕਾਰੈ ਤੋ ਪਾਵੈ ਅਜਾਬ। ਦੇਖੋ ਕਹਿੰਦੇ ਬੰਦੇ ਦੀ ਹਾਲਾਤ ਕੈਸੀ ਹੈ। ਉੱਥੇ ਜਦੋਂ ਲੇਖਾ ਮੰਗਿਆ ਜਾਏਗਾ ਤੂੰ ਤੋਬਾ ਕਰੇਗਾ। ਤੋਬਾ ਹੁੰਦਾ ਵੀ ਭਾਈ ਮੈਂ ਹੋਰ ਨਹੀਂ ਕਰਦਾ, ਮੈਂ ਨਹੀਂ ਕਰ, ਬਟ ਟਾਈਮ ਇਜ਼ ਆਲਰੇਡੀ ਪਾਸਟ, ਟਾਈਮ ਮੁੱਕ ਗਿਆ ਹੈ। ਹੁਣ ਤੋਬਾ ਕਰਨ ਜੋਗਾ ਵੀ ਨਹੀਂ ਬੰਦਾ ਰਿਹਾ। ਇਹ ਵੀ ਨਹੀਂ ਕਹਿ ਸਕਦਾ ਮੈਂ ਮੁੜ ਕੇ ਨਹੀਂ ਕਰੂੰਗਾ, ਕਿਉਂਕਿ ਤੂੰ ਤਾਂ ਮੁੱਕ ਗਿਆ। ਹੁਣ ਤਾਂ ਤੂੰ ਨਾ ਕਰਨ ਜੋਗਾ ਵੀ ਨਹੀਂ ਹੈਗਾ ਕੁਛ। ਯੂ ਗੋਟ ਨਥਿੰਗ, ਕੁਛ ਵੀ ਨਹੀਂ ਹੈਗਾ। ਤੋਬਾ ਕਰਨ ਵਾਸਤੇ ਵੀ ਉਹ ਜਿਹੜਾ ਹੈ ਸਮਾਂ ਸੀਗਾ ਨਾ, ਉਹ ਵੀ ਗਵਾ ਲਿਆ, ਨਹੀਂ ਹੈਗਾ। ਤੋਬਾ ਵੀ ਨਹੀਂ ਕਰ ਸਕਦਾ। ਪੁਕਾਰੇ ਤੂੰ ਉੱਥੇ ਚੀਕਾ ਮਾਰੇਗਾ, ਤਰਲੇ ਕੱਢੇਗਾ, ਜਿਹੜਾ ਹੈ ਵੀ ਮੈਨੂੰ ਬਚਾ ਲਓ ਭਾਈ, ਮੇਰੇ ਤੋਂ ਗਲਤੀ ਹੋ ਗਈ, ਆਈ ਐਮ ਸੌਰੀ। ਜੇ ਐਸਾ ਵੀ ਤੂੰ ਕਰੇਗਾ ਤਾਂ ਕਹਿੰਦੇ ਪਾਵੇ ਅਜਾਬ, ਉੱਥੇ ਤੈਨੂੰ ਦੁੱਖ ਮਿਲੇਗਾ, ਉੱਥੇ ਤੈਨੂੰ ਸਜ਼ਾ ਦਿੱਤੀ ਜਾਵੇਗੀ, ਕਿਉਂਕਿ ਉੱਥੇ ਜਿਹੜਾ ਹੈ ਨਰਕਾਂ ਵਿੱਚ ਤੈਨੂੰ ਸੁੱਟ ਕੇ ਤੈਨੂੰ ਤਾੜਨਾ ਸਜ਼ਾ ਦਿੱਤੀ ਜਾਵੇਗੀ। ਹਰ ਇੱਕ ਲੇਖੇ ਦੀ ਇੱਕ ਇੱਕ ਪਾਪ ਦਾ ਤੈਨੂੰ ਜਵਾਬ ਦੇਣਾ ਪਵੇਗਾ। ਉੱਥੇ ਤੂੰ ਕੀ ਕਰੇਗਾ? ਉੱਥੇ ਤਾਂ ਤੂੰ ਤੌਬਾ ਵੀ ਨਹੀਂ ਕਰ ਸਕਦਾ। ਬੰਦਾ ਕਹੇ ਆਈ ਰਿਗਰੈਟ, ਕੋਈ ਫਾਇਦਾ ਨਹੀਂ। ਕੀ ਕਰ ਲੇਗਾ ਤੂੰ? ਹੋ ਗਿਆ ਕੰਮ, ਤੂੰ ਸੁਧਾਰ ਨਹੀਂ ਸਕਦਾ, ਤੇਰਾ ਜੀਵਨ ਕਾਲ ਮੁੱਕ ਗਿਆ। ਇਸ ਕਰਕੇ ਜਿਹੜਾ ਹੈ ਜਿਵੇਂ ਆਪਾਂ ਕਹਿੰਦੇ ਹਾਂ ਐਗਜ਼ਾਮ ਦੇ ਵਿੱਚ ਕੋਈ ਫੇਲ ਹੋ ਜਾਵੇ ਰਿਪੀਟ ਹੋ ਜਾਂਦਾ ਹੈ, ਇੱਥੇ ਰਿਪੀਟ ਕੋਈ ਨਹੀਂ ਹੁੰਦਾ। ਹੋ ਗਿਆ ਸੋ ਹੋ ਗਿਆ, ਉਹਦੀ ਸਜ਼ਾ ਗੱਲ ਪੈ ਜਾਂਦੀ ਹੈ। ਦੁਨੀਆ ਪਰ ਕੀਆ ਜੋੜ ਦਮੜਾ ਕਮਾਇਆ। ਦੇਖੋ ਦੁਨੀਆ ਦੇ ਉੱਤੇ ਜ਼ੋਰ ਕੀਤਾ, ਆਪਣਾ ਪਾਵਰ ਦਿਖਾਇਆ, ਪਾਵਰ ਦਿਖਾ ਕੇ ਲੋਕਾਂ ਨੂੰ ਡਰਾਇਆ, ਮਾਰਿਆ, ਲੁੱਟਿਆ, ਤੇ ਕਹਿੰਦੇ ਫਿਰ ਦਮੜਾ ਕਮਾਇਆ। ਜਿਹੜਾ ਪੈਸਾ ਕਮਾਇਆ ਹੈ ਇਹ ਪਾਪ ਤੋਂ, ਖਾਇਆ ਹੰਡਾਇਆ ਅਜਾਈ ਗਵਾਇਆ। ਦੇਖੋ ਭਾਵੇਂ ਉਹਨੂੰ ਖਾ ਲਿਆ, ਭਾਵੇਂ ਉਹਨੂੰ ਹੰਢਾ ਲਿਆ, ਕੱਪੜੇ ਪਾ ਕੇ ਉਹਨੂੰ ਹੰਢਾ ਲਿਆ, ਚਾਹੇ ਫਿਰ ਅਜਾਈ ਗਵਾਇਆ। ਕਹਿੰਦਾ ਸਭ ਕੁਝ ਤੂੰ ਅਜਾਈ ਗਵਾ ਲਿਆ। ਕੀ ਗਵਾਇਆ? ਸਮਾਂ ਗਵਾ ਲਿਆ ਨਾ, ਜੀਵਨ ਮੁਕਾ ਲਿਆ ਨਾ। ਜਿਹੜਾ ਸਮਾਂ, ਜਿਹੜਾ ਬ੍ਰੈਥ ਤੈਨੂੰ ਮਿਲੇ ਸੀਗੇ, ਸਵਾਸ, ਉਹ ਤੂੰ ਗਵਾ ਲੇ। ਤੂੰ ਕਮਾਇਆ ਕੀ? ਤੂੰ ਖਾ ਲਿਆ, ਹੰਢਾ ਲਿਆ, ਸਭ ਕੁਝ ਅਜਾਈ ਗਵਾ ਲਿਆ। ਜਿਹਦੇ ਨਾਲ ਤੂੰ ਪੁੰਨ ਕਮਾਉਣੇ ਸੀ, ਤੂੰ ਪ੍ਰਮਾਤਮਾ ਦੇ ਨਾਲ ਮਿਲਣਾ ਸੀ, ਉਹ ਤਾਂ ਰਹਿ ਗਿਆ ਵਿਚਾਲੇ ਕੰਮ। ਆਖਰ ਪਛੋਤਾਣਾ ਕਰੈ ਹਾਏ ਹਾਏ। ਉਹ ਫਿਰ ਆਖਰ ਬੰਦਾ ਕੀ ਕਰਦਾ? ਪਛਤਾਉਂਦਾ ਹੈ, ਹਾਏ ਹਾਏ ਕਰਦਾ, ਪਰ ਰੋਈ ਜਾਂਦਾ ਹੈ। ਬਸ ਰੋਣਾ ਹੀ ਪੱਲੇ ਪੈ ਗਿਆ ਜੀ। ਹੁਣ ਦਰਗਾਹ ਗਿਆ ਸੋ ਪਾਵੈ ਸਜਾਏ। ਦੇਖੋ ਦਰਗਾਹ ਦੇ ਵਿੱਚ ਜਾ ਕੇ ਫਿਰ ਸਜ਼ਾ ਪਾਉਂਦਾ ਹੈ, ਉਹਨੂੰ ਸਜ਼ਾ ਫਿਰ ਭੁਗਤਣੀ ਪੈਂਦੀ, ਆਪਣੇ ਪਾਪਾਂ ਦੀ, ਬਚ ਨਹੀਂ ਸਕਦਾ। ਲਾਨਤ ਹੈ ਤੈਂ ਕੋ ਅਰ ਤੈਂਡੀ ਕਮਾਈ। ਦੇਖੋ ਫਿਰ ਉੱਥੇ ਲਾਨਤਾਂ ਪੈਂਦੀਆਂ ਨੇ। ਉੱਥੇ ਜਿਹੜਾ ਹਨ ਲਾਨਤਾਂ ਇਸ ਗੱਲ ਦੀਆਂ ਪੈਂਦੀਆਂ, ਤੂੰ ਕੀ ਕੀਤਾ? ਇਹ ਤੂੰ ਕੀ ਕੀਤਾ? ਇਹ ਪਾਪ ਕਿਉਂ ਕਮਾਇਆ? ਤੂੰ ਐਸਾ ਕਿਉਂ ਕੀਤਾ? ਕਹਿੰਦੇ ਲਾਨਤਾਂ ਪੈਣਗੀਆਂ ਤੇਰੇ ਉੱਤੇ, ਤੇ ਕਹਿੰਦੇ ਅਰ ਤੈਂਡੀ ਕਮਾਈ। ਤੇਰੀ ਕਮਾਈ ਦਾ ਕੋਈ ਵੈਲਿਊ ਨਹੀਂ। ਤੇਰੀ ਕਮਾਈ ਕਰਕੇ ਤੈਨੂੰ ਪਨਿਸ਼ਮੈਂਟ ਦਿੱਤਾ ਜਾਏਗਾ।
ਤੇਰੀ ਕਮਾਈ ਕਰਕੇ ਉਹ ਇੱਕ ਕਰਸ ਬਣ ਜਾਂਦੀ ਹੈ। ਤੇਰੀ ਵੈਲਥ, ਜਿਹੜੀ ਵੈਲਥ ਨੂੰ ਤੂੰ ਇੰਨੀ ਵੈਲਿਊਬਲ ਸਮਝਦਾ ਹਾਂ, ਉਹ ਇੱਕ ਕਰਸ ਹੈ ਤੇਰੇ ਵਾਸਤੇ। ਉਹ ਦਰਬਾਰ ਵਿੱਚ ਜਾ ਕੇ ਕਹਿੰਦੇ ਉੱਥੇ ਤੈਨੂੰ ਲਾਹਨਤਾਂ ਪੈਣਗੀਆਂ, ਸਾਰੇ ਤੇਰੇ ਮੂੰਹ ਤੇ ਜੁੱਤੀਆਂ ਮਾਰਨਗੇ ਉੱਥੇ ਵੀ ਤੂੰ ਕੰਮ ਕੀ ਕਰਕੇ ਆਇਆ, ਇੰਨੇ ਪਾਪ ਕਿਉਂ ਕਮਾਏ ਤੂੰ। ਦਗੇਬਾਜੀ ਕਰ ਕਰ ਦੁਨੀ ਲੂਟ ਖਾਈ। ਦੇਖੋ ਟਾਇਰੈਂਟ ਬਣ ਕੇ, ਦੱਗੇਬਾਜੀ ਕਰਕੇ, ਧੱਕਾ ਜੋਰੀ ਕਰਕੇ, ਲੋਕਾਂ ਤੇ ਜ਼ੁਲਮ ਕਰਕੇ ਤੂੰ ਇਹ ਮਾਇਆ ਨੂੰ ਜਿਹੜੀ ਕਮਾਇਆ ਹੈ, ਤੂੰ ਦੁਨੀਆ ਨੂੰ ਲੁੱਟਿਆ ਤੇ ਖਾਦੀ ਹੈ ਇਹ ਮਾਇਆ, ਉਹਨਾਂ ਦਾ ਹੱਕ ਖਾਦਾ ਹੈ। ਪੀਏ ਪਿਆਲੇ ਔ ਖਾਏ ਕਬਾਬ। ਦੇਖੋ ਫਿਰ ਉਹ ਮਾਇਆ ਦੇ ਨਾਲ ਤੂੰ ਜਿਹੜੇ ਹਨ ਪੀਂਦਾ ਸੀਗਾ ਕੀ, ਨਸ਼ਿਆਂ ਦੇ ਜਿਹੜੇ ਹਨ ਪਿਆਲੇ ਭਰ ਕੇ ਤੂੰ ਜਿਹੜੇ ਪੀਤੇ ਹਨ, ਤੇ ਕਬਾਬ ਮਾਸ ਨੂੰ ਜਿਹੜਾ ਹੈ ਤੂੰ ਬਾਰਬੀਕਿਊ ਕਰਕੇ ਜਿਹੜਾ ਖਾਂਦਾ ਰਿਹਾ ਹੈ, ਜਿਹੜੀਆਂ ਮੌਜਾਂ ਤੂੰ ਮਾਰੀਆਂ ਹਨ, ਜਿਹੜੀਆਂ ਸ਼ਰਾਬਾਂ ਪੀਤੀਆਂ, ਕਬਾਬ ਜਿਹੜੇ ਤੂੰ ਖਾਦੇ ਹਨ ਸਾਰੇ। ਦੇਖੋ ਰੇ ਲੋਕੋ ਜੋ ਹੋਤੇ ਖਰਾਬ। ਦੇਖੋ ਲੋਕੋ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੇ ਲੋਕੋ ਦੇਖ ਲੋ, ਕਹਿੰਦੇ ਇਸ ਤਰ੍ਹਾਂ ਲੋਕ ਖਰਾਬ ਹੁੰਦੇ ਨੇ, 2 ਦਿਨ ਦੇ ਸੁੱਖ ਵਾਸਤੇ ਸਦੀਵੀ ਦੁੱਖ ਆਪਣੇ ਪੱਲੇ ਪਾ ਲੈਂਦੇ ਹਨ। ਜਿਸਕਾ ਤੂੰ ਬੰਦਾ ਤਿਸੀ ਕਾ ਸਵਾਰਿਆ। ਦੇਖੋ ਕਹਿੰਦੇ ਜਿਹਦਾ ਤੂੰ ਬੰਦਾ ਹੈ ਨਾ, ਉਹੀ ਚੀਜ਼ ਤੈਨੂੰ ਸਵਾਰਦੀ ਹੈ। ਜੇ ਤੂੰ ਕਿਤੇ ਪਰਮਾਤਮਾ ਦਾ ਬੰਦਾ ਬਣ ਜਾਵੇਂ ਤਾਂ ਪਰਮਾਤਮਾ ਤੈਨੂੰ ਸਵਾਰ ਕੇ ਤੇਰੇ ਜੀਵਨ ਨੂੰ ਜਸ ਭਰਿਆ ਕਰ ਦਿੰਦੇ। ਪਰ ਕਹਿੰਦੇ ਜੇ ਤੂੰ ਜਿਹੜਾ ਮਾਇਆ ਦਾ ਬੰਦਾ ਬਣ ਗਿਆ ਤਾਂ ਤੂੰ ਮਾਇਆ ਨੇ ਆਪਣੇ ਵਰਗਾ ਹੀ ਬਣਾ ਲਿਆ ਨਾ, ਤੇ ਜਦੋਂ ਤੂੰ ਮਰੇਗਾ ਮਾਇਆ ਨੇ ਤੇਰਾ ਸਾਥ ਛੱਡ ਜਾਣਾ। ਜੇ ਤੂੰ ਪਰਮਾਤਮਾ ਨੂੰ ਚੇਤੇ ਕਰਦਾ ਤਾਂ ਪਰਮਾਤਮਾ ਦਾ ਨਾਮ ਫੇਰ ਵੀ ਤੇਰੇ ਨਾਲੇ ਹੁੰਦਾ। ਦੁਨੀਆ ਕੇ ਲਾਲਚ ਤੈ ਸਾਹਿਬ ਵਿਸਾਰਿਆ। ਦੇਖੋ ਦੁਨੀਆ ਦੇ ਲਾਲਚ ਵਿੱਚ, ਮਾਇਆ ਨੂੰ ਇਕੱਠੀ ਕਰਨ ਦੇ ਲਾਲਚ ਵਿੱਚ ਤੂੰ ਪਰਮਾਤਮਾ ਨੂੰ ਵਿਸਾਰ ਦਿੱਤਾ। ਤੈ ਸਾਹਿਬ ਉਹ ਮਾਲਕ ਨੂੰ ਤੂੰ ਭੁਲਾਈ ਦਿੱਤਾ, ਤੂੰ ਯਾਦ ਹੀ ਨਹੀਂ ਕਰਦਾ ਉਹ ਪਰਮਾਤਮਾ ਨੂੰ ਜਿਹਨੇ ਤੈਨੂੰ ਸਭ ਕੁਝ ਦਿੱਤਾ ਹੈ। ਦੇਖੋ ਤੈਨੂੰ ਅੱਖਾਂ ਦਿੱਤੀਆਂ ਨੇ ਧਨ ਦੇਖਣ ਵਾਸਤੇ, ਤੈਨੂੰ ਹੱਥ ਦਿੱਤੇ ਨੇ ਕਮਾਉਣ ਵਾਸਤੇ, ਜਿਹੜੇ ਹੱਥਾਂ ਨਾਲ ਤੂੰ ਲੁੱਟ ਲਿਆ ਲੋਕਾਂ ਨੂੰ। ਤੈਨੂੰ ਮੂੰਹ ਦਿੱਤਾ ਪਰਮਾਤਮਾ ਦਾ ਨਾਮ ਬੋਲਣ ਵਾਸਤੇ, ਤੂੰ ਇਹ ਮੂੰਹ ਵਿੱਚੋਂ ਲੋਕਾਂ ਨੂੰ ਹੁਕਮ ਕੱਢ ਕਰਕੇ ਲੋਕਾਂ ਨੂੰ ਮਾਰਨਾ ਕੀਤਾ। ਕੀ ਕਮਾਇਆ ਤੂੰ ਇਹ ਮਾਇਆ ਤੋਂ? ਨਾ ਕੀਤੀ ਇਬਾਦਤ ਨਾ ਰਾਖਿਓ ਈਮਾਨ। ਦੇਖੋ ਨਾ ਤੂੰ ਬੰਦਗੀ ਕੀਤੀ, ਨਾ ਤੂੰ ਆਪਣਾ ਈਮਾਨ ਹੀ ਰੱਖਿਆ ਪਰਮਾਤਮਾ ਤੇ, ਨਾ ਕੀਤੀ ਹਕੂਮਤ ਪੁਕਾਰੇ ਜਹਾਨ। ਦੇਖੋ ਤੂੰ ਹਕੂਮਤ ਵੀ ਨਾ ਕੀਤੀ, ਤੈਨੂੰ ਪਰਮਾਤਮਾ ਨੇ ਰਾਜ ਦਿੱਤਾ ਕਿ ਤੂੰ ਚੰਗੇ ਕਰਮ ਕਰ, ਭਲਾ ਕਰ। ਕਿਉਂਕਿ ਜਦੋਂ ਕੋਈ ਰਾਜਾ ਹੁੰਦਾ ਹੈ ਨਾ, ਉਹਨੂੰ ਮਾਇਆ ਦਾ ਕੋਈ ਫਿਕਰ ਨਹੀਂ ਹੁੰਦਾ, ਉਹਨਾਂ ਕੋਲ ਮਾਇਆ ਬਹੁਤ ਹੁੰਦੀ ਹੈ, ਪਰ ਕਹਿੰਦੇ ਉਹਨੂੰ ਇੱਕ ਮੌਕਾ ਮਿਲਦਾ ਹੈ ਕਿ ਉਹ ਭਲਾਈ ਕਰੇ, ਦੁਨੀਆ ਦਾ ਭਲਾ ਕਰੇ। ਤੈਨੂੰ ਹਕੂਮਤ ਦਿੱਤੀ ਪਰ ਤੂੰ ਹਕੂਮਤ ਕੀਤੀ ਨਹੀਂ। ਪੁਕਾਰੇ ਜਹਾਨ, ਤੇਰੇ ਲੋਕ ਆ ਕੇ ਤੇਰੇ ਕੋਲ ਦੁੱਖ ਰੋਂਦੇ ਨੇ, ਉਹਨਾਂ ਦਾ ਦੁੱਖ ਕੱਟਣਾ ਤਾਂ ਕੀ ਸੀਗਾ, ਤੂੰ ਸਮਾਂ ਉਹਨਾਂ ਨੂੰ ਜ਼ਿਆਦਾ ਦੁੱਖ ਦਿੱਤਾ, ਉਹਨਾਂ ਨੂੰ ਹੀ ਤੂੰ ਲੁੱਟਿਆ ਜਿਨ੍ਹਾਂ ਨੂੰ ਤੂੰ ਪਾਲਿਆ ਹੈ। ਜਿਵੇਂ ਕੋਈ ਵਾੜ ਲਾਉਂਦਾ ਹੈ ਆਪਣੀ ਖੇਤੀ ਬਚਾਉਣ ਵਾਸਤੇ, ਜੇ ਉਹ ਵਾੜ ਹੀ ਖੇਤੀ ਨੂੰ ਖਾਣ ਲੱਗ ਜਾਵੇ ਤਾਂ ਕੀ ਰਹਿ ਗਿਆ? ਜੋ ਫੈਂਸ ਹੀ ਜਿਹੜਾ ਹਨ ਉਹ ਫੈਂਸ ਹੀ ਲੁੱਟਣ ਲੱਗ ਜਾਵੇ ਫਿਰ ਕੀ ਹੋਵੇਗਾ? ਅੰਦਰ ਮਹਿਲਾਂ ਕੇ ਬੈਠੋ ਤੂੰ ਜਾਏ। ਦੇਖੋ ਤੂੰ ਮਹਿਲਾਂ ਦੇ ਅੰਦਰ ਜਾ ਬੈਠਦਾ ਸੀ ਆਰਾਮ ਦੇ ਨਾਲ। ਹਰਮਾ ਸਿਓ ਖੇਲੇ ਖੁਸ਼ਬੋਈ ਹਵਾਏ। ਹਰਮਾ ਉਹ ਹੁੰਦੀਆਂ ਹਨ ਜਿਹੜੀਆਂ ਵਿਆਹੀਆਂ ਹੋਈਆਂ ਇਸਤਰੀਆਂ ਹਨ, ਉਹਨਾਂ ਨਾਲ ਤੂੰ ਖੇਡਾਂ ਕਰਦਾ ਘਰ ਵਿੱਚ ਬੈਠਿਆ ਹੋਇਆ। ਤੂੰ ਜਿਹੜਾ ਆਪਣਾ ਲਸਤ ਪੂਰਾ ਕਰਦਾ ਹਾਂ, ਤੂੰ ਉਹਨਾਂ ਨਾਲ ਆਪਣੇ ਇੰਜੋਇਮੈਂਟ ਕਰਦਾ ਹਾਂ। ਖੁਸ਼ਬੋਈ ਹਵਾਏ, ਤੇ ਹਵਾ ਦੇ ਵਿੱਚ ਖੁਸ਼ਬੂ ਪਾ ਕੇ ਤੂੰ ਸੁੰਘਦਾ ਹੈ, ਤੂੰ ਬੈਠਾ ਹੈ ਆਰਾਮ ਦੇ ਨਾਲ। ਤੂੰ ਉਹ ਹਰਮਾਂ ਨੂੰ ਇਹ ਵੀ ਕਹਿ ਦਿੰਦੇ ਨੇ ਜਿਹੜੇ ਟੱਬਸ ਹੁੰਦੇ ਹਨ ਵੱਡੇ ਵੱਡੇ, ਜਿਹਦੇ ਵਿੱਚ ਗਰਮ ਪਾਣੀ ਪਾ ਕੇ ਬੈਠਿਆ ਜਾਂਦਾ ਹੈ, ਕਹਿੰਦੇ ਉਹਦੇ ਵਿੱਚ ਖੁਸ਼ਬੂ ਪਾ ਕੇ ਤੂੰ ਬਹਿੰਦਾ ਹੈ, ਤੂੰ ਆਰਾਮ ਕਰਦਾ ਹੈ, ਤੂੰ ਇੰਜੋਏ ਕਰਦਾ ਹਾਂ। ਨਾ ਪੁੱਛੇ ਨਾ ਬੂਝੇ ਜੋ ਬਾਹਰ ਕਿਆ ਹੋਏ। ਦੇਖੋ ਫੇਰ ਤੂੰ ਇੰਨੇ ਸੁੱਖਾਂ ਦੇ ਵਿੱਚ ਗਲਤਾਨ ਹੋ ਗਿਆ, ਇੰਨਾ ਤੈਨੂੰ ਸਰੀਰ ਦੇ ਸੁੱਖ ਵਿੱਚ ਤੂੰ ਪੈ ਗਿਆ, ਤੇ ਤੂੰ ਕਿਸੇ ਨੂੰ ਨਹੀਂ ਪੁੱਛਦਾ, ਜਿਹੜਾ ਨਾ ਦੱਸਦਾ ਹੈ ਕਿਸੇ ਨੂੰ ਵੀ ਬਾਹਰ ਕੀ ਹੋ ਰਿਹਾ ਹੈ, ਮੇਰੇ ਲੋਕਾਂ ਨੂੰ ਕੀ ਦੁੱਖ ਹੈ। ਤੂੰ ਉਹ ਨਹੀਂ ਦੇਖ ਰਿਹਾ, ਤੂੰ ਤਾਂ ਆਪਣੇ ਆਰਾਮ ਦੇ ਵਿੱਚ ਹੀ ਆਪਣੇ ਜੀਵਨ ਜਿਹੜਾ ਹੈ ਸਾਰਾ ਆਪਣੇ ਮਹਿਲਾਂ ਦੇ 4 ਦੀਵਾਰੀ 'ਚ ਖਤਮ ਕਰ ਲਿਆ, ਤੇ ਬਾਹਰ ਕਿਆ ਹੋਏ ਤੂੰ ਪਰਵਾਹ ਨਹੀਂ ਕੀਤੀ, ਤੇਰੀ ਪਰਜਾ ਨਾਲ ਕੀ ਹੋ ਰਿਹਾ ਵਿਚਾਰੀ ਨਾਲ। ਹਰਾਮੀ ਗਰੀਬਾਂ ਨੂੰ ਮਾਰੇ ਵਿਗੋਏ। ਦੇਖੋ ਜਿਹੜੇ ਹਰਾਮੀ ਹਨ, ਜਿਹੜੇ ਹਰਾਮ ਦਾ ਖਾਣ ਵਾਲੇ ਹਨ, ਜਿਹੜਾ ਕਿਸੇ ਦਾ ਹੱਕ ਮਾਰਨ ਵਾਲੇ ਹਨ, ਕਹਿੰਦੇ ਉਹ ਗਰੀਬਾਂ ਨੂੰ ਮਾਰ ਰਹੇ ਹਨ, ਖਰਾਬ ਕਰ ਰਹੇ ਹਨ, ਜਿਹੜਾ ਹਨ ਉਹਨਾਂ ਨੂੰ ਦਬੋਚ ਰਹੇ ਹਨ। ਬਸਤੀ ਉਜਾੜੇ ਫਿਰ ਨਾ ਬਸਾਵੈ। ਦੇਖੋ ਬਸਤੀਆਂ ਨੂੰ ਉਹਨਾਂ ਨੇ ਉਜਾੜ ਦਿੱਤਾ ਲੁੱਟ ਕਰਕੇ, ਤੇ ਫੇਰ ਨਹੀਂ ਉਹਨਾਂ ਨੂੰ ਵਸਾਇਆ। ਤੂੰ ਕਹਿ ਪੁਕਾਰ ਹੈ ਦਾਦ ਨਾ ਪਾਵੈ। ਦੇਖੋ
ਲੋਕ ਤੇਰੇ ਕੋਲ ਆਉਂਦੇ ਨੇ, ਪੁਕਾਰ ਕਰਦੇ ਨੇ, ਪ੍ਰੇ ਕਰਦੇ ਨੇ, ਤੇਰੇ ਅਗਰ ਜਿਹੜਾ ਹਨ ਤੇਰੇ ਦਰਵਾਜ਼ੇ ਤੇ ਖੜ ਕੇ ਰੋਂਦੇ ਨੇ, ਪਰ ਕਹਿੰਦੇ ਦਾਦ ਨਾ ਪਾਵੈ, ਉਹਨੇ ਤੇਰੇ ਦਰਵਾਜ਼ੇ ਤੋਂ ਇੱਕ ਦਾਨ ਵੀ ਨਹੀਂ ਪਾਇਆ, ਕਿਸੇ ਨੂੰ ਕੁਝ ਨਹੀਂ ਮਿਲਿਆ, ਇੱਕ ਰੋਟੀ ਨਹੀਂ ਮਿਲੀ, ਕਿਸੇ ਨੂੰ ਪਾਣੀ ਦਾ ਤੁਪਕਾ ਨਹੀਂ ਤੇਰੇ ਦਰ ਤੋਂ ਮਿਲਿਆ। ਲਖੋੜੀ ਕਰੋੜੀ ਕੀਏ ਬੇਸੁਮਾਰ। ਦੇਖੋ ਇਹ ਲਖੋੜੀ ਕਰੋੜੀ, ਇਹ ਜਿਹੜਾ ਹਨ ਮਿਲੀਅਨ ਬਿਲੀਅਨਸ ਜਿਹੜੇ ਤੂੰ ਇਕੱਠੇ ਕੀਤੇ ਹਨ, ਕੀਏ ਬੇਸੁਮਾਰ, ਇਹ ਜਿਹੜੇ ਬੇਸੁਮਾਰ ਤੂੰ ਇਕੱਠੇ ਕਰੀ ਬੈਠਾ ਘਰ ਦੇ ਵਿੱਚ। ਨਾ ਰਹੇਂਗੇ ਕਰੋੜੀ ਨਾ ਰਹੇਂਗੇ ਹਜ਼ਾਰ। ਦੇਖੋ ਨਾ ਕਰੋੜੀ ਰਹਿਣਗੇ, ਨਾ ਹਜ਼ਾਰੀ ਰਹਿਣਗੇ, ਨਾ ਮਿਲੀਅਨਸ ਜਿਹੜਾ ਹਨ, ਨਾ 1000 ਰੱਖਣ ਵਾਲੇ ਰਹਿਣਗੇ, ਜਾਂ ਨਾ ਮਿਲੀਅਨਸ ਨਾ ਬਿਲੀਅਨਸ ਵਾਲੇ ਰਹਿਣਗੇ ਦੁਨੀਆ ਤੇ। ਹਾਕਮ ਕਹਾਵੇ ਹਕੂਮਤ ਨਾ ਹੋਏ। ਦੇਖੋ ਤੂੰ ਆਪਣੇ ਆਪ ਨੂੰ ਰਾਜਾ ਅਖਾਉਣਾ ਹੈ, ਪਰ ਤੂੰ ਜਸਟਿਸ ਨਹੀਂ ਕਿਸੇ ਨਾਲ ਕਰਦਾ, ਤੂੰ ਕਿਸੇ ਨਾਲ ਨਿਆਂ ਨਹੀਂ ਕਰਦਾ, ਤੂੰ ਰਾਜ ਨਹੀਂ ਕਰਦਾ। ਰਾਜ ਹੁੰਦਾ ਕਿਸੇ ਨੂੰ ਭਲਾ ਕਰਨਾ, ਜਿਹੜਾ ਹਨ ਮੁਲਕ ਨੂੰ ਪ੍ਰੋਗਰੈਸ ਵਿੱਚ ਲੈ ਕੇ ਆਉਣਾ, ਦੁਨੀਆ ਤੇ ਜਿਹੜਾ ਹਨ ਚੰਗੇ ਕਰਮ, ਚੰਗੇ ਜਿਹੜੇ ਐਗਜ਼ਾਮਪਲਸ ਬਣਾਉਣੇ, ਤੂੰ ਉਹ ਸਭ ਕੁਝ ਤਾਂ ਨਾ ਕੀਤਾ। ਦੁਨੀਆ ਕਾ دیਵਾਨਾ ਫਿਰੈ ਮਸਤ ਲੋਏ। ਤੂੰ ਦੁਨੀਆ ਦਾ ਕਹਿ ਦੁਨੀਆ ਕਾ دیਵਾਨਾ, ਤੂੰ ਦੁਨੀਆ ਦਾ ਇੱਕ دیਵਾਨਾ ਪਾਗਲ ਹੋਇਆ ਫਿਰਦਾ ਹੈ, ਮਾਇਆ ਨੂੰ ਇਕੱਠੀ ਕਰਦਾ ਫਿਰੇ ਮਸਤ ਹੋਏ। ਤੂੰ ਆਪਣੀ ਮਾਇਆ 45 ਗੰਜ ਲੈ ਕੇ ਉਸੇ ਮਸਤੀ ਵਿੱਚ, ਖੁਸ਼ੀ ਵਿੱਚ ਤੂੰ ਫਿਰਦਾ ਹਾਂ ਕਿ ਮੈਂ ਆਪਣੇ ਐਨਸੈਸਟਰਸ ਨਾਲੋਂ ਸਭ ਤੋਂ ਜ਼ਿਆਦਾ ਧਨ ਇਕੱਠਾ ਕਰ ਲਿਆ। ਇਸੇ ਤਰ੍ਹਾਂ ਹੀ ਹੈ ਜਿਵੇਂ ਕਿ ਗੁਰਦੁਆਰਿਆਂ ਵਿੱਚ ਵੀ ਹੋ ਜਾਂਦਾ ਹੈ ਕਿ ਸਾਡੇ ਜਿਹੜਾ ਅਕਾਊਂਟ ਦੇ ਵਿੱਚ ਇੰਨੇ ਪੈਸੇ ਹੋ ਗਏ ਜੀ, ਅੱਗੇ ਪਿਛਲਿਆਂ ਨੇ ਇੰਨੇ ਕੀਤੇ, ਮੈਂ ਇੰਨੇ ਕਰਤੇ ਜੀ। ਹੁਣ ਗਿਣਤੀ ਸਿਰਫ ਪੈਸਿਆਂ ਦੀ ਰਹਿ ਜਾਂਦੀ, ਇਹ ਨਹੀਂ ਕੋਈ ਪੁੱਛਦਾ ਕੋਈ ਸੇਵਾ ਤੂੰ ਕਿੰਨੀ ਕੁ ਕਰ ਲਈ। ਗੁਰਦੁਆਰੇ ਨੇ ਕਿੰਨੇ ਕੁ ਪਰਿਵਾਰਾਂ ਨੂੰ ਸਿੱਖੀ ਨਾਲ ਜੋੜਿਆ, ਕਿੰਨੇ ਕੁ ਪਰਿਵਾਰਾਂ ਦਾ ਦੁੱਖ ਕੱਟਿਆ, ਕਿੰਨਿਆਂ ਦੇ ਪਰਿਵਾਰਾਂ ਵਿੱਚ ਜਾ ਕੇ ਸਿੱਖੀ ਪ੍ਰਚਾਰ ਕਰਕੇ ਉਹਨਾਂ ਨੂੰ ਅੰਮ੍ਰਿਤ ਛਕਾਇਆ, ਗੁਰੂ ਵਾਲੇ ਬਣਾਇਆ, ਕੋਈ ਨਹੀਂ ਪੁੱਛਦਾ। ਕਹਿੰਦੇ ਇਸੇ ਤਰ੍ਹਾਂ ਤੇਰਾ ਹਾਲ ਹੈ। ਦੁਨੀਆ ਕਾ دیਵਾਨਾ ਫਿਰੇ ਮਸਤ ਹੋਏ, ਤੂੰ ਤਾਂ ਮਸਤ ਹੋਇਆ ਫਿਰਦਾ ਹਾਂ। ਲੁੱਟੇ ਮੁਲਕ ਬਹੁਤ ਪਹਿਰੇ ਅਰ ਖਾਏ। ਕਹਿਣਗੇ ਲੁੱਟੇ ਮੁਲਕ, ਬਹੁਤ ਮੁਲਕ ਨੂੰ ਤੂੰ ਲੁੱਟ ਲਿਆ, ਬੜੇ ਲੰਮੇ ਸਮੇਂ ਤੱਕ ਤੂੰ ਲੁੱਟਦਾ ਰਿਹਾ, ਪਹਿਰੇ ਅਰ ਖਾਏ। ਉਹੀ ਮਾਇਆ ਨੂੰ ਤੂੰ ਖਾਂਦਾ ਤੇ ਕੱਪੜਿਆਂ ਨੂੰ ਲੈ ਕੇ ਕੱਪੜਿਆਂ ਤੇ ਖਰਚ ਕਰਕੇ ਪਾਉਂਦਾ ਹਾਂ। ਦੋਜਕ ਕੀ ਆਤਸ ਮਾਰੇਗੀ ਜਲਾਏ। ਦੇਖੋ ਕਹਿੰਦੇ ਨਰਕਾਂ ਦੀ ਜੋ ਅੱਗ ਹੈ ਤੈਨੂੰ ਸਾੜੇਗੀ, ਜਲਾਏਗੀ ਤੇ ਮਾਰੇਗੀ। ਗਰਭ ਸਿਓ ਨਾ ਦੇਖ ਦੁਨੀਆ ਕੇ دیਵਾਨੇ। ਕਹਿੰਦੇ ਗਰਭ ਸਿਓ ਨਾ ਦੇਖ, ਤੂੰ ਹੰਕਾਰ ਨਾਲ ਨਾ ਕਰ, ਇਹ ਮਾਇਆ ਦਾ ਤੂੰ ਬਿਲਕੁਲ ਹੰਕਾਰ ਨਾ ਕਰ, ਕਿਉਂਕਿ ਦੁਨੀਆ ਕੇ دیਵਾਨੇ, ਇਹ ਦੁਨੀਆ ਦੇ ਜਿਹੜੇ دیਵਾਨੇ ਹੁੰਦੇ ਨੇ, ਇਹਨਾਂ ਨੇ ਤੇਰਾ ਹੈ ਤੈਨੂੰ ਭਰੋਸਾ ਇਹ ਦਿੰਦੇ ਵੀ ਮਾਇਆ ਸਭ ਕੁਝ ਹੈ, ਪਰ ਅਸਲ ਵਿੱਚ ਤੂੰ دیਵਾਨਾ ਹੈ। ਕਿਉਂਕਿ ਜਿਹੜਾ ਹਨ ਗਰਭ ਸਿਓ ਨਾ ਦੇਖ, ਇਸ ਕਰਕੇ ਮਾਇਆ ਨੂੰ ਆਪਣਾ ਹੰਕਾਰ ਦਾ ਵਸੀਲਾ ਨਾ ਬਣਾ, ਕਿਉਂਕਿ ਮਾਇਆ ਹਮੇਸ਼ਾ ਰਹਿਣੀ ਨਹੀਂ। ਹਮੇਸ਼ਾ ਨਾ ਰਹੇਗੀ ਤੂੰ ਐਸੀ ਨਾ ਜਾਣੇ। ਹਾਂ ਕਹਿਣਗੇ ਹਮੇਸ਼ਾ ਨਾ ਰਹੇਗੀ, ਕਹਿੰਦੇ ਨਹੀਂ ਰਹਿਣੀ, ਪਰ ਤੂੰ ਤਾਂ ਜਾਣ ਲਿਆ ਵੀ ਰਹੇਗੀ, ਇਸ ਕਰਕੇ ਤਾਂ ਤੂੰ ਇਕੱਠੀ ਕਰ ਰਿਹਾ ਹਾਂ। ਮਿਸਕਨਸੈਪਸ਼ਨ ਹੋ ਗਿਆ। ਕਹਿੰਦੇ ਇਹ ਨਹੀਂ ਰਹਿਣ ਵਾਲੀ ਨੂੰ ਤੂੰ ਹਮੇਸ਼ਾ ਰਹਿਣ ਵਾਲੀ ਮੰਨ ਲਿਆ ਹੈ, ਜੋ ਪਰਮਾਤਮਾ ਸਦੀਵ ਕਾਲ ਤੋਂ ਉਹਨੂੰ ਤੂੰ ਭੁਲਾ ਦਿੱਤਾ। ਉਠਾਵੇ ਸਫਾ ਉਸਕੋ ਲਾਗੇ ਨਾ ਬਾਰ। ਦੇਖੋ ਜਦੋਂ ਕਹਿੰਦੇ ਪਰਮਾਤਮਾ ਨੇ ਤੇਰੀਆਂ ਸਫਾ ਨੂੰ ਜਿਹੜਾ ਉਠਾਉਣਾ ਹੈ, ਜਦੋਂ ਤੇਰੀਆਂ ਸਫਾ ਚੁੱਕੀਆਂ ਜਾਣੀਆਂ, ਮਤਲਬ ਤੇਰੀ ਮੌਤ ਆਉਣੀ ਹੈ, ਉਦੋਂ ਬਾਹਰ ਨਹੀਂ ਲੱਗਣੀ, ਉਦੋਂ ਡਿਲੇ ਨਹੀਂ ਹੋਣੀ, ਕੋਈ ਸਮਾਂ ਨਹੀਂ ਲੱਗਣਾ, ਜਦੋਂ ਇਹ ਸਾਰੀ ਮਾਇਆ ਪਰਾਈ ਹੋ ਜਾਣੀ ਹੈ। ਕਿਸਕੀ ਦੁਨੀਆ ਕਿਸਕੇ ਘਰ ਬਾਰ। ਦੇਖੋ ਇਹ ਦੁਨੀਆ ਵਿੱਚ ਕਿਹਦੀ ਇਹ ਦੁਨੀਆ ਹੈ, ਕਿਹਦਾ ਘਰ ਬਾਰ ਹੈ, ਕਿਸੇ ਦਾ ਵੀ ਨਹੀਂ ਰਹਿੰਦਾ, ਸਾਰਿਆਂ ਦਾ ਜਿਹੜਾ ਹੈ ਮਰ ਕੇ ਛੱਡ ਜਾਂਦੇ ਹਨ। ਚੰਦ ਰੋਜ਼ ਚੱਲਣਾ ਕਿਛ ਪਕੜੋ ਕਰਾਰ। ਦੇਖੋ ਜਿਵੇਂ ਚੰਦਰਮਾ ਹਰ ਰੋਜ਼ ਰਾਤ ਨੂੰ ਆਪਾਂ ਨੂੰ ਦਿਖਾਈ ਦਿੰਦਾ ਹੈ ਤੇ ਸਵੇਰ ਵੀ ਹੁੰਦਾ ਪਰ ਦਿਖਾਈ ਨਹੀਂ ਦਿੰਦਾ, ਇਸ ਕਰਕੇ ਚੰਦ ਰੋਜ਼ ਕਹਿੰਦੇ ਹਰ ਰੋਜ਼ ਦਾ ਹੀ ਕੰਮ ਹੈ, ਕੋਈ ਨਾ ਕੋਈ ਮਰਦਾ ਹੀ ਹੈ, ਹਰ ਦਿਨ ਕੋਈ ਨਾ ਕੋਈ ਮਰਦਾ ਹੈ ਤੇ ਦੁਨੀਆ ਨੂੰ ਛੱਡ ਕੇ ਚਲਿਆ ਜਾਂਦਾ ਹੈ। ਕਿ ਇਸ ਕਰਕੇ ਕੱਚ ਪਕੜੋ ਕਰਾਰ, ਇਸ ਕਰਕੇ ਤੂੰ ਕੋਈ ਕੰਢਾ ਪਕੜ ਲਾ ਜਿਹਦੇ ਕਰਕੇ ਮੁੜ ਕੇ ਨਾ ਤੈਨੂੰ ਮੌਤ ਆਵੇ, ਮੁੜ ਕੇ ਨਾ ਜਨਮ ਤੇ ਮਰਨ ਦੇ ਚੱਕਰਾਂ 'ਚ ਪੈਣਾ ਪਵੇ। ਨਾ ਕੀਚਾ ਹਰਸ ਬਹੁਤ ਦੁਨੀਆ ਕੇ ਯਾਰ। ਕਹਿੰਦੇ ਨਾ ਕੀਚੇ ਹਿਰਸ, ਲਾਲਚ ਨਾ ਤੂੰ ਕਰ ਇਹ ਦੁਨੀਆ ਤੇ, ਬਹੁਤ ਦੁਨੀਆ ਕੇ ਯਾਰ। ਇਹ ਦੁਨੀਆ ਦੇ ਉੱਤੇ ਜਦੋਂ ਮਾਇਆ ਹੁੰਦੀ ਹੈ ਬਹੁਤ ਯਾਰ ਹੁੰਦੇ ਨੇ, ਪਰ ਜਦੋਂ ਮਾਇਆ ਖੁੱਸ ਜਾਂਦੀ ਹੈ ਨਾ ਫਿਰ ਕੋਈ ਯਾਰ ਨਹੀਂ ਰਹਿੰਦਾ। ਇੱਥੇ ਯਾਰ ਵੀ ਮਾਇਆ ਦੇ ਹੀ ਹਨ ਸਾਰੇ, ਇਸ ਕਰਕੇ ਤੂੰ ਲਾਲਚ ਨਾ ਕਰ ਮਾਇਆ ਦਾ। ਸ਼ਰਮਿੰਦਾ ਨਾ ਹੋਵੇ ਕੁਛ ਨੇ ਕੀ ਕਮਾਏ। ਕਹਿਣ ਲੱਗੇ ਸ਼ਰਮਿੰਦਾ ਨਾ ਹੋਏ, ਤੈਨੂੰ ਸ਼ਰਮ ਨਹੀਂ ਆਉਂਦੀ ਕਿ ਮੈਂ ਕੋਈ ਚੰਗਾ ਵੀ ਕੰਮ ਕਰ ਜਾਵਾਂ, ਇਹ ਮਾਇਆ ਨੂੰ ਕੋਈ ਚੰਗੇ ਪਾਸੇ ਵੀ ਮੈਂ ਲਾ ਜਾਵਾਂ, ਮਾਇਆ ਨੂੰ ਵਰਤ ਕੇ ਕਿਸੇ ਦਾ ਦੁੱਖ ਵੀ ਮੈਂ ਦੂਰ ਕਰ ਲਵਾਂ। ਲਾਨਤ ਕਾ ਜਾਮਾ ਪਹਿਰ ਕੇ ਨਾ ਜਾਏ। ਇਸ ਕਰਕੇ ਮਰ ਕੇ ਤੂੰ ਲਾਨਤਾਂ ਦਾ ਇਹ ਜਾਮਾ ਕਿਉਂ ਪਹਿਰ ਕੇ ਜਾਣਾ ਹੈ, ਨਾ ਪਹਿਰ ਕੇ
ਜਾ, ਇਹ ਲਾਹਣਤਾਂ ਦਾ ਜਿਹੜਾ ਹੰਜਾਮਾ ਤੈਨੂੰ ਇਹ ਕੱਪੜੇ ਲਾਹਣਤਾਂ ਦੇ ਪੈਣਗੇ। ਜਿਹੜੇ ਲਾਹਣਤਾਂ ਹੁੰਦੀਆਂ ਨੇ, ਕਰਸ ਹੁੰਦੀਆਂ ਨੇ, ਲੋਕੀ ਤੇਰੇ ਤੇ ਲਾਹਣਤਾਂ ਪਾਉਣਗੇ, ਥੁੱਕਣਗੇ ਤੇਰੇ ਤੇ ਆ ਕੇ। ਇਹ ਲਾਹਣਤਾਂ ਜਿਹੜੀਆਂ ਨੇ ਇਹਨਾਂ ਜਾਮਾ ਪਾ ਕੇ ਤੂੰ ਅਗਲੀ ਦੁਨੀਆ ਵਿੱਚ ਨਾ ਜਾ, ਹੁਣੇ ਸੁਧਰ ਜਾ ਜੇ ਸੁਧਰ ਸਕਦਾ ਹਾਂ। ਗਫਲਤ ਕਰੋਗੇ ਤਾਂ ਖਾਵੋਗੇ ਮਾਰ, ਅਣਗਹਿਲੀ ਕਰੇਗਾ ਜਾਂ ਤੂੰ ਕਹੇਗਾ ਵੀ ਮੈਨੂੰ ਕੀ ਪਿਆ, ਇਹ ਜਗ ਮਿੱਠਾ ਅਗਲਾ ਕਿਨ ਡਿੱਠਾ। ਜੇ ਤੂੰ ਐਸੀ ਗਫਲਤ ਕਰੇਗਾ ਤਾਂ ਖਾਵੋਗੇ ਮਾਰ, ਤਾਂ ਤੂੰ ਮਾਰ ਖਾਏਗਾ ਬੜੀ ਬੁਰੀ ਨਰਕਾਂ ਵਿੱਚ। ਬੇਟੀ ਵਾ ਬੇਟਾ ਕੇ ਲਹੇਗੋ ਨਾ ਸਾਰ। ਦੇਖੋ ਤੂੰ ਕਹਿੰਦਾ ਤੇਰੀ ਬੇਟੀ ਹੈ, ਤੇਰਾ ਬੇਟਾ ਹੈ, ਕਹਿਣਗੇ ਕੋਈ ਨਹੀਂ ਤੇਰੀ ਸਾਰ ਤੇਰੀ ਖਬਰ ਪੁੱਛੇਗਾ ਆ ਕੇ। ਫਿਰ ਤੋਬਾ ਕਰੋ ਬਹੁਰ ਕੀਚੈ ਨਾ ਜੋਰ। ਕਹਿਣਗੇ ਇਸ ਕਰਕੇ ਜੇ ਤੋਬਾ ਕਰਨੀ ਹੈ, ਜੇ ਹੁਣ ਪਛਤਾਵਾ ਕਰਨਾ ਹੈ, ਰਿਗਰੈਟ ਕਰਨਾ ਤਾਂ ਹੁਣ ਕਰ, ਜੀਵਨ ਕਾਲ ਦੇ ਵਿੱਚ ਕਰ ਲਾ, ਮੌਤ ਆਉਣ ਤੋਂ ਪਹਿਲਾਂ ਕਰ ਲਾ। ਬਹੁਰ ਨਾ ਕੀਜੈ ਜ਼ੋਰ, ਕਹਿੰਦੇ ਹੁਣ ਮੁੜ ਕੇ ਤੂੰ ਜ਼ੋਰ ਨਾ ਕਰੀ, ਕਿਸੇ ਨੂੰ ਮਾਰ ਨਾ, ਕਿਸੇ ਨੂੰ ਲੁੱਟ ਨਾ, ਤੂੰ ਸੇਵਾ ਕਰ ਹੁਣ। ਦੋਜਕ ਕੀ ਆਤਜ ਜਲਾਵੇਗੀ ਗੋਰ। ਦੇਖੋ ਇਹ ਜੇ ਤੂੰ ਨਹੀਂ ਕਰੇਗਾ ਤਾਂ ਇਹ ਨਰਕਾਂ ਦੀ ਅੱਗ ਤੈਨੂੰ ਮੜੀਆਂ ਵਿੱਚ ਪਏ ਨੂੰ ਵੀ ਸਾੜੀ ਜਾਵੇਗੀ, ਤੂੰ ਮੜੀਆਂ ਦੇ ਵਿੱਚ ਵੀ ਸੜਦਾ ਹੀ ਰਹੇਗਾ। ਮਸਾਇਕ ਪੈਗੰਬਰ ਕੇਤੇ ਸਾਹ ਖਾਨ। ਦੇਖੋ ਇਹ ਦੁਨੀਆ ਦੇ ਉੱਤੇ ਕਿੰਨੇ ਸ਼ੇਖ ਆ ਗਏ, ਕਿੰਨੇ ਪੈਗੰਬਰ ਪ੍ਰੋਫਿਟਸ ਆ ਗਏ, ਕਿਤੇ ਸ਼ਾਹ, ਕਿੰਨੇ ਧਨੀ ਲੋਕ ਆ ਗਏ, ਕਿੰਨੇ ਖਾਨ ਹੋ ਚੁੱਕੇ ਹਨ ਦੁਨੀਆ ਤੇ। ਨਾ ਦਿਸੈ ਜਿਮੀ ਪਰ ਤਿਨਕੇ ਨਿਸ਼ਾਨ। ਦੇਖੋ ਕਿਹਦਾ ਨਿਸ਼ਾਨ ਦਿਸਦਾ ਹੈ ਧਰਤੀ ਤੇ, ਵੱਡੇ ਵੱਡੇ ਆ ਕੇ ਚਲੇ ਗਏ, ਕੋਈ ਨਹੀਂ ਬਾਤ ਪੁੱਛਦਾ। ਦ ਗ੍ਰੇਟ ਆਫ ਦ ਗ੍ਰੇਟੈਸਟ ਵੀ ਚਲੇ ਗਏ, ਕੋਈ ਨਹੀਂ ਬਾਤ ਪੁੱਛਦਾ। ਕਿਸੇ ਦਾ ਪੱਕਾ ਨਿਸ਼ਾਨ ਦੁਨੀਆ ਤੇ ਨਹੀਂ ਲੱਗਦਾ। ਚਲਤੇ ਕਬੂਤਰ ਜਨਾਵਰ ਕੀ ਛਾਓ। ਦੇਖੋ ਜਿਵੇਂ ਕਬੂਤਰ ਹੁੰਦੇ ਨੇ ਜੋ ਕਿ ਇੱਕ ਦਰਖਤ ਦੀ ਛਾਂ ਥੱਲੇ ਬਹਿ ਕੇ ਸਵੇਰ ਹੁੰਦਿਆਂ ਸਰ ਉੱਡ ਜਾਂਦੇ ਨੇ, ਦੁਨੀਆ ਵੀ ਐਸੀ ਹੈ। ਜਰਾ ਜੈਸੇ ਤਰਵਰ ਰਹਿਣ ਬਸੇਰਾ, ਇਹ ਗੱਲ ਹੁੰਦੀ ਹੈ। ਕਹਿੰਦੇ ਰਾਤ ਨੂੰ ਰਹਿਣ ਵਾਸਤੇ ਇਹ ਦੁਨੀਆ ਹੈ, ਇਹ ਟੈਂਪਰੇਰੀ ਦੁਨੀਆ ਹੈ ਜੋ ਹਮੇਸ਼ਾ ਨਹੀਂ ਰਹਿਣੀ। ਕਹਤੇ ਖਾਕ ਹੁਏ ਕੋ ਪੁੱਛੇ ਨਾ ਨਾਓ। ਕਿੰਨੇ ਜੋ ਦੇਖੋ ਦੁਨੀਆ ਤੇ ਵੱਡੇ ਵੱਡੇ ਰਾਜੇ ਜਿਹੜੇ ਪ੍ਰੋਫਿਟ ਸਨ ਖਾਕ ਹੋ ਗਏ, ਮਿੱਟੀ ਨਾਲ ਮਿੱਟੀ ਹੋ ਕੇ ਮਿਲ ਗਏ, ਤੇ ਉਹਨਾਂ ਦਾ ਨਾਂ ਵੀ ਕੋਈ ਨਹੀਂ ਪੁੱਛਦਾ, ਨਾ ਕੋਈ ਜਾਣਦਾ ਹੀ ਉਹਨਾਂ ਨੂੰ। ਹੁਣ 40 ਗੰਜ ਜੋੜੇ ਨਾ ਰੱਖਿਓ ਈਮਾਨ। ਦੇਖੋ ਜੋ ਤੇਰੇ ਵੱਡੇ ਸਨ ਜਿਨ੍ਹਾਂ ਨੇ 40 ਗੰਜ ਰੱਖੇ, ਹਾਰੂਨ ਕਹਿ ਲਈਏ ਜਾਂ ਜਿਹੜਾ ਕੌਰੂ ਸੀ ਪਹਿਲਾਂ, ਕਹਿੰਦੇ ਕਿ ਦੇਖੋ ਉਹਨੇ ਵੀ 40 ਗੰਜ ਇਕੱਠੇ ਕਰ ਲਏ ਤੇ ਉਹਨੇ ਵੀ ਨਾ ਈਮਾਨ ਰੱਖਿਆ। ਤੇ ਦੇਖੋ ਇੱਕ ਵਾਰ ਮੋਸਸ ਨੂੰ ਜਿਹੜਾ ਹੈ ਪਰਮਾਤਮਾ ਵੱਲੋਂ ਜਿਹੜੀ ਹੈ ਇਹ ਐਸਾ ਇੱਕ ਜਿਹੜੇ ਹਨ ਆਕਾਸ਼ ਬਾਣੀ ਹੋਈ। ਉਹ ਆਕਾਸ਼ ਬਾਣੀ ਦੇ ਵਿੱਚ ਪਰਮਾਤਮਾ ਮੋਸਸ ਨੂੰ ਕਹਿੰਦਾ ਕਿ ਜਿਹੜਾ ਇਹ ਕੌਰੂ ਹੈ ਇਹਨੂੰ ਤੂੰ ਜਾ ਕੇ ਸਮਝਾ ਕਿ ਮਾਇਆ ਦਾ ਪਿੱਛੇ ਨਾ ਲੱਗੇ। ਇਹ ਸਾਖੀ ਜਿਹੜੀ ਹੈ ਗਿਆਨ ਰਤਨਾਵਲੀ ਦੇ ਵਿੱਚ ਭਾਈ ਮਨੀ ਸਿੰਘ ਜੀ ਨੇ ਲਿਖੀ ਹੈ। ਭਾਈ ਮਨੀ ਸਿੰਘ ਜੀ ਨੇ ਲਿਖਿਆ, ਕਹਿੰਦੇ ਐਸਾ ਜਿਹੜਾ ਸੀਗਾ ਨਾ ਸਮਾਂ, ਕਹਿੰਦੇ ਉਸ ਵੇਲੇ ਮੋਸਸ ਨੇ ਜਾ ਕੇ ਕੌਰੂ ਨੂੰ ਕਿਹਾ, ਕਹਿੰਦਾ ਕੌਰੂ ਤੂੰ ਇਉਂ ਕਰ, ਤੇਰਾ ਜਿਹੜਾ ਹੈ ਥੋੜਾ ਜਿਹਾ ਹਿੱਸਾ ਜਿੰਨਾ ਤੂੰ ਜਿਹੜਾ ਧਨ ਇਕੱਠਾ ਕੀਤਾ ਨਾ 40 ਗੰਜ, ਤੂੰ ਗਰੀਬਾਂ ਨੂੰ ਦੇ ਦੇ, ਤੂੰ ਕੋਈ ਦੁਨੀਆ ਦੇ ਭਲੇ ਵਾਸਤੇ ਕਿਸੇ ਗਰੀਬ ਨੂੰ ਦੇ ਦੇ। ਤੇ ਉਹ ਕਹਿੰਦਾ ਜੀ ਮੈਂ ਨਹੀਂ ਦੇਣਾ, ਕਹਿੰਦਾ ਮੈਂ ਨਹੀਂ ਦਊਂਗਾ। ਤੇ ਉਹਦੇ ਵਿੱਚ ਕੀ ਹੋਇਆ, ਉਹਦੇ ਧਰਤੀ ਦੇ ਵਿੱਚ ਪੈਰ ਗੱਡੇ ਗਏ, ਅੰਦਰ ਵੜ ਗਏ। ਫਿਰ ਮੋਸਸ ਕਹਿੰਦਾ ਕਿ ਉਹ ਨਾ ਤੂੰ 10% ਜਿਹੜਾ ਹੈ ਤੇਰੇ ਧਨ ਦਾ ਤੂੰ ਗਰੀਬਾਂ ਨੂੰ ਦੇ ਦੇ। ਕਹਿੰਦਾ ਮੈਂ ਨਹੀਂ ਦੇਵਾਂਗਾ 10% ਕੀ, ਕਹਿੰਦਾ ਮੈਂ 1% ਵੀ ਨਹੀਂ ਦੇਣਾ। ਉਹ ਜਿਹੜਾ ਹੈ ਉਹਦਾ ਜਿਹੜਾ ਹੈ ਉਹ ਗੱਡਿਆ ਗਿਆ ਧਰਤੀ ਤੇ, ਉਹਦੇ ਪੈਰ ਅੰਦਰ ਧਰਤੀ ਦੇ ਵੜ ਗਏ। ਫਿਰ ਮੋਸਸ ਕਹਿੰਦਾ ਚੱਲ ਫਿਰ ਤੇਰੇ 40 ਗੰਜ ਹੈਗੇ, ਤੂੰ ਇੱਕ ਗੰਜ ਵੰਡ ਦੇ ਲੋਕਾਂ ਵਿੱਚ। ਲੱਕ ਤੱਕ ਉਹ ਜਿਹੜੀ ਹੈ ਮਿੱਟੀ ਆ ਗਈ, ਅੱਧਾ ਉਹਦਾ ਸਰੀਰ ਦੱਬਿਆ ਗਿਆ ਧਰਤੀ ਤੇ। ਫਿਰ ਜਿਹੜਾ ਹੈ ਮੋਸਸ ਕਹਿੰਦਾ ਜੇ ਐਸਾ ਵੀ ਨਹੀਂ ਹੈ ਤਾਂ ਕਹਿੰਦਾ ਤੂੰ ਐਂ ਵੀ ਕਰਨਾ, ਕਹਿੰਦਾ ਕੁਝ ਨਾ ਕੁਝ ਤਾਂ ਦੇ ਦੇ। ਕਹਿੰਦਾ ਮੈਂ ਕੱਖ ਨਹੀਂ ਦੇਣਾ, ਮੈਂ ਕਿਸੇ ਨੂੰ ਕੁਝ ਨਹੀਂ ਦੇਣਾ। ਕੀ ਹੋਇਆ, ਪਰਮਾਤਮਾ ਦੀ ਐਸੀ ਨੀਅਤ ਹੋਈ, 40 ਗੰਜ ਜਿਹੜੇ ਸਨ ਉਹਦੇ ਸਿਰ ਤੇ ਪੈ ਗਏ ਆ ਕੇ, ਉਹ ਭਾਰ ਪੈਣ ਕਰਕੇ ਉਹ ਧਰਤੀ ਤੇ ਦੱਬਿਆ ਗਿਆ। ਤੇ ਐਸੀ ਗੱਲ ਮੰਨੀ ਜਾਂਦੀ ਹੈ, ਕਹਿੰਦੇ ਉਹ ਕੌਰੂ ਜਿਹੜਾ ਸੀਗਾ ਸਮੇਤ ਉਹਦੇ ਜਿਹੜਾ 40 ਗੰਜਾਂ ਦੇ ਭਾਰ ਦੇ ਥੱਲੇ ਕਹਿੰਦੇ ਉਹ ਦੱਬਿਆ ਗਿਆ ਧਰਤੀ ਵਿੱਚ, ਬਰੀਟ ਹੋ ਗਿਆ, ਬਰੀਟ ਅਲਾਈਵ ਹੋ ਗਿਆ ਜੀ ਅੰਦਰ ਧਰਤੀ ਦੇ। ਕਿਉਂਕਿ ਕਹਿੰਦੇ ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ 40 ਗੰਜ ਜੋੜੇ ਨਾ ਰੱਖਿਓ ਈਮਾਨ। ਤੂੰ ਈਮਾਨ ਨਹੀਂ ਰੱਖਿਆ, ਤੂੰ 40 ਗੰਜ ਤਾਂ ਇਕੱਠੇ ਕਰ ਲੈ। ਦੇਖੋ ਰੇ ਕਾਰੂ ਜੋ ਹੋਤੇ ਪਰੇਸ਼ਾਨ। ਦੇਖੋ ਕਹਿੰਦੇ ਉਹ ਕੌਰੂ ਜਿਹੜਾ ਪਹਿਲਾਂ ਸੀ ਤੇਰਾ ਵੱਡਾ ਐਂਸੈਸਟਰ, ਉਹਦੇ ਨਾਲ ਕੀ ਹੋਇਆ। ਕਹਿੰਦਾ ਉਹ ਜਿਹੜਾ ਹੈ ਇੰਨਾ ਪਰੇਸ਼ਾਨ ਦੁਖੀ ਹੋ ਕੇ ਮਰਿਆ। ਉਹਨੇ ਤਾਂ ਮੋਸਸ ਜਿਹੜਾ ਹੈ ਕਹਿੰਦੇ ਉਹਦੇ ਚਾਚੇ ਦਾ ਪੁੱਤਰ ਹੀ ਸੀ ਨਾ ਕੌਰੂ, ਉਹ ਆਪ ਸਮਝਾਉਣ ਵਾਸਤੇ ਆਇਆ, ਉਹਦੀ ਵੀ ਗੱਲ ਨਾ ਮੰਨੀ। ਕੀ ਹੋਇਆ ਜੀ, ਦੱਬਿਆ ਗਿਆ।
ਤੇ ਮਾਰਿਆ ਗਿਆ, ਉਹਦੇ 40 ਗੰਜ ਵੀ ਅਲੋਪ ਹੋ ਗਏ, ਧਰਤੀ ਵਿੱਚ ਦੱਬੇ ਗਏ। ਨਾ ਦਾਨੀ ਨਾ ਦੁਨੀਆ ਵਾ ਫਾਨੀ ਮੁਕਾਮ। ਇਸ ਕਰਕੇ ਕਹਿੰਦਾ ਅਣਜਾਣ ਬਣ ਕੇ ਤੂੰ ਇਹ ਨਾ ਕਰ, ਯੂ ਡੋਂਟ ਕੀਪ ਐਨ ਬਲਾਈਂਡ ਆਈ, ਵੀ ਜਿਹੜਾ ਮੌਤ ਦੇ ਪਿੱਛੋਂ ਕੀ ਹੋਣਾ, ਯੂ ਕੀਪ ਬਲਾਈਂਡ ਆਈ, ਵੀ ਮੈਨੂੰ ਨਹੀਂ ਪਰਵਾਹ ਹੈਗੀ। ਉਹਨੂੰ ਕਹਿੰਦੇ ਆ ਨਾਦਾਨੀ। ਕਹਿੰਦੇ ਨਾਦਾਨੀ ਨਾ ਦੁਨੀਆ, ਕਹਿਣ ਲੱਗੇ ਨਾ ਦਾਨੀ ਜਿਹੜੀ ਹੈ ਦੁਨੀਆ ਤੇ ਨਹੀਂ ਚਲਦੀ, ਨਾ ਫਾਨੀ ਮੁਕਾਮ ਵਾ ਫਾਨੀ ਮੁਕਾਮ, ਉਹ ਫਾਨੀ ਦਾ ਮੁਕਾਮ ਜਿਹੜਾ ਹੈ ਨਰਕਾਂ ਦਾ, ਉਹ ਜਿਹੜਾ ਅਕਾਊਂਟੇਬਿਲਿਟੀ ਹੈ ਉਹ ਤੋਂ ਤੂੰ ਆਪਣੇ ਆਪ ਨੂੰ ਰਿਲੀਜ਼ ਨਹੀਂ ਕਰ ਸਕਦਾ। ਉਹਦਾ ਪ੍ਰੋਸੈਸ ਦੇ ਵਿੱਚ ਤੈਨੂੰ ਜਾਣਾ ਹੀ ਪੈਣਾ, ਤੈਨੂੰ ਲੇਖਾ ਦੇਣਾ ਹੀ ਪੈਣਾ ਤੇਰੇ ਜੀਵਨ ਦਾ, ਉੱਥੋਂ ਤੂੰ ਐਸਕੇਪ ਨਹੀਂ ਹੋ ਸਕਦਾ। ਤੂੰ ਖੁਦ ਚਸ਼ਮ ਬੀਨੀ ਇਹ ਚੱਲਣਾ ਜਹਾਨ। ਦੇਖੋ ਤੂੰ ਆਪ ਆਪਣੇ ਅੱਖੀਂ, ਚਸ਼ਮ ਮੀਨਸ ਅੱਖਾਂ, ਬੀਨੀ ਤੂੰ ਦੇਖਿਆ ਹੈ, ਇਹ ਸਾਰੇ ਦੁਨੀਆ ਨੂੰ ਤੂੰ ਆਪਣੇ ਅੱਖਾਂ ਨਾਲ ਦੇਖਿਆ ਕਿ ਸਾਰੇ ਇੱਥੋਂ ਚੱਲੀ ਜਾਂਦੇ ਹਨ। ਇਹ ਦੁਨੀਆ ਨੂੰ ਛੱਡ ਕੇ ਹਰ ਕੋਈ ਇੱਕ ਇੱਕ ਕਰਕੇ ਮਰ ਕੇ ਚਲਿਆ ਹੀ ਜਾਂਦਾ ਹੈ। ਤੋਬਾ ਨਾ ਕੀਤੀ ਕਰੇ ਦਿਆ ਗੁਨਾਹ। ਦੇਖੋ ਤੂੰ ਤੋਬਾ ਨਹੀਂ ਕੀਤੀ, ਤੂੰ ਰਿਗਰੈਟ ਨਹੀਂ ਕਰ ਰਿਹਾ, ਤੂੰ ਹਜੇ ਜਿਹੜਾ ਇਹਨੂੰ ਸੁਧਾਰਨ ਵਾਸਤੇ ਜਿਹੜਾ ਹੈ ਪਛਤਾਤਾਪ ਤੂੰ ਨਹੀਂ ਕਰ ਰਿਹਾ, ਇਸ ਕਰਕੇ ਤੋਬਾ ਨਾ ਕੀਤੀ, ਤੂੰ ਤੋਬਾ ਨਹੀਂ ਕੀਤੀ ਹੁਣ ਤੱਕ, ਹਜੇ ਵੀ ਤੂੰ ਗੁਨਾਹ ਪਾਪ ਕਰੀ ਜਾਂਦਾ। ਹਾਂ ਕਰੇ ਅਰਜ ਬੰਦਗੀ ਬਾਬਾ ਨਾਨਕ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਬਾਬਾ ਨਾਨਕ, ਕਹਿੰਦੇ ਬਾਬਾ ਨਾਨਕ ਇੱਕ ਗੱਲ ਤੁਹਾਨੂੰ ਕਹਿੰਦਾ, ਕਰੇ ਅਰਜ ਬੰਦਗੀ, ਕਹਿੰਦੇ ਹੇ ਕੌਰੂ ਤੂੰ ਕਰ ਲਾ ਬੰਦਗੀ, ਕਰੇ ਅਰਜ, ਉਸ ਪਰਮੇਸ਼ਰ ਅੱਗੇ ਹੱਥ ਜੋੜ ਕੇ ਅਰਦਾਸ ਕਰ, ਉਹਦੀ ਬੰਦਗੀ ਕਰ, ਉਸਦੀ ਭਗਤੀ ਕਰ, ਐਸਾ ਉਪਦੇਸ਼ ਤੈਨੂੰ ਬਾਬਾ ਨਾਨਕ ਦੇ ਰਿਹਾ ਹੈ। ਐਸੇ ਆਲਮ ਸਿਓ ਤੇਰੀ ਪਨਾਹ। ਕਹਿਣਗੇ ਐਸੇ ਆਲਮ, ਐਸੀ ਦੁਨੀਆ ਵਿੱਚ ਤੇਰੀ ਪਨਾਹ, ਤੇਰੀ ਓੜ, ਤੇਰਾ ਆਸਰਾ ਤਾਂ ਉਹੀ ਪਰਮਾਤਮਾ ਹੈ। ਇਹ ਗੱਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਾਬਾ ਨਾਨਕ ਕਰਕੇ ਕਹੀ ਹੈ, ਵੀ ਬਾਬਾ ਨਾਨਕ ਤੈਨੂੰ ਇਹ ਗੱਲ ਕਹਿ ਰਿਹਾ ਹੈ, ਤੂੰ ਸੱਚੀ ਮੰਨ ਲਈ। ਇਹ ਨਸੀਹਤਨਾਮੇ ਵਿੱਚ ਇੱਕ ਇੱਕ ਗੱਲ ਜਿਹੜੀ ਦੱਸੀ ਹੈ ਉਹ ਸੱਚ ਹੈ। ਤੇ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਦੱਸਿਆ ਕਿ ਦੇਖੋ ਇਹ ਦੁਨੀਆ ਜਿਹੜੀ ਹੈ ਇਹ ਮਾਇਆ ਨੂੰ ਕਿਵੇਂ ਮੈਨੇਜ ਕਰਨਾ ਹੈ, ਇਹ ਰਹਿੰਦਿਆਂ ਹੋਇਆਂ ਇਹ ਦੁਨੀਆ ਵਿੱਚ ਮਾਇਆ ਨੂੰ ਕਿਸ ਤਰ੍ਹਾਂ ਵਰਤਣਾ ਹੈ, ਕਿਹਦੇ ਕਾਰਜ ਵਾਸਤੇ ਵਰਤਣਾ ਹੈ, ਇਹ ਮਾਇਆ ਤੋਂ ਹੰਕਾਰ ਕਰਨ ਤੋਂ ਕਿਵੇਂ ਬਚਣਾ ਹੈ। ਇਹ ਨਸੀਹਤਨਾਮਾ ਅਸਲ ਵਿੱਚ ਕੌਰੂ ਵਾਸਤੇ ਤਾਂ ਮਹਾਰਾਜ ਨੇ ਕਿਹਾ ਹੈ, ਪਰ ਆਪਣੇ ਸਾਰਿਆਂ ਵਾਸਤੇ ਹੈ। ਆਪਾਂ ਸਾਰਿਆਂ ਨੂੰ ਇਹ ਨਸੀਹਤਨਾਮਾ ਸੁਣ ਕੇ ਇਹਦੇ ਵਿੱਚੋਂ ਆਪਾਂ ਨੂੰ ਜਿਹੜੀ ਹੈ ਕੁਝ ਕੁ ਐਡਵਾਈਸ ਲੈਣੀ ਚਾਹੀਦੀ ਹੈ, ਕਿਉਂਕਿ ਇਹੀ ਸੱਚ ਹੈ, ਇਹ ਅਲਟੀਮੇਟ ਟਰੂਥ ਹੈ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਥੇ ਦੱਸਿਆ ਹੈ। ਦੋਹਰਾ ਕਾਰੂ ਸੁਨ ਹੈਰਾਨ ਹੋਏ, ਭਇਓ ਮੋਮ ਦਿਲ ਸੋਏ। ਕਰੂ ਬਾਦਸ਼ਾਹ ਨੇ ਜਦੋਂ ਨਸੀਹਤਨਾਮਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਸੁਣਿਆ, ਉਹ ਸੁਣ ਕੇ ਬੜਾ ਹੈਰਾਨ ਹੋਇਆ, ਕਿਉਂਕਿ ਪਹਿਲੀ ਵਾਰ ਉਹਨੂੰ ਸੱਚ ਦਾ ਉਪਦੇਸ਼ ਸੁਣਾਈ ਦਿੱਤਾ ਤੇ ਭਇਓ ਮੋਮ ਦਿਲ ਸੋਏ। ਉਸੇ ਵੇਲੇ ਉਹਦਾ ਪੱਥਰ ਵਰਗਾ ਕਠੋਰ ਦਿਲ ਮੋਮ ਵਰਗਾ ਜਿਹੜਾ ਹੈ ਹੋ ਗਿਆ ਜੀ। ਆਗੇ ਕੋ ਭੈ ਮਾਨਿਓ ਜਹ ਸਜਾਏ ਅਤ ਹੋਏ। ਅੱਗੇ ਤੋਂ ਆਪਣੇ ਕਰਮਾਂ ਵੱਲ ਦੇਖ ਕਰਕੇ ਉਹਨੂੰ ਆਪ ਹੀ ਡਰ ਲੱਗਣ ਲੱਗ ਪਿਆ, ਵੀ ਮੇਰੇ ਏਡੇ ਭੈੜੇ ਕਰਮ ਨੇ, ਇਹ ਕਰਮਾਂ ਦਾ ਜਦੋਂ ਮੈਨੂੰ ਫਲ ਦੇਣਾ ਪਿਆ ਤਾਂ ਮੈਂ ਕਿਵੇਂ ਦੇਵਾਂਗਾ। ਉਹਨੂੰ ਜਿਹੜਾ ਹੈ ਅੱਗੇ ਤੋਂ ਉਹੀ ਪਾਪ ਨੂੰ ਦੁਹਰਾਉਣ ਵਾਸਤੇ ਜਾਂ ਰਿਪੀਟ ਕਰਨ ਵਾਸਤੇ ਉਹਨੂੰ ਡਰ ਲੱਗਿਆ। ਉਹਨੇ ਡਰ ਮੰਨਣਾ ਕੀਤਾ, ਕਿਉਂਕਿ ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਜਿਹੜਾ ਅਹਿਸਾਸ ਕਰਾਇਆ, ਐਨਲਾਈਟਨ ਕੀਤਾ ਕਿ ਉਹਦੀ ਸਜ਼ਾ ਬਹੁਤ ਭਾਰੀ ਹੈ, ਉਹਦਾ ਪਨਿਸ਼ਮੈਂਟ ਜਿਹੜਾ ਬੜਾ ਸਵੀਅਰ ਹੈ, ਇਸ ਕਰਕੇ ਉਹ ਡਰ ਗਿਆ ਜੀ। ਚੌਪਈ ਕਿਆ ਹੋਵੇਗੋ ਤਬ ਮੁਝ ਹਾਲਾ। ਹੁਣ ਉਹਨੇ ਮਨ ਵਿੱਚ ਸੋਚਣਾ ਕੀਤਾ ਕਿ ਮੇਰਾ ਅੱਗੇ ਨੂੰ ਕੀ ਹੋਵੇਗਾ, ਮਰਨ ਤੋਂ ਬਾਅਦ ਮੇਰੇ ਕੀ ਹਾਲਾਤ ਹੋਣਗੇ, ਜਿਸ ਵੇਲੇ ਮੇਰੇ ਕੋਲ ਰਾਜ ਨਹੀਂ ਹੋਵੇਗਾ, ਮੇਰੇ ਕੋਲ ਫੌਜਾਂ ਨਹੀਂ ਹੋਣਗੀਆਂ, ਇਹ ਸਭ ਜਿਹੜੇ ਹਨ 45 ਗੰਜ ਮੈਂ ਇਕੱਠੇ ਕੀਤੇ ਇਹ ਵੀ ਨਹੀਂ ਹੋਣਗੇ, ਤਾਂ ਮੇਰਾ ਕੀ ਹਾਲ ਹੋਵੇਗਾ। ਕਹਿ ਜਬ ਬਾਂਧेंगे ਜਹ ਕਾਲਾ। ਦੇਖੋ ਜੋ ਜਮਦੂਤਾਂ ਨੇ ਆ ਕਰਕੇ ਮੈਨੂੰ ਬੰਨ੍ਹ ਲੈਣਾ ਹੈ, ਉਸ ਵੇਲੇ ਮੈਂ ਕੀ ਕਰਾਂਗਾ। ਸਭ ਪਰ ਜ਼ੁਲਮੀ ਕੀਨ ਵਿਸਾਲਾ। ਕਿਉਂਕਿ ਮੈਂ ਜ਼ੁਲਮ ਹੀ ਕੀਤਾ ਹੈ, ਮੈਂ ਧੱਕਾ ਹੀ ਕੀਤਾ ਹੈ, ਮੈਂ ਦਗਾਬਾਜੀ ਹੀ ਕੀਤੀ ਹੈ ਸਾਰਿਆਂ ਦੇ ਨਾਲ। ਤੇ ਕਿੰਨੀ ਕੁ ਕੀਤੀ, ਕਹਿੰਦੇ ਵਿਸਾਲਾ ਬਹੁਤ ਸਾਰੀ ਮੈਂ ਕੀਤੀ ਹੈ, ਸਾਰੀ ਉਮਰ ਮੇਰੀ ਲੰਘ ਗਈ ਲੋਕਾਂ ਨੂੰ ਜਿਹੜਾ ਹੈ ਤੰਗ ਕਰਨ ਵਿੱਚ, ਲੋਕਾਂ ਨੂੰ ਦੁੱਖ ਦੇਣ ਵਿੱਚ। ਭਲਾਈ ਤੇ ਰਹਿਓ ਨਿਰਾਲਾ। ਦੇਖੋ ਭਲਾਈ ਚੰਗਿਆਈ ਮੇਰੀ ਤੋਂ ਬਹੁਤ ਦੂਰ ਰਹੀ ਹੈ, ਜਾਂ ਮੈਂ ਭਲਾਈ ਤੋਂ ਬਹੁਤ ਦੂਰ ਰਹਾ ਹਾਂ। ਮੈਂ ਜਿਹੜਾ ਹਾਂ ਮੈਂ ਕਿਤੇ ਭਲਾਈ ਨਹੀਂ ਕੀਤੀ, ਮੈਂ ਕਿਸੇ ਦਾ ਭਲਾ ਨਹੀਂ ਕੀਤਾ ਹੁਣ ਤੱਕ, ਨਾ ਹੀ ਆਪਣੇ ਮਨ ਵਿੱਚ ਚਿੱਤ ਵਿਆਹ ਹੈ ਕਿਸੇ ਦਾ ਭਲਾ ਕਰਨਾ। ਕਾਰੂ ਮਨ ਗੁਣ ਬਹੁਰ ਬਗੋਇਓ। ਸੋ ਉਸ ਵੇਲੇ ਕਾਰੂ ਬਾਦਸ਼ਾਹ ਨੇ, ਇਹ ਹਮੀਦ ਕਾਰੂ ਜਿਹੜਾ ਹੈ, ਇਹਨੇ ਜਿਹੜੇ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਣਾਂ ਵਿੱਚ
ਆਪਣੇ ਔਗਣਾ ਨੂੰ ਕਹਿ ਕਰਕੇ ਦੱਸਦਾ ਹੈ ਬੇਨਤੀ ਰੂਪ ਵਿੱਚ, ਮੈਂ ਗਾਫਲ ਹੋਇਓ ਨਿਤ ਸੋਇਓ। ਹੇ ਪਾਤਸ਼ਾਹ, ਮੈਂ ਗਾਫਲ ਮੂਰਖ ਹੋ ਕੇ ਇਸ ਤਰ੍ਹਾਂ ਮੈਂ ਵਰਤਿਆ ਹਾਂ, ਮੈਂ ਆਪਣਾ ਜੀਵਨ ਕਾਲ ਜਿਹੜਾ ਸਾਰਾ ਵੇਸਟ ਕਰ ਦਿੱਤਾ ਹੈ, ਅਜਾਈ ਮੈਂ ਗਵਾ ਲਿਆ। ਮੈਂ ਉਹ ਜਿਹੜਿਆਂ ਹਨ ਉਹ 45 ਗੰਜ ਮੈਂ ਇਕੱਠੇ ਕੀਤੇ ਜਿਹਦਾ ਮੈਨੂੰ ਕੋਈ ਵੀ ਫਾਇਦਾ ਨਹੀਂ ਹੋਣਾ। ਉਹਦੇ ਪਾਪਾਂ ਦਾ ਵਾਧੂ ਭਾਰ ਮੈਨੂੰ ਚੁੱਕਣਾ ਪੈ ਜਾਣਾ, ਜਿਹਦੇ ਕਰਕੇ ਮੈਨੂੰ ਸਜ਼ਾਵਾਂ ਮਿਲਣੀਆਂ ਹਨ। ਹੇ ਪਾਤਸ਼ਾਹ, ਮੈਂ ਹੁਣ ਤੱਕ ਮੂਰਖ ਹੀ ਰਹਾ ਹਾਂ। ਨਹਿ ਜਾਣਤ ਥੋ ਕਹਾਂ ਖੁਦਾਏ। ਪਾਤਸ਼ਾਹ, ਮੈਂ ਅੱਜ ਤੱਕ ਨਹੀਂ ਜਾਣਿਆ ਵੀ ਕਿਤੇ ਕੋਈ ਖੁਦਾ ਵੀ ਹੁੰਦਾ ਹੈ। ਮੈਂ ਉਹ ਰੱਬ ਬਾਰੇ ਕਿਤੇ ਸੁਣਿਆ ਵੀ ਨਹੀਂ ਹੈ ਤੇ ਨਾ ਵੀ ਮੈਂ ਮੰਨਿਆ ਹੈ। ਮੈਂ ਉਹ ਪਰਮਾਤਮਾ ਬਾਰੇ ਜਾਣਦਾ ਨਹੀਂ ਸੀ ਹੁਣ ਤੱਕ, ਕਿਉਂਕਿ ਮੈਂ ਇਹੀ ਸਮਝਦਾ ਸਾਂ ਕਿ ਮੈਂ ਹੀ ਰਾਜਾ ਹਾਂ। ਮੈਂ ਇਹ ਨਹੀਂ ਜਾਣਿਆ ਮੇਰੇ ਉੱਤੇ ਪਾਤਸ਼ਾਹ ਦਾ ਪਾਤਸ਼ਾਹ ਪਰਮੇਸ਼ਰ ਵੀ ਹੈ, ਜੋ ਸਾਰਿਆਂ ਦੇ ਕਰਮਾਂ ਨੂੰ ਦੇਖਦਾ ਵੀ ਹੈ, ਉਹਨਾਂ ਨੂੰ ਵਿਟਨੈਸ ਵੀ ਕਰਦਾ ਹੈ, ਤੇ ਫਿਰ ਸਜ਼ਾਵਾਂ ਉਹੀ ਇੱਕ ਪਾਤਸ਼ਾਹ ਪਰਮੇਸ਼ਰ ਦਿੰਦਾ ਹੈ। ਤੁਮ ਮਸਾਲ ਸੁਨ ਭੈ ਮੋਹਿ ਆਏ। ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਕਹਿੰਦੇ ਤੁਸੀਂ ਜੋ ਮਸਾਲਾ ਐਗਜ਼ਾਮਪਲ ਦ੍ਰਿਸ਼ਟਾਂਤ ਦੇ ਕੇ ਮੈਨੂੰ ਹੁਣ ਜਿਹੜਾ ਸਮਝਾਇਆ ਹੈ, ਜਿਸ ਕਰਕੇ ਮੈਨੂੰ ਪਛਤਾਵਾ ਵੀ ਹੋ ਰਿਹਾ ਹੈ ਤੇ ਮੈਨੂੰ ਡਰ ਵੀ ਹੋ ਰਿਹਾ ਹੈ। ਮਿਹਰ ਆਪਣੀ ਮੋਹ ਪਰ ਕੀਜੈ। ਪਾਤਸ਼ਾਹ ਜੀ, ਮੈਂ ਬਖਸ਼ਿਆ ਨਹੀਂ ਜਾਵਾਂਗਾ, ਕਿਉਂਕਿ ਮੇਰੇ ਪਾਪ ਬਹੁਤ ਜ਼ਿਆਦੇ ਹੋ ਗਏ ਹਨ ਤੇ ਮੇਰੇ ਕੋਲ ਪਤਾ ਨਹੀਂ ਕਿੰਨਾ ਕੁ ਸਮਾਂ ਜੀਵਨ ਦਾ ਹੈ ਜਿਹਦੇ ਕਰਕੇ ਮੈਂ ਪਛਤਾਤਾਪ ਕਰਾਂ। ਪਾਤਸ਼ਾਹ ਜੀ, ਹੁਣ ਤਾਂ ਮੈਨੂੰ ਆਪ ਜੀ ਦੀ ਮਿਹਰ ਬਲੈਸਿੰਗਸ ਦੀ ਲੋੜ ਹੈ। ਪਾਤਸ਼ਾਹ ਜੀ, ਆਪ ਜੀ ਮੇਰੇ ਤੇ ਤਰਸ ਕਰਕੇ ਮੇਰੇ ਉੱਤੇ ਜਿਹੜਾ ਹੈ ਤੁਸੀਂ ਆਪ ਹੀ ਮਿਹਰ ਕਰ ਦਿਓ। ਪੰਥ ਖੁਦਾਏ ਬਤਾਵਨ ਕੀਜੈ। ਪਾਤਸ਼ਾਹ ਜੀ, ਕਿਰਪਾ ਕਰਕੇ ਉਹ ਖੁਦਾ ਦਾ ਰਸਤਾ ਮੈਨੂੰ ਦੱਸ ਦਿਓ, ਜਿਹੜੇ ਰਸਤੇ ਤੇ ਚੱਲ ਕੇ ਉਹ ਖੁਦਾ ਦੇ ਨਾਲ ਮੇਰਾ ਮੇਲ ਹੋ ਜਾਵੇ। ਪਾਤਸ਼ਾਹ ਜੀ, ਉਹ ਰਸਤਾ ਮੈਨੂੰ ਹੁਣ ਤੁਸੀਂ ਦੱਸ ਦਿਓ। ਤ੍ਰਿਸ਼ਨਾ ਦਰਬ ਨਦੀ ਬਨ ਧਾਰਾ। ਪਾਤਸ਼ਾਹ ਜੀ, ਹੁਣ ਤੱਕ ਤਾਂ ਮੈਂ ਤ੍ਰਿਸ਼ਨਾ ਰੂਪੀ ਨਦੀ ਵਿੱਚ ਹੀ ਰੁੜਦਾ ਰਿਹਾ। ਮੈਂ ਤਾਂ ਉਹ ਤ੍ਰਿਸ਼ਨਾ ਦੀ ਨਦੀ ਜਿੱਧਰ ਨੂੰ ਮੈਨੂੰ ਲੈ ਕੇ ਜਾਂਦੀ ਸੀ, ਮੈਂ ਉਧਰ ਨੂੰ ਹੀ ਰੁੜਿਆ ਗਿਆ ਤੇ ਮੈਂ ਹੁਣ ਡੁੱਬਣ ਲੱਗਿਆ ਹਾਂ। ਪਾਤਸ਼ਾਹ ਜੀ, ਬਰਿਓ ਜਾਤ ਹੋ ਪਾਏ ਨਾ ਪਾਰਾ। ਪਾਤਸ਼ਾਹ ਜੀ, ਉਹ ਮੈਂ ਬਰਿਓ ਜਾਤ ਹੋ ਕਹਿਣ ਲੱਗੇ, ਮੈਂ ਉਹਦੇ ਵਿੱਚ ਬਰਿਓ ਮੈਂ ਡੁੱਬਦਾ ਜਾ ਰਿਹਾ ਹਾਂ, ਪਰ ਉਹ ਨਦੀ ਦਾ ਅਥਾਹ ਥੱਲੇ ਤੱਕ ਉਹਦਾ ਜਿਹੜਾ ਥੱਲਾ ਮੈਨੂੰ ਹਜੇ ਦਿਖਾਈ ਨਹੀਂ ਦੇ ਰਿਹਾ। ਪਾਤਸ਼ਾਹ ਜੀ, ਇਹ ਪਾਪਾਂ ਦੇ ਕਰਨ ਕਰਕੇ ਪਾਤਸ਼ਾਹ ਜੀ ਮੈਂ ਉਹ ਨਦੀ ਤ੍ਰਿਸ਼ਨਾ ਦੇ ਵਿੱਚ ਮੈਂ ਡੁੱਬ ਰਿਹਾ ਹਾਂ। ਮੈਂ ਆਪਾਂ ਆਪ ਹੀ ਭੁੱਲ ਗਿਆ ਹਾਂ, ਜਿਵੇਂ ਨਦੀ ਵਿੱਚ ਜਾ ਕੇ ਡੁੱਬ ਕਰਕੇ ਕੋਈ ਮਰ ਜਾਂਦਾ, ਕਹਿੰਦੇ ਮੇਰੀ ਜ਼ਮੀਰ ਮਰ ਚੁੱਕੀ ਹੈ, ਮੈਨੂੰ ਸੱਚਾਈ ਦਾ ਕੋਈ ਪਤਾ ਨਹੀਂ, ਮੈਂ ਰੱਬ ਦਾ ਰਸਤਾ ਵੀ ਭੁੱਲ ਗਿਆ ਹਾਂ। ਤੁਮ ਕੇਵਟ ਮਮ ਕਰ ਕਹਿ ਦਾਇਆ। ਪਾਤਸ਼ਾਹ ਜੀ, ਕਿਰਪਾ ਕਰਕੇ ਤੁਸੀਂ ਇੱਕ ਜਹਾਜ਼ ਰੂਪ ਹੋ, ਤੁਸੀਂ ਇੱਕ ਸ਼ਿਪ ਹੋ ਜਿਹਦੇ ਉੱਤੇ ਚੜ੍ਹ ਕਰਕੇ ਮੈਂ ਬਚ ਸਕਦਾ ਹਾਂ। ਇਸ ਕਰਕੇ ਮੇਰੇ ਤੇ ਦਇਆ ਕਰ ਦਿਓ, ਤੁਸੀਂ ਮੇਰੇ ਤੇ ਤਰਸ ਕਰੋ। ਕਹੋ ਹਾਥ ਦੇ ਪਾਰ ਲੰਘਾਇਆ। ਪਾਤਸ਼ਾਹ ਜੀ, ਹੁਣ ਮੇਰੇ ਤੋਂ ਜਿਹੜਾ ਹੈ ਪਾਰ ਨਹੀਂ ਹੋਇਆ ਜਾਣਾ, ਮੈਨੂੰ ਤਾਂ ਤੁਹਾਨੂੰ ਹੱਥ ਦੇ ਕੇ ਹੀ ਬਚਾਉਣਾ ਪੈਣਾ ਹੈ। ਮੈਨੂੰ ਹੱਥ ਆਪਣਾ ਦੇ ਕੇ ਇਸ ਤ੍ਰਿਸ਼ਨਾ ਰੂਪੀ ਨਦੀ ਵਿੱਚ ਡੁੱਬਦੇ ਨੂੰ ਪਾਤਸ਼ਾਹ ਜੀ ਤੁਸੀਂ ਬਚਾ ਲਓ ਹੁਣ। ਮੋਹ ਕੁਟੰਬ ਕੂਪ ਅੰਧੇਰਾ। ਮਹਾਰਾਜ, ਇਹ ਮੋਹ ਜਿਹੜਾ ਹੈ ਨਾ, ਜਿਹੜਾ ਕਿ ਮੈਂ 45 ਗੰਜ ਇਕੱਠੇ ਕਰਕੇ ਇਹਦੇ ਵਿੱਚ ਜਿਹੜਾ ਮੋਹ ਰੱਖਿਆ ਹੋਇਆ ਹੈ, ਜਾਂ ਜਿਹੜੇ ਪਰਿਵਾਰ ਦਾ ਮੋਹ ਹੈ, ਅਟੈਚਮੈਂਟ ਹੈ, ਪਾਤਸ਼ਾਹ ਜੀ ਇਹ ਇੱਕ ਹਨੇਰਾ ਖੂਹ ਹੈ। ਉਹ ਖੂਹ ਹੈ ਜਿਹਦੇ ਵਿੱਚ ਕੁਝ ਵੀ ਦਿਖਾਈ ਨਹੀਂ ਦਿੰਦਾ, ਇੱਥੋਂ ਤੱਕ ਆਪਣਾ ਆਪ ਵੀ ਦਿਖਾਈ ਨਹੀਂ ਦਿੰਦਾ। ਇਹ ਐਸੀ ਅਗਿਆਨਤਾ ਰੂਪੀ ਖੂਹ ਹੈ। ਭਰਿਓ ਰਹਿਓ ਕੱਢੋ ਮੈਂ ਚਿਹਰਾ। ਪਾਤਸ਼ਾਹ ਜੀ, ਮੈਂ ਤਾਂ ਇਹਦੇ ਵਿੱਚ ਡਿੱਗਦਾ ਹੀ ਜਾ ਰਿਹਾ ਹਾਂ, ਡਿੱਗਦਾ ਹੀ ਜਾ ਰਿਹਾ ਹਾਂ ਤੇ ਇਹਦੇ ਵਿੱਚ ਵੱਧ ਤੋਂ ਵੱਧ ਹਨੇਰਾ ਮੇਰੇ ਸਾਹਮਣੇ ਆ ਰਿਹਾ। ਪਾਤਸ਼ਾਹ ਜੀ, ਇਸ ਕਰਕੇ ਮੈਨੂੰ ਆਪਣਾ ਚੇਲਾ ਬਣਾ ਕੇ ਇਸ ਅੰਨੇ ਖੂਹ ਦੇ ਵਿੱਚੋਂ, ਅਗਿਆਨਤਾ ਰੂਪੀ ਖੂਹ ਵਿੱਚੋਂ ਕੱਢ ਲਓ ਤੁਸੀਂ। ਤੇ ਬੇਨਤੀ ਸੁਣ ਕੇ ਗੁਣ ਖਾਨੀ। ਉਸ ਕਰੂੰ ਬਾਦਸ਼ਾਹ ਜੀ ਦੀ ਐਸੀ ਨਿਮਰਤਾ ਵਾਲੀ ਬੇਨਤੀ ਨੂੰ ਸੁਣ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਧਾਰ ਬੋਲੇ ਸੁਭਬਾਨੀ। ਮਹਾਰਾਜ ਦੇ ਹਿਰਦੇ ਵਿੱਚ ਕਿਰਪਾ ਆ ਗਈ। ਮਹਾਰਾਜ ਉਹਦੇ ਉੱਤੇ ਕਿਰਪਾ ਕਰਨ ਵਾਸਤੇ ਦਇਆ ਆ ਗਈ ਸਤਿਗੁਰਾਂ ਦੇ ਮਨ ਦੇ ਵਿੱਚ, ਉਸ ਦਾ ਦੁੱਖ ਨੂੰ ਸੁਣ ਕਰਕੇ ਤਰਸ ਆ ਗਿਆ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ। ਜਬ ਲੋ ਹਿਰਦੇ ਨਾ ਨਿਸ਼ਚੈ ਆਵਾ। ਪਾਤਸ਼ਾਹ ਜੀ ਨੇ ਬਚਨ ਕੀਤੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਰੂੰ ਨੂੰ ਜਿਹੜਾ ਹੈ ਮੁਕਤੀ ਦੇਣ ਵਾਸਤੇ ਕਹਿੰਦੇ, ਜਦੋਂ ਤੱਕ ਹਿਰਦੇ ਦੇ ਵਿੱਚ ਭਰੋਸਾ ਨਹੀਂ ਆ ਜਾਂਦਾ, ਜਦੋਂ ਤੱਕ ਹਿਰਦੇ ਦੇ ਵਿੱਚ ਫੇਥ ਨਹੀਂ ਬਣ ਜਾਂਦਾ, ਜਦੋਂ ਕਰਕੇ ਪਰਮੇਸ਼ਰ ਉੱਤੇ ਬੰਦਾ ਸਮਰਪਣ ਨਹੀਂ ਹੁੰਦਾ, ਆਪਣੇ ਆਪ ਨੂੰ ਸਰੈਂਡਰ ਨਹੀਂ ਕਰਦਾ, ਜਦੋਂ ਤੱਕ ਬੰਦੇ ਦੇ ਮਨ ਦੇ ਵਿੱਚ ਇਹ ਈਗੋ ਨਹੀਂ ਜਾਂਦੀ। ਇਹ ਈਗੋ ਇੱਕ ਰੁਕਾਵਟ ਹੈ ਜੋ ਪਰਮੇਸ਼ਰ ਨੂੰ ਨਹੀਂ ਦੇਖਣ ਦਿੰਦੀ, ਜੋ ਪਰਮੇਸ਼ਰ ਤੇ
ਭਰੋਸਾ ਰੱਖਣ ਨਹੀਂ ਦਿੰਦੀ। ਗੱਲੀ ਤਬ ਲੋ ਜਾਏ ਨਾ ਪਾਵਾ। ਦੇਖੋ ਗੱਲਾਂ ਕਰਕੇ ਕੋਈ ਪਾਰ ਨਹੀਂ ਹੋ ਸਕਦਾ। ਪਾਰ ਹੋਣਾ ਹੈ ਜਾਂ ਲਿਬਰੇਸ਼ਨ ਪ੍ਰਾਪਤ ਕਰਨ ਵਾਸਤੇ, ਮੁਕਤੀ ਪ੍ਰਾਪਤ ਕਰਨ ਵਾਸਤੇ ਭਾਈ ਕੁਝ ਕਰਨਾ ਪੈਂਦਾ ਹੈ, ਕੁਝ ਕਮਾਉਣਾ ਪੈਂਦਾ ਹੈ। ਗੱਲੀ ਤਬ ਲੋ ਜਾਏ ਨਾ ਪਾਵਾ, ਕਹਿਣ ਲੱਗੇ ਗੱਲਾਂ ਦੇ ਨਾਲ ਨਹੀਂ ਗੱਲ ਬਣਦੀ। ਕੋਈ ਗੱਲਾਂ ਭਾਵੇਂ ਜਿੰਨੀਆਂ ਮਰਜ਼ੀ ਕਰੀ ਜਾਵੇ, ਗਿਆਨ ਨੂੰ ਜਿੰਨਾ ਮਰਜ਼ੀ ਕੋਈ ਘੋਖੀ ਜਾਵੇ, ਪਰ ਜੇ ਅਗਰ ਉਹ ਗਿਆਨ ਤੇ ਅਮਲ ਨਾ ਕੀਤਾ, ਕਹਿੰਦੇ ਪਾਰ ਨਹੀਂ ਹੋ ਸਕਦਾ। ਰਹੇ ਬੰਦਗੀ बीच सदीवा। ਇਸ ਕਰਕੇ ਰਹੇ ਬੰਦਗੀ ਵਿੱਚ, ਕਹਿਣ ਲੱਗੇ ਹਮੇਸ਼ਾ ਹੀ ਬੰਦਗੀ ਦੇ ਵਿੱਚ ਹੀ ਬੰਦੇ ਨੂੰ ਰਹਿਣਾ ਚਾਹੀਦਾ ਹੈ। ਉਸ ਪਰਮੇਸ਼ਰ ਦੀ ਬੰਦਗੀ ਕਰਨੀ ਚਾਹੀਦੀ ਹੈ, ਪਰਮੇਸ਼ਰ ਦੀ ਭਗਤੀ ਹੀ ਕਰਨੀ ਚਾਹੀਦੀ ਹੈ ਹਮੇਸ਼ਾ। ਕਰ ਅਸਥਿਰ ਮਨ ਰੱਖ ਹੈ ਨੀਵਾ। ਤੇ ਹਰ ਵੇਲੇ ਆਪਣੇ ਮਨ ਨੂੰ ਅਸਥਿਰ ਰੱਖਣਾ ਚਾਹੀਦਾ ਹੈ। ਅਸਥਿਰ ਹੁੰਦਾ ਹੈ ਕਿ ਸਟੈਂਡ ਸਟਿਲ ਤੇ ਫੋਕਸ ਮਾਈਂਡ। ਫੋਕਸ ਮਾਈਂਡ ਕਰਕੇ ਪਰਮੇਸ਼ਰ ਦੇ ਉੱਤੇ ਧਿਆਨ ਜੋੜਨਾ ਚਾਹੀਦਾ ਹੈ, ਪਰਮੇਸ਼ਰ ਤੇ ਹੀ ਧਿਆਨ ਰੱਖਣਾ ਚਾਹੀਦਾ ਹੈ, ਨਾ ਕਿ ਇਹ ਝੂਠੀ ਦੁਨੀਆ ਤੇ ਰੱਖਣਾ ਚਾਹੀਦਾ ਹੈ। ਜਿਸ ਤਰ੍ਹਾਂ ਕਿ ਕੁੱਤਾ ਦ੍ਰਿਸ਼ਟੀ ਤੇ ਸ਼ੇਰ ਦ੍ਰਿਸ਼ਟੀ ਦੀ ਗੱਲ ਹੈ, ਇਹ ਦ੍ਰਿਸ਼ਟਾਂਤ ਹੈ ਕਿ ਕੁੱਤਾ ਜਿਹੜਾ ਹਨ ਉਹ ਹਮੇਸ਼ਾ ਲਾਠੀ ਵੱਲ ਦੇਖਦਾ ਹੈ ਤੇ ਸ਼ੇਰ ਮਾਰਨ ਵਾਲੇ ਵੱਲ ਦੇਖਦਾ ਹੈ। ਜੇ ਕੁੱਤਾ ਦ੍ਰਿਸ਼ਟੀ ਕਰਕੇ ਦੇਖੀਏ ਤਾਂ ਸੰਸਾਰ ਵਿੱਚ ਆਪਣਾ ਇੱਕ ਨਹੀਂ 100 ਦੁਸ਼ਮਣ ਹੁੰਦੇ ਨੇ, ਇੱਕ ਮਿੱਤਰ ਨਹੀਂ 100 ਮਿੱਤਰ ਹੋਣਗੇ। ਇਸ ਕਰਕੇ ਆਪਾਂ ਸਿਰਫ ਲਾਠੀ ਵੱਲ ਦੇਖਦੇ ਆ, ਇਹ ਕੁੱਤਾ ਦ੍ਰਿਸ਼ਟੀ ਹੈ। ਜੇ ਪਰਮੇਸ਼ਰ ਵੱਲ ਆਪਾਂ ਆਪਣਾ ਧਿਆਨ ਜੋੜੀਏ, ਉਹ ਸ਼ੇਰ ਦ੍ਰਿਸ਼ਟੀ ਹੈ ਜਿਹਦੇ ਵਿੱਚ ਸਾਰੇ ਕਰਤੱਵ ਨੂੰ ਕਰਨ ਵਾਲਾ ਪਰਮੇਸ਼ਰ ਹੀ ਨਜ਼ਰ ਆਉਂਦਾ ਹੈ। ਉਹਦੇ ਵਿੱਚ ਵਿਚਾਲੇ ਕੋਈ ਹੋਰ ਨਹੀਂ ਆਉਂਦਾ, ਉਹ ਪਰਮੇਸ਼ਰ ਨੂੰ ਹੀ ਦੇਖਦਾ ਹੈ। ਦੁੱਖ ਤੇ ਸੁੱਖ ਨੂੰ ਦੇਣ ਵਾਲਾ ਇੱਕੋ ਪਰਮੇਸ਼ਰ ਹੈ। ਇਸ ਤਰ੍ਹਾਂ ਕਰਕੇ ਮਨ ਅਸਥਿਰ ਹੁੰਦਾ ਹੈ, ਪਰਮੇਸ਼ਰ ਦੇ ਉੱਤੇ ਟਿਕ ਜਾਂਦਾ ਹੈ। ਜਾਵਦ ਪ੍ਰੀਤ ਕਰੀ ਜਗ ਮਾਹੀ। ਕਹਿਣਗੇ ਜਦੋਂ ਤੱਕ ਬੰਦੇ ਦੀ ਪ੍ਰੀਤੀ ਮੋਹ ਇਸ ਸੰਸਾਰ ਦੇ ਪਦਾਰਥਾਂ ਵਿੱਚ ਲੱਗੀ ਰਵੇ, ਤਾਂ ਇਹ ਸੰਸਾਰ ਦੇ ਵਿੱਚ, ਸੰਸਾਰ ਦੇ ਸੁੱਖਾਂ ਵਿੱਚ ਆਸਾਂ ਲੱਗੀਆਂ ਰਹਿਣ। ਤਾਵਦ ਛੂਟਨ ਇਸ ਕੋ ਨਾਹੀ। ਉਦੋਂ ਤੱਕ ਬੰਦੇ ਦਾ ਛੁਟਕਾਰਾ ਨਹੀਂ ਹੁੰਦਾ, ਕਿਉਂਕਿ ਉਹਨੂੰ ਆਸ, ਉਹਦਾ ਰਿਸ਼ਤਾ ਉਹਨੇ ਸਿਰਫ ਦੁਨੀਆ ਨਾਲ ਬਣਾਇਆ, ਪਦਾਰਥਾਂ ਨਾਲ ਬਣਾਇਆ, ਮਾਇਆ ਨਾਲ ਬਣਾਇਆ ਹੈ। ਉਹਦਾ ਰਿਸ਼ਤਾ ਮੋਹ ਨਾਲ ਜੁੜਿਆ ਹੋਇਆ ਹੈ। ਇਸ ਕਰਕੇ ਬੰਦੇ ਦਾ ਕਿਤੇ ਵੀ ਛੁਟਕਾਰਾ ਨਹੀਂ ਹੁੰਦਾ। ਭਾਵੇਂ ਜੀਵਨ ਕਾਲ ਦਾ ਅੰਤ ਹੋ ਜਾਂਦਾ ਹੈ, ਬੰਦਾ ਮਰ ਵੀ ਜਾਵੇ, ਮੁੜ ਕੇ ਜਨਮ ਲੈ ਕੇ ਫੇਰ ਆਉਂਦਾ ਹੈ। ਉਹਦਾ ਆਵਾਗਮਨ ਜਿਹੜਾ ਹਨ ਬਣਿਆ ਰਹਿੰਦਾ ਹੈ। ਉਹਦਾ ਕਾਰਨ ਸਿਰਫ ਇੱਕੋ ਹੀ ਹੈ ਕਿ ਉਹਦਾ ਮੋਹ ਨਹੀਂ ਟੁੱਟਿਆ। ਉਹਦਾ ਰਿਸ਼ਤਾ ਉਹਨੇ ਸਿਰਫ ਦੁਨੀਆ ਨਾਲ ਬਣਾਇਆ ਹੈ, ਪਦਾਰਥਾਂ ਨਾਲ ਬਣਾਇਆ, ਨਾ ਕਿ ਪਰਮਾਤਮਾ ਨਾਲ। ਜਿਹਨੇ ਪਰਮਾਤਮਾ ਨਾਲ ਬਣਾਇਆ, ਮੁਕਤੀ ਤਾਂ ਉਸੇ ਦੀ ਹੁੰਦੀ ਹੈ। ਖਲਕ ਬਿਖੈ ਦੇਖੋ ਨਰ ਜੇਤੇ। ਦੇਖੋ ਇਹ ਖਲਕਤ, ਇਹ ਦੁਨੀਆ ਦੇ ਵਿੱਚ ਜਿੰਨੇ ਵੀ ਨਰ ਆਪਾਂ ਦੇਖਦੇ ਹਾਂ, ਜਿੰਨੇ ਵੀ ਜੀਵ ਆਪਾਂ ਦੇਖਦੇ ਹਾਂ, ਜਾਂ ਜਿੰਨੇ ਵੀ ਬੀਇੰਗਸ ਆਪਾਂ ਦੇਖਦੇ ਹਾਂ, ਜੋ ਵੀ ਇੱਥੇ ਪਤਾ ਜਿਹੜਾ ਹਨ, ਪਰਮਾਤਮਾ ਨੇ ਜੋ ਕੁਝ ਇੱਥੇ ਦੁਨੀਆ ਤੇ ਜੀਵ ਪੈਦਾ ਕੀਤੇ ਹਨ, ਖਾਨ ਪਾਨ ਕੇ ਮੀਤ ਸੋ ਤੇਤੇ। ਦੇਖੋ ਉਹ ਸਾਰੇ ਖਾਣ ਪੀਣ ਵਿੱਚ ਲੱਗੇ ਹੋਏ ਹਨ। ਉਹਨਾਂ ਨੂੰ ਸਿਰਫ ਇੱਕੇ ਫਿਕਰ ਹੈ, ਮੈਂ ਕੀ ਖਾਣਾ ਤੇ ਮੈਂ ਕੀ ਪੀਣਾ ਹੈ। ਕਿ ਮੀਤ ਸੋ ਤੇਤੇ, ਉਹ ਖਾਣ ਪੀਣ ਦੇ ਹੀ ਮਿੱਤਰ ਹਨ। ਜੇ ਕਿਸੇ ਕੋਲ ਖਾਣ ਪੀਣ ਵਾਸਤੇ ਕੁਝ ਮਿਲਦਾ ਹੋਵੇ, ਉਹਦੇ ਦੋਸਤ ਬਹੁਤ ਜ਼ਿਆਦਾ ਹੁੰਦੇ ਨੇ। ਜਿਹੜਾ ਬੰਦਾ ਵਿਚਾਰਾ ਭੁੱਖਾ ਨੰਗਾ ਹੋਵੇ, ਉਹਦਾ ਕੋਈ ਦੋਸਤ ਵੀ ਨਹੀਂ ਬਣਦਾ। ਉਹਦੇ ਰਿਸ਼ਤੇਦਾਰ ਵੀ ਉਹਨੂੰ ਜਿਹੜਾ ਹੈ ਪਛਾਣਨ ਤੋਂ ਮੁਨਕਿਰ ਹੋ ਜਾਂਦੇ ਨੇ, ਉਹਨੂੰ ਪਛਾਣਨ ਤੋਂ ਇਨਕਾਰੀ ਹੋ ਜਾਂਦੇ ਨੇ ਵੀ ਅਸੀਂ ਨਹੀਂ ਇਹਨੂੰ ਜਾਣਦੇ। ਕਹਿੰਦੇ ਇਹ ਦੁਨੀਆ ਦੇ ਰਿਸ਼ਤੇ ਜਿਹੜੇ ਖਾਣ ਪੀਣ ਤੱਕ ਹੀ ਸੀਮਤ ਹਨ। ਜਦੋਂ ਤੱਕ ਕਿਸੇ ਨੂੰ ਕਿਸੇ ਤੋਂ ਕੋਈ ਮਤਲਬ ਹੈ ਤਾਂ ਉਹ ਠੀਕ ਰਹਿੰਦੇ ਨੇ, ਪਰ ਜਦੋਂ ਮਤਲਬ ਨਿਕਲ ਜਾਂਦਾ ਹੈ ਫਿਰ ਉਹ ਬੰਦੇ ਨੂੰ ਕੋਈ ਪਛਾਣਦਾ ਨਹੀਂ। ਇਸ ਕਰਕੇ ਇਹ ਝੂਠਾ ਰਿਸ਼ਤਾ ਹੈ, ਕਿਉਂਕਿ ਬੰਦੇ ਨੇ ਵੀ ਐਸਾ ਹੀ ਰਿਸ਼ਤੇ ਬਣਾਏ। ਉਹਨੇ ਦੁਨੀਆ ਨਾਲ ਰਿਸ਼ਤਾ ਬਣਾਇਆ ਤੇ ਦੁਨੀਆ ਦਾ ਰਿਸ਼ਤਾ ਬਣਦਾ ਹੈ ਖਾਣ ਪੀਣ ਕਰਕੇ। ਸੋ ਜਿੰਨੇ ਵੀ ਉਹਦੇ ਨਾਲ ਆਲੇ ਦੁਆਲੇ ਉਹਦੇ ਲੋਕ ਹੋਣਗੇ, ਉਹ ਖਾਣ ਪੀਣ ਦੇ ਮਿੱਤਰ ਹੁੰਦੇ ਨੇ, ਮਤਲਬੀ ਹੁੰਦੇ ਨੇ। ਇੱਕੋ ਇੱਕ ਪਰਮਾਤਮਾ ਦਾ ਹੀ ਸੱਚਾ ਰਿਸ਼ਤਾ ਹੈ, ਜਿਹਦੇ ਵਿੱਚ ਕੋਈ ਵੀ ਮਤਲਬ ਨਹੀਂ ਹੁੰਦਾ। ਉਹਦੇ ਵਿੱਚ ਸਿਰਫ ਆਪਾ ਸਮਰਪਣ ਹੁੰਦਾ ਹੈ। ਉਹ ਸੱਚਾ ਪਿਆਰ ਹੈ ਜੇ ਕੋਈ ਪਰਮੇਸ਼ਰ ਨਾਲ ਕਰੇ। ਜਬ ਲਓ ਖਾਵਹਿ ਤਬ ਲਓ ਮੀਤਾ। ਦੇਖੋ ਜਦੋਂ ਤੱਕ ਖਾਣ ਨੂੰ ਮਿਲਦਾ ਹੈ ਤਾਂ ਮਿੱਤਰ ਬਣੇ ਰਹਿੰਦੇ ਨੇ, ਮਾਈ ਫਰੈਂਡ ਕਰਦੇ ਰਹਿੰਦੇ ਨੇ, ਮੇਰਾ ਦੋਸਤ ਕਰਦੇ ਰਹਿੰਦੇ ਨੇ। ਪਰ ਜਦੋਂ ਖਾਣ ਨੂੰ ਨਾ ਮਿਲੇ, ਪਾਏ ਨਾ ਜਬ ਹੋਏ ਦੁਸ਼ਮਨ ਰੀਤਾ। ਦੇਖੋ ਫਿਰ ਜੇ ਨਾ ਖਾਣ ਨੂੰ ਮਿਲੇ, ਉਹੀ ਮਿੱਤਰ ਬਦਲ ਕੇ ਦੁਸ਼ਮਣ ਬਣ ਜਾਂਦੇ ਨੇ। ਉਹ ਦੁਸ਼ਮਣ ਦੀ ਤਰ੍ਹਾਂ ਦੁਸ਼ਟਤਾਈ ਕਰਨ ਲੱਗ ਜਾਂਦੇ ਨੇ, ਉਹ ਬੁਰੀਆਈ ਕਰਨ ਲੱਗ ਜਾਂਦੇ ਨੇ, ਕਿਉਂਕਿ ਇਹ ਦੁਨੀਆ ਖਾਣ ਪੀਣ ਤੇ ਖੜੀ ਹੈ। ਇਹ ਜਿਹਦਾ ਖਾਂਦੇ ਨੇ ਬੁਰਾਈ ਵੀ ਉਸੇ ਦਾ ਹੀ ਕਰਦੇ ਨੇ। ਇਹ ਬੰਦਾ ਐਸਾ ਹੀ ਹੈ, ਕਿਉਂਕਿ ਆਪਾਂ ਸਾਰਿਆਂ ਨੇ ਵੀ ਤਾਂ ਪਰਮਾਤਮਾ ਨੇ ਇਸੇ ਤਰ੍ਹਾਂ ਹੀ ਕੀਤਾ ਹੈ ਨਾ। ਪਰਮਾਤਮਾ ਸਭ ਕੁਝ ਆਪਾਂ ਨੂੰ ਦਿੰਦਾ ਹੈ ਖਾਣ ਪੀਣ ਵਾਸਤੇ, ਪਰ ਆਪਾਂ ਪਰਮਾਤਮਾ ਨੂੰ ਹੀ ਪਰੇ ਕਰ ਦਿੱਤਾ। ਦਾਤ ਪਿਆਰੀ ਵਿਸਰਿਆ ਦਾਤਾਰਾ।
ਦਾਤਾਰਾ ਵਿਸਰ ਜਾਂਦਾ ਹੈ। ਆਪਾਂ ਵੀ ਤਾਂ ਪਰਮਾਤਮਾ ਨਾਲ ਐਸਾ ਹੀ ਕਰਦੇ ਆ ਨਾ, ਪਰ ਜਦੋਂ ਲੋਕ ਆਪਣੇ ਨਾਲ ਕਰਦੇ ਨੇ ਫਿਰ ਆਪਾਂ ਨੂੰ ਬੁਰਾ ਲੱਗਦਾ ਹੈ। ਇਹ ਰਿਸ਼ਤਾ ਜਿਹੜਾ ਮਾਇਆ ਦਾ ਇਸੇ ਤਰ੍ਹਾਂ ਹੀ ਹੈ, ਇਹ ਇਲੂਸ਼ਨਰੀ ਰਿਸ਼ਤੇ ਨੇ ਜੋ ਖਾਣ ਪੀਣ ਨਾਲ ਸੰਬੰਧ ਰੱਖਦੇ ਹਨ। ਆਪਣਾ ਪਰ ਕਾ ਜਗਤ ਸਬਾਏ। ਦੇਖੋ ਇਹ ਸਾਰਾ ਹੀ ਜਗਤ ਆਪਣਾ ਤੇ ਪਰਾਏ ਦੇ ਵਿੱਚ ਇਹੀ ਸੋਚ ਵਿੱਚ ਇਹ ਜਿਹੜਾ ਗਲਤਾਨ ਹੈ, ਇਹੀ ਸੋਚ ਵਿੱਚ ਫਸੇ ਹੋਏ ਨੇ ਸਾਰੇ ਵੀ ਇਹ ਮੇਰਾ ਹੈ ਇਹ ਪਰਾਇਆ ਹੈ। ਆਪਾਂ ਤਾਂ ਡਿਸਟਿੰਗੁਇਸ਼ ਕਰਦੇ ਹਾਂ ਵੀ ਇਹ ਮੇਰਾ ਇਹ ਤੇਰਾ ਹੈ, ਹਰ ਇੱਕ ਚੀਜ਼ 'ਚ ਆਪਾਂ ਵੰਡ ਪਾਉਂਦੇ ਹਾਂ। ਇਸ ਕਰਕੇ ਇਹ ਦੁਨੀਆ ਜਿਹੜੀ ਹੈ ਏਕਤਾ ਤਾਂ ਸਿਰਫ ਪਰਮਾਤਮਾ ਕਰਕੇ ਹੀ ਹੋ ਸਕਦੀ ਹੈ, ਦੁਨੀਆ ਦੇ ਪਦਾਰਥਾਂ ਕਰਕੇ ਤਾਂ ਵੰਡ ਹੀ ਪੈਂਦੀ ਹੈ। ਨਿਰਧਨ ਭਏ ਨਾ ਦੇਖੈ ਆਏ। ਦੇਖੋ ਜੇ ਕਿਸੇ ਨੂੰ ਗਰੀਬ ਦੇਖਿਆ ਜਾਵੇ ਉਹਨੂੰ ਮੂੰਹ ਜਿਹੜਾ ਹੈ ਦੂਜੇ ਪਾਸੇ ਬੰਦੇ ਕਰ ਲੈਂਦੇ ਨੇ ਵੀ ਇਹ ਨਿਰਧਨ ਹੈ, ਇਹ ਗਰੀਬ ਹੈ, ਇਹਦੇ ਕੋਲ ਕੀ ਲੈਣਾ, ਆਪਾਂ ਇਹਨੂੰ ਬੁਲਾ ਕੇ ਵੀ ਕੀ ਮਿਲਣਾ, ਇਹਨੂੰ ਤਾਂ ਦੇਣਾ ਪੈ ਜਾਣਾ ਹੈ। ਇਸ ਕਰਕੇ ਗਰੀਬ ਨੂੰ ਦੇਖ ਕੇ ਤਾਂ ਲੋਕ ਭੱਜ ਜਾਂਦੇ ਨੇ ਵੀ ਇਹ ਤੋਂ ਦੂਰ ਰਹੋ। ਕਹਿਣ ਲੱਗੇ ਜੇ ਨਾ ਦੇਖਣ ਆਏ, ਜੇ ਕਿਤੇ ਕੋਈ ਦੋਸਤ ਮਿੱਤਰ ਆਪਣਾ ਰਿਸ਼ਤੇਦਾਰ ਗਰੀਬ ਹੋ ਜਾਵੇ ਉਹਨੂੰ ਦੇਖਣ ਵਾਸਤੇ ਵੀ ਕੋਈ ਨਹੀਂ ਆਉਂਦਾ, ਉਹਨੂੰ ਕੋਈ ਬੁਲਾਉਂਦਾ ਤੱਕ ਨਹੀਂ ਹੈਗਾ। ਅਸ ਵਿਚਾਰ ਕਰਕੇ ਔਰ ਮਾਹੀ। ਕਹਿਣ ਲੱਗੇ ਐਸੀ ਵਿਚਾਰ ਹੈ ਕਰੂੰ ਤੂੰ ਆਪਣੇ ਮਨ ਵਿੱਚ ਕਰ। ਅੱਜ ਤੇ ਤੇਰੇ ਮੰਤਰੀ ਤੇਰੇ ਨਾਲ ਹਨ ਕਿਉਂਕਿ ਤੇਰੇ ਕੋਲ ਪਾਵਰ ਹੈ, ਤੇਰੇ ਕੋਲ ਰਾਜ ਹੈ, ਤੇਰੇ ਕੋਲ ਧਨ ਹੈ। ਇਸ ਕਰਕੇ ਲੋਕ ਤੇਰੀ ਵਡਿਆਈ ਕਰਦੇ ਨੇ ਤੇ ਇਹ ਵਡਿਆਈ ਤਾਂ ਹੀ ਕਰਦੇ ਨੇ ਕਿਉਂਕਿ ਉਹਨਾਂ ਨੂੰ ਕੋਈ ਮਤਲਬ ਹੈ ਤੇਰੇ ਨਾਲ, ਤੇ ਤੋਂ ਕੁਝ ਲੈਣਾ ਚਾਹੁੰਦੇ ਨੇ। ਇਹ ਵਿਚਾਰ ਤੋਂ ਆਪਣੇ ਮਨ ਵਿੱਚ ਕਰ, ਕੋਈ ਵੀ ਸੱਚਾ ਤੇਰਾ ਮਿੱਤਰ ਹੈ ਨਹੀਂ ਹੈ ਦੁਨੀਆ 'ਚ, ਨਾ ਹੀ ਤੇਰਾ ਪਰਿਵਾਰ ਤੇਰਾ ਮਿੱਤਰ ਹੈ, ਇੱਕੋ ਇੱਕ ਮਿੱਤਰ ਪਰਮਾਤਮਾ ਹੀ ਹੁੰਦਾ ਹੈ। ਮੋਹ ਕੁਟੰਬ ਤਜੋ ਕਛ ਨਾਹੀ। ਇਸ ਕਰਕੇ ਇਹ ਕੁਟੰਬ ਪਰਿਵਾਰ ਦਾ ਮੋਹ ਆਪਣੇ ਹਿਰਦੇ ਵਿੱਚੋਂ ਕੱਢ ਦੇ। ਆਪਣੇ ਜਿਹੜਾ ਹਨ ਆਪਣਾ ਜਿਹੜਾ ਤੂੰ ਮੋਹ ਇਨਵੈਸਟਮੈਂਟ ਸਾਰਾ ਹੀ ਆਪਣੇ ਪਰਿਵਾਰ ਤੇ ਲਾਇਆ ਹੋਇਆ ਹੈ, ਇਹਨੂੰ ਤੂੰ ਆਪਣੇ ਮਨ ਵਿੱਚੋਂ ਕੱਢ ਦੇ ਕਿਉਂਕਿ ਇਹਦੇ ਨਾਲ ਕੁਝ ਨਹੀਂ ਸਰਨਾ, ਤੇਰਾ ਕੋਈ ਭਲਾ ਨਹੀਂ ਹੋਣਾ। ਜਿਹਦੇ ਕਰਕੇ ਤੂੰ ਪਾਪ ਕੀਤੇ ਹਨ ਉਹ ਪਾਪਾਂ ਦਾ ਫਲ ਤੈਨੂੰ ਇਕੱਲੇ ਨੂੰ ਭੁਗਤਣਾ ਪੈ ਜਾਣਾ ਹੈ। ਦੋਹਰਾ ਧਨ ਲਓ ਇਨਕੀ ਮੀਤਤਾ ਦੁੱਖ ਮੈਂ ਕਾਮ ਨਾ ਆਏ। ਦੇਖੋ ਧਨ ਦੀ ਹੀ ਮਿੱਤਰਤਾ ਹੈ ਸਾਰਿਆਂ ਨੂੰ, ਤੇ ਜਦੋਂ ਦੁੱਖ ਆਉਂਦਾ ਹੈ ਤਾਂ ਫਿਰ ਕੋਈ ਵੀ ਕਿਸੇ ਦੇ ਕੰਮ ਨਹੀਂ ਆਉਂਦਾ। ਦੁੱਖ ਵੇਲੇ ਮਾਇਆ ਨਹੀਂ ਆਉਂਦੀ, ਖੜਦੀ ਨਹੀਂ, ਮਾਇਆ ਖੁੱਸ ਜਾਂਦੀ ਹੈ, ਮਾਇਆ ਦਾ ਕੋਈ ਪਤਾ ਵੀ ਨਹੀਂ ਲੱਗਦਾ। ਸੋ ਕਹਿੰਦੇ ਧਨ ਲੋ ਇਨਕੀ ਮਿੱਤਰਤਾ। ਇਹ ਮਿੱਤਰਤਾ ਜਿਹੜੀ ਹੁੰਦੀ ਹੈ, ਮੀਤਤਾ ਜਿਹੜੀ ਹੁੰਦੀ ਹੈ, ਇਹ ਸਿਰਫ ਮਾਇਆ ਧਨ ਕਰਕੇ ਹੁੰਦੀ ਹੈ। ਕਹਿੰਦੇ ਜਦੋਂ ਦੁੱਖ ਹੋਵੇ ਤਾਂ ਉਦੋਂ ਕੋਈ ਵੀ ਨਹੀਂ ਖੜਦਾ ਕੋਲ ਆ ਕੇ। ਦੁੱਖ ਸੁਖ ਕਰੇ ਸਹਾਇਤਾ ਐਸਾ ਏਕ ਖੁਦਾਏ। ਦੇਖੋ ਦੁੱਖ ਤੇ ਸੁੱਖ ਵਿੱਚ ਜਿਹੜਾ ਸਹਾਇਤਾ ਇਕਸਾਰ ਕਰਨ ਵਾਲਾ ਹੈ, ਜੋ ਕੰਸਿਸਟੈਂਟਲੀ ਸਾਰਿਆਂ ਦੀ ਮਦਦ ਕਰਨ ਵਾਲਾ ਹੈ, ਜੋ ਸਾਰਿਆਂ ਦਾ ਹੀ ਮਿੱਤਰ ਹੈ, ਤੇ ਜਿਹੜਾ ਮਿੱਤਰ ਹਮੇਸ਼ਾ ਹੀ ਰਹਿਣ ਵਾਲਾ ਹੈ, ਉਹ ਐਸਾ ਇੱਕ ਖੁਦਾ ਪਰਮਾਤਮਾ ਹੀ ਹੈ। ਪਰਮਾਤਮਾ ਹੀ ਹੈ ਜੋ ਦੁੱਖ ਤੇ ਸੁੱਖ ਵਿੱਚ ਇਕਸਾਰ ਮਿੱਤਰਤਾ ਨੂੰ ਕਾਇਮ ਕਰਦਾ ਹੈ, ਕਾਇਮ ਰੱਖਦਾ ਹੈ, ਸਹਾਇਤਾ ਕਰਦਾ ਹੈ। ਚੌਪੇ ਜਗ ਕੀ ਪ੍ਰੀਤ ਨਾ ਕਾਹੂ ਕਾਜਾ। ਤੇ ਜਗਤ ਦੀ ਪ੍ਰੀਤ ਜਿਹੜੀ ਹੈ ਇਹ ਕਿਸੇ ਵੀ ਕੰਮ ਨਹੀਂ ਆਉਂਦੀ। ਪਰ ਹੈ ਆਏ ਦੁੱਖ ਜਾਵ ਹੈ ਭਾਜਾ। ਦੇਖੋ ਪਰੇ ਆਏ ਦੁੱਖ, ਜਦੋਂ ਦੁੱਖ ਆਉਣ ਦੀ ਦੇਰੀ ਹੈ ਸਾਰੇ ਭੱਜ ਜਾਂਦੇ ਹਨ। ਸ੍ਰੀ ਪ੍ਰਭ ਕੀ ਹੈ ਨੀਕੀ ਪ੍ਰੀਤਾ। ਇਸ ਕਰਕੇ ਪਰਮਾਤਮਾ ਦੇ ਨਾਲ ਪ੍ਰੀਤ ਕਰਨੀ ਹੀ ਚੰਗੀ ਹੈ, ਨੀਕੀ ਹੈ, ਨਿਭਣ ਵਾਲੀ ਹੈ ਸਿਰ ਤੋੜ ਤੱਕ। ਕਰੋ ਸਦੀਵ ਤਾਹੇ ਸੋਹੀਤਾ। ਇਸ ਕਰਕੇ ਸਦੀਵ ਕਾਲ ਵਾਸਤੇ, ਹਮੇਸ਼ਾ ਵਾਸਤੇ ਉਸੇ ਦੇ ਨਾਲ ਹੀ ਪ੍ਰੀਤ ਕਰੋ, ਪਰਮਾਤਮਾ ਦੇ ਨਾਲ। ਪਰਮਾਤਮਾ ਨਾਲ ਹੀ ਆਪਣਾ ਪਿਆਰ ਜੋੜੋ। ਜੇ ਇਨਵੈਸਟ ਕਰਨਾ ਹੈ ਆਪਣਾ ਲਾਈਫ ਟਾਈਮ ਤਾਂ ਪਰਮਾਤਮਾ ਦੀ ਭਗਤੀ ਵਿੱਚ ਲਾਓ, ਕਿਉਂਕਿ ਉਹੀ ਜਿਹੜਾ ਹੈ ਫਾਇਦੇਦਾਰ ਹੈ, ਉਹਨੇ ਬੈਨੀਫਿਟ ਦੇਣੀ ਹੈ, ਉਹਨੇ ਰਿਟਰਨਸ ਦੇਣੇ ਹਨ। ਬਾਕੀ ਤਾਂ ਮਿੱਤਰ ਸਾਰੇ ਹੀ ਭੱਜ ਜਾਂਦੇ ਹਨ। ਅੰਤ ਕਾਲ ਮੈਂ ਲੇਤ ਛੁਟਾਏ। ਕਹਿੰਦੇ ਅੰਤ ਕਾਲ ਵਿੱਚ ਵੀ ਪਰਮਾਤਮਾ ਇਕੱਲਾ ਹੀ ਹੈ ਜੋ ਆਪਾਂ ਨੂੰ ਛੁਡਾ ਸਕਦਾ ਹੈ। ਉਹ ਦੁੱਖ ਕੱਟਣ ਵਾਲਾ ਉਸ ਵੇਲੇ ਵੀ ਪਰਮਾਤਮਾ ਹੀ ਹੈ, ਕਿਉਂਕਿ ਉੱਥੇ ਜੀਵ ਦੀ ਪਹੁੰਚ ਨਹੀਂ ਹੁੰਦੀ। ਕੋਈ ਵੀ ਫੌਜਾਂ ਉੱਥੇ ਕੰਮ ਨਹੀਂ ਕਰਦੀਆਂ, ਉੱਥੇ ਪਾਵਰ ਕੰਮ ਨਹੀਂ ਕਰਦਾ, ਰਾਜ ਨਹੀਂ ਕੰਮ ਕਰਦਾ। ਉੱਥੇ ਤਾਂ ਸਿਰਫ ਪਰਮਾਤਮਾ ਹੀ ਬਚਾ ਸਕਦਾ ਜੋ ਜਮਦੂਤ ਆ ਕੇ ਪਕੜਦੇ ਹਨ। ਉਸ ਦੁਨੀਆ ਦੇ ਵਿੱਚ ਜੇ ਕਿਸੇ ਦਾ ਜ਼ੋਰ ਚੱਲਦਾ ਹੈ ਤਾਂ ਉਹ ਪਰਮਾਤਮਾ ਦਾ ਹੀ ਚੱਲਦਾ ਹੈ। ਇਤ ਉਤ ਜੋ ਸੁਖ ਦਾ ਸਮੁਦਾਏ। ਇਤ ਉਤ ਜੋ ਇੱਥੇ ਵੀ ਸੁਖ ਦੇਣ ਵਾਲਾ ਹੈ ਤੇ ਪਰਲੋਕ ਵਿੱਚ ਵੀ ਉਹ ਸੁਖ ਦਾ ਦਾਤਾ ਹੈ, ਉਹ ਪਰਮਾਤਮਾ। ਐਸੇ ਬਚਨ ਸੁਨੇ ਕਾਰੂ ਜਬ। ਜਦੋਂ ਐਸੇ ਬਚਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਕਰੂ ਨੇ ਸੁਣੇ। ਦੀਨ ਭਇਓ ਗੁਰ ਚਰਨ ਗਹੇ ਤਬ। ਉਹ ਦੀਨ ਹੋ ਗਿਆ, ਮਹਾਰਾਜ ਦਾ ਚੇਲਾ ਜਿਹੜਾ ਹੈ, ਚੇਲਾ ਜਿਵੇਂ ਕਰਦੇ ਹੁੰਦੇ ਹਨ, ਮਹਾਰਾਜ ਦੇ ਚਰਨੀ ਪੈ ਗਿਆ।
ਦੀਨ ਹੋ ਕੇ ਗਰੀਬ ਮਨ ਹੋ ਕੇ ਸਤਿਗੁਰਾਂ ਦੇ ਚਰਨਾਂ ਤੇ ਢਹਿ ਪਿਆ ਤੇ ਮਹਾਰਾਜ ਦੇ ਚਰਨ ਪਕੜ ਲਏ। ਤੁਮ ਜੋ ਕਹੋ ਕਰੋ ਮੈਂ ਸੋਏ। ਸਤਿਗੁਰੂ ਜੀ ਹੁਕਮ ਕਰੋ ਮੈਂ ਕੀ ਕਰਾਂ, ਜੋ ਤੁਸੀਂ ਕਹੋਗੇ ਮੈਂ ਉਹੀ ਕਰਾਂਗਾ ਕਰੂੰ ਕਹਿੰਦਾ। ਔਰ ਨਾ ਮੋਤੇ ਅਬ ਕੁਛ ਹੋਏ। ਮਹਾਰਾਜ ਹੁਣ ਮੇਰੇ ਤੋਂ ਕੁਝ ਨਹੀਂ ਹੋਣਾ, ਮੈਂ ਹੁਣ ਕੁਝ ਨਹੀਂ ਕਰਨ ਜੋਗਾ ਰਿਹਾ। ਅੱਜ ਤੁਸੀਂ ਮੈਨੂੰ ਅਸਲੀਅਤ ਦੱਸ ਦਿੱਤੀ, ਮੈਨੂੰ ਇਹ ਰੀਅਲਾਈਜੇਸ਼ਨ ਤੁਸੀਂ ਦੇ ਦਿੱਤਾ। ਹੁਣ ਮੈਨੂੰ ਪਤਾ ਲੱਗ ਗਿਆ ਵੀ ਮੈਨੂੰ ਇਹ ਅਹਿਸਾਸ ਹੋ ਗਿਆ ਕਿ ਮੇਤੋਂ ਤਾਂ ਕੁਝ ਵੀ ਨਹੀਂ ਹੋ ਸਕਦਾ। ਮੈਂ ਤਾਂ ਜਿੰਨਾ ਮੇਤੋਂ ਹੋਇਆ ਮੈਂ ਵਿਗਾੜਿਆ ਹੀ ਹੈ। ਮੈਂ ਤਾਂ ਜਿਹੜਾ ਹੈ ਭਲਾ ਕੀ ਕਰਨਾ ਸੀ, ਬੁਰਾ ਲੋਕਾਂ ਦਾ ਵੀ ਕੀਤਾ, ਨਾਲੋਂ ਆਪਣਾ ਵੀ ਕਰ ਲਿਆ। ਸਰਨ ਪਰਿਓ ਮੈਂ ਰਾਵਰ ਖੇਰੀ। ਇਸ ਕਰਕੇ ਪਾਤਸ਼ਾਹ ਜੀ ਮੈਂ ਆਪ ਜੀ ਦੀ ਸ਼ਰਨ ਵਿੱਚ ਆ ਗਿਆ ਹਾਂ। ਸ਼ਰਨ ਆਪ ਜੀ ਦੀ ਗਹਿਨ ਕਰ ਲਈ ਹੈ। ਮੈਂ ਇਹ ਆਪ ਜੀ ਦੀ ਸ਼ਰਨ ਵਿੱਚ ਪੈ ਗਿਆ ਹਾਂ। ਆਪ ਜੀ ਦੀ ਸੈਂਚਰੀ ਮੈਂ ਲੈ ਲਈ ਹੈ, ਮੈਂ ਐਮਬ੍ਰੇਸ ਕਰ ਲਈ ਹੈ ਪਾਤਸ਼ਾਹ ਜੀ। ਹੁਣ ਮੈਨੂੰ ਬਚਾ ਲਓ, ਮੈਂ ਤੁਹਾਡੇ ਚਰਨਾਂ ਤੇ ਹਾਂ। ਸਰਦਾ ਭੀ ਪਦ ਕੰਜ ਕਨੇਰੀ। ਮਹਾਰਾਜ ਸ਼ਰਧਾ ਪੀ ਮੇਰੀ ਹੁਣ ਸ਼ਰਧਾ ਹੁਣ ਆਪ ਜੀ ਦੇ ਚਰਨਾਂ ਨਾਲ ਹੀ ਜੁੜ ਗਈ। ਕੇਵਲ ਤੇ ਕੇਵਲ ਅੱਜ ਮੈਨੂੰ ਸ਼ਰਧਾ ਆਪ ਜੀ ਦੇ ਚਰਨ ਕਵਲਾਂ ਨਾਲ ਹੀ ਹੈ। ਜੇ ਮੈਨੂੰ ਕੁਝ ਪ੍ਰਾਪਤ ਹੋਣਾ ਤਾਂ ਆਪ ਜੀ ਦੇ ਚਰਨ ਧੂੜ ਤੋਂ ਹੀ ਪ੍ਰਾਪਤ ਹੋਣਾ ਹੈ। ਦੋਹਰਾ ਸ੍ਰੀ ਨਾਨਕ ਬੋਲੇ ਬਹੁਰ ਅਵਲੋਕਿਓ ਮਨ ਦੀਨ। ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੌਰੂ ਤੋਂ ਇਹ ਜਿਹੜੇ ਹਨ ਬੇਨਤੀ ਵਾਲੇ ਜਿਹੜੇ ਹਨ ਬਚਨ ਸੁਣੇ ਤਾਂ ਸਤਿਗੁਰੂ ਨੇ ਜਿਹੜਾ ਹੈ ਇਹ ਜਿਹੜਾ ਹੈ ਦੇਖਿਆ ਕਿ ਕਰੂ ਹੁਣ ਦੀਨ ਹੋ ਗਿਆ, ਮਨ ਕਰਕੇ ਨਿਮਰਤਾ ਵਿੱਚ ਆ ਗਿਆ। ਇਹਦਾ ਹੰਕਾਰ ਹੁਣ ਟੁੱਟ ਗਿਆ ਸਾਰਾ। ਬੰਦੀ ਖਾਨਾ ਛੋੜ ਤੂੰ ਮਨੁਜ ਕੈਦ ਜੇ ਕੀਨ। ਮਹਾਰਾਜ ਨੇ ਹੁਕਮ ਕੀਤਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਪਹਿਲੀ ਗੱਲ ਤੂੰ ਕਰੂ ਇਹ ਕਰ, ਤੇਰੀ ਜੇਲ੍ਹ ਦੇ ਵਿੱਚ, ਤੇਰੀ ਪ੍ਰਿਜ਼ਨ ਦੇ ਵਿੱਚ, ਬੰਦੀ ਖਾਨੇ ਦੇ ਵਿੱਚ ਜਿੰਨੇ ਵੀ ਤੂੰ ਲੋਕ ਜਿਹੜੇ ਹਨ ਉਹਦੇ ਵਿੱਚ ਰੱਖੇ ਹੋਏ ਹਨ, ਜਿਨ੍ਹਾਂ ਨੂੰ ਕੈਦ ਕੀਤੀ ਹੋਈ ਹੈ, ਜਿਨ੍ਹਾਂ ਨੂੰ ਪ੍ਰਿਜ਼ਨ ਕੀਤਾ ਹੋਇਆ ਹੈ, ਉਹਨਾਂ ਨੂੰ ਤੂੰ ਛੱਡ ਦੇ ਸਾਰਿਆਂ ਨੂੰ। ਆਪਣੇ ਪ੍ਰਿਜ਼ਨ ਦੇ ਗੇਟਸ ਤੂੰ ਖੋਲ ਦੇ। ਹੁਣ ਜਿੰਨੇ ਵੀ ਤੂੰ ਪਕੜੇ ਹਨ ਲੋਕ ਉਹਨਾਂ ਨੂੰ ਸਾਰਿਆਂ ਨੂੰ ਰਿਹਾ ਕਰ ਦੇ, ਰਿਲੀਜ਼ ਕਰ ਦੇ ਆਪਣੀ ਜੇਲ੍ਹ ਵਿੱਚੋਂ। ਚੌਪੇ ਜਹ ਜਹ ਨਰ ਤੇ ਕੈਦ ਕਰਾਏ। ਜਿੰਨੇ ਵੀ ਤੂੰ ਇਨਸਾਨ ਉੱਥੇ ਕੈਦ ਕਰਾਏ ਹਨ ਸਾਰੇ ਪੱਠੇ ਦੂਤ ਤਤਕਾਲ ਛੁਡਾਏ। ਕਹਿਣਗੇ ਆਪਣੇ ਬੰਦੇ ਭੇਜ ਹੁਣੇ ਉਹ ਜੇਲ੍ਹਾਂ ਨੂੰ ਖਾਲੀ ਕਰ ਦੇ, ਉਹ ਜਿਹੜੀ ਪ੍ਰਿਜ਼ਨ ਨੂੰ ਖਾਲੀ ਕਰ ਦੇ। ਉਹਦੇ ਵਿੱਚੋਂ ਜਿੰਨੇ ਬੰਦੇ ਹਨ ਉਹਨਾਂ ਨੂੰ ਇਸੇ ਵਕਤ ਰਿਲੀਜ਼ ਕਰਦੇ ਹੁਣ ਅਨਕੰਡੀਸ਼ਨਲੀ। ਦਰਬ ਖਸੋਟਿਓ ਦਿਓ ਦਿਵਾਏ। ਕਹਿਣ ਲੱਗੇ ਜਿਨ੍ਹਾਂ ਤੋਂ ਤੂੰ ਦਰਬ ਲੁੱਟਿਆ ਹੈ, ਜਿਨ੍ਹਾਂ ਤੋਂ ਤੂੰ ਮਾਇਆ ਲੁੱਟੀ ਹੈ, ਜਿਨ੍ਹਾਂ ਤੋਂ ਤੂੰ ਵੈਲਥ ਲੁੱਟਿਆ ਹੈ, ਉਹ ਲੁੱਟ ਮਾਰ ਦਾ ਮਾਲ ਜਿਹੜਾ ਵਾਪਸ ਉਹਨਾਂ ਨੂੰ ਹੀ ਜਾ ਕੇ ਦੇ ਦੇ। ਧਾਮਨ ਵਿਖੇ ਸਰਬ ਪਹੁੰਚਾਏ। ਕਹਿਣ ਲੱਗੇ ਉਹਨਾਂ ਦੇ ਘਰ ਘਰ ਜਾ ਕੇ ਪਹੁੰਚਾ, ਜਿੱਥੋਂ ਤੂੰ ਲੁੱਟ ਕੇ ਲਿਆਂਦਾ ਹੈ ਨਾ ਵਾਪਸ ਉਹੀ ਘਰ 'ਚ ਜਾ ਕੇ ਦੇ ਕੇ ਆ, ਆਪ ਦੇ ਕੇ ਆ ਉਹਨਾਂ ਨੂੰ, ਉਹਨਾਂ ਦਾ ਧਨ ਜਿਹੜਾ ਤੂੰ ਲੁੱਟਿਆ ਸੀ ਸਾਰਾ। ਗੁਰੂ ਕਹੈ ਸਿਮਰਹੁ ਸਤਨਾਮੂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਤਾਂ ਇਹ ਜਿਹੜਾ ਹੈ ਉਹਦੇ ਤੋਂ ਪੁਰਾਣੇ ਕਰਮਾਂ ਦਾ ਪ੍ਰਾਸ਼ਚਿਤ ਕਰਾਉਣ ਵਾਸਤੇ, ਉਹਦਾ ਸੁਧਾਰ ਕਰਨ ਵਾਸਤੇ ਸਤਿਗੁਰਾਂ ਨੇ ਕਿਹਾ ਕਿ ਬੰਦੀ ਖਾਨੇ ਤੋਂ ਬੰਦੇ ਛੱਡ ਤੇ ਧਨ ਜਿਹੜਾ 45 ਗੰਜ ਤੋਂ ਇਕੱਠਾ ਕੀਤਾ ਲੁੱਟਮਾਰ, ਇਹ ਸਾਰਾ ਵਾਪਸ ਉਹਨਾਂ ਨੂੰ ਦੇ ਦੇ ਜਿਨ੍ਹਾਂ ਤੋਂ ਲੁੱਟਿਆ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਤੋਂ ਬਾਅਦ ਹੀ ਉਹਨੂੰ ਇਹ ਉਪਦੇਸ਼ ਦਿੱਤਾ ਕਿ ਤੂੰ ਫਿਰ ਅਧਿਕਾਰੀ ਹਾਂ ਸਿਮਰਨ ਕਰਨ ਵਾਸਤੇ। ਤੈਨੂੰ ਫਿਰ ਅਸੀਂ ਨਾਮ ਦੀ ਦਾਤ ਬਖਸ਼ਿਸ਼ ਕਰਦੇ ਹਾਂ, ਜਿਹਦੇ ਕਰਕੇ ਨਾਮ ਜਪਿਆ ਕਰ ਤੇ ਨਾਮ ਜਪਣ ਵਾਸਤੇ ਤੂੰ ਨਾਮ ਤੇ ਸਿਮਰਨ ਕਰਿਆ ਕਰ। ਸਦਾ ਸਹਾਈ ਸਭ ਸੁਖ ਧਾਮੂ। ਕਿਉਂਕਿ ਪਰਮੇਸ਼ਰ ਦਾ ਨਾਮ ਹੀ ਹੈ ਜਿਹੜਾ ਸਦਾ ਹੀ ਸਹਾਇਤਾ ਕਰਨ ਵਾਲਾ ਹੈ, ਤੋ ਸੁੱਖਾਂ ਦਾ ਧਾਮ, ਸੁੱਖਾਂ ਦਾ ਘਰ ਹੈ। ਆਗੇ ਆਜਿਜ ਰੱਖਿਆ ਕਰੀਏ। ਕਹਿਣ ਲੱਗੇ ਆਗੇ ਅਜਜ, ਕਹਿਣ ਲੱਗੇ ਗਰੀਬਾਂ ਦੀ ਜਿਹੜਾ ਹਨ ਰੱਖਿਆ ਕਰਿਆ ਕਰ, ਨਾ ਕਿ ਉਹਨਾਂ ਨੂੰ ਮਾਰਿਆ ਕਰ। ਕਹਿੰਦੇ ਅੱਗੇ ਨੂੰ ਇਨ ਫਿਊਚਰ ਤੂੰ ਐਸਾ ਕਰਿਆ ਕਰ ਕਿ ਗਰੀਬਾਂ ਦੀ ਤੂੰ ਸੇਵਾ ਕਰਿਆ ਕਰ, ਜਿਹੜਾ ਹਨ ਉਨ ਗਰੀਬਾਂ ਦੀ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਿਆ ਕਰ, ਤੂੰ ਸੇਵਾ ਕਰਿਆ ਕਰ। ਔਰ ਤੇ ਜ਼ੁਲਮੀ ਸਗਲ ਪਰ ਹਰੀਏ। ਤੇ ਔਰ ਆਪਣੇ ਹਿਰਦੇ ਵਿੱਚੋਂ ਜ਼ੁਲਮ ਕਰਨ ਦੀ ਜਿਹੜੀ ਇੱਛਾ ਹੈ ਉਹ ਬਿਲਕੁਲ ਹੀ ਤਿਆਗ ਦੇ। ਕਿਸੇ ਤੇ ਜ਼ੁਲਮ ਨਾ ਕਰ, ਕਿ ਹਮੇਸ਼ਾ ਹੀ ਆਪਣੇ ਮਨ ਵਿੱਚ ਦਇਆ ਰੱਖਣੀ ਹੈ, ਜਿਹਦੇ ਕਰਕੇ ਇਹੀ ਗੱਲ ਹਮੇਸ਼ਾ ਸੋਚਣੀ ਹੈ ਕਿ ਮੇਰੇ ਤੋਂ ਕਿਸੇ ਦਾ ਬੁਰਾ ਨਾ ਕਿਤੇ ਹੋ ਜਾਵੇ, ਤੇ ਬੁਰੇ ਦਾ ਵੀ ਭਲਾ ਕਰਨਾ ਹੈ। ਕਲਮਲ ਕਰ ਜੋ ਧਨ ਇਕਠਾਏ। ਜੋ ਪਾਪਾਂ ਕਰਕੇ ਤੇਰਾ ਧਨ ਤੂੰ ਇਕੱਠਾ ਕੀਤਾ ਹੋਇਆ ਹੈ ਸਾਰਾ, ਦੇਹੋ ਖਰਾਇਤ ਨਾਏ ਖੁਦਾਏ। ਤੇ ਉਹ ਜਿਹੜਾ ਹੈ ਧਨ ਜਿਹੜਾ ਹੈ ਤੂੰ ਖਰਾਇਤ ਪਰਮੇਸ਼ਰ ਦੇ ਨਾਮ ਤੇ ਉਹਨੂੰ ਦਾਨ ਕਰ ਦੇ। ਜਿਹੜਾ ਕਿ ਉਹ ਧਨ ਤੇਰੇ ਕੋਲ ਹੈ, ਜੋ ਪਾਪਾਂ ਦਾ ਫਲ ਹੈ, ਜੋ ਪਾਪਾਂ ਦੇ ਨਾਲ ਕਮਾਇਆ ਹੋਇਆ ਹੈ,
ਉਹ ਧਨ ਜਿਹੜਾ ਹੈ ਤੂੰ ਗਰੀਬਾਂ ਵਿੱਚ ਖੈਰੀਅਤ ਕਰਨ ਵਾਸਤੇ, ਚੈਰਿਟੀ ਵਾਸਤੇ ਤੂੰ ਉਹ ਖਰਚ ਕਰ ਸਾਰਾ, ਕਰਹੋ ਬੰਦਗੀ ਹੋਏ ਅਧੀਨ, ਤੇ ਆਪ ਵਿਹਲਾ ਹੋ ਕੇ ਤੂੰ ਪਰਮਾਤਮਾ ਦੀ ਬੰਦਗੀ ਕਰ, ਭਗਤੀ ਕਰ, ਆਪਣਾ ਭਲਾ ਹਿਰਦੈ ਇਉ ਛੀਨ। ਸੋ ਪਰਮਾਤਮਾ ਦੇ ਅਧੀਨ ਹੋ ਕੇ, ਸਿਮਰਨ ਦੇ ਅਧੀਨ ਹੋ ਕੇ ਤੂੰ ਆਪਣਾ ਭਲਾ ਜਾਣ, ਇਹੀ ਤੇਰਾ ਭਲਾ ਹੈ, ਇਸੇ ਤਰ੍ਹਾਂ ਹੀ ਤੇਰਾ ਭਲਾ ਹੋਣਾ ਹੈ, ਤੇ ਭਲਾਈ ਦੇ ਵਿੱਚ ਹੀ ਸਾਰੇ ਸੁੱਖ ਹਨ। ਦੋਹਰਾ ਮਾਨ ਬਚਨ ਗੁਰ ਕੋ ਤਬੈ, ਕਾਰੂ ਕਰੀ ਸੋ ਕਾਰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਉਪਦੇਸ਼ ਨੂੰ ਸੁਣ ਕੇ ਕਰੂ ਨੇ ਆਪਣੇ ਮਨ ਵਿੱਚ ਮੰਨ ਲਿਆ ਵੀ ਠੀਕ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਕਹਿੰਦੇ ਹਨ, ਤੇ ਕਰੂ ਨੇ ਜਿਹੜਾ ਕਰੀ ਸੋ ਕਾਰ, ਕਹਿਣ ਲੱਗੇ ਜਿਵੇਂ ਸਤਿਗੁਰਾਂ ਨੇ ਕਿਹਾ ਇਨ ਬਿਨ ਉਸੇ ਤਰ੍ਹਾਂ ਹੀ ਹੁਕਮ ਮੰਨ ਕੇ ਕਰੂ ਨੇ ਹੁਕਮ ਕੀਤੇ, ਤੇ ਉਸੇ ਤਰ੍ਹਾਂ ਹੀ ਉਹਨੇ ਕਰਨਾ ਕੀਤਾ। ਜਹ ਜਹ ਸੂਬੇ ਤਾਹੇ ਕੇ ਦੀਨੀ ਦੇਗ ਅਪਾਰ। ਦੇਖੋ ਜਿੱਥੇ ਜਿੱਥੇ ਵੀ ਉਹਦਾ ਸੂਬਾ ਸੀਗਾ, ਮਤਲਬ ਜਿੱਥੇ ਜਿੱਥੇ ਕਰੂ ਦਾ ਰਾਜ ਸੀਗਾ, ਜਿੱਥੇ ਜਿੱਥੇ ਇਹਨੇ ਆਪਣੇ ਸੂਬਾ ਜਿਹੜੇ ਹਨ ਗਵਰਨਰ ਬਿਠਾਏ ਹੋਏ ਸਨ ਰਾਜ ਕਰਨ ਵਾਸਤੇ, ਉਹਨਾਂ ਨੂੰ ਉਸੇ ਵੇਲੇ ਤਾਕੀਦ ਕੀਤੀ, ਉਹਨਾਂ ਨੂੰ ਉਸੇ ਵੇਲੇ ਹੁਕਮ ਭੇਜੇ ਕਿ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਤੁਸੀਂ ਦੇਗ ਚਲਾਓ, ਮਤਲਬ ਲੰਗਰ ਚਲਾਉਣਾ ਕਰੋ, ਫ੍ਰੀ ਕਿਚਨ ਜਿਹੜਾ ਹੈ ਉਹ ਜਿਹੜਾ ਹੈ ਐਸਟੈਬਲਿਸ਼ ਕਰੋ, ਜਿਹਦੇ ਕਰਕੇ ਗਰੀਬਾਂ ਨੂੰ, ਲੋੜਵੰਦਾਂ ਨੂੰ ਫ੍ਰੀ ਜਿਹੜਾ ਹੈ, ਮੁਫਤ ਜਿਹੜਾ ਹੈ ਲੰਗਰ ਉਹਨਾਂ ਨੂੰ ਜਿਹੜਾ ਹੈ ਮਿਲਦਾ ਰਹੇ ਹਰ ਵੇਲੇ। ਚੌਪੇ ਸਾਤ ਭਏ ਤਬ ਰੂਮ ਵਲਾਇਤ। ਦੇਖੋ ਇਹ ਰੂਮ ਵਲਾਇਤ ਦੇ ਵਿੱਚ ਸ਼ਾਂਤੀ ਜਿਹੜੀ ਹਨ ਹੋ ਗਈ ਸਾਰੇ ਪਾਸੇ, ਜਿਹੜੇ ਪਾਸੇ ਲੋਕ ਦੁਖੀ ਸਨ ਉਹੀ ਰੂਮ ਦੇ ਲੋਕ ਹੁਣ ਸੁਖੀ ਹੋਣ ਲੱਗ ਪਏ, ਸਾਰਿਆਂ ਨੂੰ ਸੁੱਖ ਮਹਿਸੂਸ ਹੋਇਆ ਤੇ ਉਹਨਾਂ ਨੂੰ ਰਾਜੇ ਦਾ ਮਾਣ ਹੋਣ ਲੱਗਿਆ ਵੀ ਸਾਡਾ ਰਾਜਾ ਚੰਗਾ ਹੈ। ਸੋ ਉਹ ਜਿਹੜਾ ਸੁੱਖ ਸ਼ਾਂਤੀ ਸਤਿਗੁਰਾਂ ਦੇ ਉਪਦੇਸ਼ ਕਰਕੇ ਇਹ ਰੂਮ ਵਲਾਇਤ ਵਿੱਚ ਸਤਿਗੁਰਾਂ ਨੇ ਵਰਸਾਉਣਾ ਕੀਤੀ। ਜਹ ਤਹ ਦੇਵਨ ਲਗੇ ਖਰਾਇਤ। ਜਿੱਥੇ ਕਿਤੇ ਵੀ ਖਰਾਇਤ ਚੈਰਿਟੀ ਹੋਣ ਲੱਗੀ ਹੁਣ ਇਹ ਮੁਲਕਾਂ ਦੇ ਵਿੱਚ, ਤੇ ਬਹੁਤ ਸਾਰੇ ਲੋਕਾਂ ਦਾ ਭਲਾ ਹੋਣ ਲੱਗਿਆ। ਸ੍ਰੀ ਗੁਰ ਤੇ ਤਹ ਜਾਵਨ ਕਰਕੇ। ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉੱਥੇ ਜਾਣ ਕਰਕੇ, ਸਤਿਗੁਰਾਂ ਦਾ ਉਪਦੇਸ਼ ਕਰੂ ਨੂੰ ਦੇਣ ਕਰਕੇ ਇਹ ਯੂਰਪ ਦੇ ਵਿੱਚ ਜਿਹੜਾ ਹੈ ਸੁਖ ਸ਼ਾਂਤੀ ਵਰਤ ਗਈ। ਬਹੁਤ ਜ਼ੁਲਮ ਜੋ ਗਇਓ ਸੋ ਟਰਕੈ। ਦੇਖੋ ਜਿਹੜਾ ਜ਼ੁਲਮ ਹੋ ਰਿਹਾ ਸੀ ਉਹ ਸਾਰਾ ਟਲ ਗਿਆ, ਉਹ ਦੂਰ ਹੋ ਗਿਆ। ਹੁਣ ਮਾਨਵ ਆਵਨ ਸਗਰੇ ਲਾਗੇ। ਮਾਨਵ ਮਨੁੱਖ ਜਿਹੜੇ ਹਨ ਹੁਣ ਆਉਣ ਲੱਗੇ, ਸਗਰੇ ਲਾਗੇ, ਕਹਿੰਦੇ ਸਾਰੇ ਮਨੁੱਖ ਨੂੰ ਤੇ ਆਉਣ ਲੱਗੇ, ਮਤਲਬ ਇਨਵੈਸਟਮੈਂਟ ਵੱਧ ਗਿਆ, ਉੱਥੇ ਵਪਾਰ ਲੋਕ ਕਰਨ ਲੱਗੇ, ਉੱਥੇ ਖੁਸ਼ਹਾਲੀ ਵੱਧ ਗਈ, ਖੁਸ਼ੀਆਂ ਵੱਧ ਗਈਆਂ ਲੋਕਾਂ ਵਿੱਚ, ਲੋਕਾਂ ਦੇ ਜਾਂ ਪ੍ਰੋਡਕਟਿਵਿਟੀ ਉੱਥੇ ਵੱਧ ਗਈ। ਸੋ ਇਸ ਤਰ੍ਹਾਂ ਉਹ ਮੁਲਕ ਦੀ ਜਿਹੜੀ ਹਨ ਬਹੁਤ ਜ਼ਿਆਦਾ ਪ੍ਰੋਗਰੈਸ ਹੋਈ। ਤਰਹਿ ਉਪਾਇਨ ਪਾਇਨ ਆਗੇ। ਦੇਖੋ ਤਰਹਿ ਉਪਾਇਨ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਆਉਂਦੇ ਨੇ, ਲੈਣਾ ਬਣਾ ਕੇ ਸਤਿਗੁਰਾਂ ਦੇ ਅੱਗੇ ਆ ਕੇ ਮੱਥਾ ਟੇਕਣ ਵਾਸਤੇ ਉਹ ਰੂਮ ਵਲਾਇਤ ਦੇ ਲੋਕ ਆਉਂਦੇ ਨੇ, ਤੇ ਧਰੇ ਉਪਾਇਨ ਮਹਾਰਾਜ ਦੇ ਚਰਨਾਂ ਦੇ ਉੱਤੇ ਬੜੀਆਂ ਜਿਹੜੀਆਂ ਕੀਮਤੀ ਭੇਟਾਵਾਂ ਰੱਖ ਕੇ ਮੱਥਾ ਟੇਕਦੇ ਹਨ। ਆਲੇ ਦੁਆਲੇ ਵੀ ਲੋਕਾਂ ਨੂੰ ਪਤਾ ਲੱਗ ਗਿਆ, ਜਿੱਥੋਂ ਤੱਕ ਆਵਾਜ਼ ਗਈ, ਖਬਰ ਗਈ, ਉਹ ਸਾਰੇ ਚੱਲ ਕੇ ਆਏ, ਸਤਿਗੁਰਾਂ ਦੇ ਚਰਨੀ ਆ ਲੱਗੇ। ਬੰਦ ਹੈ ਪਦ ਅਰਬਿੰਦ ਮੁਕੰਦਾ। ਬੰਦ ਹੈ ਪਦ, ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਦੇ ਹਨ, ਦੋਨੋਂ ਹੱਥ ਬੰਨ ਕਰਕੇ, ਸਤਿਗੁਰੂ ਨੂੰ ਮੁਕਤੀ ਦਾ ਦਾਤਾ ਜਾਣ ਕੇ, ਸਾਰੇ ਹੀ ਪਦਾਰਥਾਂ ਦਾ ਦਾਤਾ ਜਾਣ ਕੇ ਸਤਿਗੁਰਾਂ ਨੂੰ ਮੱਥਾ ਟੇਕਦੇ ਹਨ ਚਰਨਾਂ ਤੇ, ਜੋ ਕਵਲ ਵਰਗੇ ਸੁੰਦਰ ਮਹਾਰਾਜ ਦੇ ਚਰਨ ਹਨ। ਸ੍ਰੀ ਗੋਬਿੰਦ ਸੱਚ ਦਾ ਨੰਦਾ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਹ ਸ੍ਰੀ ਮਾਇਆ ਦਾ ਪਤੀ ਪਰਮੇਸ਼ਰ ਗੋਬਿੰਦ, ਜੋ ਗੋਲਾਕਾਰ ਧਰਤੀ ਦਾ ਸਸਤੇਨ ਹੈ, ਪਾਲਕ ਹੈ, ਜੋ ਕਿ ਆਪਣੀ ਇੰਦਰੀਆਂ ਦਾ ਲਾਈਫ ਹੈ, ਉਹ ਪਰਮਾਤਮਾ ਦਾ ਸਰੂਪ ਗੋਬਿੰਦ, ਸੱਚ ਦਾ ਜੋ ਸੱਚ ਚੇਤਨ ਤੇ ਆਨੰਦ ਸਰੂਪ ਦਾ ਸਾਖਸ਼ਾਤ ਰੂਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹਨ। ਬੋਲਿਓ ਕਾਰੂ ਦੁਆ ਕਰ ਜੋਰੀ। ਕਰੂ ਬਾਦਸ਼ਾਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਦੋਨੋਂ ਹੱਥ ਜੋੜ ਕੇ ਬੇਨਤੀ ਕਰਦਾ ਹੈ, ਮੋਹ ਪਰ ਭੀ ਤੁਮ ਮਿਹਰ ਨਾ ਥੋਰੀ। ਮਹਾਰਾਜ ਸਾਡੇ ਤੇ ਤੁਹਾਡੀ ਕੋਈ ਜਿਹੜੀ ਮਿਹਰ ਹੈ ਕੋਈ ਥੋੜੀ ਨਹੀਂ ਹੋਈ, ਬਹੁਤ ਮਿਹਰ ਤੁਸੀਂ ਕੀਤੀ, ਮੈਨੂੰ ਜਿਹੜਾ ਹਨ ਕੰਪਲੀਟਲੀ ਤੁਸੀਂ ਬਲੈਸ ਕਰ ਦਿੱਤਾ, ਮੈਨੂੰ ਮੇਰੇ ਤੇ ਐਸੀ ਤੁਸੀਂ ਬਲੈਸਿੰਗ ਕੀਤੀ ਹੈ। ਮਹਾਗਰਤ ਹੋ ਨਿਘਰਤ ਜਾਤੋ। ਮਹਾਰਾਜ ਤੁਸੀਂ ਮੈਨੂੰ ਗਰਕਦੇ ਹੋਏ ਨੂੰ, ਮੈਂ ਧਰਤੀ ਵਿੱਚ ਧੱਸਦਾ ਜਾ ਰਿਹਾ ਸੀਗਾ, ਧਰਤੀ ਮੈਨੂੰ ਸਵਾਲੋ ਕਰ ਰਹੀ ਸੀਗੀ, ਮੈਂ ਇਹ ਪਾਪਾਂ ਦੇ ਕਰਨ ਕਰਕੇ ਮੈਂ ਡੁੱਬਦਾ ਜਾ ਰਿਹਾ ਸੀ, ਪਾਤਸ਼ਾਹ ਜੀ ਤੁਸੀਂ ਮੈਨੂੰ ਬਚਾ ਲਿਆ। ਹੁਣ ਇਹ ਕਰ ਕਾਢਿਓ ਕਰ ਦੁਖ ਹਾਤੋ। ਪਾਤਸ਼ਾਹ ਜੀ ਤੁਸੀਂ ਮੈਨੂੰ ਹੱਥ ਦੇ ਕੇ ਕੱਢਿਆ ਹੈ, ਨਹੀਂ ਤਾਂ ਮੇਰੇ ਤੋਂ ਨਹੀਂ ਬਚਿਆ ਜਾਣਾ ਸੀ,
ਤੋ ਹੱਥ ਦੇਣ ਦੀ ਗੱਲ ਇਹ ਹੁੰਦੀ ਹੈ ਕਿ ਪਰਮਾਤਮਾ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਆਪ ਹੱਥ ਦੇ ਕੇ ਬੰਦੇ ਨੂੰ ਕੱਢੇ, ਭਾਵੇਂ ਉਹ ਕੁਆਲੀਫਾਈਡ ਵੀ ਹਜੇ ਨਾ ਹੋਵੇ। ਜੇ ਤਾਂ ਡਿੱਕੀਏ ਨਾ ਵੀ ਬੰਦੇ ਨੂੰ ਗਿਆਨ ਹੋਵੇਗਾ, ਗਿਆਨ ਤੋਂ ਬਾਅਦ ਉਹਨੂੰ ਸੋਝੀ ਹੋਵੇਗੀ, ਸੋਝੀ ਹੋਣ ਤੋਂ ਬਾਅਦ ਉਹਦੀ ਮੁਕਤੀ ਤਾਂ ਬੜਾ ਲੰਮਾ ਸਮਾਂ ਲੱਗ ਜਾਣਾ ਸੀਗਾ। ਇਸ ਕਰਕੇ ਕਹਿੰਦੇ ਨਾ ਗਹਿ ਕਰ ਕਾਢਿਓ, ਵੀ ਮੈਨੂੰ ਹੱਥ ਦੇ ਕੇ ਤੁਸੀਂ ਕੱਢ ਲਿਆ। ਭਾਵੇਂ ਮੈਂ ਕੁਆਲੀਫਾਈਡ ਨਹੀਂ, ਮੈਂ ਭਗਤੀ ਕਰਨ ਵਾਸਤੇ ਮੇਰੇ ਵਿੱਚ ਹਿੰਮਤ ਵੀ ਨਹੀਂ, ਨਾ ਮੈਂ ਕਰੀ ਹੈ ਹੁਣ ਤੱਕ, ਤੁਸੀਂ ਮੈਨੂੰ ਪਹਿਲਾਂ ਕੱਢ ਲਿਆ। ਇਸ ਤਰ੍ਹਾਂ ਹੋ ਗਿਆ ਨਾ ਜਿਵੇਂ ਕਿਸੇ ਨੂੰ ਡਿਗਰੀ ਪਹਿਲਾਂ ਦੇ ਦਈਏ ਤੇ ਪੜ੍ਹਾਈ ਉਹਦੀ ਬਾਅਦ ਵਿੱਚ ਕਰਾਈਏ। ਸੋ ਇਸ ਤਰ੍ਹਾਂ ਇਹ ਗਹਿ ਕਰ ਕਾਢਿਓ, ਮੈਨੂੰ ਹੱਥ ਦੇ ਕੇ ਤੁਸੀਂ ਕੱਢ ਲਿਆ ਤੇ ਮੇਰੇ ਸਾਰੇ ਦੁੱਖ ਕੱਟ ਦਿੱਤੇ। ਦੋਹਰਾ ਭਲਾ ਹੋਏ ਮੇਰੋ ਅਬੈ ਆਸ ਭਈ ਔਰ ਆਏ। ਹੁਣ ਮੇਰਾ ਭਲਾ ਹੋ ਗਿਆ, ਮੇਰਾ ਭਲਾ ਤੁਸੀਂ ਕਰ ਦਿੱਤਾ ਤੇ ਮੇਰੇ ਮਨ ਵਿੱਚ ਐਸੀ ਆਸ ਹੈ, ਇੱਕ ਹੋਪ ਹੈ, ਇੱਕ ਵਿਸ਼ ਹੈ ਮੇਰੇ ਮਨ ਵਿੱਚ। ਆਪ ਪਰ ਛਿੰਨ ਖੁਦਾਏ ਹੋ ਮਾਰਗ ਦੀਨ ਬਤਾਏ। ਮਹਾਰਾਜ ਤੁਸੀਂ ਆਪ ਹੀ ਪਰਮਾਤਮਾ ਹੋ, ਖੁਦਾ ਹੋ, ਜੋ ਗੁਪਤ ਹੋ ਕੇ ਇੱਕ ਮਨੁੱਖ ਦੇ ਸਰੀਰ ਵਿੱਚ ਹੋ। ਆਪਣੇ ਆਪ ਨੂੰ ਤੁਸੀਂ ਗੁਪਤ ਰੱਖਿਆ, ਪਰ ਮੈਨੂੰ ਪਤਾ ਕੌਰੂ ਕਹਿੰਦਾ ਤੁਸੀਂ ਉਹੀ ਖੁਦਾ ਹੋ, ਉਹੀ ਰੱਬ ਤੁਸੀਂ ਹੋ, ਉਹੀ ਵਾਹਿਗੁਰੂ ਸਰੂਪ ਤੁਸੀਂ ਹੋ। ਤੇ ਕਹਿੰਦੇ ਮਾਰਗ ਦੀਨ ਬਤਾਏ, ਇਸ ਕਰਕੇ ਤੁਸੀਂ ਆ ਕੇ ਆਪ ਮੈਨੂੰ ਇਹ ਰਸਤਾ ਦੱਸਿਆ ਸੱਚ ਦਾ। ਜਿਹੜਾ ਕਿ ਦੇਖੋ ਮੋਜ਼ਸ ਜਿਹੜਾ ਸੀਗਾ ਨਾ, ਉਹ ਜਦੋਂ ਪਹਿਲੇ ਕਾਰੂ ਕੋਲ ਗਿਆ, ਜੋ ਉਹਦਾ ਚਾਚੇ ਦਾ ਪੁੱਤਰ ਸੀਗਾ ਨਾ, ਉਹਨੂੰ ਉਪਦੇਸ਼ ਦਿੱਤਾ। ਤੇ ਉਪਦੇਸ਼ ਵੀ ਕੀ ਸੀਗਾ, ਸਿਰਫ ਉਹਨੂੰ ਕਿਹਾ ਸੀਗਾ ਵੀ ਤੂੰ ਆਪਣਾ ਚੌਥਾ ਹਿੱਸਾ ਦੇ ਦੇ ਆਪਣੇ ਜਿਹੜੇ ਵੈਲਥ ਦਾ 10% ਦੇ ਦੇ, ਇੱਕ ਜਿਹੜਾ ਹੈ ਥੋੜਾ ਬਹੁਤਾ ਦੇ ਦੇ। ਉਹ ਨਹੀਂ ਮੰਨਿਆ, ਉਹ ਅਖੀਰ ਕਰ ਗਰਕ ਹੋ ਗਿਆ। ਮੋਸਸ ਨੇ ਕੋਸ਼ਿਸ਼ ਕੀਤੀ, ਫਿਰ ਜਿਹੜਾ ਹੈ ਮੋਸਸ ਦਾ ਭਰਾ ਹरून ਹੋਇਆ, ਉਹ ਵੀ ਕੋਈ ਘੱਟ ਨਾ ਨਿਕਲਿਆ, ਉਹਨੇ ਵੀ ਜਿਹੜੇ ਗੰਜ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਦੇਖੋ ਮੋਸਸ ਨੇ ਉਸ ਟਾਈਮ ਤੇ ਕੋਸ਼ਿਸ਼ ਕੀਤੀ ਪਰ ਉਹਦੇ ਤੋਂ ਹੋਇਆ ਨਹੀਂ। ਤੇ ਉਸ ਰਾਜ ਤੋਂ ਲੈ ਕੇ ਇਹ ਹਮੀਦ ਕਾਰੂ ਦੇ ਰਾਜ ਤੱਕ ਲੋਕੀ ਦੁਖੀ ਸਨ। ਲੋਕਾਂ ਨੂੰ ਜਿਹੜਾ ਹੈ ਇਸੇ ਤਰ੍ਹਾਂ ਹੀ ਇਹ ਰਾਜੇ ਲੋਕ ਲੁੱਟਦੇ ਰਹੇ ਸਨ। ਇੱਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹਨ, ਜਿਨ੍ਹਾਂ ਨੇ ਆ ਕੇ ਇਹ ਕਰੂ ਨੂੰ ਜਿਹੜਾ ਹੈ ਉਪਦੇਸ਼ ਦੇ ਕੇ ਇਹ ਰੂਮ ਵਲਾਇਤ ਦੇ ਵਿੱਚ ਸਤਿਗੁਰਾਂ ਨੇ ਆਪਣਾ ਪ੍ਰਤਾਪ ਵਰਤਾ ਕਰਕੇ ਉਹਨਾਂ ਨੂੰ ਸੁੱਖ ਦਿੱਤਾ। ਜੇ ਕਿਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉੱਥੇ ਨਾ ਜਾਂਦੇ, ਅੱਜ ਤੱਕ ਵੀ ਕੀਤਾ ਇਸੇ ਹੀ ਰਾਜੇ ਲਾਲਚੀ ਰਾਜਿਆਂ ਦਾ ਰਾਜ ਹੋਣਾ ਸੀਗਾ। ਉੱਥੇ ਐਸਾ ਹੀ ਬੁਰਾ ਹਾਲ ਅੱਜ ਤੱਕ ਵੀ ਹੋਣਾ ਸੀਗਾ। ਇਹ ਤਾਂ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ। ਇਹ ਯੂਰਪ ਤੇ ਵੀ ਸਤਿਗੁਰਾਂ ਨੇ ਐਸੀ ਜਿਹੜੀ ਹਨ ਆਪਣੀ ਬਲੈਸਿੰਗਸ ਕੀਤੀ, ਕਿਰਪਾ ਕੀਤੀ ਤੇ ਇਹ ਰਾਜਿਆਂ ਨੂੰ ਉਪਦੇਸ਼ ਦੇ ਕੇ ਜਿਹੜਾ ਹਨ ਪ੍ਰਜਾ ਦੇ ਸੇਵਕ ਬਣਾਇਆ। ਚੌਪਈ ਬਾਰ-ਬਾਰ ਬੰਦਾ ਹੈ ਪਦ ਗੁਰ ਕੋ। ਕਰੂੰ ਬਾਦਸ਼ਾਹ ਹੁਣ ਜਿਹੜਾ ਹੈ ਬਾਰ-ਬਾਰ, ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਵਾਰ-ਵਾਰ ਜਿਹੜਾ ਹੈ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਦਾ ਹੈ। ਮਨ ਅਧੀਨ ਕਰ ਪ੍ਰੇਮ ਹੈ ਔਰ ਕੋ। ਮਨ ਅਧੀਨ ਸਤਿਗੁਰਾਂ ਦੇ ਚਰਨਾਂ ਤੇ, ਸਤਿਗੁਰਾਂ ਦੇ ਉਪਦੇਸ਼, ਸਤਿਗੁਰਾਂ ਦੇ ਦਰਸ਼ਨਾਂ ਤੋਂ ਬਲਹਾਰੇ ਜਾਂਦਾ ਹੈ। ਉਹਨਾਂ ਦੇ ਅਧੀਨ ਕਰਕੇ ਪ੍ਰੇਮ ਆਪਣੇ ਹਿਰਦੇ ਵਿੱਚ ਜਾਗ ਪਿਆ ਤੇ ਖੁਦਾ ਵਾਸਤੇ ਐਸਾ ਪ੍ਰੇਮ ਜਾਗਿਆ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜੋ ਅਸਲ ਸਰੂਪ ਹੈ ਪਰਮਾਤਮਾ ਖੁਦਾ, ਉਹਨਾਂ ਨੂੰ ਦਿਸਣ ਲੱਗ ਪਿਆ। ਇਹ ਪ੍ਰੇਮ ਕਰਕੇ ਹੀ ਦਿਸਦਾ ਹੈ। ਮਿਹਰ ਧਰੇ ਬੋਲੇ ਸੁਖਦਾਏ। ਮਿਹਰ ਕਰਨ ਵਾਸਤੇ, ਹੋਰ ਉਹਦੇ ਤੇ ਬਲੇਸਿੰਗਸ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਬੋਲੇ ਕਾਰੂ ਇਹ ਮਗ ਮਿਲਨ ਖੁਦਾਏ। ਦੇਖੋ ਕਾਰੂ ਇਹੀ ਮਾਰਗ ਹੈ ਖੁਦਾ ਨੂੰ ਮਿਲਣ ਦਾ, ਖੁਦਾ ਵਿੱਚ ਲੀਨ ਹੋਣ ਦਾ ਤੇ ਸਾਰੇ ਸੁੱਖ ਪ੍ਰਾਪਤ ਕਰਨ ਦਾ। ਤੁਝ ਪਰ ਕਿਰਪਾ ਭੀ ਹੈ ਤੂਰਨ। ਦੇ ਕਰੂੰ ਤੇਰੇ ਤੇ ਕਿਰਪਾ ਹੋਗੀ ਉਸ ਖੁਦਾ ਪਰਮਾਤਮਾ ਦੀ, ਇਸੇ ਵੇਲੇ ਹੋਗੀ ਤੇ ਕਿਰਪਾ ਹੋਈ ਵੀ ਬਹੁਤ ਛੱਤੀ ਹੈ। ਮਹਾ ਪਾਪ ਹੋਏ ਸਭ ਚੂਰਨ। ਦੇਖੋ ਕਰੂੰ ਤੇਰੇ ਸਾਰੇ ਪਾਪ ਚੂਰਨ ਕਰ ਦਿੱਤੇ, ਤੇਰੇ ਸਾਰੇ ਪਾਪ ਜਿਹੜੇ ਵੈਨਿਸ਼ ਹੋ ਗਏ। ਹੁਣ ਉਹ ਪਾਪ ਜਿਹੜੇ ਪੁਰਾਣੇ ਤੂੰ ਕੀਤੇ ਸਨ ਉਹਦਾ ਲੇਖਾ ਤੈਨੂੰ ਨਹੀਂ ਦੇਣਾ ਪਵੇਗਾ, ਉਹ ਸਾਰੇ ਮੁਆਫ ਕਰਤੇ, ਉਹ ਤੈਨੂੰ ਫੋਰਗਿਵ ਕਰਤਾ ਹੁਣ ਤੋਂ। ਹਿਰਦੈ ਬਿਖੈ ਭਾ ਚਿਤ ਕਰਤਾਰਾ। ਕਹਿਣਗੇ ਇਸ ਕਰਕੇ ਕਰੂੰ ਹੁਣ ਤੇਰਾ ਚਿੱਤ ਤੇ ਉਹ ਪਾਪਾਂ ਦਾ ਬਰਡਨ, ਉਹ ਜਿਹੜਾ ਹਨ ਪਾਪਾਂ ਦਾ ਭਾਰ ਨਹੀਂ ਹੋਵੇਗਾ। ਇਸ ਕਰਕੇ ਕਰੂੰ ਤੂੰ ਹਲਕੇ ਮਨ ਦੇ ਨਾਲ ਹਮੇਸ਼ਾ ਹੀ ਪਰਮਾਤਮਾ ਦੀ ਭਗਤੀ ਕਰ। ਹੁਣ ਭਵ ਬੰਧਨ ਤੇ ਹੋਏ ਉਧਾਰਾ। ਦੇਖੋ ਤੇਰਾ ਉਧਾਰ ਹੋਵੇਗਾ ਇਹ ਸੰਸਾਰ ਸਮੁੰਦਰ ਤੋਂ। ਕਾਰੂ ਕਹੈ ਮਿਹਰ ਭੀ ਤੇਰੀ। ਤੇ ਕਰੂੰ ਹੱਥ ਜੋੜ ਕੇ ਕਹਿੰਦਾ ਹੈ ਸਤਿਗੁਰੂ ਜੀ ਇਹ ਤੁਹਾਡੀ ਮਿਹਰ ਹੈ, ਨਹੀਂ ਤਾਂ ਮੇਰੇ 'ਚ ਕਿੱਥੇ ਹਿੰਮਤ ਸੀਗੀ। ਜਿਵੇਂ ਮੇਰੇ ਪਹਿਲਾਂ ਡੁੱਬ ਚੁੱਕੇ ਨੇ, ਮਰ ਚੁੱਕੇ ਨੇ ਨਰਕਾਂ ਵਿੱਚ, ਉਹ ਪਤਾ ਨਹੀਂ ਕਿੱਥੇ ਤੁਰੇ ਫਿਰਦੇ ਨੇ, ਪਰ ਅੱਜ ਮੈਨੂੰ ਤੁਸੀਂ ਬਚਾ ਲਿਆ ਆ ਕੇ। ਕਾਟੀ ਲੋਭ ਹਿਰਦੈ ਤੇ ਬੇਰੀ। ਮਹਾਰਾਜ ਇਹ ਲੋਭ ਦੀ, ਇਹ ਜਿਹੜੀ ਹੈ ਲੋਭ ਗ੍ਰਿਧ ਦੀ, ਇਹ ਜਿਹੜੀ ਹੈ ਐਸੀ ਜਿਹੜੀ ਹੈ ਬੇਰੀ, ਇਹ ਜਿਹੜੇ ਬੌਂਡੇਜਸ ਸਨ ਇਹਦੇ ਜਿਹੜੇ ਹਨ, ਮੈਨੂੰ ਇਹਨੇ ਬੰਨਿਆ ਹੋਇਆ ਸੀਗਾ, ਇਹ ਤੁਸੀਂ ਕੱਟ ਦਿੱਤਾ।
ਹੁਣ ਮੈਨੂੰ ਲੋਭ ਨਹੀਂ ਰਿਹਾ, ਮੈਂ ਹੁਣ ਲੋਭ ਦੇ ਜਿਹੜਾ ਹੈ ਲੋਭ ਤੋਂ ਪਰੇ ਹੋ ਗਿਆ। ਮੁਝ ਕੋ ਪੰਥ ਬਤਾਇਓ ਨੀਕਾ। ਸਤਿਗੁਰੂ ਜੀ ਮੈਨੂੰ ਹੁਣ ਚੰਗਾ ਪੰਥ ਦੱਸੋ, ਜਿਹਦੇ ਪੰਥ ਜਿਹੜਾ ਕਿ ਪ੍ਰੈਕਟਿਸਸ ਮੈਂ ਕਰਾਂ, ਜਿਹੜੇ ਕਿ ਮੈਂ ਧਰਮ ਨੂੰ ਐਮਬ੍ਰੇਸ ਕਰਕੇ ਮੈਂ ਆਪਣਾ ਮੁਕਤੀ ਦਾ ਮਾਰਗ ਤੇ ਤੁਰਦਾ ਰਹਾ, ਮੈਨੂੰ ਜਿਹੜਾ ਹੈ ਹਮੇਸ਼ਾ ਸੇਧ ਮਿਲਦੀ ਰਵੇ। ਇੱਥੋਂ ਹੁਣ ਇੱਕ ਗੱਲ ਸਪਸ਼ਟ ਹੈ ਕਿ ਧਰਮ ਦੀ ਕੀ ਲੋੜ ਹੈ। ਦੇਖੋ ਕਰੂ ਨੂੰ ਰਿਅਲਾਈਜੇਸ਼ਨ ਹੋ ਗਿਆ, ਉਹਨੂੰ ਅਹਿਸਾਸ ਹੋ ਗਿਆ ਆਪਣੇ ਪਾਪਾਂ ਦਾ ਅਹਿਸਾਸ ਹੋਣ ਕਰਕੇ ਸਤਿਗੁਰੂ ਨੇ ਬਖਸ਼ ਵੀ ਦਿੱਤਾ। ਪਰ ਹੁਣ ਕਰੂ ਇੱਕ ਸਵਾਲ ਪੁੱਛਦਾ, ਸਤਿਗੁਰੂ ਜੀ ਮੈਂ ਕਿਹੜੇ ਧਰਮ ਤੇ ਚਲਾਂ? ਧਰਮ ਦਾ ਕੰਮ ਕੀ ਹੁੰਦਾ ਹੈ ਜਿਹੜਾ ਕਿ ਕੰਸਿਸਟੈਂਟਲੀ ਜਿਹੜਾ ਹੈ ਕੰਟੀਨਿਊਅਸਲੀ ਕੋਈ ਬੰਦੇ ਨੂੰ ਉਹ ਮਾਰਗ ਤੇ ਤੋਰੀ ਰੱਖੇ, ਜਿਹੜਾ ਕਿ ਉਹ ਮਾਰਗ ਐਸਾ ਹੋਵੇ ਜਿਹਦੇ ਉੱਤੇ ਪਾਪ ਨਾ ਬੰਦਾ ਕਰੇ, ਜਿਹਦੇ ਵਿੱਚ ਚੈੱਕ ਐਂਡ ਬੈਲੈਂਸ ਹਮੇਸ਼ਾ ਬਣਿਆ ਰਹੇ, ਬੰਦਾ ਆਪਣੇ ਆਪ ਨੂੰ ਮੋਨੀਟਰ ਕਰ ਸਕੇ, ਐਨਾਲਾਈਜ਼ ਕਰ ਸਕੇ ਆਪਣੇ ਕਰਮਾਂ ਨੂੰ। ਭਲਾ ਕਰਨ ਆਏ ਸਭ ਹੀ ਕਾ। ਦੇਖੋ ਪਾਤਸ਼ਾਹ ਜੀ ਤੁਸੀਂ ਤਾਂ ਭਲਾ ਕਰਨ ਵਾਸਤੇ ਆਏ ਹੋ ਸਾਰੀ ਦੁਨੀਆ ਦਾ। ਕਿਤਕ ਦਿਵਸ ਗੁਰ ਤਹਾਂ ਬਿਤਾਏ। ਮਹਾਰਾਜ ਕੁਝ ਕੁ ਦਿਨ ਉੱਥੇ ਰਹੇ, ਉਹਨੂੰ ਧਰਮ ਦਾ ਮਾਰਗ ਦੱਸਣ ਵਾਸਤੇ, ਉਹਨੂੰ ਇਹ ਸਮਝਾਉਣ ਵਾਸਤੇ ਕਿ ਅੰਮ੍ਰਿਤ ਵੇਲਾ ਕੀ ਹੁੰਦਾ ਹੈ, ਨਾਮ ਜਪਣਾ ਕਿਵੇਂ ਹੁੰਦਾ ਹੈ, ਲੰਗਰ ਕਿਵੇਂ ਚਲਾਉਣੇ ਨੇ, ਜਾਂ ਦੁਨੀਆ ਦਾ ਭਲਾ ਕਿਵੇਂ ਕਰਨਾ ਹੈ। ਸਤਿਗੁਰੂ ਜੀ ਕੁਝ ਕੁ ਦਿਨ ਉੱਥੇ ਰੁਕੇ। ਸਰਬ ਲੋਕ ਤਹ ਸੁਖੀ ਬਸਾਏ। ਸਾਰੇ ਲੋਕ ਜਿਹੜੇ ਸਨ ਉੱਥੇ ਸੁਖੀ ਵਸਣ ਲੱਗ ਗਏ। ਸਾਰਿਆਂ ਨੂੰ ਅੱਜ ਸੁੱਖ ਮਹਿਸੂਸ ਹੋਣ ਲੱਗਿਆ, ਆਨੰਦ ਆਉਣ ਲੱਗਿਆ। ਕਿਉਂਕਿ ਦੇਖੋ ਨਾ ਦੁਨੀਆ ਦੇ ਵਿੱਚ ਜਦੋਂ ਕਰਕੇ ਜਿਹੜਾ ਹੈ ਝਗੜੇ ਪਏ ਰਹਿਣ, ਜਦੋਂ ਤੱਕ ਲੁੱਟ ਮਾਰ ਪਈ ਰਵੇ, ਕੋਈ ਵੀ ਭਗਤੀ ਨਹੀਂ ਕਰ ਸਕਦਾ, ਕਿਉਂਕਿ ਹਮੇਸ਼ਾ ਹੀ ਰੌਲਾ ਪਿਆ ਰਹਿਣਾ, ਝਗੜੇ ਪਏ ਰਹਿਣੇ। ਦੇਖੋ ਸਤਿਗੁਰਾਂ ਨੇ ਪਹਿਲਾਂ ਉਹ ਸ਼ਾਂਤੀ ਨੂੰ ਕਾਇਮ ਕੀਤਾ, ਉੱਥੇ ਜਾ ਕੇ ਪੀਸ ਕਾਇਮ ਕੀਤੀ। ਉੱਥੇ ਪਹਿਲਾਂ ਜਿਹੜਾ ਹੈ ਮਨੁੱਖ ਦੇ ਜਿਹੜੇ ਮੁੱਢਲੇ ਫੰਡਾਮੈਂਟਲ ਕੁਆਲਿਟੀਜ਼ ਹਨ ਮਹਾਰਾਜ ਨੇ ਉਹ ਪਹਿਲਾਂ ਦਿੱਤੇ। ਉਹ ਸਾਰਾ ਸਿਸਟਮ ਨੂੰ ਇੱਕ ਜਿਹੜਾ ਹੈ ਚੰਗੇ ਸਿਸਟਮ ਵਿੱਚ ਲੈ ਕੇ ਆਏ। ਜਦੋਂ ਲੋਕਾਂ ਨੂੰ ਸੁੱਖ ਸ਼ਾਂਤੀ ਪ੍ਰਾਪਤ ਹੁੰਦੀ ਤਾਂ ਹੀ ਤਾਂ ਪਰਮਾਤਮਾ ਦਾ ਨਾਮ ਜਪਣਗੇ ਨਾ, ਤਾਂ ਹੀ ਤਾਂ ਉਹਨਾਂ ਨੂੰ ਉਹ ਐਨਵਾਇਰਨਮੈਂਟ ਮਿਲੇਗਾ, ਪ੍ਰੋਡਕਟਿਵ ਐਨਵਾਇਰਨਮੈਂਟ, ਜਿਹਦੇ ਵਿੱਚ ਉਹ ਪਰਮਾਤਮਾ ਦੀ ਭਗਤੀ ਕਰਨਗੇ। ਸੋ ਲੋਕਾਂ ਵਿੱਚ ਇਹ ਜਿਹੜੀ ਹਨ ਭਗਤੀ ਹੋਣ ਲੱਗੀ। ਨਾਮਦਾਨ ਕੀ ਸਿੱਖਿਆ ਦੀਨੀ। ਦੇਖੋ ਸਤਿਗੁਰਾਂ ਨੇ ਨਾਮਦਾਨ ਇਸ਼ਨਾਨ ਦੀ ਜਿਹੜੀ ਹੈ ਸਿੱਖਿਆ ਦਿੱਤੀ ਲੋਕਾਂ ਨੂੰ, ਉੱਥੇ ਵੀ ਨਾਮ ਕੀ ਹੈ, ਦਾਨ ਕੀ ਹੈ, ਇਸ਼ਨਾਨ ਕੀ ਹੈ। ਭਇਓ ਨਿਹਾਲ ਹਿਰਦੇ ਜਿਨ ਲੀਨੀ। ਦੇਖੋ ਸਤਿਗੁਰਾਂ ਨੇ ਉਹਨਾਂ ਨੂੰ ਨਿਹਾਲ ਕੀਤਾ, ਸਿੱਖੀ ਬਖਸ਼ਿਸ਼ ਕੀਤੀ, ਉਹਨਾਂ ਨੂੰ ਸਿੱਖੀ ਬਖਸ਼ਿਸ਼ ਕਰਕੇ ਸਤਿਗੁਰਾਂ ਨੇ ਹਿਰਦੇ ਜਿਨ ਲੀਨੀ, ਉਹਨਾਂ ਨੇ ਆਪਣੇ ਹਿਰਦੇ ਵਿੱਚ ਧਾਰਨ ਵੀ ਕੀਤੀ। ਤਰਾਸ ਦੇਸ ਕੋ ਸਭ ਨਿਰਵਾਰਾ। ਦੇਖੋ ਤਰਾਸ ਇਹ ਦੇਸ਼ ਦਾ ਜਿਹੜਾ ਡਰ ਸੀਗਾ, ਜਿਹੜਾ ਇਹ ਜਿਹੜਾ ਹਨ ਦੇਸ਼ ਦਾ ਜਿਹੜਾ ਹੈ ਅਨਪ੍ਰੈਡਿਕਟਡ ਜਿਹੜਾ ਹੈ ਸਿਚੁਏਸ਼ਨ ਬਣੇ ਹੋਏ ਸਨ, ਉਹ ਸਾਰੇ ਦੂਰ ਹੋ ਗਏ ਹੁਣ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਸਦਕਾ। ਕਾਰੂ ਨੀਕੇ ਮਗ ਮਹਿ ਡਾਰਾ। ਕਾਰੂ ਨੂੰ ਮਹਾਰਾਜ ਨੇ ਚੰਗੇ ਮਾਰਗ ਤੇ ਲਾਤਾ, ਜਿਹੜਾ ਲੋਕਾਂ ਨੂੰ ਲੁੱਟਮਾਰ ਕਰਦਾ ਸੀ ਅੱਜ ਸੇਵਾ ਕਰਨ ਲੱਗ ਪਿਆ। ਦੇਖੋ ਸਤਿਗੁਰਾਂ ਨੇ ਕੈਸੀ ਕਿਰਪਾ ਕੀਤੀ। ਬਹਰ ਗਮਨ ਕੀ ਕੀਨੀ ਤਿਆਰੀ। ਸਤਿਗੁਰਾਂ ਨੇ ਹੁਣ ਅੱਗੇ ਜਾਣ ਦੀ ਤਿਆਰੀ ਕੀਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਤਬ ਕਾਰੂ ਅਸ ਗਿਰਾ ਉਚਾਰੀ। ਉਸ ਵੇਲੇ ਕਰੂ ਬਾਦਸ਼ਾਹ ਗੁਰੂ ਨਾਨਕ ਸਾਹਿਬ ਜੀ ਨੂੰ ਤੁਰਨ ਲੱਗਿਆਂ ਆ ਕੇ ਮਿਲਦਾ ਹੈ ਤੇ ਬੇਨਤੀ ਕਰਦਾ ਹੈ, ਕਿਰਪਾ ਧਾਰ ਰਹੀਏ ਮੁਝ ਪਾਸੂ। ਪਾਤਸ਼ਾਹ ਜੀ ਤੁਸੀਂ ਕਿੱਥੇ ਚੱਲੇ ਹੋ? ਨਾ ਜਾਓ ਤੇ ਸਾਡੇ ਕੋਲ ਰਹੋ, ਕਿਰਪਾ ਕਰਕੇ ਸਾਡੇ ਕੋਲ ਇੱਥੇ ਹੀ ਠਹਿਰੋ, ਇਹ ਰੂਮ ਦੇਸ਼ ਵਿੱਚ ਹੀ ਆਪਣਾ ਵਾਸਾ ਰੱਖੋ। ਗਮਨਨ ਤਿਆਰ ਭਏ ਕਿਉਂ ਆਸੂ। ਮਹਾਰਾਜ ਕਿਉਂ ਤੁਸੀਂ ਤਿਆਰੀ ਕਰ ਲਈ ਜਾਣ ਦੀ? ਪਾਤਸ਼ਾਹ ਜੀ ਮੈਂ ਤੁਹਾਨੂੰ ਜਿਹੜਾ ਹਮੇਸ਼ਾ ਆਪਣੇ ਕੋਲ ਹੀ ਦੇਖਣਾ ਚਾਹੁੰਦਾ ਹਾਂ, ਮੈਂ ਤੁਹਾਤੋਂ ਵਿਛੋੜਾ ਮੈਂ ਜਿਹੜਾ ਹਨ ਇਹ ਵਿਛੋੜਾ ਮੇਰੇ ਤੋਂ ਸਹਿਆ ਨਹੀਂ ਜਾਣਾ। ਮੈਂ ਸੇਵਕ ਸਭ ਭਾਂਤ ਤੁਮਾਰਾ। ਮਹਾਰਾਜ ਮੈਂ ਤੁਹਾਡਾ ਸੇਵਕ ਬਣ ਕੇ ਹੀ ਰਹਾਂਗਾ, ਹਮੇਸ਼ਾ ਤੁਹਾਡਾ ਹੁਕਮ ਮੰਨਾਂਗਾ। ਸਰਬ ਦੇਸ਼ ਕੀਨੋ ਨਿਸਤਾਰਾ। ਮਹਾਰਾਜ ਤੁਸੀਂ ਸਾਰੇ ਦੇਸ਼ ਦਾ ਨਿਸਤਾਰਾ ਕੀਤਾ, ਤੁਸੀਂ ਇੱਕ ਨੂੰ ਨਹੀਂ ਸਾਰੇ ਦੇਸ਼ ਨੂੰ ਤਾਰ ਦਿੱਤਾ ਸਤਿਗੁਰੂ ਜੀ। ਰਹਿਤ ਨਹੀਂ ਜੇ ਕਰੋ ਪਿਆਨਾ। ਮਹਾਰਾਜ ਜੇ ਤੁਸੀਂ ਨਹੀਂ ਫੇਰ ਵੀ ਤੁਸੀਂ ਨਹੀਂ ਰਹਿਣਾ ਤਾਂ ਮੈਂ ਜ਼ੋਰ ਮੇਰਾ ਕੀ ਚੱਲ ਸਕਦਾ ਹੈ ਕਰੂੰ। ਕਹਿੰਦਾ ਮੈਂ ਤਾਂ ਇੱਕ ਸਿੱਖ ਹਾਂ, ਤੁਸੀਂ ਮੇਰੇ ਗੁਰੂ ਹੋ, ਜੇ ਤੁਸੀਂ ਪਿਆਨਾ ਕਰਨਾ ਹੀ ਚਾਹੁੰਦੇ ਹੋ ਤਾਂ ਫਿਰ ਉਹਨੇ ਦਰਸ਼ਨ ਦੇਵ ਹੋ ਕਬ ਆਨਾ। ਮਹਾਰਾਜ ਫੇਰ ਤੁਸੀਂ ਆਪਣਾ ਦਰਸ਼ਨ ਕਿਦੋਂ ਦਿਓਗੇ ਆ ਕੇ ਮੈਨੂੰ, ਫੇਰ ਆ ਕੇ ਕਿਦੋਂ ਮਿਲਿਓਗੇ ਤੁਸੀਂ ਪਾਤਸ਼ਾਹ ਜੀ। ਸੁਣ ਕੇ ਬੋਲੇ ਕਿਰਪਾ ਨਿਧਾਨਾ। ਇਹ ਕਰੂੰ ਬਾਦਸ਼ਾਹ ਜੀ ਦੀ ਨਿਮਰਤਾ ਸਹਿਤ ਬੇਨਤੀ ਨੂੰ ਸੁਣ ਕਰਕੇ ਨਾ ਸਤਿਗੁਰੂ ਜੀ ਜੋ ਕਿਰਪਾ ਦੇ ਖਜ਼ਾਨੇ ਹਨ ਸਤਿਗੁਰਾਂ ਨੇ ਬਚਨ ਕੀਤਾ, ਸਿਮਰੋ ਨਾਮ ਹੋਏ ਕਲਿਆਣਾ। ਦੇਖ ਕਰੂੰ ਹਮੇਸ਼ਾ ਹੀ ਪਰਮੇਸ਼ਰ ਦੇ
ਦੇ ਨਾਮ ਦਾ ਤੂੰ ਸਿਮਰਨ ਕਰਿਆ ਕਰ। ਹਮੇਸ਼ਾ ਹੀ ਕੰਸਿਸਟੈਂਟਲੀ ਕੰਟੀਨਿਊਅਸਲੀ ਉਹ ਪਰਮਾਤਮਾ ਦੇ ਨਾਮ ਨੂੰ ਹੀ ਤੂੰ ਜਪਣਾ ਕਰ, ਜਿਹਦੇ ਕਰਕੇ ਤੇਰੀ ਕਲਿਆਣ, ਤੇਰੀ ਮੁਕਤੀ ਹੋਵੇਗੀ। ਹਿਰਦੈ ਧਿਆਨ ਆਪਣਾ ਤੁਮ ਧਾਰੋ। ਦੇਖੋ ਹਿਰਦੈ, ਹਮੇਸ਼ਾ ਆਪਣੇ ਹਿਰਦੇ ਦਾ ਧਿਆਨ ਪਰਮੇਸ਼ਰ ਨਾਲ ਹੀ ਜੋੜਿਆ ਕਰ, ਜੋੜੀ ਰੱਖਿਆ ਕਰ, ਤੇ ਹਮੇਸ਼ਾ ਹੀ ਉਸ ਦਾ ਹੀ ਧਿਆਨ ਧਾਰਨਾ ਕਰ ਆਪਣੇ ਹਿਰਦੇ ਵਿੱਚ। ਇਹੀ ਹਮਾਰੋ ਮਿਲਨ ਵਿਚਾਰ ਹੋ। ਇਹੀ ਸਾਡਾ ਮਿਲਣਾ ਹੈ। ਕਰੂੰ ਜਦੋਂ ਵੀ ਤੂੰ ਪਰਮੇਸ਼ਰ ਨੂੰ ਯਾਦ ਕਰੇਗਾ, ਇਹੀ ਸਾਡਾ ਮਿਲਣਾ ਹੈ। ਜਦੋਂ ਤੇਰਾ ਧਿਆਨ ਜੁੜੇਗਾ ਪਰਮਾਤਮਾ ਦੇ ਚਰਨਾਂ ਨਾਲ, ਉਹੀ ਸਾਡਾ ਮਿਲਣਾ ਹੈ, ਇਹੀ ਅਸਲ ਮਿਲਣਾ ਹੈ। ਮਨ ਵਿੱਚ ਐਸਾ ਤੂੰ ਵਿਚਾਰ ਕਰ। ਬਿਦਾ ਭਏ ਕਹਿ ਕਹਿ ਬਰਿਆਈ। ਸਤਿਗੁਰੂ ਜੀ ਉੱਥੋਂ ਜੋਰੋ ਜਰਬੀ ਜਿਹੜਾ ਹੈ ਬਰਿਆਈ, ਮਤਲਬ ਕਿ ਮਹਾਰਾਜ ਜੀ ਉੱਥੇ ਜਿਹੜਾ ਹੈ ਆਪਣੇ ਆਪ ਨੂੰ ਮਹਾਰਾਜ ਨੇ ਜਦੋਂ ਵਿਦਾ ਕਰਨਾ ਸੀ ਉਹ ਥਾਂ ਤੋਂ, ਸਤਿਗੁਰੂ ਨੇ ਬੜੀ ਜੋਰੋ ਜਰਬੀ ਕਰਨਾ ਪਿਆ, ਕਿਉਂਕਿ ਕਰੂ ਨਹੀਂ ਜਾਣ ਦਿੰਦਾ ਸੀ। ਤੇ ਬਾਕੀ ਉਹਦੇ ਮਿਨਿਸਟਰ ਹੋਏ, ਹੋਰ ਲੋਕ ਹੋਏ, ਉਹਨਾਂ ਨੇ ਆ ਕੇ ਸਤਿਗੁਰਾਂ ਦੇ ਰਸਤੇ ਵੀ ਘੇਰ ਲਏ ਸਨ ਵੀ ਮਹਾਰਾਜ ਤੁਸੀਂ ਨਹੀਂ ਜਾਣਾ। ਬੇਨਤੀਆਂ ਕਰਨ ਲੱਗੇ, ਮੱਥੇ ਟੇਕਣ ਲੱਗੇ, ਪਰ ਸਤਿਗੁਰੂ ਜੀ ਉੱਥੋਂ ਵਿਦਾ ਹੋ ਗਏ ਜੀ। ਗਮਨੇ ਆਨ ਸਥਾਨ ਗੁਸਾਈ। ਗੁਸਾਈ ਇਹ ਸਾਰੇ ਸੰਸਾਰ ਦੇ ਸਾਈਂ, ਗੋ ਮੀਨਸ ਧਰਤੀ, ਗੋਲਾਕਾਰ ਧਰਤੀ ਦੇ ਸਾਈਂ ਮਾਲਕ ਮਾਸਟਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉੱਥੋਂ ਹੁਣ ਚੱਲ ਕਰਕੇ ਅੱਗੇ ਤੁਰ ਪਏ ਹਨ। ਹੋਰ ਜਿਹੜੇ ਹਨ ਦੁਨੀਆ ਦੇ ਜਿਹੜੇ ਹਨ ਰਹਿਣ ਵਾਲਿਆਂ ਦੇ ਮਹਾਰਾਜ ਜੀ ਕਲਿਆਣ ਕਰਨ ਵਾਸਤੇ ਸਤਿਗੁਰਾਂ ਨੇ ਐਸਾ ਜਿਹੜਾ ਹੈ ਕਿਰਪਾ ਕੀਤੀ। ਵਲਾਇਤ ਰੂਮ ਦੇ ਵਿੱਚ ਜਾ ਕੇ ਕਰੂ ਬਾਦਸ਼ਾਹ ਜੀ ਨੂੰ ਜਿਹੜਾ ਹਨ ਉਹਨਾਂ ਨੂੰ ਮਾਰਗ ਉੱਤੇ ਲਾਇਆ, ਉਹਨਾਂ ਨੂੰ ਜਿਹੜਾ ਹੈ ਸੱਚਾ ਮਾਰਗ ਦੱਸਿਆ, ਸਿੱਖੀ ਦਾ ਵਿਸਥਾਰ ਉੱਥੇ ਕੀਤਾ, ਨਾਮਦਾਨ ਇਸ਼ਨਾਨ ਦਾ ਸਤਿਗੁਰਾਂ ਨੇ ਉਪਦੇਸ਼ ਦੇ ਕੇ ਉਸ ਮੁਲਕ ਨੂੰ ਤਾਰਨਾ ਕੀਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਵੀ ਇਹ ਕੰਮ ਕਰ ਸਕਦੇ ਸਨ, ਹੋਰ ਕੋਈ ਨਹੀਂ ਕਰ ਸਕਦਾ। ਕਿਸੇ ਤੋਂ ਇਹ ਕੰਮ ਹੋਣਾ ਨਹੀਂ ਸੀਗਾ, ਕਿਉਂਕਿ ਗੁਰੂ ਨਾਨਕ ਹੀ ਪਾਤਸ਼ਾਹ ਐਸੇ ਨੇ ਜਿਹੜੇ ਕਿ ਕਿਸੇ ਦਾ ਦੁੱਖ ਨੂੰ ਦੇਖ ਕੇ ਉਹਨੂੰ ਸੁਖੀ ਕਰਨ ਵਾਸਤੇ ਆਪ ਚੱਲ ਕੇ ਉਹਦੇ ਦੇਸ਼ ਜਾਂਦੇ ਨੇ, ਤੇ ਫਿਰ ਉਹਨਾਂ ਦੀ ਜਿਹੜੀ ਬੇਇੱਜ਼ਤੀ ਹੁੰਦੀ ਹੈ ਉਹ ਨਿਕਾਰ ਉਹ ਵੀ ਸਹਾਰਦੇ ਹਨ ਸਤਿਗੁਰੂ ਜੀ। ਮਹਾਰਾਜ 'ਚ ਜਿੰਨੀ ਸ਼ਕਤੀ ਹੈ ਉਨੀ ਜਰਨ ਸ਼ਕਤੀ ਵੀ ਨਾਲ ਹੈ। ਸਤਿਗੁਰੂ ਜੀ ਐਸੇ ਕਿਰਪਾਲੂ ਹਨ। ਬਿਦਾ ਭਏ ਕਹਿ ਕਹਿ ਬਰਿਆਈ। ਗਮਨੇ ਆਨ ਸਥਾਨ ਗੁਸਾਈ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ ਕਾਰੂ ਕੋ ਪ੍ਰਸੰਗ ਵਰਣਨੰ ਨਾਮ ਖੋੜ ਸਮੋ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।